ਤੁਹਾਨੂੰ ਸੱਚੀ 10th 'ਚ ਹੀ ਪਤਾ ਸੀ ਐਕਟਰ ਬਣਨਾ ਹੈ? ਮੈਨੂੰ ਉਹ 4-5 ਸਾਲ ਦੀ ਨੂੰ ਪਤਾ ਸੀ। आपका वोकल टेक्सचर सरगुन मेहता से मिलता है या शरगुन मेहता का आपसे मिलता है? ਮੇਰਾ ਹੀ ਉਹਨਾਂ ਨਾਲ ਮਿਲਦਾ ਹੋਊਗਾ। ਮੈਂ ਇਹ ਨਹੀਂ ਕਹਿ ਸਕਦੀ। ਹਾਂ ਯਾਰ, ਛੋਟੇ ਹੁੰਦੇ ਤੋਂ ਨਾ ਵੈਸੇ ਮੈਨੂੰ ਸਾਰੇ ਇਹ ਕਹਿੰਦੇ ਸੀ ਤੇਰੇ ਤਾਂ ਫਟੀ ਹੋਈ ਆਵਾਜ਼ ਹੈ, ਫਟਿਆ ਹੋਇਆ ਢੋਲ ਹੈ। अच्छा ਫਿਰ ਮੈਂ ਹੁਣ ਕਹਿੰਦੀ ਨਹੀਂ ਇਟਸ ਹਸਕੀ। ਹੁਣ ਆਡੀਸ਼ਨ ਦੇਣੇ ਪੈਂਦੇ ਆ ਜਾਂ ਹੁਣ ਕੰਟੈਕਟ ਹੈ, ਹੁਣ ਡਾਇਰੈਕਟਰ ਨੂੰ ਆਲਰੇਡੀ ਕਲੀਅਰ ਹੈ ਕਿ ਹਸ਼ਨੀਨ ਇਜ਼ ਪਰਫੈਕਟ? ਹੁਣ ਇਦਾਂ ਹੁੰਦਾ ਹੈਗਾ ਕਿ ਯੂ ਡੋਂਟ ਹੈਵ ਟੂ ਵੇਟ ਇਨ ਲਾਈਨਸ ਫॉर ਆਡੀਸ਼ਨਸ। ਉਹ ਵੈਸੇ ਕਦੇ ਵੀ ਪੰਜਾਬ ਦੇ ਵਿੱਚ ਉਹ ਕਲਚਰ ਰਿਹਾ ਵੀ ਨਹੀਂ ਹੈਗਾ। ਸਾਰੇ ਪ੍ਰੋਜੈਕਟਸ 'ਚੋਂ ਬੈਸਟ ਐਕਸਪੀਰੀਅੰਸ ਕਿਹੜਾ ਰਿਹਾ ਜਿਸ 'ਚ ਕੰਮ ਕਰਕੇ ਬਹੁਤ ਮਜ਼ਾ ਆਇਆ ਜਾਂ ਫਿਰ ਕੁਝ ਸਪੈਸ਼ਲ ਮੂਮੈਂਟ ਤੁਹਾਨੂੰ ਯਾਦ ਹੋਵੇ? ਸ਼ੌਂਕੀ ਸਰਦਾਰ ਕੁਝ ਨਹੀਂ ਹੋਣ ਦਿੰਦਾ ਤੇਰੇ ਪੁੱਤ ਨੂੰ, ਤੇ ਜਿਨ੍ਹਾਂ ਨੇ ਉਹਦਾ ਇਹ ਹਾਲ ਕੀਤਾ ਉਹਨਾਂ ਨੂੰ ਜਿਉਣ ਨਹੀਂ ਦਿੰਦਾ। कित्थे तक पहुंच चुके हो तुसी इस जर्नी दे विच? ਆਈ ਵਿਲ ਐਕਟ ਟਿਲ ਮਾਈ ਲਾਸਟ ਬ੍ਰੈਥ। इन्ना ज़्यादा प्यार करते हो? ਬਹੁਤ वैसे ਤੁਹਾਡਾ क्या परस्पेक्टिव है पंजाबी सिनेमा ਨੂੰ लेके? ग्रो कर रहे हैं? ਗਰੋ ਤਾਂ ਕਰ ਰਿਹਾ ਹੈ, ਸ਼ਾਇਦ ਇਹ ਗਰੋ रीजन? ਆਡੀਅנס ਵੀ ਬਹੁਤ ਘੱਟ ਸਾਥ ਦਿੰਦੀ ਹੈ ਗੁੱਡ ਕੰਟੈਂਟ ਦਾ। ਫਰਸਟ ਰਿਜੈਕਸ਼ਨ ਉਹ ਰਿਜੈਕਸ਼ਨ ਮੈਂ ਇਦਾਂ ਕਹੂੰਗੀ ਕਿ ਮੈਨੂੰ ਨਾ ਕਿਸੇ ਨੇ ਬੇਵਕੂਫ ਬਣਾਇਆ ਉਸ ਟਾਈਮ ਦੇ ਉੱਤੇ। ਕਿਵੇਂ? ਉਹਨਾਂ ਨੂੰ ਪਤਾ ਨਹੀਂ ਸੀ ਡੈਡੀ ਪੁਲਿਸ ਵਾਲੇ ਹੈ। ਫਰਸਟ ਪੇ ਚੈੱਕ ਥੋੜਾ ਜਿਹਾ ਅਮਾਉਂਟ ਦੇਣ ਲੱਗੇ ਵੀ ਉਹਨਾਂ ਨੂੰ ਇਹ ਹੋ ਰਿਹਾ ਸੀ ਵੀ ਖਰਚਾ ਬੜਾ ਹੋ ਰਿਹਾ, ਪਰ ਤਾਲੂ ਫਰਸਟ ਪਰਸਨ ਯੂ ਕਾਲ ਇਨ ਅ ਬੈਡ ਡੇ? ਤੁਹਾਡੇ ਦੋਸਤ ਤੁਹਾਡੇ ਨਾਲ ਹੋਣ, ਤੁਹਾਡੀ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਹੈ। ਕਿ ਤੁਹਾਨੂੰ ਨਹੀਂ ਲੱਗਦਾ ਹੈਗਾ? ਐਕਟਰ ਹੋਣ ਦੇ ਸਭ ਤੋਂ ਵਧੀਆ ਪਲੱਸ ਪੁਆਇੰਟਸ ਕੀ ਹੈ ਔਰ ਨੈਗੇਟਿਵ ਪੁਆਇੰਟਸ ਕੀ ਹੈ? ਵੈਸੇ ਇੰਡਸਟਰੀ ਜਿੰਨੀ ਹੈਪੀ ਤੇ ਰਿਚ ਸਕਰੀਨ ਤੇ ਦਿਖਦੀ ਹੈ ਉਨੀ ਹੈ ਵਿੱਚ ਅੱਜ ਦਾ ਐਪੀਸੋਡ ਹੈ ਥੋੜਾ ਫਿਲਮੀ, ਥੋੜਾ ਫਨੀ, ਥੋੜਾ ਇਮੋਸ਼ਨਲ ਤੇ ਥੋੜਾ ਇਨਫੋਰਮੇਟਿਵ about Punjabi cinema. From strong screen presence to soulful shairi, she is balancing glamour with grounding. Please welcome super beautiful and super talented Punjabi actor Hashneen Kaur, who has worked in various Punjabi web series and Punjabi movies. ਹਸ਼ਨੀਨ, ਆਪਾਂ ਤੁਹਾਨੂੰ ਸਕਰੀਨ ਤੇ ਦੇਖਿਆ ਹੈ ਨਾ, ਸ਼ੌਂਕੀ ਸਰਦਾਰ, 6 ਇੰਚ, ਤੁਨਕਾ ਤੁਨਕਾ ਐਂਡ ਹੋਰ ਵੀ ਕਈ ਸਾਰੀ ਮੂਵੀਜ਼ 'ਚ। ਸਕਰੀਨ ਤੇ ਤਾਂ ਅਲੱਗ-ਅਲੱਗ ਕਰੈਕਟਰਸ ਹੈ। ਹੁਣ ਜੇ ਸਕਰੀਨ ਦੇ ਪਿੱਛੇ ਦੀ ਗੱਲ ਕਰੀਏ ਰੀਅਲ ਹਸ਼ਨੀਨ ਦੀ, ਰੀਅਲ ਹਸ਼ਨੀਨ ਕਿਵੇਂ ਦੀ ਹੈ? ਰੀਅਲ ਦੇ ਵਿੱਚ ਮੈਂ ਜਿਹੜਾ ਕੁਝ ਤੁਸੀਂ ਇੰਸਟਾਗ੍ਰਾਮ ਤੇ ਦੇਖਦੇ ਹੋ, ਠੀਕ ਹੈ, ਦੈਟ ਇਜ਼ ਅ ਪਾਰਟ ਆਫ ਮਾਈ ਪਰਸਨੈਲਿਟੀ, ਦੈਟ ਇਜ਼ ਅ ਕੈਰੈਕਟਰਸ ਤਾਂ ਫਿਲਮਸ ਦੇ ਡਿਫਰੈਂਟ ਹੁੰਦੇ ਹੀ ਨੇ ਕਿ ਹੈ ਨਾ, ਉਹਦੇ ਵਿੱਚ ਵੀ ਤੁਹਾਡਾ ਆਪਦਾ ਝਲਕ ਹੁੰਦਾ ਹੀ ਹੈ। ਬਟ ਰੀਅਲ 'ਚ ਮੈਂ ਬਹੁਤ ਡਿਫਰੈਂਟ ਹਾਂ, ਮਤਲਬ ਜੋ ਵੀ ਜਿੰਨਾ ਵੀ ਮੈਂ ਇਨ ਫਰੰਟ ਆਫ ਕੈਮਰਾ ਹੁਣ ਤੱਕ ਰਹੀ ਹਾਂ। ਓਕੇ, ਡਿਫਰੈਂਟ ਇਨ ਦਾ ਸੈਂਸ ਕਿ ਕੇਅਰਲੈਸ ਜ਼ਿਆਦਾ ਹਾਂ। ਮੈਂ ਕੰਮ ਲਈ ਬਹੁਤ ਕੇਅਰਫੁਲ ਹਾਂ, ਬਹੁਤ ਰਿਸਪੌਂਸਿਬਲ ਹਾਂ। ਰੀਅਲ ਲਾਈਫ ਦੇ ਵਿੱਚ ਮੈਂ ਬਿਲਕੁਲ ਹੀ ਬੇਪਰਵਾਹ, ਇਰਰਿਸਪੌਂਸਿਬਲ, ਕੇਅਰਲੈਸ ਹਾਂ। ਓਕੇ, ਹਾਂ ਵੀ ਮਤਲਬ ਬਸ ਆਪਦੇ ਆਪ 'ਚ ਥੋੜਾ ਜ਼ਿਆਦਾ ਰਹਿੰਦੀ ਹਾਂ, ਠੀਕ ਹੈ, ਤੇ ਇੰਜੋਏ ਕਰਦੀ ਹਾਂ ਲਾਈਫ ਨੂੰ, ਇੱਦਾਂ ਜਿਹੀ ਹਾਂ ਬਸ। ਤੁਹਾਨੂੰ ਸੱਚੀ 10th 'ਚ ਹੀ ਪਤਾ ਸੀ ਐਕਟਰ ਬਣਨਾ ਹੈ? ਮੈਨੂੰ ਉਹ 4-5 ਸਾਲ ਦੀ ਨੂੰ ਪਤਾ ਸੀ। ਓਕੇ, ਉਦੋਂ ਕਿਵੇਂ ਪਤਾ ਸੀ? ਲਾਈਕ ਕੀ ਦੇਖਦੇ ਸੀ ਤੁਸੀਂ? ਮੈਂ ਛੋਟੇ ਹੁੰਦੇ ਤੋਂ ਹੀ ਨਾ, ਜਿਵੇਂ ਜਿਹੜੇ ਬੱਚੇ ਸਾਰਾ ਦਿਨ ਟੀਵੀ ਸਾਹਮਣੇ ਬੈਠੇ ਰਹਿੰਦੇ ਨੇ, ਉਹ ਬੱਚਿਆਂ ਵਿੱਚੋਂ ਸੀਗੀ। ਮੇਰੀ ਫੇਵਰੇਟ ਮੂਵੀ ਹੁੰਦੀ ਸੀ ਕੁਛ ਕੁਛ ਹੋਤਾ ਹੈ, ਅਤੇ ਮੈਂ ਇੰਨੀ ਵਾਰ ਦੇਖੀ ਹੋਈ ਉਹ। ਮੈਨੂੰ ਸਾਰੇ ਡਾਇਲੋਗ ਯਾਦ ਸੀਗੇ ਉਹਦੇ। ਛੋਟੇ ਹੁੰਦੇ ਇੰਨੀ ਕੁ ਸੀ ਮੈਂ, ਅਤੇ ਮੈਨੂੰ ਬਸ ਸਾਰੇ ਉਹਦੇ ਡਾਇਲੋਗਸ ਯਾਦ ਹੋਣੇ। ਸ਼ਾਹਰੁਖ ਖਾਨ ਮੈਨੂੰ ਉਦੋਂ ਤੋਂ ਇੰਨਾ ਪਸੰਦ ਸੀ। ਸੋ ਉਹ ਇੱਕ ਮਤਲਬ ਫੈਂਟਸੀ ਵਰਲਡ ਸੀਗਾ, ਉਹਨੂੰ ਦੇਖ ਕੇ ਚਾਅ ਜਿਹਾ ਚੜ੍ਹ ਜਾਂਦਾ ਸੀ। ਮੈਨੂੰ ਲੱਗਦਾ ਸੀ ਵੀ ਯਾਰ ਹਾਂ ਮੈਂ ਵੀ ਐਂ ਕਰਨਾ, ਮੈਂ ਵੀ ਇੱਥੇ ਆਉਣਾ। ਬਸ ਉਹ ਇੱਕ ਬੱਚਿਆਂ ਵਾਲਾ ਚਾਅ ਕਹਿ ਲਓ, ਹੌਲੀ ਹੌਲੀ ਵੱਧਦਾ ਗਿਆ। ਫਿਰ ਮੈਂ ਉਹਨੂੰ ਸੀਰੀਅਸਲੀ ਪਰਸਿਊ ਕਰਨਾ ਸ਼ੁਰੂ ਕੀਤਾ। ਹੁਣ ਕੋਈ ਯਾਦ ਹੈ ਡਾਇਲੋਗ ਕੁਛ ਕੁਛ ਹੋਤਾ ਹੈ ਇਹਦਾ? ਹਾਂ, ਹਾਲੇ ਵੀ ਮੈਨੂੰ ਯਾਦ ਹੈ ਜਿਹੜਾ ਉਹਦਾ ਸਭ ਤੋਂ ਫੇਮਸ, ਰਾਹੁਲ ਇਜ਼ ਅ ਚੀਟਰ, ਹੀ ਇਜ਼ ਅ ਚੀਟਰ। वाह, नाइस। अच्छा, मैं अपना बताता हूँ। मैं जब आपकी प्रोफाइल स्क्रॉल कर रहा था ना, पहले मैंने देखा आपने मूवीज की हुई हैं, फिर देखा मैंने आपने गाने किए हुए हैं, फिर देखा मैंने आपने शोज भी किए हुए हैं, फिर देखा मैंने आप इंटरव्यूज भी कर रहे हो, फिर देखा मैंने आप रील्स भी बना रहे हो बहुत ज़्यादा, और एक्टर्स से ज़्यादा, ठीक है। फिर मैंने देखा आप स्टोरीज भी बना रहे हो, फिर मैंने देखा आपने यूट्यूब चैनल भी बनाया हुआ है। हाँ जी। मतलब कन्फ्यूज हो या मज़ा आता है इतना सब करने में? ਨਹੀਂ, ਕਨਫਿਊਜ਼ ਨਹੀਂ ਆ। ਮੈਨੂੰ ਐਵੇਂ ਹੁੰਦਾ ਹੈਗਾ ਕਿ ਜਿਵੇਂ ਹੁਣ ਟਾਈਮ ਹੋ ਗਿਆ ਥੋੜ੍ਹਾ ਜਿਹਾ ਨਾ, 5-6 ਸਾਲ ਹੋ ਗਏ ਕੰਮ ਕਰਦੇ ਨੂੰ, ਅਤੇ ਕਿਵੇਂ ਆਪਦੇ ਆਪ ਨੂੰ ਬੈਟਰ ਕਰ ਸਕਦੀ ਹਾਂ, ਕਿਹੜਾ ਸਫੀਅਰ ਹੈ, ਠੀਕ ਹੈ, ਜਿਹਦੇ ਵਿੱਚ ਹੋਰ ਇਨਹੈਂਸ ਹੋ ਸਕਦਾ ਹੈਗਾ। ਸੋ ਤੁਹਾਨੂੰ ਇੱਕ ਹੁੰਦਾ ਹੈਗਾ ਵੀ ਯਾਰ ਮੈਂ ਆਪਦੇ ਆਪ ਨੂੰ ਐਜ਼ ਅ ਪੈਕੇਜ ਪ੍ਰੈਜ਼ੈਂਟ ਕਰਾਂ ਕਿ ਅਗਰ ਕੋਈ ਕੱਲ੍ਹ ਨੂੰ ਦੇਖੇ ਤਾਂ ਉਹ ਦੇਖੇ ਵੀ ਓਕੇ ਆ ਵੀ ਕਰ ਸਕਦੀ, ਉਹ ਵੀ ਕਰ ਸਕਦੀ ਹੈ। ਤਾਂ ਇੱਕ ਟਰਾਇਲ ਹੈ ओके, ਮੇਰੇ ਵੱਲੋਂ, ਹੈ ਨਾ, ਕਿ ਵੀ ਮੈਂ
ਜੋ ਵੀ ਕਰ ਸਕਦੀ ਹਾਂ ਆਪਦੇ ਵੱਲੋਂ ਮੈਂ ਉਹਨੂੰ ਪ੍ਰੈਜ਼ੈਂਟ ਕਰਾਂ ਕਿ ਓਕੇ ਦਿਸ ਇਜ਼ ਆਲਸੋ ਸਮਥਿੰਗ दैट आई कैन डू। बट मेरे को बहुत ज़्यादा इंटरेस्टिंग लगा आपका स्टोरी नरेशन वाला, अच्छा सच बता रहा हूँ, थैंक बहुत ज़्यादा प्यारा था वो सुना सकते हो मेरे को स्टोरी अगर सुनाना Story? चाहो तो बहुत ज़्यादा सच्ची इंटरेस्टिंग था ਨਹੀਂ वो। ਉਹ ਮੈਂ ਰੀਸੈਂਟਲੀ ਸਟਾਰਟ ਕੀਤਾ ਉਹ ਨਾ ਮੈਂ ਇਸ ਸਾਲ ਤੋਂ ਹੀ ਸੋਚ ਰਹੀ ਸੀਗੀ ਮੈਂ ਕਿ ਵੀ ਥੋੜਾ ਸੋ ਮੈਨੂੰ ਕਿਸੇ ਨੇ ਕਿਹਾ ਵੀ ਤੁਸੀਂ ਆਪਦੀ ਵੌਇਸ ਨੂੰ ਜ਼ਿਆਦਾ ਯੂਜ਼ ਕਰਿਆ ਕਰੋ ਰਾਦਰ ਦੈਨ ਜਸਟ ਨਾ ਵੀ ਗਲੈਮਰਸ ਰੀਲਸ ਜੀ ਬਣਾਉਣ ਨਾਲੋਂ ਵੀ ਥੋੜਾ ਵੌਇਸ ਨੂੰ ਜ਼ਿਆਦਾ ਯੂਜ਼ ਕਰਕੇ ਚਲੋ ਇੰਸਟਾਗ੍ਰਾਮ ਤੇ ਵੈਸੇ ਵੀ ਵੌਇਸ ਰਿਲੇਟਡ ਕੰਟੈਂਟ ਥੋੜਾ ਜ਼ਿਆਦਾ promote ਕਰਦਾ ਹੈ, right? ਤੇ ਫਿਰ ਮੈਂ ਸੋਚਿਆ ਮੈਂ ਕਿ ਮੈਂ ਕੀ ਕਰ ਸਕਦੀ ਹਾਂ ਸ਼ਾਇਰੀ ਮੈਂ ਪਹਿਲਾਂ ਤੋਂ ਸ਼ੁਰੂ ਕੀਤੀ ਹੋਈ ਸੀ ਫਿਰ ਮੈਂ ਸੋਚਿਆ ਮੈਂ ਕਿ ਯਾਰ ਇੰਨਾ ਵੀ ਬਾਰ-ਬਾਰ ਸ਼ਾਇਰੀ ਵੀ ਕੀ ਥੋੜਾ ਡਿਫਰੈਂਟ ਕਰਦੇ ਮੈਂ ਕਿਉਂਕਿ ਚਲੋ ਸਟੋਰੀ ਨਰੇਸ਼ਨ ਸ਼ੁਰੂ ਕਰਦੇ ਹਾਂ ਸੋ ਸ਼ਾਰਟ ਸਟੋਰੀਜ਼ ਪੜ੍ਹਨੀਆਂ ਸ਼ੁਰੂ ਕੀਤੀਆਂ ਸਿੰਪਲ ਜੀ ਚੱਕੀਆਂ ਮੈਂ ਉਦੋਂ ਠੀਕ ਹੈ ਵੀ ਥੋੜਾ ਇੰਨੀ ਕੋਈ ਕੰਪਲੈਕਸ ਵੀ ਨਾ ਹੋਵੇ ਵੀ ਲੋਕਾਂ ਨੂੰ ਸਮਝ ਹੀ ਨਾ ਆਵੇ ठीक है ਤੇ ਤਾਂ ਕਰਕੇ ਫਿਰ ਮੈਂ ਇੱਕ ਦੋ ਹੀ ਪਾਈਆਂ ਆਈ ਥਿੰਕ ਹਾਂ। ਇੱਕ ਦੋ ਬਾਕੀ ਹੋਰ ਮੈਂ ਇੱਕ ਦੋ ਸ਼ਾਰਟ ਲਿਸਟ YouTube ਕਰਕੇ ਚੈਨਲ ਤੇ ਰੱਖੀਆਂ ਹੀ ਪਾਈ ਹੋਈਆਂ ਹੋਈ ਹਾਂਜੀ ਹਾਂ ਤੇ ਉੱਤੇ ਮੈਂ ਸੱਚੀ। ਕ੍ਰੈਡਿਟ ਪਾਰਟ ਸੀ ਤੁਸੀਂ ਆਪ ਲਿਖਦੇ ਵੀ ਆਪ ਹੀ ਹੋ? ਨਹੀਂ ਹਾਲੇ ਤੱਕ Okay. ਨਹੀਂ ਮੈਂ ਦੋ ਨਾਂ ਸ਼ਾਇਰੀ ਦੇ ਸੀਗੇ ਵਿੱਚ ਇੱਕ ਅੰਸ਼ ਸੀਗਾ ਨਾਮ ਸ਼ਾਇਦ ਅਰਸ਼ ਜਾਂ ਅੰਸ਼ ਹਾਂ ਇੱਕ ਤੁਹਾਡਾ ਨਾਂ ਸੀਗਾ ਸੋ ਆਈ ਥਿੰਕ ਤੁਸੀਂ ਵੌਇਸ ਆਊਟ ਬਾਈ ਹਸ਼ਨੀਨ ਵਾਲਾ ਉਹੀ ਦੇਖਿਆ ਦੇਖਿਆ ਹੋਣਾ ਉਹ ਮੈਂ ਲਿਖਿਆ ਹਾਂਜੀ ਹੈ, ਉਹ ਠੀਕ ਉਹਦਾ ਹੈ। ਸੀ ਵਿੱਚ ਜੇ ਇੱਕ ਸ਼ੋਅ ਸਟਾਰਟ ਕੀਤਾ ਸੀਗਾ ਸੋ ਉਹਦੇ ਵਿੱਚ ਸਾਨੂੰ ਸੀਗਾ ਵੀ ਇਨਫੋਟੇਨਮੈਂਟ ਦੇ ਹਿਸਾਬ ਨਾਲ ਕਰਦੇ ਆ ਉਹ ਕਿ ਕੁਝ ਵੀ ਨੌਲੇਜ ਰਿਲੇਟਡ ਦੱਸੀਏ ਸੋ ਉਹਦੇ ਵਿੱਚ ਮੇਰੀ ਖੁਦ ਦੀ ਰਿਸਰਚ ਵੀ ਸੀਗੀ ਮੈਂ ਖੁਦ ਵੀ ਲਿਖਿਆ ਸੀਗਾ ਐਂਡ ਨਾਲ ਅਰਸ਼ ਸੀਗੇ ਤੇ ਉਹਨਾਂ ਨੇ ਵੀ ਨਾਲ ਹੈਲਪ ਆਊਟ ਉਹਨਾਂ ਨੇ 2-3 ਐਪੀਸੋਡਸ ਨਾਲ ਹੈਲਪ ਆਊਟ ਕੀਤਾ ਸੀ ਓਕੇ ਜਦੋਂ ਮੈਨੂੰ ਲੱਗਿਆ ਮੈਂ ਕਿ ਓਕੇ ਮੇਰਾ ਬਹੁਤ ਜ਼ਿਆਦਾ ਟਾਈਮ ਜਾ ਰਿਹਾ ਮੇਰੇ ਤੋਂ ਇੰਨੀ ਰਿਸਰਚ ਨਹੀਂ ਹੋਣੀ ਮੈਂ ਉਦੋਂ ਕਿਹਾ ਮੈਂ ਕਿ ਮੈਨੂੰ ਬੰਦਾ ਲਿਆ ਕੇ ਦਿਓ ਨਾਲ ਕੋਈ ਹੈਲਪ ਆਊਟ ਕਰਨ ਲਈ ओके ये वैसे पैशन है या कमर्शलाइज करने के लिए मतलब क्या था? ਉਹ ਸਾਡਾ ਕਮਰਸ਼ੀਅਲਾਈਜ਼ ਕਰਨ ਲਈ ਸੀਗਾ ਜ਼ਿਆਦਾ ਹੈ। ਇੰਟੈਂਟ ਉਹਦਾ ਠੀਕ ਹੈ ਬਟ ਉਹ ਸਮਹਾਉ ਉਹ ਪੂਰਾ ਨਹੀਂ ਹੋ ਸਕਿਆ ਡਿਊ ਟੂ ਸਮ ਰੀਜ਼ਨਸ ਉਹਨੂੰ ਵਿੱਚ ਸਟਾਪ ਕਰਨਾ ਪਿਆ ਤਾਂ ਹੀ ਮੈਂ ਉਹਨੂੰ ਸੋਚੇਗਾ ਕਿ ਹੁਣ ਸਟੋਰੀ ਨਰੇਸ਼ਨ ਵੱਲ ਨੂੰ ਮੈਂ ਜ਼ਿਆਦਾ ਜਾਵਾਂ ਸਿੰਪਲ ਰੱਖਾਂ ਜੋ ਜ਼ਿਆਦਾ ਰਿਲੇਟੇਬਲ ਹੋਵੇ ਆਡੀਅנס ਦੇ ਨਾਲ ਮਤਲਬ ਮੈਨੂੰ ਇਨਫੋਟੇਨਮੈਂਟ 'ਚ ਵੀ ਇੰਟਰਸਟ ਹੈਗਾ ਪਰ ਇੰਨਾ ਜ਼ਿਆਦਾ ਨਹੀਂ ਹੈ ਕਿ ਵੀ ਮੈਂ ਆਪਦਾ ਸਾਰਾ ਧਿਆਨ ਕਮਿਟਮੈਂਟ ਉਧਰ ਨੂੰ ਦੇ ਸਕਾਂ थकते नहीं वैसे आप थकते नहीं मतलब इतना सब करते करते बहुत ज्यादा नहीं हो गया? ਨਹੀਂ मैंने ਥੱਕਦੀ देखा ਤਾਂ इतनी ਨਹੀਂ सारी ਹੈਗੀ। रीलें स्टोरीज वीडियोस ਨਹੀਂ ਮੈਨੂੰ ਬਲਕਿ ਮੈਨੂੰ ਇਹ ਦੇਖ ਲੱਗਦਾ ਹੈਗਾ ਕਿ 2 ਦਿਨ ਵੀ ਮੈਂ ਜੇ ਕੁਝ ਨਹੀਂ ਕਰ ਰਹੀ ਹੈਗੀ ਨਾ ਜਿਵੇਂ ਰਿਲੈਕਸ ਕਰ ਰਹੀ ਹਾਂ 2 ਦਿਨ ਬੈਠੀ ਹਾਂ ਮੈਂ ਹੋ ਰਿਹਾ ਕਿ ਯਾਰ ਨਹੀਂ ਮੈਂ ਆਪਦਾ 100% ਨਹੀਂ ਦੇ ਰਹੀ ਨਹੀਂ ਮੈਂ ਘੱਟ ਕਰ ਰਹੀ ਹਾਂਗੀ ਹੈ ਨਾ ਫਿਰ ਹਾਊ ਐਮ ਆਈ ਐਕਸਪੈਕਟਿੰਗ ਕਿ ਮੈਨੂੰ ਰਿਜ਼ਲਟਸ ਕਿਵੇਂ ਮਿਲਣਗੇ ਜਦੋਂ ਮੈਂ ਹੀ ਆਪਦਾ ਪਹਿਲਾਂ 100% ਨਹੀਂ ਦੇ ਰਹੀ ਤਾਂ ਮੈਂ ਕਿੱਥੋਂ ਰਿਜ਼ਲਟਸ ਲੈ ਕੇ ਆਉਂਗੀ ਮੈਨੂੰ ਮੈਂ ਤੁਹਾਡਾ ਪੇਜ ਇਹ ਵੀ ਸਕਰੋਲ ਕਰ ਰਹੀ ਸੀ ਸਟੋਰੀਜ਼ ਵਾਲਾ ਉਸ 'ਚ ਹਾਂਜੀ। ਉਹ ਲਾਈਨਸ ਬਹੁਤ ਸੋਹਣੀਆਂ ਸੀ ਲਾਈਕ ਬਹੁਤ ਅਲੱਗ ਔਰ ਟਰੂ ਸੀ ਜੋ ਸੈਲਫ ਰਿਸਪੈਕਟ ਐਂਡ ਸੈਕਰੀਫਾਈਸ ਉਹ ਵਾਲੀ ਮੈਂ ਖੁਦ ਸੀ ਲਿਖੀ ਆ ਓਕੇ ਉਹ ਬਹੁਤ ਸੋਹਣੀਆਂ ਔਰ ਇੰਨੀ ਜ਼ਿਆਦਾ ਥੋਟਫੁਲ ਹੈ ਨਾ ਉਹ मैं नहीं सुनी हो जो सुना सकते हो सुना दो प्लीज। ਮੈਨੂੰ ਐਗਜ਼ੈਕਟਲੀ ਨਹੀਂ ਯਾਦ ਐਗਜ਼ੈਕਟਲੀ ਪੂਰੀ ਤਰ੍ਹਾਂ ਮੈਨੂੰ ਵੀ ਨਹੀਂ ਯਾਦ ਬਟ ਉਹ ਕੁਝ ਇਸ ਤਰ੍ਹਾਂ ਸੀ ਠੀਕ ਹੈ ਕਿ ਸਭ ਤੋਂ ਸਿਆਣਾ ਇਨਸਾਨ ਨਾ ਉਹੀ ਹੁੰਦਾ ਹੈ ਜਿਹਨੂੰ ਇੱਕ ਬੈਲੈਂਸ ਦੇ ਵਿੱਚ ਆਪਦੀ ਸੈਲਫ ਰਿਸਪੈਕਟ ਵੀ ਕਰਨੀ ਆਉਂਦੀ ਹੋਵੇ ਤੇ ਸੈਲਫ ਸੈਕਰੀਫਾਈਸ ਵੀ ਕਰਨਾ ਆਉਂਦਾ ਹੋਵੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਕੀਤਾ ਗਿਆ ਸੈਕਰੀਫਾਈਸ ਕਦੋਂ ਤੁਹਾਨੂੰ ਤੰਗ ਕਰ ਦਿੰਦਾ ਹੈ ਤੁਹਾਨੂੰ ਪਤਾ ਨਹੀਂ ਲੱਗਦਾ ਤੇ ਜ਼ਰੂਰਤ ਤੋਂ ਜ਼ਿਆਦਾ ਕੀਤੀ ਗਈ ਸੈਲਫ ਰਿਸਪੈਕਟ ਕਦੋਂ ਈਗੋ ਬਣ ਜਾਂਦੀ ਹੈ ਉਹ ਵੀ ਪਤਾ ਨਹੀਂ ਲੱਗਦਾ। क्या बात है। ਇੱਕ ਤੁਸੀਂ ਉਹ ਹੋਰ ਲਿਖਿਆ ਇਹਨਾਂ 'ਚ ਬੈਲੈਂਸ ਬਣਾ ਪਾਉਂਦੇ ਹੋ ਫੇਥ ਫੈਮਿਲੀ ਐਂਡ ਫਿਲਮਸ ਹਾਂ ਚੱਲ ਰਿਹਾ ਫੇਥ ਤਾਂ ਚੱਲਦਾ ਰਹਿੰਦਾ ਫੈਮਿਲੀ ਐਂਡ ਫਿਲਮਸ 'ਚ ਹਾਲੇ ਤੱਕ ਤਾਂ ਸੋਹਣਾ ਬੈਲੈਂਸ ਚੱਲ ਰਿਹਾ ਟੱਚਵੁੱਡ ਜਿਵੇਂ ਤੁਹਾਨੂੰ ਦੱਸਿਆ ਮੈਂ ਆਪਦੀ ਫੈਮਿਲੀ ਦੇ ਨਾਲ ਹੀ ਰਹਿੰਦੀ ਹਾਂ ਠੀਕ ਹੈ ਤੇ ਸਾਨੂੰ ਕੰਮ ਹੁੰਦਾ ਅਸੀਂ ਸਵੇਰੇ ਆ ਜਾਂਦੇ ਆਂਗੇ ਠੀਕ ਹੈ ਸ਼ਾਮ ਤੱਕ ਕੰਮ ਨਿਬੇੜ ਕੇ ਵਾਪਸ ਘਰੇ ਸੋ ਟਰੈਵਲ ਪਹਿਲਾਂ ਮੈਨੂੰ ਮੁਸ਼ਕਿਲ ਲੱਗਦਾ ਸੀਗਾ ਵੀ ਪਟਿਆਲੇ ਤੋਂ ਚੰਡੀਗੜ੍ਹ ਆਲਮੋਸਟ ਸਾਡੇ ਹਫਤੇ ਵਿੱਚ 1-2 ਵਾਰ ਹੋ ਹੀ ਜਾਂਦਾ ਆਣਾ ਜਾਣਾ ਹੈ ਨਾ ਕਦੇ ਜ਼ਿਆਦਾ ਵੀ ਹੋ ਜਾਂਦਾ ਡਿਪੈਂਡਿੰਗ ਅਪਨ ਵਰਕ ਸੋ ਉਹ ਪੇਰੈਂਟਸ ਵੀ ਇੱਦਾਂ ਖੁਸ਼ ਰਹਿੰਦੇ ਨੇਗੇ ਕਿ ਐਟਲੀਸਟ ਬਾਈ ਦੀ ਐਂਡ ਆਫ ਦ ਡੇ ਬੱਚੇ ਸਾਡੇ ਕੋਲ ਸੋ ਮੇਰੇ ਫਾਦਰ ਨੂੰ ਨਾ ਇੱਕ ਚੀਜ਼ ਦਾ ਹਮੇਸ਼ਾ ਰਿਹਾ ਕਿ ਵੀ ਮੇਰੇ ਬੱਚੇ ਮੇਰੇ ਕੋਲੇ ਹੋਣ ਓਕੇ ਉਹਨਾਂ ਨੇ ਜਦੋਂ ਸਾਰੇ ਜਾਣੇ ਕੈਨੇਡਾ ਜਾ ਰਹੇ ਸੀਗੇ ਜਦੋਂ ਪੰਜਾਬ 'ਚ ਪੂਰਾ ਟ੍ਰੈਂਡ ਚੱਲਿਆ ਹੋਇਆ ਸੀ ਉਹਨਾਂ ਨੂੰ ਇਹ ਚੀਜ਼ ਸੀਗੀ ਵੀ ਨਾ ਮੈਂ ਨਹੀਂ ਆਪਦੇ ਬੱਚਿਆਂ ਨੂੰ ਜਾਣ ਦੇਣਾ ਹੈਗਾ ਮੈਨੂੰ ਮੇਰੇ ਬੱਚੇ ਮੇਰੇ ਕੋਲੇ ਚਾਹੀਦੇ ਨੇਗੇ ਓਕੇ ਸੋ ਇੱਦਾਂ ਹੀ ਹੈ ਇੱਦਾਂ ਹੀ ਹੁੰਦਾ ਕਿ ਸਾਨੂੰ ਵੀ ਚਲੋ ਠੀਕ ਹੈ ਆਪਦੇ ਕੰਮ ਨਿਬੇੜ ਕੇ ਠੀਕ ਹੈ ਵੀ ਐਟ ਦੀ ਐਂਡ ਆਫ ਦ ਡੇ ਆਪਦੇ ਘਰੇ ਰਹੋ। ਤੁਹਾਡੇ ਫਾਦਰ ਪੁਲਿਸ 'ਚ ਹੈ ਹਾਂਜੀ ਤੇ ਲਾਈਕ ਬਹੁਤ ਸਟ੍ਰਿਕਟ ਫੀਲਡ ਮੰਨੀ ਜਾਂਦੀ ਹੈ ਨਾ ਹਾਂਜੀ। ਪੁਲਿਸ ਵਾਲੀ ਡਿਸਿਪਲਿਨ ਵਾਲੀ ਔਰ ਤੁਸੀਂ ਐਕਟਿੰਗ 'ਚ ਜਾਣਾ ਸੀ ਬਿਲਕੁਲ ਅਪੋਜ਼ਿਟ ਉਹ ਕੋਈ ਹਰਡਲ ਆਈ ਜਾਂ ਫਿਰ ਓਕੇ ਸੀਗੇ ਕਿ ਕਰੋ ਜੋ ਕਰਨਾ ਹੈ? ਨਹੀਂ ਮੇਰੇ ਫਾਦਰ ਵੱਲੋਂ ਇੰਨੀ ਹਰਡਲ ਨਹੀਂ ਆਈ ਹੈਗੀ ਓਕੇ ਠੀਕ ਹੈ ਤੇ ਮੈਂ ਜਦੋਂ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਜਿਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਪੂਰਾ ਟ੍ਰੈਂਡ ਸੀਗਾ ਵੀ ਕੈਨੇਡਾ ਜਾਣਾ ਉਦੋਂ ਮੈਂ ਆਪਦੀ ਗ੍ਰੈਜੂਏਸ਼ਨ ਦੇ ਵਿੱਚ ਹੁੰਦੀ ਸੀ ਮੇਰੀ ਗ੍ਰੈਜੂਏਸ਼ਨ ਤੋਂ ਬਾਅਦ ਮੇਰੇ ਨਾਲ ਦੀਆਂ ਜਿੰਨੀਆਂ ਫਰੈਂਡਸ ਹਰ ਕੋਈ ਆਇਲਸ ਦੇ ਰਹੀ ਸੀ ਠੀਕ ਹੈ ਕਿਸੇ ਦੀ ਫਾਈਲ ਲਗਾਤੀ ਸੀ ਕਿਸੇ ਨੇ ਲਾਉਣੀ ਸੀ ਤੇ ਉਸ ਟਾਈਮ ਦੇ ਉੱਤੇ ਮੈਂ ਵੀ ਕਿਹਾ ਵੀ ਹੈ ਨਾ ਵੀ ਮੈਂ ਸੋਚਾਂ ਕਿ ਹਾਂ ਵੀ ਮੈਂ ਵੀ ਜਾਣਾ ਕਰਾਂ ਬਟ ਲੇਕਿਨ ਮੈਨੂੰ ਸ਼ੁਰੂ ਤੋਂ ਪਤਾ ਸੀ ਵੀ ਨਹੀਂ ਮੈਂ ਐਕਟਿੰਗ ਪਰਸਿਊ ਕਰਨੀ ਹੈ
ਐਂਡ ਮੇਰੇ ਫਾਦਰ ਦਾ ਸਟ੍ਰਿਕਟਲੀ ਸੀਗਾ ਵੀ ਮੈਂ ਨਹੀਂ ਆਪਦੇ ਬੱਚਿਆਂ ਨੂੰ ਬਾਹਰ ਭੇਜਣਾ ਹੈਗਾ। ਠੀਕ ਹੈ। ਤੇ ਉਦੋਂ ਫਿਰ ਮੈਂ ਕਿਹਾ ਵੀ ਮੈਂ ਇਹ ਪਰਸਿਊ ਕਰਨਾ ਚਾਹੁੰਦੀ ਹਾਂ, ਠੀਕ ਹੈ। ਤੇ ਕਾਲਜ ਤੋਂ ਬਾਅਦ ਇੱਕ ਟਾਈਮ ਉਹੋ ਜਿਹਾ ਹੀ ਹੁੰਦਾ ਹੈ ਨਾ ਜਦੋਂ ਤੁਸੀਂ ਸੀਰੀਅਸ ਹੋ ਕੇ ਇੱਕ ਕਰੀਅਰ ਨੂੰ ਚੂਜ਼ ਕਰਦੇ ਹੋ। ਤੇ ਮੈਨੂੰ ਕਹਿੰਦੇ ਪਾਪਾ ਕਹਿੰਦੇ ਠੀਕ ਹੈ ਵੀ ਚਲੋ ਕੋਈ ਨਹੀਂ, ਕੋਈ ਚਾਂਸ ਆਉਂਦਾ ਹੈ ਨਾ, ਟਰਾਈ ਕਰਕੇ ਦੇਖ ਲਈ। ਉਹਨਾਂ ਨੂੰ ਲੱਗਿਆ ਵੀ ਕਿੱਥੇ ਕੋਈ ਚਾਂਸ ਚੂੰਸ ਆਉਣਾ ਹੈਗਾ, ਕੀ ਹੋ ਜਾਊਗਾ, ਵੀ ਕਰ ਲਈ ਟਰਾਈ, ਠੀਕ ਹੈ। ਤੇ ਪਰ ਆਪਦੀ ਐਜੂਕੇਸ਼ਨ ਨਾ ਛੱਡੋ, ਵੀ ਨਾਲ ਨਾਲ ਆਪਦੀ ਵੀ ਡਿਗਰੀ, ਮੈਂ ਗ੍ਰੈਜੂਏਸ਼ਨ ਕਰ ਰਹੀ ਸੀ, ਵੀ ਪੋਸਟ ਗ੍ਰੈਡ ਕਰੋ। ਤੇ ਇੰਨੇ ਨੂੰ ਹੀ ਮੈਂ ਨਾਲ ਪੈਜੈਂਟਸ ਦੇ ਵਿੱਚ ਟਰਾਈ ਕਰਨਾ ਸ਼ੁਰੂ ਕਰਤਾ। ਸਾਡਾ ਮਿਸ ਪੰਜਾਬ ਦਾ ਪੈਜੈਂਟ ਹੋਇਆ ਜਿਸ ਟਾਈਮ ਦੇ ਉੱਤੇ ਮੈਂ ਗ੍ਰੈਜੂਏਸ਼ਨ ਕਰ ਰਹੀ ਸੀਗੀ, ਤੇ ਉਹ ਪੈਜੈਂਟ ਦੇ ਵਿੱਚ ਮੇਰੀ ਪੋਜੀਸ਼ਨ ਆਈ। ਉੱਥੋਂ ਹੀ ਨਾਲ ਅੱਗੇ ਇੱਕ ਵੈਬ ਸੀਰੀਜ਼ ਦੀ ਰੈਫਰੈਂਸ ਆ ਗਈ, ਠੀਕ ਹੈ, ਕਿ ਵੀ ਇਹ ਸ਼ੁਰੂ ਕਰੋ, ਯਾਰ ਜਿਗਰੀ ਕਸੂਤੀ ਡਿਗਰੀ ਦੀ। ਤੇ ਫਿਰ ਘਰਦਿਆਂ ਨੂੰ ਐਵੇਂ ਹੋ ਗਿਆ ਵੀ ਅੱਛਾ ਬਾਕੀ ਇਹ ਜੋ ਕਹਿ ਰਹੀ ਸੀ ਕਰ ਰਹੀ ਹੈ, ਬਟ ਦੇ ਵਰ ਓਕੇ ਵਿਦ ਇਟ, ਠੀਕ ਹੈ। ਹੌਲੀ ਹੌਲੀ ਕਰਦੇ, ਸਟਾਰਟਿੰਗ 'ਚ ਮੁਸ਼ਕਿਲ ਜ਼ਰੂਰ ਲੱਗਦਾ ਕਿਉਂਕਿ ਜਦੋਂ ਇੱਕ ਨਵੀਂ ਫੀਲਡ ਦਾ ਤੁਹਾਨੂੰ ਪਤਾ ਨਹੀਂ ਨਾ ਹੁੰਦਾ ਹੈਗਾ ਤਾਂ ਥੋੜ੍ਹਾ ਡਰ ਜਿਹਾ ਹੋ ਜਾਂਦਾ ਹੈਗਾ ਵੀ ਯਾਰ ਵੀ ਪਤਾ ਨਹੀਂ ਕਿਵੇਂ ਹੋਊਗਾ, ਆਪਣਾ ਤਾਂ ਕੋਈ ਬੈਕਗਰਾਊਂਡ ਨਹੀਂ ਹੈਗਾ ਤੇ ਸੇਫ ਹੈ ਨਹੀਂ ਹੈ ਜੋ ਵੀ। ਬਟ ਕਰਦੇ ਆਈ ਥਿੰਕ ਮੇਰੇ ਖਿਆਲ 'ਚ 2 ਸਾਲ ਲੱਗੇ ਹੋਣੇ ਹੈਗੇ। 2 ਸਾਲ ਤੋਂ ਬਾਅਦ ਤਾਂ ਮੇਰੀ ਫੈਮਿਲੀ ਕੰਪਲੀਟਲੀ ਓਕੇ ਸੀਗੀ, ਫਿਰ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਵੀ ਠੀਕ ਹੈ ਚੱਲਣ ਦੋ ਜਿਵੇਂ ਚੱਲਦਾ। अच्छा, वैसे आप अपने आपको लकी समझते हो या हार्ड वर्किंग समझते हो? क्योंकि बिकॉज ਜਦੋਂ ਮੈਂ ਤੁਹਾਡੇ ਪ੍ਰੋਜੈਕਟ ਚੈੱਕ ਕਰ ਰਿਹਾ ਸੀਗਾ ਨਾ, ਸਾਰੇ ਆਲਮੋਸਟ ਸਿਲੈਕਟਡ ਜੇ ਪ੍ਰੋਜੈਕਟ ਨੇ ਨਾ, ਯਾਰ ਜਿਗਰੀ ਕਸੂਤੀ ਡਿਗਰੀ ਵੀ ਕਾਫੀ ਹਿੱਟ ਪ੍ਰੋਜੈਕਟ ਹੈ, ਤੇ ਨਾਲੇ ਮੈਨੂੰ ਲੱਗਦਾ ਵੈਬ ਸੀਰੀਜ਼ ਸਭ ਤੋਂ ਪਹਿਲੀ ਇਹੀ ਸੀਗੀ ਜਿਹੜੀ ਹਿੱਟ ਵੱਜੀ ਹੈ ਪੰਜਾਬ 'ਚ। ਯਾਰ ਜਿਗਰੀ ਕਸੂਤੀ ਡਿਗਰੀ ਵਾਸਤੇ ਮੈਂ 100% ਆਪਦੇ ਆਪ ਨੂੰ ਲੱਕੀ ਸਮਝਦੀ ਹਾਂ, ਠੀਕ ਹੈ। ਉਹਦੇ ਵਿੱਚ ਉਸ ਤੋਂ ਬਾਅਦ ਜਿਹੜੀ ਮੇਰੀ ਜਰਨੀ ਚੱਲੀ ਹੈ ਉਹ ਮੇਰੀ ਹਾਰਡ ਵਰਕ ਦੀ ਜਰਨੀ ਹੈ, ਓਕੇ, ਠੀਕ ਹੈ। ਬਿਕੋਜ਼ ਉਸ ਟਾਈਮ 'ਤੇ ਤਾਂ ਮੈਨੂੰ ਕੁਛ ਵੀ ਨਹੀਂ ਆਉਂਦਾ ਸੀਗਾ, ਉਸ ਟਾਈਮ 'ਤੇ ਸਿਰਫ ਮੈਂ ਪੈਸ਼ਨੇਟ ਸੀਗੀ ਕਿ ਮੈਂ ਕੰਮ ਕਰਨਾ ਤੇ ਮੈਨੂੰ ਜਿਹੋ ਜਿਹਾ ਵੀ ਮਤਲਬ ਜਿੱਥੇ ਵੀ ਕੋਈ ਪ੍ਰੋਜੈਕਟ ਮਿਲਦਾ ਹੈ ਨਾ, ਕਿ ਵੀ ਬਸ ਮੈਂ ਕੈਮਰਾ ਨੂੰ ਫੇਸ ਕਰ ਸਕਾਂ, ਮੈਨੂੰ ਸਿਰਫ ਐਂ ਸੀ ਵੀ ਚਲੋ ਮੈਨੂੰ ਸਿੱਖਣ ਨੂੰ ਕੁਛ ਮਿਲ ਜੂਗਾ, ਮੈਨੂੰ ਕੁਛ ਪਤਾ ਲੱਗੂਗਾ। ਉਸ ਟਾਈਮ ਦੇ ਉੱਤੇ ਵੀ ਨਾ ਜਦੋਂ ਸੀਰੀਜ਼ ਹਿੱਟ ਵੀ ਹੋਈ, ਮੇਰੇ ਕੈਰੈਕਟਰ ਨੂੰ ਇੰਨਾ ਪਸੰਦ ਨਹੀਂ ਕਰ ਰਹੇ ਸੀਗੇ ਲੋਕ, ਓਕੇ, ਕਿਉਂਕਿ ਮੇਰਾ ਗ੍ਰੇ ਸ਼ੇਡ ਜਿਹਾ ਕੈਰੈਕਟਰ ਸੀਗਾ। ਤੇ ਮੈਨੂੰ ਉਦੋਂ ਵੀ ਐਂ ਹੋ ਰਿਹਾ ਸੀ ਵੀ ਯਾਰ ਕੀ ਫਾਇਦਾ ਹੋਇਆ ਦੇਖੀ ਕਿ ਸਾਰਿਆਂ ਨੂੰ ਪਸੰਦ ਕਰੀ ਜਾਂਦੇ ਨੇ, ਕਿਉਂਕਿ ਫੁੱਲ ਆਫ ਕੈਰੈਕਟਰਸ ਹੈ ਉਹ ਸੀਰੀਜ਼, ਉਹ 'ਚ ਇੰਨੇ ਜ਼ਿਆਦਾ ਲੋਕ ਨੇ ਕਿ ਸਭ ਨੂੰ ਪਸੰਦ ਕਰੀ ਜਾਂਦੇ ਨੇ, ਮੈਨੂੰ ਪਸੰਦ ਨਹੀਂ ਕਰ ਰਹੇ। ਬਟ ਉਹ ਬਹੁਤ ਵੱਡੀ ਬਲੈਸਿੰਗ ਸੀਗੀ, ਉਹ ਪਹਿਲਾ ਪ੍ਰੋਜੈਕਟ ਦਾ ਇੰਨਾ ਵਧੀਆ ਜਾਣਾ ਉਹ ਬਹੁਤ ਅੱਛੀ ਚੀਜ਼ ਹੁੰਦੀ ਹੈ। ਉਹ ਮੈਂ ਬਾਅਦ 'ਚ ਰੀਅਲਾਈਜ਼ ਕੀਤਾ। ਉਸ ਤੋਂ ਬਾਅਦ ਮੇਰੀ ਹਾਰਡ ਵਰਕ ਦੀ ਜਰਨੀ ਸ਼ੁਰੂ ਹੋਈ ਹੈ, ਬਟ ਉਹਦੇ ਵਾਸਤੇ ਮੈਂ ਟੋਟਲੀ ਸਮਝਦੀ ਹਾਂ ਕਿ ਉਹ ਤਾਂ ਜਿਵੇਂ ਬਸ ਇੱਕ ਬਚਪਨ ਤੋਂ ਲੈ ਕੇ ਇੱਕ ਪੂਰਾ ਪੈਸ਼ਨ ਸੀਗਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਰਾਹ ਲੱਭਣਾ ਹੈ। ਕਦੇ ਮੈਂ ਕਿਸੇ ਓਪਰਚੁਨਿਟੀ ਨੂੰ ਨਾ ਨਹੀਂ ਕਹੀ ਹੈਗੀ, ਠੀਕ ਹੈ। ਮੈਨੂੰ ਐਂ ਹੁੰਦਾ ਸੀਗਾ ਵੀ ਵੱਧ ਤੋਂ ਵੱਧ ਕੀ ਹੋਊਗਾ, ਨਹੀਂ ਪਸੰਦ ਆਊਗਾ ਕੰਮ, ਠੀਕ ਹੈ, ਨਹੀਂ ਕਰੂੰਗੀ, ਠੀਕ ਹੈ, ਜਾਂ ਬੈਡ ਐਕਸਪੀਰੀਅੰਸ ਹੋ ਜਾਊਗਾ, ਠੀਕ ਹੈ, ਕੁਝ ਸਿੱਖਣ ਨੂੰ ਮਿਲ ਜੂਗਾ। ਬਟ ਮੈਨੂੰ ਸੀ ਵੀ ਮੈਂ ਐਕਸਪੀਰੀਅੰਸ ਕਰਨੀਆਂ ਨੇ ਚੀਜ਼ਾਂ, ਮੈਨੂੰ ਜਿੱਥੇ ਕਿਤੇ ਵੀ ਕੋਈ ਰੋਲ ਕਰਨ ਨੂੰ ਮਿਲਦਾ ਵੀ ਆਈਲ ਟਰਾਈ ਮਾਈ ਬੈਸਟ, ਹੈ ਨਾ। ਦੈਨ ਉਸ ਤੋਂ ਬਾਅਦ ਫਿਰ ਮੈਂ ਆਪਦੀ ਐਕਟਿੰਗ 'ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਫਿਰ ਚੀਜ਼ਾਂ ਹੌਲੀ ਹੌਲੀ ਸਮਝਣੀਆਂ ਸ਼ੁਰੂ ਕੀਤੀਆਂ ਵੀ ਕਿਵੇਂ ਵਰਕਆਊਟ ਹੁੰਦੀਆਂ ਨੇਗੀਆਂ ਚੀਜ਼ਾਂ, ਠੀਕ ਹੈ, ਕਿਵੇਂ ਆਡੀਸ਼ਨਸ ਦੇਈਦੇ ਨੇ, ਤੁਹਾਨੂੰ ਆਪਦੀ ਨੈਟਵਰਕਿੰਗ ਕਿਵੇਂ ਰੱਖਣੀ ਹੈ। ਸੋ ਉਹ ਸਭ ਚੀਜ਼ਾਂ ਹੌਲੀ ਹੌਲੀ ਕੰਮ ਕਰਦੇ ਪਤਾ ਲੱਗੀਆਂ। ਜਿਵੇਂ ਤੁਸੀਂ ਬਚਪਨ ਤੋਂ ਐਕਟਿੰਗ ਕਰਨੀ ਸੀ, ਫਿਰ ਜਦੋਂ ਤੁਸੀਂ ਐਕਟਿੰਗ 'ਚ ਗਏ ਉਨੀ ਹੀ ਮਜ਼ੇਦਾਰ ਸੀ ਜਿੰਨੀ ਤੁਸੀਂ ਬਚਪਨ ਤੋਂ ਸੋਚਦੇ ਸੀ, ਜਾਂ ਕੋਈ ਮਿੱਥ ਸੀ ਜਿਹੜਾ ਟੁੱਟਿਆ? ਨਹੀਂ, ਮਜ਼ੇਦਾਰ ਨਹੀਂ ਸੀ। ਕਿਉਂ? ਬਹੁਤ ਬੋਰਿੰਗ ਕੰਮ ਲੱਗਿਆ ਜਦੋਂ ਪਹਿਲੀ ਵਾਰੀ ਗਈ, ਸੀਰੀਅਸਲੀ ਆਈ ਸਵੇਅਰ। ਰੀਟੇਕ ਹਾਂ, ਮਤਲਬ ਉਹ ਮੇਰਾ ਤਾਂ ਫਿਲਮ ਦੇਖਣ ਦਾ ਚਾਅ ਹੀ ਮਰ ਗਿਆ ਸੀਗਾ ਇੱਕ ਵਾਰੀ ਦੇਖ ਕੇ। ਜਦੋਂ ਫਿਲਮ ਦੇਖਦੇ ਆ ਇੱਕਦਮ ਤੁਸੀਂ ਕੰਟੀਨਿਊਸ ਦੇਖਦੇ ਹੋ ਨਾ, ਸਸਪੈਂਸ, ਥ੍ਰਿਲ, ਫਨੀ, ਕਾਮੇਡੀ, ਮਜ਼ਾ ਆ ਰਿਹਾ। ਤੁਸੀਂ ਸ਼ੂਟਿੰਗ ਹੁੰਦੇ ਦੇਖੀ ਹੈ ਕਦੇ? ਹਾਂ, ਦੇਖੀ। ਇੰਨਾ ਬੋਰਿੰਗ ਕੰਮ ਹੈ ਸ਼ੂਟਿੰਗ ਹੁੰਦੇ ਦੇਖਣਾ, ਮੇਰੇ ਨਾਲ ਕੋਈ ਜਾ ਕੇ ਆਰਟਿਸਟ ਲਈ ਤਾਂ ਮੇਰੇ ਹਿਸਾਬ ਨਾਲ ਐਡਵੈਂਚਰਸ ਹੈ ਉਹ, ਬਾਅਦ ਦੇ ਵਿੱਚ ਐਡਵੈਂਚਰ। ਸੋ ਜਿਹੜਾ ਐਕਸ਼ਨ ਟੂ ਕੱਟ ਦੇ ਵਿੱਚ ਦਾ ਸੀਨ ਹੈ ਨਾ, ਉਹ ਟਾਈਮ ਹੈ ਜਿਹੜਾ ਐਕਸ਼ਨ ਟੂ ਕੱਟ, ਉਹ ਬਹੁਤ ਅੱਛਾ ਟਾਈਮ ਹੈ ਕਿਉਂਕਿ ਉਦੋਂ ਤੁਸੀਂ ਪਰਫਾਰਮ ਕਰ ਰਹੇ ਹੋ। ਹੁਣ ਉਹ ਸਟਾਰਟਿੰਗ ਦੇ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ, ਸਟਾਰਟਿੰਗ ਦੇ ਵਿੱਚ ਮੈਨੂੰ ਮਜ਼ਾ ਨਹੀਂ ਆਇਆ ਕਿਉਂਕਿ ਸਟਾਰਟਿੰਗ ਦੇ ਵਿੱਚ ਨਾ ਉਹ ਇੱਕ ਤਾਂ ਜੋ ਤੁਸੀਂ ਨਵੇਂ ਹੁੰਦੇ ਹੋ ਹੈ ਨਾ, ਤੁਹਾਨੂੰ ਤੁਸੀਂ ਫਿਗਰ ਆਊਟ ਕਰ ਰਹੇ ਹੋ, ਤੁਹਾਨੂੰ ਸਮਝ ਨਹੀਂ ਆ ਰਹੀਆਂ ਹੁੰਦੀਆਂ ਚੀਜ਼ਾਂ, ਤੋਂ ਵੇਟਿੰਗ ਆਵਰਸ ਬਹੁਤ ਲੰਬੇ ਹੁੰਦੇ ਨੇਗੇ, ਤੁਸੀਂ 4-4 5-5 ਘੰਟੇ ਵੇਟ ਹੀ ਕਰਦੇ ਰਹਿੰਦੇ ਹੋ, ਫਿਰ ਜਾ ਕੇ ਤੁਹਾਡਾ ਸ਼ਾਟ ਲੱਗਦਾ। ਤੁਸੀਂ ਇੰਨਾ ਤਿਆਰ ਕਰਕੇ ਗਏ ਹੁੰਦੇ ਹੋ ਮੈਂ ਐਵੇਂ ਪਰਫਾਰਮ ਕਰੂੰ, ਮੈਂ ਇਹ ਕਰੂੰ, ਜਾ ਕੇ 10 ਘੰਟੇ ਵੇਟ ਕਰੋ। ਇੱਕ ਵਾਰੀ ਮੈਂ ਲਿਟਰਲੀ 10 ਘੰਟੇ ਵੈਨਿਟੀ 'ਚ ਵੇਟ ਕਰੀ ਗਈ ਆਂਗੀ ਤੇ ਫਿਰ ਮੇਰਾ ਸ਼ਾਟ ਆਇਆ, ਹੈ ਨਾ। ਚਲੋ ਪੈਸ਼ਨ ਫਿਰ ਵੀ ਸੀਗਾ ਵੀ ਚਲੋ ਮੇਰਾ ਸ਼ਾਟ ਆਇਆ, ਹੁਣ ਮੈਂ ਵਧੀਆ ਪਰਫਾਰਮ ਕਰਾਂ, ਬਟ ਉਸ ਟਾਈਮ ਤੱਕ ਤੁਹਾਡਾ ਅੰਦਰੋਂ ਕਿੰਨਾ ਐਗਜ਼ੌਸਟ ਹੋ ਜਾਂਦੇ ਹੋ, ਉਹ ਸਭ ਚੀਜ਼ਾਂ ਹੁੰਦੀਆਂ ਨੇ। ਉਹ ਸਟਾਰਟਿੰਗ ਦੇ ਵਿੱਚ ਜ਼ਿਆਦਾ ਹੁੰਦਾ ਕਿਉਂਕਿ ਤੁਸੀਂ ਨਵੇਂ ਹੁੰਦੇ ਹੋ, ਜਦੋਂ ਤੁਹਾਡਾ ਇੱਕ ਥੋੜ੍ਹਾ ਜਿਹਾ ਨਾਮ ਬਣ ਜਾਂਦਾ ਹੈ, ਤੁਹਾਡੀ ਟਰੀਟਮੈਂਟ ਡਿਫਰੈਂਟ ਹੋਣ ਲੱਗ ਜਾਂਦੀ ਹੈ, ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਵੀ ਐਜ਼ ਐਨ ਆਰਟਿਸਟ ਤੁਹਾਡੀ ਰਾਈਟਸ ਕੀ ਨੇ, ਤੁਸੀਂ ਕਹਿ ਸਕਦੇ ਹੋ ਵੀ ਮੈਂ ਟਾਈਮ 'ਤੇ ਆਈ ਹਾਂ, ਮੇਰਾ ਕੰਮ ਟਾਈਮ 'ਤੇ ਹੋਣਾ ਚਾਹੀਦਾ। ਸੋ ਉਹ ਫਿਰ ਤੁਹਾਨੂੰ ਚੀਜ਼ਾਂ ਹੁਣ ਮੈਂ ਬਹੁਤ ਇੰਜੋਏ ਕਰਦੀ ਹਾਂ। ਮੈਨੂੰ ਆਪਣੀ ਜਰਨੀ ਨੂੰ ਇੰਜੋਏ ਕਰਨ 'ਚ ਬਹੁਤ ਟਾਈਮ ਲੱਗ ਗਿਆ
ਮੈਨੂੰ 2-3 ਸਾਲ ਬਾਅਦ ਜਾ ਕੇ ਹੁਣ ਆ ਫੇਜ਼ ਆਇਆ ਹੈਗਾ ਕਿ ਜਿਹੋ ਜਿਹਾ ਵੀ ਚੀਜ਼ਾਂ ਹੋ ਰਹੀਆਂ ਨੇ ਨਾ ਵੀ ਮੈਂ ਉਹਨਾਂ ਨਾਲ ਬਹੁਤ ਸੈਟੀਸਫਾਈਡ ਹਾਂ ਤੇ ਬਹੁਤ ਖੁਸ਼ੀ ਸਾਰਾ ਕੁਝ ਕਰ ਰਹੀ ਹਾਂਗੀ। ਔਰ ਤੁਹਾਡੇ ਸਾਰੇ ਪ੍ਰੋਜੈਕਟਸ ਚੋਂ ਆਪਣਾ ਫੇਵਰਿਟ ਪ੍ਰੋਜੈਕਟ ਕਿਹੜਾ ਹੈ? ਮੈਨੂੰ ਮਾਹੀ ਮੇਰਾ ਨਿੱਕਾ ਜਿਹਾ ਬਹੁਤ ਅੱਛਾ ਪ੍ਰੋਜੈਕਟ ਲੱਗਦਾ ਹੈ, ਕਿਉਂ? ਕਿਉਂਕਿ ਉਹਦੇ 'ਚ ਨਾ ਮੇਰਾ ਰੋਲ ਫੁੱਲ ਫਲੈਜਡ ਬਹੁਤ ਸੋਹਣਾ ਸੀਗਾ ਬਾਕੀ ਸਾਰਿਆਂ ਦੇ ਕੰਪੈਰੀਟਿਵ। ਉਹ ਫਿਲਮ ਦੀ ਸਾਰੀ ਕਹਾਣੀ ਮਤਲਬ ਜਿਵੇਂ ਮੇਰੇ ਇਰਦ ਗਿਰਦ ਸੀਗੀ ਤੇ ਸ਼ੂਟਿੰਗ ਵੀ ਉਹਦੀ ਬਹੁਤ ਵਧੀਆ ਸਾਡਾ ਫਨ ਐਕਸਪੀਰੀਅੰਸ ਰਿਹਾ। आपका वोकल टेक्सचर सरगुन मेहता से मिलता है या शरगुन मेहता का आपसे मिलता है? ਨਹੀਂ ਮੇਰਾ ਹੀ ਉਹਨਾਂ ਨਾਲ ਮਿਲਦਾ ਹੋਊਗਾ, ਮੈਂ ਇਹ ਨਹੀਂ ਕਹਿ ਸਕਦੀ ਵੀ ਉਹਨਾਂ ਦਾ ਮੇਰੇ ਨਾਲ ਮਿਲਦਾ ਹੈ। ਹਾਂ ਯਾਰ ਸੱਚੀ ਇਹ ਮੈਨੂੰ ਕਈ ਵਾਰ ਡਬਿੰਗ ਤੇ ਕਿਹਾ ਗਿਆ, ਜਦੋਂ ਮੈਂ ਡਬਿੰਗ ਕਰਨ ਜਾਂਦੀ ਹਾਂ ਨਾ ਮੈਨੂੰ ਕਈ ਡਬਿੰਗ ਆਰਟਿਸਟ ਕਹਿੰਦੇ ਨੇਗੇ ਕਿ ਹੈ ਨਾ ਵੀ ਹਾਂ ਤੁਹਾਡੀ ਸਰਗੁਣ ਮੈਮ ਵਰਗੀ ਆਵਾਜ਼ ਹੈਗੀ। ਬੜੇ ਮੈਂ ਛੋਟੇ ਹੁੰਦੇ ਤੋਂ ਤਾਂ ਮੈਂ ਤੁਹਾਨੂੰ ਸੱਚੀ ਦੱਸਾਂ ਐਂ ਕਹਿੰਦੇ ਹੁੰਦੇ ਸੀ। ਵੱਡੇ ਹੋ ਵੱਡੇ ਹੈ ਫਿਰ ਤਾਂ ਤੁਹਾਡਾ ਉਹਨਾਂ ਦਾ ਮਿਲਦਾ ਹੋਏਗਾ ਤੁਹਾਡੇ ਨਾਲ ਜੇ ਤੁਸੀਂ ਵੱਡੇ ਹੋ ਤਾਂ। ਨਹੀਂ ਉਹ ਵੱਡੇ ਨੇ, ਉਹ ਵੱਡੇ ਨੇ। ਤੇ ਛੋਟੇ ਹੁੰਦੇ ਤੋਂ ਨਾ ਵੈਸੇ ਮੈਨੂੰ ਸਾਰੇ ਇਹ ਕਹਿੰਦੇ ਸੀ ਤੇਰੇ ਤਾਂ ਫਟੀ ਹੋਈ ਆਵਾਜ਼ ਹੈ, ਫਟਿਆ ਹੋਇਆ ਢੋਲ ਹੈ, ਐਂ ਕਹਿੰਦੇ। ਅੱਛਾ। ਉਹ ਤਾਂ ਬਾਅਦ 'ਚ ਜਾ ਕੇ ਪਤਾ ਲੱਗਿਆ, ਫਿਰ ਮੈਂ ਹੁਣ ਕਹਿੰਦੀ ਨਹੀਂ ਵੀ हस्की आवाज है। बट बहुत अच्छा टेक्सचर है पता है ये। बट मैं जब ना जैसे वीडियो स्क्रॉल कर ही जा रहा था कई जगह पे तो बहुत ही ज्यादा सिमिलर है, मतलब आंखें बंद करो ना ऐसा लगता है जैसे शरगुन मेहता कोई सुन रहे हो। अच्छा, दैट्स माय प्लेजर। ਮੈਨੂੰ ਬਹੁਤ ਅੱਛਾ ਲੱਗਦਾ ਉਹਨਾਂ ਦੀ ਪਰਫਾਰਮੈਂਸ, ਉਹਨਾਂ ਦੀ ਵੌਇਸ, ਸਾਰਾ ਕੁਝ। गाने भी गाओगे आप वैसे इतना सब कुछ कर रहे हो? आवाज मेरी बिल्कुल भी किसी काम दी नहीं हैगी। नहीं आजकल ये वाले टेक्सचर के अंदर तो बहुत ज्यादा गाने चल रहे हैं। अरिजीत जी का भी ऐसे ही थोड़ा हस्की सा टेक्सचर जब निकल के आया ना बाहर तभी वो ज्यादा हिट हुए थे। ਨਹੀਂ ਪਰ ਮੈਂ ਕਦੇ ਕੋਈ ਟ੍ਰੇਨਿੰਗ ਨਹੀਂ ਲਿੱਤੀ, ਨਾ ਮੈਨੂੰ ਸੁਰ ਦੀ ਕੋਈ ਨੌਲੇਜ ਹੈਗੀ ਆ ਸੁਰ ਤਾਲ ਕਿਵੇਂ ਹੁੰਦੇ ਨੇ। ਜੇ ਤੁਸੀਂ ਮੇਰੀ ਵੌਇਸ ਦੇ ਵਿੱਚ ਗਾਣਾ ਸੁਣੋਗੇ ਨਾ ਤੁਸੀਂ ਕਹੋਗੇ ਰਹਿਣ ਦਿਓ। ਇੱਕ ਵਾਰ ਨਾ ਮੈਂ ਆਪਣੇ ਫਰੈਂਡਸ ਨਾਲ ਵੀਡੀਓ ਕਾਲ 'ਤੇ ਲੱਗੀ ਹੋਈ, ਠੀਕ ਹੈ। ਸੋ ਮੇਰੇ ਉਹ ਫਰੈਂਡ ਨਾ ਇੱਥੋਂ ਨਹੀਂ ਸੀਗੇ, ਪੰਜਾਬ ਤੋਂ ਨਹੀਂ ਸੀ, ਉਹ ਸੀਗੇ ਉੱਧਰ ਦਿੱਲੀ ਡੁਲੀ ਵਾਲੀ ਸਾਈਡ ਤੋਂ। ਕਹਿੰਦੇ ਮੈਂ ਨਾ ਗਾਣਾ ਸੁਣ ਰਿਹਾ ਥਾ ਸ਼ਕੀਨੀ। ਮੈਂ ਕਿਹਾ ਇਹ ਕੀ ਗਾਣਾ ਹੁੰਦਾ ਸ਼ਕੀਨੀ? ਮੈਂ ਕਿਹਾ ਸ਼ਕੀਨੀ। ਫਿਰ ਕਹਿੰਦਾ ਹਾਂ ਵਹੀ ਕਹਿੰਦਾ ਸੁਣਾ ਨਾ ਤੂੰ ਗਾ ਕੇ ਸੁਣਾ, ਠੀਕ ਹੈ। ਮੈਂ ਪੂਰੀ ਇਮੋਸ਼ਨ ਦੇ ਵਿੱਚ ਆ ਗਈ ਸੀ, 3-4 ਫਰੈਂਡਸ ਸੀਗੇ ਵੀਡੀਓ ਕਾਲ ਦੇ ਉੱਤੇ, ਠੀਕ ਹੈ। ਤੇ ਮੈਂ ਪੂਰਾ ਐਂ ਲੱਗੀ ਹੋਈ ਤੇ ਮੈਂ ਕਰਕੇ ਲਾਈਨਸ ਗਾਈਆਂ, ਸਾਰੇ ਜੋ ਹੱਸਣਾ ਸ਼ੁਰੂ ਕੀਤਾ, ਕਹਿੰਦੇ ਇੰਨਾ ਮੋਡ ਬਣਾਇਆ ਤੂੰ ਕਰਕੇ ਤੇ आवाज कहते इतनी बेसुरी। आपकी हाइट अच्छी खासी है ना, मैंने देखा, अभी भी देखा, रील्स में भी देखा। मैं तो एक्टरों को भी ऐसे फट्टा लगा के उस पर चढ़ाते हैं क्या आपके बारे में? हाले तक ਐਂ ਤਾਂ ਨਹੀਂ ਹੋਇਆ ਹੈਗਾ ਕਿ ਮੇਰੇ ਨਾਲ ਕਿਸੇ ਨੂੰ ਫੱਟਾ ਲਾ ਕੇ ਚੜਾਉਣਾ ਪਵੇ। ਮੈਨੂੰ ਕਹਿ ਦਿੰਦੇ ਨੇਗੇ ਥੋੜਾ ਜਿਹਾ ਵੀ ਹੈ ਨਾ ਏਦਾਂ ਕਰਕੇ ਖੜ ਜਾਓ ਤੁਸੀਂ, ਬਿਕੋਜ਼ ਜਦੋਂ ਤੁਸੀਂ ਥੋੜਾ ਜਿਹਾ ਦੀ ਲੈਗਸ ਨੂੰ ਵਾਈਡ ਕਰਕੇ ਖੜਦੇ ਹੋ ਤੁਹਾਡੀ ਹਾਈਟ ਛੋਟੀ ਹੋ ਜਾਂਦੀ ਹੈ। ਏਦਾਂ ਮੈਂ ਕਹਿੰਦੀ ਯਾਰ ਮੈਂ ਬੋਲੂੰਗੀ ਕਿਵੇਂ, ਡਾਇਲੌਗ ਮੈਂ ਪਰਫਾਰਮ ਕਿਵੇਂ ਕਰੂੰਗੀ ਵੀ ਮੇਰਾ ਧਿਆਨ ਤਾਂ ਐਂ ਲੱਗਿਆ। ਸਹੀ ਗੱਲ ਹੈ। ਸੋ ਉਹ ਮੈਨੂੰ ਬੜਾ ਫਿਰ ਇਸ਼ੂ ਆਉਂਦਾ। ਇਹ ਮਤਲਬ ਬਹੁਤ ਥੋੜਾ ਹੋਇਆ ਮੇਰੇ ਨਾਲ, ਜ਼ਿਆਦਾ ਨਹੀਂ ਹੋਇਆ ਹੈਗਾ। ਪਰ ਕਿਉਂਕਿ ਜਿਹੜੇ ਮੁੰਡਿਆਂ ਦੀ ਛੋਟੀ ਹਾਈਟ ਵੀ ਹੁੰਦੀ ਹੈ ਨਾ, ਜਿਹੜੇ ਐਕਟਰ ਸਪੋਜ਼ ਕਰੋ ਅਗਰ ਕੋਈ ਐਕਟਰ 5'8" ਹੈ ਤਾਂ ਵੀ ਉਹ ਮੇਰੇ ਬਰਾਬਰ ਜਿਹੀ ਆਣਗੇ, ਠੀਕ ਹੈ। ਮਤਲਬ ਉਹ ਕੈਮਰਾ ਦੇ ਕਲੋਜ਼ ਐਂਗਲ ਦੇ ਵਿੱਚ ਤਾਂ ਅਸੀਂ ਫਿਰ ਵੀ ਬਰਾਬਰ ਹੀ ਆਵਾਂਗੇ। ਹਾਂ ਦੂਰੋਂ ਦੇਖਣ ਨੂੰ ਥੋੜਾ ਐਂ ਲੱਗੂਗਾ ਵੀ ਕੁੜੀਆਂ ਦੇ ਹਿਸਾਬ ਨਾਲ ਮੈਂ ਵੱਡੀ ਹਾਂ ਤੇ ਮੁੰਡਿਆਂ ਦੇ ਹਿਸਾਬ ਨਾਲ ਉਹ ਛੋਟੇ ਨੇਗੇ। एस्टैब्लिश एंगल के अंदर बेसिकली वो दिक्कत आएगी। हाँ जी। ਹਸ਼ਨੀਨ ਆਪਣਾ ਇੱਕ ਸੈਗਮੈਂਟ ਹੈ ਫਰਸਟ, ਤਾਂ ਕਿ ਅਸੀਂ ਤੁਹਾਨੂੰ ਥੋੜਾ ਜਿਹਾ ਹੋਰ ਜਾਣ ਪਾਈਏ। ਤੇ ਇਸ 'ਚ ਤੁਹਾਡੀ ਫਸਟ ਚੀਜ਼ਾਂ ਪੁੱਛ ਰਹੇ ਹਾਂ। ਤੁਸੀਂ ਇੱਕ ਲਾਈਨ 'ਚ, ਇੱਕ ਵਰਡ 'ਚ ਜਿਵੇਂ ਤੁਹਾਨੂੰ ਲੱਗੇ ਜਾਂ ਕੋਈ ਐਕਸਪੀਰੀਅੰਸ ਉੱਥੋਂ ਯਾਦ ਹੋਵੇ ਉਹ ਦੱਸ ਸਕਦੇ ਹੋ, ਠੀਕ ਹੈ। ਸੋ ਇਟਸ ਕੁਇਕ ਫਸਟ ਆਡੀਸ਼ਨ। ਫਸਟ ਆਡੀਸ਼ਨ ਮੈਂ ਅੰਗਰੇਜ਼ ਫਿਲਮ ਦਾ ਡਾਇਲੌਗ ਜਿਹੜਾ ਸੀਗਾ ਕਿ ਫੱਟ ਖੁੱਲਾ ਛੱਡ ਕੇ ਛੇਤੀ ਭਰੂ ਕੇ ਪੱਟੀ ਬੰਨ੍ਹ ਕੇ, ਉਹਦੀ ਕਲਿੱਪ ਭੇਜੀ ਸੀਗੀ ਫॉर ਆਈ ਥਿੰਕ ਮੈਂ ਰਾਕੇਸ਼ ਮਹਿਤਾ ਸਰ ਨੂੰ ਭੇਜੀ ਸੀ। ਉਹ ਮੇਰਾ ਫਸਟ ਆਡੀਸ਼ਨ ਸੀਗਾ। ਉਹ ਕਿਸ ਉਹਦੇ ਲਈ ਸੀ, ਪ੍ਰੋਜੈਕਟ ਲਈ? ਸੋ ਉਹ ਜਸਟ ਮੈਂ ਆਪਦੀ ਪ੍ਰੋਫਾਈਲ ਸੈਂਡ ਕਰ ਰਹੀ ਸੀ ਤੇ ਮੈਂ ਨਾਲ ਇੱਕ ਕਲਿੱਪਿੰਗ, ਜਿਵੇਂ ਬਿਕੋਜ਼ ਮੇਰੇ ਕੋਲ ਕੋਈ ਪ੍ਰਾਇਰ ਐਕਟਿੰਗ ਐਕਸਪੀਰੀਅੰਸ ਨਹੀਂ ਸੀ ਉਦੋਂ ਤੱਕ, ਤਾਂ ਮੈਂ ਉਹ ਜਸਟ ਉਹਨੂੰ ਐਜ਼ ਐਨ ਆਡੀਸ਼ਨ ਨਾਲ ਸੈਂਡ ਕਰਦੀ ਹੁੰਦੀ ਸੀਗੀ। ਓਕੇ। ਵੈਸੇ ਹੁਣ ਆਡੀਸ਼ਨ ਦੇਣੇ ਪੈਂਦੇ ਆ ਜਾਂ ਹੁਣ ਕੰਟੈਕਟ ਹੈ, ਹੁਣ ਡਾਇਰੈਕਟਰ ਨੂੰ ਆਲਰੇਡੀ ਕਲੀਅਰ ਹੈ ਕਿ ਹਸ਼ਨੀਨ ਇਜ਼ ਪਰਫੈਕਟ ਫॉर ਦਿਸ? ਨਹੀਂ ਹੁਣ ਵੀ ਕਦੇ ਨਾ ਕਦੇ ਆਡੀਸ਼ਨਸ ਦੀ, ਮਤਲਬ ਕਿ ਹੁਣ ਇੱਦਾਂ ਹੁੰਦਾ ਹੈਗਾ ਕਿ ਯੂ ਡੋਂਟ ਹੈਵ ਟੂ ਵੇਟ ਇਨ ਲਾਈਨਸ ਫॉर ਆਡੀਸ਼ਨਸ। ਉਹ ਵੈਸੇ ਕਦੇ ਵੀ ਪੰਜਾਬ ਦੇ ਵਿੱਚ ਉਹ ਕਲਚਰ ਰਿਹਾ ਵੀ ਨਹੀਂ ਹੈਗਾ। ਬੰਬੇ ਵਾਸਤੇ ਤੁਹਾਨੂੰ ਡੈਫੀਨੇਟਲੀ ਮਲਟੀਪਲ ਰਾਊਂਡ ਆਫ ਆਡੀਸ਼ਨਸ ਹੁੰਦੇ ਨੇ। ਇੱਥੇ ਕੀ ਹੁੰਦਾ ਹੈਗਾ, ਹੁਣ ਜਿਵੇਂ ਮੈਨੂੰ ਸ਼ੌਂਕੀ ਸਰਦਾਰ ਥਰੂ ਆਡੀਸ਼ਨ ਮਿਲੀ ਹੈ, ਉਹਦੇ ਵਿੱਚ ਕੀ ਹੋਇਆ ਕਿ ਮੇਰੀ ਮੀਟਿੰਗ ਹੋਈ, ਉਹਨਾਂ ਨੇ ਮੈਨੂੰ ਕੈਰੈਕਟਰ ਸਮਝਾਇਆ, ਉਹਨਾਂ ਨੇ ਮੈਨੂੰ ਬਰੀਫ ਦਿੱਤੀ, ਠੀਕ ਹੈ। ਤੇ ਨਹੀਂ ਸੌਰੀ, ਮੇਰੀ ਸ਼ੌਂਕੀ ਦੇ ਵਾਸਤੇ ਨਹੀਂ ਆਡੀਸ਼ਨ ਹੋਇਆ, ਉਸ ਤੋਂ ਪਹਿਲਾਂ ਨਾ ਸਾਡੀ ਮਜੈਲ ਲਈ ਗੱਲ ਚੱਲ ਰਹੀ ਸੀਗੀ। ਉਹਨਾਂ ਨੇ ਮਜੈਲ ਵਾਸਤੇ ਮੇਰਾ ਆਡੀਸ਼ਨ ਲਿੱਤਾ ਉਹ ਕੈਰੈਕਟਰਸ ਦਾ, ਠੀਕ ਹੈ। ਉਹ ਉਸ ਟਾਈਮ ਦੇ ਉੱਤੇ ਨਹੀਂ ਫਿੱਟ ਬੈਠ ਪਾਇਆ, ਉਹਨਾਂ ਨੂੰ ਲੱਗਿਆ ਵੀ ਕੈਰੈਕਟਰਸ ਦੇ ਕੋਈ ਹੋਰ ਉਹਨਾਂ ਨੂੰ ਬੈਟਰ ਚੋਇਸ ਲੱਗੀ। ਬਟ ਦੈਨ ਸ਼ੌਂਕੀ ਵਾਸਤੇ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਤੁਹਾਡਾ ਆਡੀਸ਼ਨ ਦੇਖਿਆ ਹੋਇਆ, ਨਾਓ ਯੂ ਕਮ, ਇਟਸ ਓਕੇ, ਵੀ ਨੋ ਦੈਟ ਯੂ ਕੈਨ ਡੂ ਇਟ।
ਓਕੇ ਇਦਾਂ। ਸੋ ਮਤਲਬ ਕਿਉਂਕਿ ਹਰ ਕੈਰੈਕਟਰ ਡਿਫਰੈਂਟ ਹੁੰਦਾ ਹੈਗਾ। ਕਦੇ ਕਦੇ ਜੇ ਡਾਇਰੈਕਟਰ ਤੁਹਾਨੂੰ ਕਹਿ ਵੀ ਦਿੰਦਾ ਵੀ ਆਹ ਕੈਰੈਕਟਰ ਦੀ ਇਹੋ ਜਿਹੀ ਰਿਕੁਆਇਰਮੈਂਟ ਹੈ, ਇੱਕ ਵਾਰੀ ਤੁਸੀਂ ਰਿਕਾਰਡ ਕਰਕੇ ਲਾਈਨਸ ਨੂੰ ਹੈ ਨਾ ਦੱਸ ਦਿਓ ਤਾਂ ਦੈਟਸ ਫਾਈਨ। ਮਤਲਬ ਉਹ ਮੈਨੂੰ ਲੱਗਦਾ ਵੀ ਹੋਣਾ ਵੀ ਚਾਹੀਦਾ ਹੈ। Right. ਹਰ ਕੈਰੈਕਟਰ ਡਿਫਰੈਂਟ ਹੈ, ਵੀ ਕਰੋ ਤੁਸੀਂ ਪਲੇ ਉਹਨੂੰ ਉਸ ਤਰੀਕੇ ਨਾਲ। ਰਾਈਟ। ਐਂਡ ਤੁਸੀਂ ਕਿ ਇੱਧਰ ਆਡੀਸ਼ਨ ਦਾ ਕਲਚਰ ਨਹੀਂ ਹੈ, ਬੰਬੇ ਹੈ। ਵੈਸੇ ਤੁਸੀਂ ਬੰਬੇ ਵੀ ਕੰਮ ਕਰਨਾ ਚਾਹੁੰਦੇ ਹੋ, ਬਾਲੀਵੁੱਡ 'ਚ ਜਾਂ ਫਿਰ ਪੰਜਾਬ 'ਚ? ਜੇ ਮੈਨੂੰ Only. ਕੋਈ ਮੌਕਾ ਮਿਲਦਾ ਹੈ, ਠੀਕ ਹੈ, ਤਾਂ ਡੈਫੀਨੇਟਲੀ ਕਰੂੰਗੀ। ਮੈਂ ਇੱਥੋਂ ਛੱਡ ਕੇ ਉੱਥੇ ਜਾ ਕੇ ਸਟਾਰਟ ਕਰਾਂ, ਇਹੋ ਜਿਹਾ ਕੁਝ ਨਹੀਂ ਕਰੂੰਗੀ। ਓਕੇ। ਪੰਜਾਬੀ ਸਿਨੇਮਾ ਵੈਸੇ ਵੀ ਵਧੀਆ ਗਰੋ ਕਰ ਰਿਹਾ ਹੈ। ਹਾਂਜੀ, ਇਸ ਟਾਈਮ ਦੇ ਉੱਤੇ ਰੀਜਨਲ ਸਿਨੇਮਾ ਦੀ ਜਿੰਨੀ ਇਸ ਟਾਈਮ ਤੇ ਡਿਮਾਂਡ ਹੈ, ਰੀਜਨਲ ਐਕਟਰਸ ਦੀ ਬੰਬੇ ਦੇ ਐਕਟਰਸ ਨਾਲੋਂ ਜ਼ਿਆਦਾ ਡਿਮਾਂਡ ਹੈ ਅੱਜ ਦੇ Okay. ਟਾਈਮ ਦੇ ਉੱਤੇ। ਇਹ ਥੋੜਾ ਆਪੋਜ਼ਿਟ ਜਿਹਾ ਹੋ ਗਿਆ, ਕਿਉਂਕਿ ਆਪਾਂ ਜਿਹੜੇ ਐਕਟਰਸ ਦਾ ਪੋਡਕਾਸਟ ਕੀਤਾ ਹੈ ਨਾ, ਉਹ ਮਤਲਬ ਉਹਨਾਂ ਦਾ ਕਹਿਣਾ ਇਹ ਹੈ ਕਿ ਵੀ ਨਵਿਆਂ ਨੂੰ ਚਾਂਸ ਨਹੀਂ ਦਿੱਤਾ ਜਾ ਰਿਹਾ। ਇਨ ਪੰਜਾਬੀ ਸਿਨੇਮਾ, ਪੰਜਾਬੀ ਸਿਨੇਮਾ 'ਚ ਤਾਂ ਨਹੀਂ ਦਿੰਦੇ ਹੈਗੇ ਜ਼ਿਆਦਾ ਚਾਂਸ। ਤੁਹਾਨੂੰ ਮਸਾਂ 100 ਦੇ ਵਿੱਚੋਂ ਕੋਈ 1 ਜਾਂ 2 ਨਵੇਂ ਚਿਹਰੇ ਦੇਖਣ ਨੂੰ ਮਿਲਣਗੇ, ਜੋ ਵੀ ਬਹੁਤ ਸਟਰਗਲ ਨਾਲ ਦਿਖ ਰਹੇ ਨੇ ਤੇ ਆਪਦੇ ਆਪ ਨੂੰ ਮੇਨਟੇਨ ਕਰਨ ਲਈ ਵੀ ਬਹੁਤ ਸਟਰਗਲ ਕਰ ਰਹੇ ਨੇ। ਦਿਸ ਇਜ਼ ਵੈਰੀ ਟਰੂ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਠੀਕ ਹੈ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀਗੀ ਅਬਾਊਟ ਬੰਬੇ, ਕਿ ਬੰਬੇ ਦੇ ਵਿੱਚ ਇਸ ਟਾਈਮ ਦੇ ਉੱਤੇ ਰੀਜਨਲ ਐਕਟਰਸ ਦੀ ਜ਼ਿਆਦਾ ਡਿਮਾਂਡ ਹੈ। Okay. ਤੁਸੀਂ ਕੋਈ ਵੀ ਹੁਣ ਕੋਰਾ ਸੀ, ਪੰਜਾਬ ਬੇਸ ਸੀਰੀਜ਼ ਸੀ, ਉਹ 'ਚ ਆਪਣੇ ਇੱਥੋਂ ਦੇ ਥੀਏਟਰ ਐਕਟਰਸ ਕਾਸਟ ਕੀਤੇ ਗਏ ਸੀ। ਗੋਟ ਇਟ। ਤੁਸੀਂ ਉਹ ਥੀਏਟਰ ਐਕਟਰਸ ਨੂੰ ਮੁੜ ਕੇ ਕਿਸੇ ਪੰਜਾਬੀ ਫਿਲਮ 'ਚ ਨਹੀਂ ਦੇਖਿਆ ਹੋਊਗਾ, ਕਿਸੇ ਨੇ ਨਹੀਂ ਇੱਥੇ ਲਿੱਤਾ। ਬੰਬੇ ਵਾਲਿਆਂ ਨੇ ਉੱਥੋਂ ਆ ਕੇ ਇੱਥੇ ਕਾਸਟ ਕੀਤੇ ਉਹ, ਕਿਉਂਕਿ ਥੀਏਟਰ ਦੇ Okay. ਐਕਟਰ ਸੀ, ਉਹਨਾਂ ਤੋਂ ਆਡੀਸ਼ਨਸ ਲਿੱਤੇ, ਉਹਨਾਂ ਨੂੰ ਅੱਛੇ ਲੱਗੇ, ਉਹਨਾਂ ਨੇ ਕਾਸਟ ਕਰ ਲਏ। ਓਕੇ। ਸੋ ਉੱਥੇ ਦੇ ਲੋਕ ਹਲੇ ਫਿਰ ਵੀ ਭੁਗਤ ਪਾ ਰਹੇ ਨੇਗੇ, ਜੋ ਅੱਛੇ ਗੁੱਡ ਰੀਜਨਲ ਐਕਟਰਸ ਹੈਗੇ ਨੇ। ਬਟ ਇੱਥੇ ਇੰਨੀ ਜ਼ਿਆਦਾ ਮਤਲਬ ਜੋ ਐਵੇਂ ਨਹੀਂ ਮੈਂ ਕਹੂੰਗੀ ਕਿ ਟੈਲੈਂਟ ਦੀ ਕਦਰ ਨਹੀਂ ਆ, ਬਟ ਫॉर ਅ ਫਰੈਸ਼ ਟੈਲੈਂਟ ਇਟਸ ਅ ਵੈਰੀ ਵੈਰੀ ਹਾਰਡ ਰੋਡ। ਬਟ ਫਿਰ ਵੀ ਇੱਕ ਚੀਜ਼ ਇੱਥੇ ਵਧੀਆ ਨਿਕਲ ਕੇ ਆਈ ਹੈ ਕਿ ਮਤਲਬ ਜਿਹੜੇ ਨਿਊ ਟੈਲੈਂਟ ਨੇ ਹੈ ਨਾ, ਉਹ ਕੱਲੇ ਪੰਜਾਬ ਦੇ ਬੇਸ ਤੇ ਨਾ ਬੈਠੇ ਰਹੋ। ਜਦੋਂ ਉੱਥੇ ਵੀ ਡਿਮਾਂਡ ਹੈ ਤਾਂ ਉੱਥੇ ਵੀ ਆਪਣੇ ਆਡੀਸ਼ਨ ਭੇਜੋ। ਬਿਲਕੁਲ ਸਿੰਪਲ ਹੈ। ਬਿਲਕੁਲ। ਹਾਂਜੀ, ਮਤਲਬ ਇਹਦੇ ਲਈ ਆਪਾਂ ਪੰਜਾਬੀ ਸਿਨੇਮਾ ਨੂੰ ਤਾਂ ਫਿਰ ਕੋਸੀ ਜਾਈਏ, ਉਹ ਵਧੀਆ ਨਹੀਂ ਹੈ ਮੇਰੇ ਸਾਹਮਣੇ, ਹੈ ਨਾ। ਤੇ ਆਪਣੇ ਉੱਤੇ ਹੈ। ਤੁਸੀਂ ਆਪਦਾ ਤਾਂ ਤੁਹਾਨੂੰ ਉਹੀ ਹੈ ਨਾ ਵੀ ਆਪਦੇ ਤਾਂ ਸਾਰੇ ਪਾਸੇ ਹੱਥ ਪੈਰ ਫੈਲਾ ਕੇ ਰੱਖੋ, ਵੀ ਕੀ ਪਤਾ ਤੁਹਾਡੀ ਕੀ ਚੀਜ਼ ਕਲਿੱਕ ਕਰੇ, ਯੂ ਨੈਵਰ ਨੋ, ਰਾਈਟ। ਨਾਲੇ ਇੱਕ ਚੀਜ਼ ਹੋਰ ਵਧੀਆ ਹੈ ਕਿ ਇਹ ਸੱਚੀ ਕਿਸੇ ਨੇ ਨਹੀਂ ਦੱਸਿਆ ਕਿ ਪੰਜਾਬ ਦੇ ਥੀਏਟਰ ਆਰਟਿਸਟ ਨੂੰ ਬਾਹਰ ਇਸ ਤਰੀਕੇ ਨਾਲ ਦੇਖਿਆ ਜਾਂਦਾ ਹੈ, ਔਰ ਅੱਛੀ ਓਪਰਚੁਨਿਟੀਜ਼ ਹੈਗੀਆਂ। ਔਰ ਜੋ ਬਾਲੀਵੁੱਡ 'ਚ ਜਾਂ ਹੋਰ ਜਗ੍ਹਾ ਪ੍ਰੂਵ ਕਰ ਦਿੰਦੇ ਆ, ਫਿਰ ਪੰਜਾਬ ਤੋਂ ਓਬਵੀਅਸਲੀ ਐਕਸੈਪਟ ਕਰ ਹੀ ਲਏਗਾ। ਨਹੀਂ, ਪੰਜਾਬ ਵੀ ਬਹੁਤ ਘੱਟ ਐਕਸੈਪਟ ਕਰਦਾ ਹੈ, ਬਹੁਤ ਘੱਟ ਕਰਦਾ ਹੈਗਾ। ਠੀਕ ਹੈ, ਮੈਂ ਤੁਹਾਨੂੰ ਉਹੀ ਦੱਸ ਰਹੀ ਹਾਂ ਨਾ, ਮੈਂ ਬਹੁਤ ਹੈਰਾਨ ਸੀ ਦੇਖ ਕੇ ਕੋਰਾ ਦੇ ਵਿੱਚ ਇੰਨੇ ਵਧੀਆ ਆਪਣੇ, ਬਿਕੋਜ਼ ਜਦੋਂ ਮੈਂ ਯੂਨੀਵਰਸਿਟੀ ਪੜ੍ਹਦੀ ਹੁੰਦੀ ਸੀਗੀ ਨਾ, ਸਾਡੇ ਨਾਲ ਹੀ ਮੇਰਾ ਇੰਗਲਿਸ਼ ਡਿਪਾਰਟਮੈਂਟ ਸੀ, ਥੀਏਟਰ ਵਾਲਿਆਂ ਦਾ ਬਿਲਕੁਲ ਨਾਲ ਆਪੋਜ਼ਿਟ ਡਿਪਾਰਟਮੈਂਟ ਹੁੰਦਾ ਸੀ। ਉਸੀ ਬੈਚ ਦੇ ਥੀਏਟਰ ਡਿਪਾਰਟਮੈਂਟ ਦੇ 2-3 ਬੱਚੇ ਕੋਰਾ ਸੀਰੀਜ਼ ਦੇ ਵਿੱਚ ਆਏ, ਠੀਕ ਹੈ, ਤੇ ਗੁੱਡ ਪ੍ਰਾਈਮ ਕੈਰੈਕਟਰਸ। ਮੈਂ ਉਹਨਾਂ ਨੂੰ ਉਦੋਂ ਬਾਅਦ ਦੇ ਵਿੱਚ ਮੇਬੀ ਹਾਰਡਲੀ ਇੱਕ ਫਿਲਮ ਦੇ ਵਿੱਚ ਦੇਖਿਆ ਹੋਊਗਾ, ਕਿਸੇ ਇੱਕ ਅੱਧੀ ਪੰਜਾਬੀ ਫਿਲਮ 'ਚ ਦੇਖਿਆ ਹੋਊਗਾ। ਉਸ ਤੋਂ ਬਾਅਦ 'ਚ ਮੈਂ ਉਹਨਾਂ ਨੂੰ ਕਿਸੇ ਪੰਜਾਬੀ ਫਿਲਮ 'ਚ ਨਹੀਂ ਦੇਖਿਆ ਹੈਗਾ। ਓਕੇ। ਤੇ ਕੋਰਾ ਸਭ ਨੇ ਦੇਖੀ ਹੋਣੀ ਹੈ, ਬਹੁਤ ਵਧੀਆ ਜਾ ਰਹੀ ਹੈ। ਬਹੁਤ ਅੱਛੀ ਸੀਰੀਜ਼ ਸੀ। ਹੁਣ ਉਹਦਾ ਸੈਕਿੰਡ ਸੀਜ਼ਨ ਆ ਰਿਹਾ ਹੈ। ਸੈਕਿੰਡ ਸੀਜ਼ਨ ਦੇ ਵਿੱਚ ਆਈ ਡੋਂਟ ਨੋ ਹੁਣ ਉਹਦੇ ਵਿੱਚ ਕੌਣ ਹੈ ਕਾਸਟਿੰਗ ਦੇ ਵਿੱਚ, ਉਹ ਮੇਬੀ ਆਪਾਂ ਨੂੰ ਦੇਖ ਕੇ ਪਤਾ ਲੱਗੂਗਾ ਵੀ ਅੱਛਾ ਇਹ ਪੰਜਾਬ ਦੇ ਨੇ, ਕਿਉਂਕਿ ਉਹ ਵੀ ਪੰਜਾਬ ਬੇਸਡ ਸਟੋਰੀ ਹੈ। ਬਟ ਇਹ ਹੁੰਦਾ ਹੈ ਕਿ ਇੰਨਾ ਜ਼ਿਆਦਾ ਇੱਥੇ ਯੂ ਨੋ ਜੋ ਐਕਚੁਅਲੀ 'ਚ ਗੁੱਡ ਐਕਟਰਸ ਹੈਗੇ ਨੇਗੇ, ਜੋ ਗੁੱਡ ਟੈਲੈਂਟ ਹੈਗਾ, ਉਹਦੀ ਬਜਾਏ ਜੋ ਚੀਜ਼ਾਂ ਆਲਰੇਡੀ ਮਾਰਕੀਟ ਦੇ ਵਿੱਚ ਚੱਲ ਰਹੀਆਂ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਵੈਸੇ ਤੁਹਾਡਾ ਕੀ ਪਰਸਪੈਕਟਿਵ ਹੈ ਪੰਜਾਬੀ ਸਿਨੇਮਾ ਨੂੰ ਲੈ ਕੇ? ਗਰੋ ਕਰ ਰਿਹਾ ਉਨਾ ਜਿੰਨਾ ਕਰਨਾ ਚਾਹੀਦਾ? ਵੈਰੀ ਸਲੋ ਪੇਸ ਗਰੋ ਤਾਂ ਕਰ ਰਿਹਾ ਹੈ, ਪਰ ਉਹ ਬਹੁਤ ਮਤਲਬ ਜਿਵੇਂ ਸ਼ਾਇਦ ਇਹ ਗਰੋ ਬਿਲਕੁਲ ਇੱਦਾਂ ਵੀ ਕਰ ਸਕਦਾ ਸੀ, ਪਰ ਲੇਕਿਨ ਬਹੁਤ ਹੌਲੀ। ਰੀਜ਼ਨ ਇੱਕ ਰੀਜ਼ਨ ਹੈਗਾ ਕਿ ਕੁਆਲਿਟੀ ਵਰਸਸ ਕੁਆਂਟਿਟੀ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਇੰਨੀਆਂ ਫਿਲਮਾਂ ਬਣੀ ਜਾ ਰਹੀਆਂ, ਪਰ ਕੁਆਲਿਟੀ ਫਿਲਮਸ ਨਹੀਂ ਹੈਗੀਆਂ। ਓਕੇ, ਕੁਆਲਿਟੀ ਬੇਸਿਕਲੀ ਕਿਹਨੂੰ ਕਹਿੰਦੇ ਹੋ ਤੁਸੀਂ ਤੁਹਾਡੇ ਹਿਸਾਬ ਨਾਲ? ਗੁੱਡ ਕੰਟੈਂਟ, ਚਾਹੇ ਕਾਮੇਡੀ ਵੀ ਹੈ ਤਾਂ ਗੁੱਡ ਕਾਮੇਡੀ ਹੈ ਨਾ, ਉਹੀ ਰਿਪੀਟਡ ਵਿਆਹ ਸ਼ਾਦੀਆਂ ਤੇ ਰੌਲਾ ਰੱਪਾ ਪਾਈ ਜਾਂਦੇ, ਉਹੀ ਚੀਜ਼ ਨਹੀਂ। ਗੁੱਡ ਕਾਮੇਡੀ, ਈਵਨ ਤੁਸੀਂ ਵਿਆਹ ਸ਼ਾਦੀ ਤੇ ਗੁੱਡ ਹੋਵੇ ਚੀਜ਼ਾਂ, ਠੀਕ ਹੈ। ਸੋ ਇੱਕ ਤਾਂ ਇਹ ਰੀਜ਼ਨ ਹੈ। ਦੂਜਾ ਰੀਜ਼ਨ ਇਹ ਵੀ ਹੈ ਕਿ ਆਡੀਅנס ਵੀ ਬਹੁਤ ਘੱਟ ਸਾਥ ਦਿੰਦੀ ਹੈ ਗੁੱਡ ਕੰਟੈਂਟ ਦਾ। ਆਡੀਅנס ਵੀ ਨਾ, ਜਦੋਂ ਕੋਈ ਅੱਛੀ ਫਿਲਮ ਆਉਂਦੀ ਹੈਗੀ ਉਹਨੂੰ ਦੇਖਣ ਜਾਂਦੀ ਨਹੀਂ ਹੈਗੀ ਇੰਨਾ ਜ਼ਿਆਦਾ। ਮੇਰੇ ਹਿਸਾਬ ਨਾਲ ਆਡੀਅנס ਦਾ ਦੋਸ਼ ਨਹੀਂ ਹੈ ਸ਼ਾਇਦ, ਕਿਉਂਕਿ ਬਿਕੋਜ਼ ਆਡੀਅנס ਤਾਂ ਸਾਰਾ ਕੁਝ ਕੰਜ਼ਿਊਮ ਕਰ ਰਹੀ ਹੈ। ਅਰਦਾਸ ਵੀ ਦੇਖੀ ਹੈ, ਵਾਰਨਿੰਗ ਵੀ ਦੇਖੀ ਹੈ, ਕੰਤਾਰਾ ਵੀ ਦੇਖੀ ਹੈ, ਦੇਖ ਤਾਂ ਰਹੀ ਹੈ ਸਾਰਾ ਕੁਝ ਪੰਜਾਬ ਦੀ। ਸ਼ਾਇਦ ਇਹ ਤਾਂ ਆਪਾਂ ਪਹੁੰਚਾ ਨਹੀਂ ਪਾ ਰਹੇ, ਇਹੀ ਦਿੱਕਤ ਹੈ। ਪਹੁੰਚਾਉਣ ਦੇ ਵਿੱਚ ਵੀ ਥੋੜੀ ਪ੍ਰੋਬਲਮ ਆਉਂਦੀ ਹੈ, ਕਦੇ ਗੁੱਡ ਕੰਟੈਂਟ ਪਹੁੰਚ ਨਹੀਂ ਪਾਉਂਦਾ ਹੈਗਾ ਆਡੀਅנס ਤੱਕ, ਇਹ ਵੀ ਹੈਗਾ। ਹੁਣ ਜਿਵੇਂ ਮਾਂ ਜਾਏ ਫਿਲਮ ਆਈ ਸੀਗੀ, ਬਹੁਤ ਸੋਹਣੀ ਫਿਲਮ ਹੈ, ਮਾਨਵ ਵਿਜ ਤੇ ਜਿਮੀ ਸ਼ੇਰਗਿੱਲ ਦੀ। ਕਿਆ ਨਾਂ ਦੱਸਿਆ? ਮਾਂ ਜਾਏ। ਬਟ ਉਹ ਫਿਲਮ ਨੇ ਬਾਕਸ ਆਫਿਸ ਤੇ ਪਰਫਾਰਮ ਨਹੀਂ ਕੀਤਾ।
ਬਟ ਹਨਾ? ਦੇਖੋ ਹੁਣ ਤੇ- ਪਤਾ ਕਿਆ ਜੇਕਰ ਮੈਂ ਵੀ 10 ਸਾਲ ਤੋਂ ਪੰਜਾਬ 'ਚ ਜਿੱਦਾਂ ਹਾਂ। ਮੈਨੂੰ ਨਾ ਹੀ ਨਹੀਂ ਪਤਾ ਲੱਗਿਆ ਆਈ ਹੈ ਉਹੀ ਇਹ ਕਿਉਂਕਿ ਵੀ ਪਤਾ ਕਿ ਉਹੀ ਕਿਉਂਕਿ ਇੰਨੀ ਕੁਆਂਟੀਟੀ ਦੇ ਵਿੱਚ ਫਿਲਮਾਂ ਬਣ ਜਾਂਦੀਆਂ ਨੇ, ਫਿਰ ਜਿਹੜੀਆਂ ਬਿਗ ਬਜਟ ਫਿਲਮਸ ਹੁੰਦੀਆਂ ਨੇ ਉਹਨਾਂ ਦੀ ਪ੍ਰਮੋਸ਼ਨ ਤੇ ਜੋ ਲਾਲਾ ਹੋਣੀ ਸ਼ੁਰੂ ਹੁੰਦੀ ਹੈ। ਤੁਹਾਨੂੰ ਆਹ ਛੋਟੀਆਂ ਜਿਹੜੀਆਂ ਹਾਈ ਕੁਆਲਿਟੀ ਫਿਲਮਸ ਨੇ ਬਟ ਲੇਕਿਨ ਉਹ ਉਹਨਾਂ ਦੀ ਵੀ ਮਿਸਟੇਕ ਹੈ ਕਿ ਉਹ ਆਪਦੀ ਮਾਰਕੀਟਿੰਗ ਇੰਨੀ ਅੱਛੀ ਤਰੀਕੇ ਨਾਲ ਨਹੀਂ ਕਰ ਪਾਏ ਹੈਗੇ ਕਿ ਉਹ ਤੁਹਾਡੇ ਤੱਕ ਪਹੁੰਚ ਨਹੀਂ ਪਾਏ। ਤੇ ਜੋ ਦੂਜੀਆਂ ਫਿਲਮਸ ਨੇਗੀਆਂ ਉਹਨਾਂ ਨੇ ਆਪਦੀ ਮਾਰਕੀਟਿੰਗ ਤੇ ਹੀ ਇੰਨਾ ਜ਼ਿਆਦਾ ਕੁਝ ਕਰਤਾ ਵੀ ਅੰਦਰੋਂ ਚਾਹੇ ਕੁਝ ਨਿਕਲੇ ਨਾ ਨਿਕਲੇ ਬਟ ਉਹਨਾਂ ਦੀ ਮਾਰਕੀਟਿੰਗ ਹੀ ਇੰਨੀ ਜ਼ਿਆਦਾ ਹੋ ਗਈ ਕਿ ਲੋਕ ਫਿਰ ਵੀ ਉਹ ਦੇਖਣ ਚੱਲ ਜਾਂਦੇ ਨੇ। ਰਾਈਟ। ਅੱਛਾ ਵੈਸੇ ਪਰਸਨਲੀ ਜਦੋਂ ਮੂਵੀ ਪਰਫਾਰਮ ਨਾ ਕਰੇ ਤੁਹਾਡੇ ਤੇ ਇੰਪੈਕਟ ਪੈਂਦਾ ਹੈ? ਕਿਉਂਕਿ ਤੁਸੀਂ ਤਾਂ ਆਪਣੇ ਵੈਸੇ ਪੈਸੇ ਲੈ ਚੁੱਕੇ ਆਫ ਕੋਰਸ ਪੈਂਦਾ ਪੈਂਦਾ ਹੈ? ਹਾਂ ਕਿੱਦਾਂ ਜਿੱਦਾਂ ਬੁਰਾ ਤਾਂ ਲੱਗਦਾ ਹੀ ਹੈ। ਥੋੜੀ ਐਕਸਪੈਕਟੇਸ਼ਨਸ ਬਣ ਜਾਂਦੀਆਂ ਨੇ ਨਾ ਵੀ ਯਾਰ ਆਹ ਫਿਲਮ ਤਾਂ ਵਧੀਆ ਬਣੀ ਸੀ, ਮੈਂ ਆਹ ਸ਼ਾਰਟ 'ਚ ਵਧੀਆ ਕੰਮ ਕੀਤਾ ਸੀ, ਹੈ ਨਾ। ਵੀ ਤੁਸੀਂ ਜੁੜ ਜਾਂਦੇ ਹੋ ਕਿਸੇ ਪ੍ਰੋਜੈਕਟ ਦੇ ਨਾਲ ਬਹੁਤ ਜ਼ਿਆਦਾ। ਫਿਰ ਤੁਹਾਨੂੰ ਹੁੰਦਾ ਵੀ ਯਾਰ ਇਹ ਪਰਫਾਰਮ ਕਰੇ ਤਾਂ ਮਤਲਬ ਉਹ ਹੁੰਦਾ ਹੈਗਾ ਕਿ ਸਟੈਪਸ ਜੇ ਹੁੰਦੇ ਨੇ ਨਾ। ਪਹਿਲਾਂ ਤਾਂ ਤੁਹਾਨੂੰ ਤੁਹਾਡਾ ਡਿਜ਼ਾਇਰਡ ਪ੍ਰੋਜੈਕਟ ਮਿਲ ਜਾਣਾ ਵੀ ਵਾਹ ਮੇਰੇ ਹਿੱਸੇ ਕੋਈ ਵਧੀਆ ਪ੍ਰੋਜੈਕਟ ਆਇਆ ਹੈ। ਫਿਰ ਉਹ ਪ੍ਰੋਜੈਕਟ ਦਾ ਐਕਸਪੀਰੀਅੰਸ ਵਧੀਆ ਹੋਣਾ ਵੀ ਉਹਦਾ ਕੰਮ ਵੀ ਸੋਹਣਾ ਹੋਇਆ ਹੈ, ਉੱਥੇ ਮੇਰਾ ਮੇਰੇ ਕੋ ਐਕਟਰਸ ਦੇ ਨਾਲ ਵੀ ਐਕਸਪੀਰੀਅੰਸ ਵਧੀਆ ਰਿਹਾ। ਫਿਰ ਜੇ ਤੀਜਾ ਪੜਾਅ ਵੀ ਹੋ ਜਾਵੇ, ਠੀਕ ਹੈ, ਕਿ ਉਹ ਫਿਲਮ ਵਧੀਆ ਸਕਸੈਸਫੁਲ ਵੀ ਹੋ ਜਾਵੇ ਤਾਂ ਉਹ ਚੀਜ਼ ਤੁਹਾਡੇ ਨਾਲ ਹਮੇਸ਼ਾ ਸਟੇ ਕਰਦੀ ਹੈ। ਜਦੋਂ ਕਿਤੇ ਉਹ ਕੋਈ ਇੱਕ ਚੀਜ਼ ਨਹੀਂ ਵਧੀਆ ਤਰੀਕੇ ਨਾਲ ਹੋ ਪਾਉਂਦੀ ਨਾ ਫਿਰ ਉਹ ਦਿਲ 'ਚ ਰਹਿ ਜਾਂਦੀ ਹੈ ਗੱਲ ਵੀ ਯਾਰ ਐਂ ਵੀ ਹੋ ਜਾਂਦਾ ਤਾਂ ਚੰਗਾ ਹੁੰਦਾ। ਰਾਈਟ। ਜਦੋਂ ਆਪਾਂ ਸਟੇ ਦੀ ਗੱਲ ਕਰ ਰਹੇ, ਜਦੋਂ ਆਪਾਂ ਕਰੈਕਟਰਸ ਪਲੇ ਕਰਦੇ ਹਾਂ, ਮੈਂ ਕਈ ਵਾਰ ਸੁਣਿਆ ਐਕਟਰਸ ਕਰੈਕਟਰ ਦੇ ਨਾਲ ਸਟੇ ਵੀ ਕਰ ਜਾਂਦੇ ਆ। ਕੋਈ ਐਵੇਂ ਦਾ ਕਰੈਕਟਰ ਵੀ ਰਿਹਾ ਤੁਹਾਡੀ ਲਾਈਫ 'ਚ ਜੋ ਸਟੇ ਹੀ ਕਰ ਗਿਆ ਕਾਫੀ ਟਾਈਮ ਤੱਕ ਤੁਹਾਡੇ ਨਾਲ? ਸਟੇ ਕਰ ਜਾਂਦੇ ਆ ਹਾਂਜੀ ਕੈਰੈਕਟਰਸ। ਹਾਲੇ ਤੱਕ ਨਾ ਮੈਂ ਇਹ ਸਮਝਦੀ ਨਹੀਂ ਹੈਗੀ ਕਿ ਮੇਰੇ ਕੋਲੇ ਕੋਈ ਬਹੁਤ ਐਕਸਟ੍ਰੀਮਲੀ ਪਾਵਰਫੁਲ ਕੈਰੈਕਟਰ ਆਇਆ ਹੈ। ਮੇਰੇ ਕੋਲ ਬਹੁਤ ਨਾਰਮਲ ਜਿਹੇ ਕੈਰੈਕਟਰਸ ਆਏ ਨੇਗੇ ਹਜੇ ਤੱਕ, ਠੀਕ ਹੈ। ਮੈਂ ਪਰਸਨਲੀ ਕਰਨਾ ਕੀ ਚਾਹੁੰਦੀ ਲਾਈਕਨੈਸ ਹੈ ਹਾਂ, ਤੁਹਾਡੀ ਕਰੈਕਟਰ ਵਾਈਜ਼? ਮੈਨੂੰ ਸਟਰੋਂਗ ਕੈਰੈਕਟਰਸ ਬਹੁਤ ਅੱਛੇ ਲੱਗਦੇ ਨੇਗੇ, ਜਿਵੇਂ ਕਿ? ਥੋੜੇ ਕੰਪਲੈਕਸ ਹੋਣ, ਸਾਈਕੋਲੋਜੀਕਲ ਹੋਣ, ਠੀਕ ਹੈ, ਜਾਂ ਫਿਰ ਬੋਲਡ ਹੋਣ ਇਨ ਦ ਸੈਂਸ ਕਿ ਜਿਵੇਂ ਹੁਣ ਸ਼ੌਂਕੀ ਸਰਦਾਰ ਦੇ ਵਿੱਚ ਮੇਰਾ ਪੁਲਿਸ ਆਫਿਸਰ ਦਾ ਕੈਰੈਕਟਰ ਸੀਗਾ ਬਟ ਉਹ ਫਿਲਮ ਮੇਰੇ ਅਰਾਊਂਡ ਨਹੀਂ ਸੀ ਤਾਂ ਉਹਦੇ ਵਿੱਚ ਮੇਰੇ ਕੈਰੈਕਟਰ ਕੋਲੇ ਜਿੰਨਾ ਕੁ ਕਰਨ ਨੂੰ ਸੀ ਉਹ ਮੈਂ ਕੀਤਾ। ਉਹ ਵੀ ਮੇਰੇ ਕੈਰੈਕਟਰ ਦਾ ਵੀ ਜ਼ਿਆਦਾ ਕੰਮ ਸੀਗਾ ਆਪਦਾ ਲਵ ਐਂਗਲ ਸ਼ੋ ਕਰਨ ਦਾ, ਠੀਕ ਹੈ। ਆਪਦੀ ਰਿਸਪੌਂਸਿਬਿਲਿਟੀ ਵੀ ਐਜ਼ ਅ ਪੁਲਿਸ ਆਫਿਸਰ ਕਰ ਰਹੀ ਸੀ ਬਟ ਨਾਲ ਆਪਦਾ ਥੋੜਾ ਉਹ ਟਰੈਕ ਚੱਲ ਰਿਹਾ ਸੀ। ਬਟ ਜੇ ਉਹੀ ਕਿਤੇ ਮੈਨੂੰ ਕਿਸੇ ਫਿਲਮ ਦੇ ਵਿੱਚ ਇੱਕ ਪੁਲਿਸ ਆਫਿਸਰ ਦਾ ਪੂਰਾ ਡਟ ਕੇ ਬੋਲਡ ਵਾਲਾ ਕੈਰੈਕਟਰ ਕਰਨ ਨੂੰ ਮਿਲੇ ਉਹ ਮਜ਼ਾ ਆਏਗਾ, ਹੈ ਨਾ, ਕਿ ਯਾਰ ਕਿਆ ਬਾਤ ਹੈ, ਮਜ਼ਾ ਆ ਗਿਆ। ਫਰਸਟ ਰਿਜੈਕਸ਼ਨ ਅਸ਼ਕੇ ਫਿਲਮ ਆਈ ਸੀਗੀ, ਹੈ ਨਾ, ਤੇ ਉਹ ਰਿਜੈਕਸ਼ਨ ਮੈਂ ਇੱਦਾਂ ਕਹੂੰਗੀ ਕਿ ਮੈਨੂੰ ਨਾ ਕਿਸੇ ਨੇ ਬੇਵਕੂਫ ਬਣਾਇਆ ਉਸ ਟਾਈਮ ਦੇ ਉੱਤੇ। ਕਿਵੇਂ ਬੇਵਕੂਫ ਬਣਾਇਆ? ਕਹਿੰਦੇ ਕਿ ਵੀ ਤੁਹਾਨੂੰ ਨਾ ਅਸ਼ਕੇ ਦੇ ਵਿੱਚ ਸੈਕਿੰਡ ਲੀਡ 'ਚ ਲੈ ਰਹੇ ਨੇ, ਐਂ ਕਰ ਰਹੇ ਨੇ, ਉਹ ਕਰ ਰਹੇ ਨੇ। ਉਹਨਾਂ ਨੂੰ ਪਤਾ ਨਹੀਂ ਸੀ ਡੈਡੀ ਪੁਲਿਸ ਵਾਲੇ ਹੈ? ਮੈਂ ਨਾ ਵਿੱਚ ਪੁੱਛਣਾ ਸੀਗਾ ਮੈਂ ਕਿਹਾ ਤੁਸੀਂ ਕਟਵਾਏ ਮੁੰਡੇ? ਨਹੀਂ ਹਾਲੇ ਤੱਕ ਤਾਂ ਇਹੋ ਜਿਹਾ ਕੁਛ ਨਹੀਂ ਕੀਤਾ ਪਰ ਮੇਰਾ ਜੀ ਬਹੁਤ ਕਰਦਾ ਇੱਕ ਦਿਨ ਤਾਂ ਜੀ ਕਰਦਾ ਫਿਲਮ। ਹੁਣ ਮੇਰੀ ਲਿਸਟ 'ਚ ਆ ਗਏ ਨੇ ਇੱਕ ਦੋ ਜਣੇ ਕੁਟਵਾ ਦੋ। ਮੈਂ ਕਿਹਾ ਜਿੱਦਾਂ ਨਾ ਕੁੜੀਆਂ ਨੂੰ ਛੇੜਦੇ ਛੋੜਦੇ ਹੁੰਦੇ ਆ ਨਾ ਜਨਰਲੀ ਇੰਡਸਟਰੀ 'ਚ ਵੀ, ਮਤਲਬ ਐਵੇਂ ਦੀ ਨਿਊਜ਼ ਸੁਣ ਲੈਂਦੇ ਕਿ ਵੀ ਸੇਫ ਨਹੀਂ ਹੈ। ਮੈਨੂੰ ਲੱਗਦਾ ਤੁਹਾਡੇ ਲਈ ਤਾਂ ਮਤਲਬ ਦਿੱਕਤ ਨਹੀਂ ਹੋਈ ਹੋਣੀ ਹੈ ਨਾ? ਮੈਨੂੰ ਹਾਂ ਮੈਂ ਖੁਦ ਇਹ ਚੀਜ਼ ਫੀਲ ਕਰਦੀ ਹਾਂ ਵੀ ਜਿਵੇਂ ਤੁਸੀਂ ਬੈਠੇ ਨੇ ਕਹਿਤਾ ਨਾ ਵੀ ਮੈਨੂੰ ਡਰ ਲੱਗ ਰਿਹਾ, ਮੈਨੂੰ ਇਹ ਲੱਗਦਾ ਹੈਗਾ ਵੀ ਸ਼ਾਇਦ ਆਪਣੇ ਆਪ ਹੀ ਥੋੜਾ ਜਿਹਾ ਉਹ ਸਰਾਊਂਡਿੰਗ ਇਹੋ ਜਿਹੀ ਬਣ ਜਾਂਦੀ ਹੈਗੀ ਕਿ ਕੋਈ ਸੋਚਦਾ ਨਹੀਂ ਹੈਗਾ ਵੀ ਕੋਈ ਪੁੱਠੀ ਗੱਲ ਕਰਨ ਲੱਗੇ, ਬਿਲਕੁਲ ਵੀ ਇੱਦਾਂ। ਤੇ ਮੈਂ ਦੱਸ ਰਹੀ ਸੀ, ਮੈਂ ਕਿਹਾ ਉਦੋਂ ਮੈਨੂੰ ਕਿਸੇ ਨੇ ਬੇਵਕੂਫ ਬਣਾਇਆ, ਉਦੋਂ ਮੈਨੂੰ ਕੁਛ ਵੀ ਨਹੀਂ ਪਤਾ ਸੀ। ਮੇਰੇ ਹਾਲੇ ਯਾਰ ਜਿਗਰੀ ਖਤਮ ਹੀ ਹੋਇਆ ਸੀ ਉਸ ਟਾਈਮ ਦੇ ਉੱਤੇ। ਤੇ ਮੈਨੂੰ ਕਹਿੰਦੇ ਵੀ ਤੁਹਾਨੂੰ ਨਾ ਅਮਰਿੰਦਰ ਗਿੱਲ ਭਾਜੀ ਕਹਿ ਰਹੇ ਨੇ ਮੈਨੂੰ ਆਹ ਕੁੜੀ ਦੀ ਆਵਾਜ਼ ਅੱਛੀ ਲੱਗ ਰਹੀ ਹੈ, ਠੀਕ ਹੈ, ਮੈਨੂੰ ਆਹ ਇਹ ਕੁੜੀ ਵਧੀਆ ਕਰ ਸਕਦੀ ਹੈ। ਤੇ ਬੰਦੇ ਨੇ ਮੈਨੂੰ ਪੂਰਾ ਬੇਵਕੂਫ ਬਣਾਇਆ ਲਿਟਰਲੀ, ਠੀਕ ਹੈ। ਤੇ ਮੈਂ ਵੀ ਮੰਨੀ ਗਈ, ਮੈਂ ਕਿਹਾ ਚਲੋ ਠੀਕ ਹੈ, ਹੈ ਨਾ, ਅੱਛੀ ਗੱਲ ਹੈ। ਉਹ ਤਾਂ ਬਾਅਦ 'ਚ ਜਦੋਂ ਮੁੜ ਕੇ ਮੈਂ ਉਸ ਟਾਈਮ 'ਤੇ ਪੜ੍ਹ ਰਹੀ ਸੀਗੀ ਨਾਲ, ਠੀਕ ਹੈ, ਬਾਅਦ 'ਚ ਮੈਨੂੰ ਪਤਾ ਲੱਗਿਆ ਵੀ ਅੱਛਾ ਫਿਲਮ ਦਾ ਸ਼ੂਟ ਵੀ ਹੋ ਗਿਆ, ਫਿਲਮ ਰਿਲੀਜ਼ ਵੀ ਹੋ ਗਈ, ਮੇਰਾ ਤਾਂ ਉਹਦੇ 'ਚ ਕੁਛ ਲੱਗਾ ਤੇ ਲੈਣਾ ਦੇਣਾ ਹੈ ਹੀ ਨਹੀਂ। ਅੱਛਾ ਜੀ। ਫਿਰ ਮੈਂ ਮੁੜ ਕੇ ਉਹ ਬੰਦੇ ਨੂੰ ਕੀਤਾ ਬਲੌਕ। ਮੈਂ ਕਿਹਾ ਤੂੰ ਨਹੀਂ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਹੈਗੀ, ਉਹੀ ਬੇਵਕੂਫ ਬਣਾਉਣ ਲੱਗੇ ਹੋਏ ਹੋਗੇ। ਐਸਾ ਵੀ ਹੁੰਦਾ ਹੈ? ਹਾਂ, ਕਿਉਂਕਿ ਜਦੋਂ ਤੁਸੀਂ ਨਵੇਂ ਹੁੰਦੇ ਹੋ ਨਾ ਤੁਹਾਨੂੰ ਨਹੀਂ ਪਤਾ ਹੁੰਦਾ, ਤੁਹਾਨੂੰ ਕੋਈ ਵੀ ਫੀਲਡ ਨੂੰ ਸਮਝਣ 'ਤੇ 3-4 ਸਾਲ ਲੱਗ ਜਾਂਦੇ ਨੇਗੇ। ਉਦੋਂ ਮੈਨੂੰ ਨਹੀਂ ਸਮਝ ਸੀਗੀ, ਠੀਕ ਹੈ। ਹੁਣ ਜਿਹੜੇ ਬੰਦੇ ਨਾਲ ਮੈਂ ਕੰਟੈਕਟ ਦੇ ਵਿੱਚ ਸੀਗੀ ਉਹ ਐਜ਼ ਅ ਐਗਜ਼ੈਕਟਿਵ ਪ੍ਰੋਡਿਊਸਰ, ਜਿਵੇਂ ਹੁਣ ਸੈੱਟ 'ਤੇ ਕਿੰਨੇ ਲੋਕ ਹੁੰਦੇ ਨੇਗੇ, ਹੈ ਨਾ, ਤਾਂ ਵੀ ਕੋਈ ਡਿਊਟੀ ਦਿੱਤੀ ਹੋਊਗੀ, ਆਹ ਮੈਨੇਜ ਕਰ ਲਓ, ਉਹ ਮੈਨੇਜ ਕਰ ਲਓ। ਅਤੇ ਮੈਂ ਉਹਨੂੰ ਪਹਿਲਾਂ ਤੋਂ ਜਾਣਦੀ ਸੀ, ਸਾਡੇ ਪਟਿਆਲੇ ਤੋਂ ਹੀ ਸੀਗਾ ਉਹ ਮੁੰਡਾ। ਅਤੇ ਮੈਨੂੰ ਲੱਗਿਆ ਵੀ ਚਲੋ ਯਾਰ ਮੇਰੇ ਸ਼ਹਿਰ ਦਾ ਮੁੰਡਾ, ਮੈਨੂੰ ਥੋੜ੍ਹਾ ਬਹੁਤ ਦੱਸ ਦੇਗਾ, ਹੈ ਨਾ, ਹੈਲਪ ਆਊਟ ਕਰ ਦੇਗਾ। ਉਹ ਮੈਨੂੰ ਅੱਗੋਂ ਬੇਵਕੂਫ ਬਣਾਉਣ ਲੱਗਿਆ ਹੋਇਆ ਸੀਗਾ ਵੀ ਫਿਰ ਮੇਬੀ ਜਸਟ ਕਈਆਂ ਨੂੰ ਆਦਤ ਹੁੰਦੀ ਹੈ ਨਾ ਵੀ ਉਹੀ ਵੀ ਚਲੋ ਯਾਰ ਵੀ 4 ਜਣਿਆਂ 'ਚ ਬੈਠ ਕੇ, ਹੈ ਨਾ, ਵੀ ਦੇਖੋ ਹਾਂ। ਸੋ ਉਹਨੇ ਉਹ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਿਵੇਂ ਹੀ ਮੈਨੂੰ ਰਿਅਲਾਈਜ਼ ਹੋਈ ਆਹ ਗੱਲ, ਫਿਰ ਨਹੀਂ ਮੈਂ ਮੁੜ ਕੇ ਅੱਜ ਤੱਕ ਨਹੀਂ ਮੈਂ ਵਾਪਸ ਤੋਂ ਉਸ ਬੰਦੇ ਨੂੰ ਬੁਲਾਇਆ। ਓਕੇ। ਉਹ ਜਿਹੜੇ 2 ਜਣਿਆਂ ਨੂੰ ਕੁੱਟਵਾਣਾ ਸੀ ਉਸ 'ਚ ਇੱਕ ਬੰਦਾ ਉਹੀ ਹੈ? ਨਹੀਂ, ਤਾਂ ਮੈਂ ਭੁੱਲਾ ਗਈ, ਮੈਂ ਕਿਹਾ ਛੱਡ ਕਰ, ਉਹ ਤਾਂ ਨਵੀਂ ਲਿਸਟ ਤਿਆਰ ਹੋ ਗਈ।
ਨਾਈਸ। ਫਰਸਟ ਟਾਈਮ ਜਦੋਂ ਤੁਹਾਨੂੰ ਲੱਗਿਆ ਕਿ ਹਾਂ ਹੁਣ ਮੈਂ ਐਕਟਰ ਬਣ ਗਈ? ਤੁਣਕਾ ਤੁਣਕਾ ਜਦੋਂ ਰਿਲੀਜ਼ ਹੋਈ ਤੇ ਤੁਣਕਾ ਤੁਣਕਾ ਨੂੰ ਅੱਛਾ ਰਿਸਪੌਂਸ ਮਿਲਿਆ। ਉਹ ਕੋਵਿਡ ਤੋਂ ਬਾਅਦ ਪਹਿਲੀ ਫਿਲਮ ਰਿਲੀਜ਼ ਹੋਈ ਸੀਗੀ ਤੇ ਉਹ ਐਜ਼ ਅ ਲੀਡ ਮੇਰੀ ਫਰਸਟ ਸੀਗੀ ਫਿਲਮ, ਠੀਕ। ਤੇ ਉਦੋਂ ਮੈਨੂੰ ਲੱਗਿਆ ਵੀ ਹਾਂ ਯਾਰ ਵੀ ਮੇਰੀ ਪਹਿਲੀ ਫਿਲਮ, ਮੇਰਾ ਡੈਬਿਊ ਹੋ ਗਿਆ। ਤਾਂ ਜਿਹੜਾ ਲਾਸਟ ਇਨਸੀਡੈਂਟ ਤੁਹਾਡੇ ਨਾਲ ਹੋਇਆ ਇਹ ਨਾ, ਉਹਨਾਂ ਨੇ ਮਤਲਬ ਨਹੀਂ ਦਵਾਇਆ ਰੋਲ, ਤੇ ਮਤਲਬ ਹੁਣ ਤੁਸੀਂ ਅੱਗੇ ਜਿਹੜੇ ਬੰਦੇ ਉਹਨਾਂ ਤੇ ਬਲਾਈਂਡਲੀ ਟਰਸਟ ਕਰ ਲੈਂਦੇ ਹੋ ਜਾਂ ਨਹੀਂ? ਨਹੀਂ ਇੱਕ ਚੀਜ਼ ਨਾ, ਮੈਂ ਇਕੱਲੀ ਨਹੀਂ, ਸਾਡੀ ਫੀਲਡ ਵਾਲੇ ਬਹੁਤ ਲੋਕ ਫੋਲੋ ਕਰਦੇ ਹੋਣਗੇ, ਜਦੋਂ ਤੱਕ ਤੁਹਾਡੇ ਅਕਾਊਂਟ ਦੇ ਵਿੱਚ ਤੁਹਾਨੂੰ ਐਡਵਾਂਸ ਨਹੀਂ ਆ ਜਾਂਦਾ ਹੈਗਾ ਉਦੋਂ ਤੱਕ ਤੁਸੀਂ ਕਦੇ ਨਹੀਂ ਮੰਨਣਾ ਹੈਗਾ ਕਿ ਤੁਸੀਂ ਫਾਈਨਲਾਈਜ਼ ਹੋ ਗਏ ਹੋ ਕਿਸੇ ਪ੍ਰੋਜੈਕਟ ਲਈ। ਠੀਕ ਹੈ। ਚਾਹੇ ਕੋਈ ਜਿੰਨਾ ਮਰਜ਼ੀ ਕਹਿ ਰਿਹਾ ਹੈਗਾ ਵੀ ਹਾਂ ਸਾਨੂੰ ਤੁਹਾਡਾ ਆਡੀਸ਼ਨ ਵਧੀਆ ਲੱਗਿਆ, ਤੁਸੀਂ ਬਿਲਕੁਲ ਫਿੱਟ ਬੈਠ ਰਹੇ ਹੋ ਸਾਡੇ ਕੈਰੈਕਟਰ ਦੇ ਵਿੱਚ, ਕਮਰਸ਼ੀਅਲਸ ਵੀ ਡਿਸਕਸ ਹੋ ਗਏ, ਪੈਨ 'ਚ ਲੌਕ ਕਰ ਲੈਂਦੇ ਆ, ਜਦੋਂ ਤੱਕ ਕਦੇ ਕਦੇ ਤਾਂ ਐਡਵਾਂਸ ਤੋਂ ਬਾਅਦ ਵੀ ਚੀਜ਼ਾਂ ਅਨਸਰਟਨ ਹੋ ਜਾਂਦੀਆਂ ਨੇਗੀਆਂ। ਮਤਲਬ ਉਹ ਹੁੰਦਾ ਹੈਗਾ ਕਿਉਂਕਿ ਫਿਲਮ ਮੇਕਿੰਗ ਦੇ ਵਿੱਚ ਨਾ ਬਹੁਤ ਲੋਕ ਇਨਵੋਲਵਡ ਹੁੰਦੇ ਨੇ, ਡਾਇਰੈਕਸ਼ਨ ਤੇ ਪ੍ਰੋਡਕਸ਼ਨ ਦੀ ਆਪਸ 'ਚ ਨਹੀਂ ਬਣੀ ਫਿਲਮ, ਕਦੇ ਔਨ ਫਲੋਰ ਆ ਹੀ ਨਹੀਂ ਪਾਈ, ਉਹ ਡਿਫਰੈਂਟ ਚੀਜ਼ਾਂ ਹੁੰਦੀਆਂ। ਬਟ ਇੱਕ ਰੂਲ ਜੋ ਮੈਂ ਹਮੇਸ਼ਾ ਸੋਚ ਕੇ ਚੱਲਦੀ ਹਾਂ, ਜਦੋਂ ਤੱਕ ਤੁਹਾਡੇ ਕੋਲੇ ਆਪਦੀ ਟੋਕਨ ਅਮਾਊਂਟ ਨਹੀਂ ਆਈ, ਨਹੀਂ ਸਮਝਣਾ ਹੈਗਾ ਕਿ ਤੁਸੀਂ ਹਲੇ ਫਾਈਨਲਾਈਜ਼ਡ ਹੋ। ਵੈਸੇ ਕਮਿਟਡ ਨੇ ਇੰਡਸਟਰੀ ਦੇ ਲੋਕ ਆਪਣੇ ਕੰਮ ਨੂੰ? ਕਈ ਲੋਕ ਹੈਗੇ ਵੀ ਨੇ, ਸੋ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਨਾ। ਕੁਛ ਲੋਕ ਐਕਚੁਅਲੀ 'ਚ ਬਹੁਤ ਅੱਛਾ ਸਿਨੇਮਾ ਬਣਾ ਰਹੇ ਨੇ, ਬਹੁਤ ਵਧੀਆ ਰਿਸਰਚ ਕਰ ਰਹੇ ਨੇਗੇ, ਬਹੁਤ ਅੱਛੇ ਐਕਟਰਸ ਨੇ ਕਈ ਲੋਕ। ਜੈਸੇ ਤੇ ਜਿਵੇਂ ਜਤਿੰਦਰ ਮੋਰ ਸਰ, ਹੀ ਇਜ਼ ਅ ਵੈਰੀ ਗੁੱਡ ਡਾਇਰੈਕਟਰ, ਉਹਨਾਂ ਨੂੰ ਰਿਸਰਚ ਜਿਹੋ ਜਿਹੀ ਹੈਗੀ ਹੈ ਉਹ ਕਿਸੇ ਕੋਲ ਨਹੀਂ ਹੈਗੀ। ਤੇ ਜਸ ਕਰੇਵਾਲ ਇਜ਼ ਅ ਵੈਰੀ ਗੁੱਡ ਰਾਈਟਰ, ਹੈ ਨਾ। ਤੇ ਉਸ ਤੋਂ ਇਲਾਵਾ ਧੀਰਜ ਰਤਨ ਸਰ, ਹੀ ਇਜ਼ ਅ ਬ੍ਰਿਲੀਅੰਟ ਰਾਈਟਰ। ਤੇ ਬਹੁਤ ਅੱਛੇ ਲੋਕ ਹੈਗੇ ਨੇ ਇੰਡਸਟਰੀ ਦੇ ਵਿੱਚ, ਠੀਕ। ਜਗਜੀਤ ਸੰਧੂ ਇਜ਼ ਅ ਵੰਡਰਫੁਲ ਐਕਟਰ। ਤੇ ਇੱਦਾਂ ਹੀ ਕੁੜੀਆਂ ਦੇ ਵਿੱਚੋਂ ਵੀ ਆਈ ਥਿੰਕ ਕੁਲ ਸਿੱਧੂ ਇਜ਼ ਅ ਵੈਰੀ ਨਾਈਸ ਐਕਟਰ। ਬਹੁਤ ਲੋਕ ਹੈਗੇ ਨੇ ਜੋ ਅੱਛਾ ਕੰਮ ਕਰ ਰਹੇ ਨੇ। ਤੇ ਵਾਮਿਕਾ ਦੇਖੋ ਤੁਸੀਂ, ਇੱਥੋਂ ਗਈ ਹੈ, ਵਾਮਿਕਾ ਵਾਸ ਸੁਪਰ ਐਕਟਰ ਨਾ, ਬਹੁਤ ਕਿੰਨਾ ਅੱਛੇ ਕਮਾਂਡ ਹੈ ਉਹਨਾਂ ਦਾ ਆਪਦੀ ਸਕਿੱਲ ਦੇ ਉੱਤੇ। ਸੋ ਹੈਗੇ ਨੇ। ਫਰਸਟ ਪਰਸਨ ਯੂ ਕਾਲ ਇਨ ਅ ਬੈਡ ਡੇ? ਮਾਈ ਬੈਸਟ ਫਰੈਂਡ ਕਰਮਨ ਸੰਧੂ, ਜਾਂ ਫਿਰ ਮੇਰੀ ਸਿਸਟਰ ਹੁੰਦੀ ਹੈ ਰੂਬੀਨਾ, ਤੇ ਮੈਂ ਇਹਨਾਂ ਦੋਨਾਂ ਚੋਂ ਕਿਸੇ ਇੱਕ ਨੂੰ ਕਾਲ ਕਰਦੀ ਹੁੰਦੀ ਹਾਂ ਹਮੇਸ਼ਾ। ਔਰ ਗੁੱਡ ਡੇ? ਗੁੱਡ ਡੇ ਤੇ ਤਾਂ ਫਿਰ ਸਾਰਿਆਂ ਨੂੰ ਹੀ ਫੋਨ ਲਾ ਲਓ। ਗੁੱਡ ਡੇ ਤੇ ਖੁਸ਼ੀਆਂ ਤਾਂ ਜਿੰਨੀਆਂ ਵੰਡ ਸਕੋ ਵੰਡੋ। ਫਰਸਟ ਪੇ ਚੈੱਕ, ਜੇ ਤੁਸੀਂ ਅਮਾਊਂਟ ਨਹੀਂ ਦੱਸਣੀ, ਉਹ ਫੀਲਿੰਗ ਐਂਡ ਉਹਦਾ ਕੀ ਕੀਤਾ ਸੀ ਉਹ ਦੱਸ ਸਕਦੇ ਹੋ? ਸੋ ਮੇਰਾ ਫਰਸਟ ਪੇ ਚੈੱਕ ਯਾਰ ਜਿਗਰੀ ਦਾ ਹੀ ਸੀਗਾ। ਬਹੁਤ ਥੋੜਾ ਅਮਾਊਂਟ ਸੀ ਤੇ ਪਰ ਉਹ ਉਦੋਂ ਵੀ ਨਾ ਬੜਾ ਆਏ ਸੀਗਾ ਕਿ ਕਿਉਂਕਿ ਉਹ ਬੜੀ ਲੋ ਬਜਟ ਬਣੀ ਸੀਗੀ ਯਾਰ ਜਿਗਰੀ ਸੀਜ਼ਨ 1, ਤੇ ਜਿਹੜੇ ਸਾਡੇ ਰਾਈਟਰ ਡਾਇਰੈਕਟਰ ਸੀਗੇ ਉਹੀ ਪ੍ਰੋਡਿਊਸਰ ਸੀਗੇ, ਤੇ ਉਹਨਾਂ ਨੂੰ ਵੀ ਥੋੜਾ ਜਿਹਾ ਅਮਾਊਂਟ ਦੇਣ ਲੱਗੇ ਵੀ ਉਹਨਾਂ ਨੂੰ ਐ ਹੋ ਰਿਹਾ ਸੀ ਵੀ ਖਰਚਾ ਬੜਾ ਹੋ ਰਿਹਾ, ਪਰ ਲੈ ਲਓ ਤੁਸੀਂ। ਬਟ ਉਹ ਬਹੁਤ ਸੋਹਣਾ ਆਊਟਪੁੱਟ ਨਿਕਲਿਆ ਉਹ ਸਾਰੀ ਚੀਜ਼ ਦਾ। ਨਹੀਂ, ਉਹ ਕਾਫੀ ਐਪਰੀਸ਼ੀਏਟ ਹੋਈ ਪੰਜਾਬ 'ਚ, ਮੈਂ ਦੇਖਿਆ। ਮਤਲਬ ਵੈਬ ਸੀਰੀਜ਼ ਦਾ ਕਲਚਰ ਸਟਾਰਟ ਵੀ ਮੈਨੂੰ ਲੱਗ ਰਿਹਾ ਜ਼ਿਆਦਾਤਰ ਉੱਥੋਂ ਹੀ ਪਿਕ ਹੋਇਆ। ਹਾਂਜੀ। ਫਰਸਟ ਟਾਈਮ ਜਦੋਂ ਤੁਹਾਨੂੰ ਆਪਣੇ ਆਪ ਤੇ ਪ੍ਰਾਊਡ ਹੋਇਆ? ਨਹੀਂ, ਬਿਲਕੁਲ ਬਹੁਤ ਵਾਰ ਆਇਆ ਹੈਗਾ ਜਦੋਂ ਮੈਂ ਮੈਨੇਜ ਕਰ ਲੈਂਦੀ ਹਾਂ ਸਟ੍ਰੈਸਫੁਲ ਸਿਚੁਏਸ਼ਨਸ ਨੂੰ। ਜਿਵੇਂ ਇੱਕ ਵਾਰੀ ਮੈਂ ਆਪਦਾ ਸ਼ੂਟ ਮੈਨੇਜ ਕਰਨਾ ਸੀ, ਮੇਰੇ 4 ਦਿਨ ਬੈਕ ਟੂ ਬੈਕ ਸ਼ੂਟ ਸੀ ਡਿਫਰੈਂਟ ਲੋਕੇਸ਼ਨਸ 'ਤੇ। ਪਹਿਲਾਂ ਚੰਡੀਗੜ੍ਹ, ਫਿਰ ਚੰਡੀਗੜ੍ਹ ਤੋਂ ਦਿੱਲੀ, ਫਿਰ ਦਿੱਲੀ ਤੋਂ ਅੰਮ੍ਰਿਤਸਰ, ਫਿਰ ਅੰਮ੍ਰਿਤਸਰ ਤੋਂ ਫਿਰ ਚੰਡੀਗੜ੍ਹ। ਤੇ ਉਹ ਮੈਂ ਬਿਲਕੁਲ ਮਤਲਬ ਔਨ ਦ ਸਪੌਟ ਸਾਰੇ ਕਿਤੇ ਵਧੀਆ ਪਰਫਾਰਮ ਕਰਕੇ ਉਵੇਂ ਮੈਨੇਜ ਕੀਤਾ, ਤੇ ਉਦੋਂ ਮੈਨੂੰ ਬਹੁਤ ਆਪਦੇ ਆਪ 'ਤੇ ਪ੍ਰਾਊਡ ਹੋਇਆ ਵੀ ਯਾਰ ਆਈ ਡਿਡ ਇਟ। ਬਿਕਾਜ਼ ਮੈਨੇਜਮੈਂਟ ਦੇ ਵਿੱਚ ਮੈਂ ਕਦੇ ਕਦੇ ਨਾ ਸਟ੍ਰੈਸਫੁਲ ਹੋ ਜਾਂਦੀ ਹਾਂ ਬਹੁਤ ਜ਼ਿਆਦਾ, ਫਿਰ ਉਦੋਂ ਮੈਂ ਬਿਨਾਂ ਸਟ੍ਰੈਸ ਤੋਂ ਸਾਰਾ ਕੁਝ ਵਧੀਆ ਕੈਰੀ ਆਊਟ ਕਰ ਲਿਆ, ਤਾਂ ਉਦੋਂ ਮੈਨੂੰ ਲੱਗਿਆ ਵੀ ਇਹ ਇੱਕ ਮੈਂ ਪ੍ਰਾਊਡ ਵਾਲੀ ਚੀਜ਼ ਕੀਤੀ ਹੈ। ਜਦੋਂ ਜਿਵੇਂ ਇੰਡਸਟਰੀ 'ਚ ਤੁਸੀਂ ਆਏ, ਉਸ ਤੋਂ ਪਹਿਲੇ ਸਕਸੈਸ ਦਾ ਮਤਲਬ ਤੁਹਾਡੇ ਲਈ ਕੁਝ ਹੋਰ ਹੋਣਾ, ਆਉਣ ਤੋਂ ਬਾਅਦ ਚੇਂਜ ਹੋ ਜਾਂਦਾ ਹੁੰਦਾ ਇੱਦਾਂ? ਬਿਲਕੁਲ ਹੁੰਦਾ ਜੀ। ਸਕਸੈਸ ਪਹਿਲਾਂ ਤਾਂ ਹੀ ਲੱਗਦਾ ਹੁੰਦਾ ਸੀ ਵੀ ਬਸ ਉਹ ਜਦੋਂ ਤੁਸੀਂ ਸ਼ਾਹਰੁਖ ਖਾਨ ਬਣ ਗਏ ਉਹੀ ਸਕਸੈਸ ਹੈ, ਹੈ ਨਾ, ਕਿ ਤੁਹਾਨੂੰ ਦੁਨੀਆ, ਤੁਹਾਡਾ ਹਰ ਇੱਕ ਬੰਦਾ ਤੁਹਾਨੂੰ ਜਾਣਦਾ ਹੈ, ਤੁਹਾਡਾ ਨਾਮ ਸਭ ਦੇ ਜ਼ੁਬਾਨ ਦੇ ਉੱਤੇ ਹੈਗਾ, ਤੁਹਾਨੂੰ ਹਰ ਕੋਈ ਅਪਰੀਸ਼ੀਏਟ ਕਰਦਾ ਹੈ। ਹੁਣ ਸਕਸੈਸ ਦੀ ਡੈਫੀਨੇਸ਼ਨ ਹੈਗੀ ਹੈ ਕਿ ਆਪਦੀ ਜਰਨੀ ਦੇ ਵਿੱਚ ਜਿਵੇਂ ਤੁਸੀਂ ਸੈਟਿਸਫਾਈਡ ਹੋ ਨਾ, ਕਿ ਵੀ ਯਾਰ ਜੋ ਮੈਂ ਕੰਮ ਕਰ ਰਹੀ ਹਾਂ ਮੈਂ ਆਪਦਾ ਵਧੀਆ ਸੈਟਿਸਫਾਈਡ ਹੋ ਕੇ 100% ਦੇ ਕੇ ਕੀਤਾ, ਤੇ ਮੈਨੂੰ ਸਕੂਨ ਹੈ ਉਸ ਕੰਮ ਦੇ ਵਿੱਚ, ਠੀਕ ਹੈ, ਤੇ ਮੇਰੇ ਨਾਲ ਦੇ ਖੁਸ਼ ਨੇ ਉਹਦੇ ਤੋਂ, ਉਹ ਸਕਸੈਸ ਹੈ। ਕੀ ਤੁਸੀਂ ਖੁਸ਼ ਹੋ? 100% ਖੁਸ਼ ਹੋਣ ਦੀ ਕੋਸ਼ਿਸ਼ ਜੀ ਕਰਦੇ ਰਹਿੰਦੇ। 100% ਖੁਸ਼ੀ ਕੀ ਹੁੰਦੀ ਹੈ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਹਲੇ, ਠੀਕ ਹੈ, ਪਰ ਲੇਕਿਨ ਜਿੰਨਾ ਕੁ ਸਮਝ ਆਇਆ ਹੈ ਨਾ, ਇਹ ਹੈ ਕਿ ਤੁਸੀਂ ਹੀ ਪਿਆਰ ਹੋ, ਤੁਸੀਂ ਹੀ ਖੁਸ਼ੀ ਹੋ, ਤੁਸੀਂ ਹੀ ਸ਼ਾਂਤੀ ਹੋ। ਜਦੋਂ ਤੁਸੀਂ ਇਹ ਮੰਨਣਾ ਸ਼ੁਰੂ ਕਰ ਦਿੰਦੇ ਹੋ ਆਪਦੇ ਆਪ 'ਚ, ਫੇਰ ਹੀ ਤੁਹਾਡੀ ਦੁਨੀਆ ਆਲੇ ਦੁਆਲੇ ਚੇਂਜ ਹੋਏਗੀ। ਸੋ ਉਹ ਇੱਕ ਮਤਲਬ ਦੁਨੀਆ ਦਾ ਸਭ ਤੋਂ ਵੱਡਾ ਗੋਲ ਆਪਣਾ ਇਹੀ ਹੈ ਨਾ ਕਿ ਖੁਸ਼ ਰਹੀਏ ਯਾਰ, ਤੇ ਮਤਲਬ ਬਸ ਉਹ ਗੋਲ ਨੂੰ ਫੋਲੋ ਕਰਕੇ ਚੱਲ ਰਹੀ ਹਾਂ ਹਲੇ। ਪ੍ਰੈਕਟਿਸ ਹੈਲਪ ਕਰਦੀ ਹੈ ਸ਼ਾਂਭਵੀ? ਔਰ ਬਹੁਤ ਹੈਲਪ ਕਰ ਰਹੀ ਹੈ। ਮੈਂ ਤੁਹਾਨੂੰ ਐਕਸਪਲੇਨ ਕਰਕੇ ਦੱਸ ਨਹੀਂ ਸਕਦੀ ਹੈਗੀ ਕਿ ਕਿਵੇਂ ਹੈਲਪ ਕਰ ਰਹੀ ਹੈ। ਮੇਰੇ ਨਾਲ ਨਾ ਕੁਛ ਇਹੋ ਜਿਹੇ ਇਨਸੀਡੈਂਟਸ ਹੋਏ ਪਿਛਲੇ ਸਾਲ
ਜੋ ਮਤਲਬ ਬਿਲਕੁਲ ਹੀ ਮੈਂ ਕਹੂੰਗੀ ਵੀ ਵਰਸਟ ਇਨਸੀਡੈਂਟ ਸੀਗੇ ਮੇਰੀ ਲਾਈਫ ਦੇ ਹੁਣ ਤੱਕ। ਓਕੇ ਠੀਕ ਹੈ, ਤੇ ਮੇਰੇ ਤੋਂ ਉਹ ਸਾਰਾ ਕੁਝ ਹੈਂਡਲ ਕਰਨਾ ਮੈਨੂੰ ਜਮਾਂ ਸਮਝ ਹੀ ਨਹੀਂ ਆ ਰਿਹਾ ਸੀ ਵੀ ਮੈਂ ਯਾਰ ਕਿਵੇਂ ਠੀਕ ਹੋਵਾਂ, ਮੈਂ ਕਿਵੇਂ ਹੈਂਡਲ ਕਰਾਂ। ਤੇ ਕੈਮਰੇ ਦੇ ਸਾਹਮਣੇ ਤੁਸੀਂ ਹਰ ਵਾਰ ਉਵੇਂ ਪ੍ਰੈਜ਼ੈਂਟ ਨਹੀਂ ਕਰ ਸਕਦੇ ਆਪਦੇ ਆਪ ਨੂੰ। ਸਾਡਾ ਕੰਮ ਇਹੋ ਜਿਹਾ ਕਿ ਸਾਨੂੰ ਹੱਸਣਾ ਹੀ ਪਊਗਾ, ਠੀਕ ਹੈ, ਸਾਨੂੰ ਖੁਸ਼ ਹੋ ਕੇ ਹੀ ਗੱਲਾਂ ਕਰਨੀਆਂ ਪੈਣਗੀਆਂ, ਸਾਨੂੰ ਹਾਸੀ ਮਜ਼ਾਕ ਕਰਨਾ ਹੀ ਪਊਗਾ। ਪਰ ਅੰਦਰੋਂ ਤੁਸੀਂ ਜਿੰਨੇ ਮਰਜ਼ੀ ਟੁੱਟੇ ਹੋਏ ਹੋਗੇ, ਉਹ ਤੁਸੀਂ ਹਰ ਵਾਰ ਨਹੀਂ ਲੋਕਾਂ ਦਾ, ਤੁਹਾਡੇ ਘਰ ਦੇ ਵੀ ਨਹੀਂ ਤੁਹਾਨੂੰ 24 ਘੰਟੇ ਇੱਦਾਂ ਦੇਖ ਸਕਦੇ ਹੈਗੇ ਵੀ ਯਾਰ ਤੂੰ ਹਮੇਸ਼ਾ ਹੀ ਤੈਨੂੰ ਕੁਛ ਨਾ ਕੁਛ ਪ੍ਰੋਬਲਮ ਕੀ ਹੈ, ਹੈ ਨਾ, ਵੀ ਕਿਉਂ ਇੰਨਾ ਦੁਖੀ ਫਿਰਦੇ ਹੋ ਤੁਸੀਂ, ਕਿਉਂ ਇੰਨੀ ਉਦਾਸ ਹੋ, ਜਾਂ ਕੀ ਪ੍ਰੋਬਲਮ ਆ ਰਹੀ ਹੈ। ਬਟ ਮੈਂ ਬਹੁਤ ਚੀਜ਼ਾਂ ਟਰਾਈ ਕਰਕੇ ਦੇਖੀਆਂ ਲਾਸਟ ਈਅਰ, ਠੀਕ ਹੈ, ਕਿ ਵੀ ਯਾਰ ਮੈਨੂੰ ਜੋ ਵੀ ਚੀਜ਼ ਪਰੇਸ਼ਾਨ ਕਰ ਰਹੀ ਹੈ ਮੈਂ ਉਹਨੂੰ ਓਵਰਕਮ ਕਰ ਸਕਾਂ, ਮੈਂ ਉਹਨੂੰ ਓਵਰਕਮ ਕਰ ਸਕਾਂ। ਮੈਂ ਹਾਲੇ ਤੱਕ ਪੂਰੀ ਤਰ੍ਹਾਂ ਓਵਰਕਮ ਨਹੀਂ ਕਰ ਪਾਈ, ਪਰ ਮੈਨੂੰ ਜਿੰਨਾ ਅਸਰ ਸ਼ਾਂਭਵੀ ਦੇ ਕਰਕੇ ਆਪਦੇ ਅੰਦਰ ਇੱਕ ਸੈਟਲਮੈਂਟ ਜੀ ਫੀਲ ਹੋ ਰਹੀ ਹੈ ਨਾ, ਪਤਾ ਨਹੀਂ ਕਿਵੇਂ ਉਹ ਮੈਡੀਟੇਸ਼ਨ ਨੇ ਮੈਨੂੰ ਹੈਲਪ ਕੀਤਾ। ਮੈਂ ਸੱਚੀ ਵਰਡਸ ਦੇ ਵਿੱਚ ਐਕਸਪਲੇਨ ਕਰਕੇ ਦੱਸ ਨਹੀਂ ਸਕਦੀ ਹੈਗੀ ਕਿ 21 ਮਿੰਟ ਦੀ ਉਹ ਮੈਡੀਟੇਸ਼ਨ ਹੁੰਦੀ ਹੈ ਸਵੇਰੇ ਸ਼ਾਮ 4 ਘੰਟੇ ਦੇ ਗੈਪ 'ਤੇ, ਤੁਸੀਂ ਜਦੋਂ ਮਰਜ਼ੀ ਕਰ ਲਓ। ਪਰ ਉਹਨੇ ਇਹੋ ਜਿਹਾ ਸੈਟਲਮੈਂਟ ਜੀ ਕਰਨੀ ਸ਼ੁਰੂ ਕੀਤੀ ਆਪਦੇ ਅੰਦਰ, ਇਹੋ ਜਿਹਾ ਵੀ ਹੁਣ ਚੀਜ਼ਾਂ ਐਵੇਂ ਲੱਗਦਾ ਵੀ ਇੱਥੇ ਤੱਕ ਆ ਕੇ ਰੁਕ ਜਾਂਦੀਆਂ, ਅੰਦਰ ਨਹੀਂ ਬੈਠ ਰਹੀਆਂ ਹੈਗੀਆਂ। ਕੁਛ ਵੀ ਦੁੱਖ ਪਰੇਸ਼ਾਨੀ ਹੈ ਨਾ, ਉਹ ਐਵੇਂ ਲੱਗਦਾ ਵੀ ਇੱਕ ਬਾਉਂਡਰੀ ਜੀ ਕ੍ਰੀਏਟ ਹੋ ਗਈ। ਵੈਰੀ ਵੈਰੀ ਪਾਵਰਫੁਲ। ਵਾਓ। ਹਾਲੇ ਮੈਨੂੰ ਬਹੁਤ ਥੋੜੇ ਦਿਨ ਹੋਏ ਨੇਗੇ, 40 ਡੇਜ਼ ਦਾ ਉਹਨਾਂ ਦਾ ਸਾਈਕਲ ਹੁੰਦਾ ਮੰਡਲਾ, ਹਾਂਜੀ, ਤੇ ਮੇਰੇ ਹਲੇ 30 ਡੇਜ਼ ਵੀ ਪੂਰੇ ਨਹੀਂ ਹੋਏ ਹੈਗੇ। ਓਕੇ। ਬਟ ਉਹ ਇੱਕ ਸੈਟਲਮੈਂਟ, ਇੱਕ ਐਂਕਰ ਆਪਦੇ ਅੰਦਰ ਵੀ ਜਿਵੇਂ ਕੁਛ ਤਾਂ ਹੈ ਜੋ ਮੈਨੂੰ ਸੰਭਾਲ ਕੇ ਰੱਖ ਰਿਹਾ ਹੈ। ਇੰਨਾ ਵਰਕ ਕਰਦਾ ਮੈਡੀਟੇਸ਼ਨ। ਤੁਸੀਂ ਯਾਰ ਉਹੀ ਜਿਹੀ ਹੁੰਦੇ ਹੋ, ਆਈ ਨਹੀਂ ਹੈਗਾ ਕਿ ਤੁਹਾਨੂੰ ਕੁਛ ਮੈਜੀਕਲ ਫਰਕ ਦਿਖੂਗਾ ਮੈਡੀਟੇਸ਼ਨ ਤੋਂ ਬਾਅਦ ਵੀ ਉਹ ਤੁਸੀਂ ਐਂ 360 ਚੇਂਜ ਹੋ ਗਏ। ਸਿਰਫ ਤੁਹਾਨੂੰ ਆਪਦੇ ਅੰਦਰੋਂ ਇੱਕ ਹੌਲੀ ਹੌਲੀ ਚੇਂਜ ਨਾ, ਮਤਲਬ ਐਕਸਪਲੇਨ ਹੀ ਨਹੀਂ ਕੀਤਾ ਜਾ ਸਕਦਾ ਹੈਗਾ ਕਿ ਉਹ ਅੰਦਰੋਂ ਤੁਹਾਡੇ ਅੰਦਰ ਕਿਵੇਂ ਇੱਕ ਬਦਲਾਵ ਆਉਣਾ ਸ਼ੁਰੂ ਹੋ ਰਿਹਾ ਹੈਗਾ। ਜੋ ਚੀਜ਼ਾਂ ਨੂੰ ਤੁਸੀਂ ਪਹਿਲਾਂ ਐਵੇਂ ਫੜ ਕੇ ਬੈਠਦੇ ਸੀ, ਹੁਣ ਤੁਸੀਂ ਉਹਨਾਂ ਨੂੰ ਫੜਦੇ ਨਹੀਂ ਹੈਗੇ। ਇਹ ਬਦਲਾਵ ਹੈ ਬਸ ਇੰਨਾ ਕੁ ਕਿ ਤੁਸੀਂ ਯੂ ਲੈਟ ਐਵਰੀਥਿੰਗ ਪਾਸ। ਜੇ ਇੱਕ ਵੈਲੈਂਟਾਈਨ ਸਪੈਸ਼ਲ ਲੈਟਰ ਜੇ ਤੁਸੀਂ ਆਪਣੇ ਆਪ ਨੂੰ ਲਿਖਣਾ ਹੋਵੇ, ਹੈ ਨਾ, ਉਹ ਕੌਣ ਸੀ ਖੂਬੀ ਹੈ ਜਿਹਦੇ ਲਈ ਤੁਸੀਂ ਆਪਣੇ ਆਪ ਨੂੰ ਆਈ ਲਵ ਯੂ ਲਿਖੋਗੇ? ਮੈਂ ਆਪਦੇ ਆਪ ਨੂੰ ਆਈ ਲਵ ਯੂ ਲਿਖੂੰਗੀ ਕਿ ਮੈਂ ਹਾਲੇ ਤੱਕ ਉਮੀਦ ਨਹੀਂ ਛੱਡੀ ਇਸ ਚੀਜ਼ ਵਾਸਤੇ, ਕਿ ਜੋ ਵੀ ਚੰਗਾ ਮਾੜਾ ਜੋ ਵੀ ਹੋਇਆ ਜ਼ਿੰਦਗੀ ਦੇ ਵਿੱਚ, ਉਮੀਦ ਬਰਕਰਾਰ ਹੈ ਤੇ ਮਰਦੇ ਦਮ ਤੱਕ ਰਹੂਗੀ। ਹਾਂ, ਮਤਲਬ ਜਿੱਦਾਂ ਤੁਸੀਂ ਦੱਸ ਰਹੇ ਸੀ ਕਿ ਵੀ ਮਤਲਬ ਆਰਟੀਫਿਸ਼ੀਅਲ ਬਣਨਾ ਪੈਂਦਾ ਬੇਸਿਕਲੀ, ਕਿ ਮਤਲਬ ਕਹਿਣ ਦਾ ਮਤਲਬ ਆਰਟੀਫਿਸ਼ੀਅਲ ਨਹੀਂ ਮੈਂ ਕਹੂੰਗੀ, ਪਰ ਇਹ ਹੈ ਕਿ ਤੁਸੀਂ 100% ਆਪਦਾ ਆਪ ਨਹੀਂ ਹੋ ਪਾਉਂਦੇ ਹਰ ਟਾਈਮ ਦੇ ਉੱਤੇ। ਹੁਣ ਮੈਂ ਤੁਹਾਨੂੰ ਅੱਜ ਪਹਿਲੀ ਵਾਰੀ ਮਿਲੀ ਹਾਂ, ਜੇ ਮੈਂ ਆ ਕੇ ਮੈਂ ਇੱਥੇ ਕਰਨ ਲੱਗ ਜਾਵਾਂ ਵੀ ਯਾਰ ਮੈਨੂੰ ਤਾਂ ਆਹ ਚੀਜ਼ਾਂ ਦਾ ਸਟ੍ਰੈਸ ਹੈ, ਤੁਸੀਂ ਨਹੀਂ ਕਰ ਸਕਦੇ ਨਾ। ਇਹ ਤੁਸੀਂ ਆਪਦੀ ਨਾਰਮਲ ਲਾਈਫ ਦੇ ਵਿੱਚ ਵੀ ਜੇ ਕਿਸੇ ਨੂੰ ਵੀ ਮਿਲਦੇ, ਤੁਸੀਂ ਇੱਕਦਮ ਹੀ ਥੋੜੀ ਨਾ ਆਪਦਾ ਦੁੱਖ ਸੁੱਖ ਸਾਰਾ ਕੁਝ ਫੋਲਣ ਲੱਗ ਜਾਂਦੇ ਹੋਗੇ। ਸੋ ਤੁਹਾਨੂੰ ਕਿਸੇ ਨਾਲ ਵੀ ਆਪਦਾ 100% ਆਥੈਂਟਿਕ ਹੋਣ ਵਾਸਤੇ ਤੁਹਾਡੇ ਕਲੋਜ਼ ਬੌਂਡਸ ਹੁੰਦੇ ਨੇਗੇ, ਤੁਸੀਂ ਹਰ ਜਗ੍ਹਾ ਤੇ ਉਹੋ ਜਿਹੇ ਨਹੀਂ ਹੁੰਦੇ। ਤੇ ਕੈਮਰਾ ਦੇ ਸਾਹਮਣੇ ਤੁਸੀਂ ਵੈਸੇ ਹੀ ਇੱਕ ਹੱਸਦਾ ਹੋਇਆ ਚਿਹਰਾ, ਇੱਕ ਤੁਹਾਡੀ ਰਿਸਪੌਂਸਿਬਿਲਿਟੀ ਹੈ ਵੀ ਤੁਸੀਂ ਖੁਦ ਹੱਸਦੇ ਹੋਏ ਲੱਗੋ ਤੇ ਦੁਨੀਆ ਨੂੰ ਉਹੀ ਜਿਹੀ ਵਾਈਬ ਸੈਂਡ ਕਰੋ, ਹੈ ਨਾ। ਸੋ ਉਹ ਚੀਜ਼ ਹੁੰਦੀ ਹੈਗੀ, ਆर्टिफिशियल नहीं मैं कहूँगी इनू। पर इसके अंदर मतलब इसके अंदर अपने आप को नहीं भूल जा रहे हम, ऐसा नहीं लगता? ਕੰਮ ਹੈ, ਪ੍ਰੋਫੈਸ਼ਨਲ ਹੈ ਇਹ, ਪਰਸਨਲ ਨਹੀਂ ਹੈਗਾ ਨਾ। ਤੁਸੀਂ ਕੈਮਰਾ ਬੰਦ ਹੋ ਗਿਆ, ਤੁਸੀਂ ਆਪਦੇ ਕਮਰੇ 'ਚ ਜਾਓ, ਰੋਵੋ ਪਿੱਟੋ ਚੀਕਾਂ ਮਾਰੋ, ਜੋ ਮਰਜ਼ੀ ਕਰੋ, ਉਹ ਤੁਹਾਡੀ ਪਰਸਨਲ ਸਪੇਸ ਹੈ, ਤੁਸੀਂ ਜੋ ਮਰਜ਼ੀ ਕਰੋ। ਇੱਕ ਤੁਸੀਂ ਪਬਲਿਕ ਸਪੇਸ ਦੇ ਵਿੱਚ ਤੁਸੀਂ ਆਪਦੀ ਪਰਸਨਲ ਚੀਜ਼ਾਂ ਨਹੀਂ ਲੈ ਕੇ ਆ ਸਕਦੇ। ਤੁਹਾਡੇ ਨਾਲ ਵੀ ਤਾਂ ਇੱਦਾਂ ਹੁੰਦਾ ਹੀ ਹੋਊਗਾ ਨਾ, ਕਿਸੇ ਦਿਨ ਤੁਹਾਡਾ ਪੋਡਕਾਸਟ ਕਰਨ ਦਾ ਨਹੀਂ ਮਨ ਹੁੰਦਾ ਹੋਊਗਾ, ਤੁਹਾਡੇ ਦਿਮਾਗ 'ਤੇ ਹੋਰ ਟੈਨਸ਼ਨਾਂ ਚੱਲ ਰਹੀਆਂ ਹੋਣਗੀਆਂ, ਪਰ ਤੁਸੀਂ ਕਰਦੇ ਹੋ। ਐਵਰੀਬਡੀ ਸ਼ੋਜ਼ ਅਪ। ਜਿਹੜੇ ਬੰਦੇ 9 to 5 ਕੰਮ ਕਰਦੇ ਨੇ, ਚਲੋ ਉਹਨਾਂ ਕੋਲ ਇੰਨੀ ਕੁ ਲਿਬਰਟੀ ਹੈ, ਜੇ ਉਹ ਘਰੋਂ ਚਿੜੇ ਹੋਏ ਆਏ ਨੇ, ਉਹ ਆ ਕੇ ਚਿੜੇ ਹੋਏ ਰਹਿ ਲੈਣਗੇ ਉੱਥੇ। ਪਰ ਤੁਸੀਂ ਕੈਮਰਾ ਦੇ ਮੂਹਰੇ ਆ ਕੇ ਤਾਂ ਨਹੀਂ ਕਹੋਗੇ ਵੀ ਅੱਜ ਮੇਰਾ ਮੂਡ ਬਹੁਤ ਖਰਾਬ ਹੈ, ਮੈਂ ਚਿੜਿਆ ਹੋਇਆ, ਮੇਰਾ ਗੱਲ ਕਰਨ ਦਾ ਜੀ ਨਹੀਂ ਕਰ ਰਿਹਾ, ਮੈਂ ਨਹੀਂ ਤੁਸੀਂ ਜਦੋਂ ਬੋਲੋਗੇ ਤੁਸੀਂ ਖੁਸ਼ ਹੋ ਕੇ ਹੀ ਬੋਲੋਗੇ, ਰਾਈਟ। ਸੋ ਆਪਣੇ ਲਈ ਉਹ ਇੱਕ ਆਪਣੀ ਲਾਇਬਿਲਿਟੀ ਹੈ ਵੀ ਆਪਾਂ ਨੂੰ ਜਦੋਂ ਪ੍ਰੈਜ਼ੈਂਟ ਹੋਣਾ, ਸਾਨੂੰ ਖੁਸ਼ ਹੋ ਕੇ ਹੀ ਪ੍ਰੈਜ਼ੈਂਟ ਕਰਨਾ ਪਊਗਾ। ਮਤਲਬ ਇਹਦੇ ਨਾਲ ਹੀ ਚੱਲਣਾ ਪਏਗਾ ਆਪਾਂ ਨੂੰ। ਤੇ ਕਦੇ ਕਦੇ ਇਹ ਤੁਹਾਡੇ ਮੂਡ ਨੂੰ ਚੇਂਜ ਵੀ ਕਰ ਦਿੰਦਾ, ਕਦੇ ਕਦੇ ਤੁਸੀਂ ਚੇਂਜ ਵੀ ਹੋ ਜਾਂਦੇ ਹੋ, ਹੈ ਨਾ। ਤੁਸੀਂ ਭੁੱਲ ਵੀ ਜਾਂਦੇ ਹੋਗੇ ਵੀ ਯਾਰ ਹਾਂ ਮੈਨੂੰ ਤਾਂ ਆਈ ਕੋਈ ਟੈਨਸ਼ਨ ਸੀਗੀ, ਪਰ ਹੁਣ ਮੈਂ ਠੀਕ ਹੋ ਗਈ, ਮੇਰਾ ਹੁਣ ਮੂਡ ਸੈੱਟ ਹੈ। ਇਹ ਹੁੰਦਾ ਵੀ ਹੈ। ਸਾਡੇ ਕਾਲਜ 'ਚ ਇੱਕ ਲੜਕੀ ਹੁੰਦੀ ਸੀ ਮੇਰੀ ਹੋਸਟਲ 'ਚ, ਉਹ ਕਹਿੰਦੀ ਕਿ ਉਹਦੇ ਮੰਮੀ ਨੇ ਉਹਨੂੰ ਕਿਹਾ ਸੀ ਵੀ ਤੇਰਾ ਮੂਡ ਜਿੰਨਾ ਵੀ ਖਰਾਬ ਹੋਵੇ ਨਾ, ਵੀ ਤੁਸੀਂ ਨਹਾ ਧੋ ਕੇ ਸੋਹਣੇ ਰੈਡੀ ਹੋਣਾ ਹੈ, ਤੇ ਉਹਨੇ 'ਚ ਹੀ ਅੱਧਾ ਮੂਡ ਠੀਕ ਹੋ ਜਾਂਦਾ। ਕਈ ਵਾਰ ਆਪਣਾ ਮੂਡ ਖਰਾਬ ਹੁੰਦਾ, ਆਪਾਂ ਹੋਰ ਇੱਦਾਂ ਦੀ ਚੀਜ਼ਾਂ ਕਰਦੇ ਹਾਂ ਕਿ ਉਹ ਹੋਰ ਉਹਨੂੰ ਖਰਾਬ ਹੀ ਕਰਦੇ। ਹਾਂ, ਨਹੀਂ, ਉਹਨੂੰ ਤੋੜਨਾ ਜ਼ਰੂਰੀ ਹੈ। ਕਦੇ ਕਦੇ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਹੈ। ਪ੍ਰੋਸੈਸ ਕਰਨਾ ਵੀ ਬਹੁਤ ਜ਼ਰੂਰੀ ਹੈ। ਤੁਹਾਨੂੰ ਕਿਸੇ ਚੀਜ਼ 'ਤੇ ਬੁਰਾ ਲੱਗ ਰਿਹਾ, ਤੁਹਾਡਾ ਰੋਣ ਨੂੰ ਜੀ ਕਰ ਲਿਆ, ਰੋ ਲਓ, ਰੱਜ ਕੇ ਰੋ ਲਓ, ਠੀਕ ਹੈ। ਤੇ ਪਰ ਪ੍ਰੋਸੈਸ ਕਰਕੇ ਫਿਰ ਉਹਨੂੰ ਤੋੜੋ ਵੀ, ਹੈ ਨਾ। ਫਿਰ ਤਿਆਰ ਹੋਵੋ, ਉੱਠੋ, ਫਿਲਮ ਦੇਖਣ ਜਾਓ, ਪਾਰਟੀ ਕਰੋ, ਜੋ ਜੀ ਕਰਦਾ ਕਰੋ। ਆਪ ਦੀ ਫਿਲਮਾਂ ਜਾਂਦੇ ਹੋ ਤੁਸੀਂ ਦੇਖਣ ਟਿਕਟ ਲੈ ਕੇ,
ਜਾਂ ਪ੍ਰੀਮੀਅਰ ਤੇ ਦੇਖ ਕੇ ਬਸ ਉਤੋਂ ਅਟੈਂਡ Premiere ਤੇ ਗਲਤ ਹੈ ਯਾਰ, ਸਾਡੇ ਤੋਂ ਪੈਸੇ ਲਵਾਉਂਦੇ ਹੋ, ਆਪ ਦੀ ਤਾਂ ਦੇਖਣੀ ਯਾਰ ਮੈਂ ਚਾਹੀਦੀ ਹੈ। ਧੁਰੰਧਰ ਨਹੀਂ ਦੇਖਣ ਗਈ, ਮੈਂ ਬਾਰਡਰ 2 ਨਹੀਂ ਦੇਖਣ ਗਈ, ਤੇ ਮੈਂ ਉਹ ਮਤਲਬ ਬੱਚਿਆਂ 'ਚੋਂ ਆਉਂਦੀ ਆਂਗੀ ਹੈ ਨਾ ਵੀ ਜਦੋਂ ਮੈਂ ਕਾਲਜ ਪੜ੍ਹਦੀ ਹੁੰਦੀ ਸੀ, ਮੈਂ ਐਵੇਂ ਕਹਿੰਦੀ ਹੁੰਦੀ ਸੀ ਕਿ ਵੀ ਮੈਂ ਤਾਂ ਕੋਈ ਫਿਲਮ ਛੱਡੂੰਗੀ ਹੀ ਨਹੀਂ, ਵੀ ਮੈਂ ਉਦੋਂ ਮੈਂ ਇਕੱਲੀ ਜਾ ਕੇ ਵੀ ਫਿਲਮ ਦੇਖ ਆਉਂਦੀ ਹੁੰਦੀ ਸੀ, ਇੱਕ ਕੰਪਨੀ ਮਿਲੇ ਨਾ ਮਿਲੇ, ਮੈਂ ਫਸਟ ਸ਼ੋ ਜਾ ਕੇ ਦੇਖ ਆਉਣਾ। ਪਤਾ ਨਹੀਂ ਕਰਦੇ ਕਰਦੇ ਕੀ ਹੋ ਗਿਆ, ਹੁਣ ਲੇਜ਼ੀ ਜੇ ਹੋ ਗਏ। ਹੁਣ ਐਕਚੁਅਲੀ OTT ਨੇ ਬਹੁਤ ਚੀਜ਼ਾਂ ਬਦਲਤੀਆਂ ਨਾ, ਤੁਸੀਂ ਇੰਨੇ ਕੰਫਰਟੇਬਲ ਹੋ ਗਏ, ਤੁਹਾਨੂੰ ਪਤਾ ਵੀ ਯਾਰ ਆ ਜਾਏਗੀ, ਚੱਲ 1 ਮਹੀਨਾ ਵੇਟ ਕਰ ਲੈਂਦੇ ਆ, ਬਟ ਨਹੀਂ, ਸਿਨੇਮਾ ਹੁੰਦਾ ਤੇ ਚਾਹੀਦਾ। ਮੈਨੂੰ ਫੋਲੋ ਨਾ ਕਰਿਓ ਪਲੀਜ਼, ਦੇਖਣ ਜਾਇਓ। ਨਹੀਂ ਸੱਚ ਮੈਂ ਸਿਨੇਮਾ ਮੈਨੂੰ ਵੀ ਰਿਅਲਾਈਜ਼ ਹੋਇਆ ਵਿੱਚ, ਪਤਾ ਕਈ ਵਾਰੀ ਕਾਫੀ ਮੈਂ ਵੈਬ ਸੀਰੀਜ਼ ਇਕੱਠੀ ਦੇਖ ਲਈ ਸੀਗੀ ਇੱਕ ਵਾਰੀ, ਤੇ ਉਸ ਤੋਂ ਬਾਅਦ ਜਦੋਂ ਸਿਨੇਮਾ ਗਏ ਨਾ, ਉਹ ਪਤਾ ਲੱਗਿਆ ਵੀ ਉਹ ਡਿਫਰੈਂਸ ਦਾ, ਉਹ ਐਕਸਪੀਰੀਅੰਸ ਦਾ ਬਹੁਤ ਡਿਫਰੈਂਸ ਹੈ। ਮਤਲਬ ਉਹ ਤੁਸੀਂ ਐਕਸਪੀਰੀਅੰਸ ਹੀ ਕਰ ਸਕਦੇ ਹੋ, ਉੱਦਾਂ ਪ੍ਰੈਕਟੀਕਲੀ ਮਤਲਬ ਥਿਓਰੈਟੀਕਲੀ ਤਾਂ ਮੈਂ ਕਿਆ ਹੀ ਦੱਸਦਾ। ਹਾਂਜੀ। ਵੈਸੇ ਤੁਸੀਂ ਕਿਹੜੀ ਮੂਵੀ ਜਾਂ ਵੈਬ ਸੀਰੀਜ਼ ਦੇਖੀ ਲਾਸਟ ਜੋ ਤੁਹਾਡੇ ਨਾਲ ਸਟੇ ਕਰੀ ਕਾਫੀ ਟਾਈਮ ਤੱਕ? ਮੈਂ ਨਾ ਪਾਕਿਸਤਾਨੀ ਡਰਾਮਾ ਦੇਖਿਆ ਲਾਸਟ, ਓਕੇ ਮੇਰੇ ਪਾਸ ਤੁਮ ਹੋ। ਓਕੇ। ਬਹੁਤ ਸੋਹਣਾ ਲੱਗਿਆ, ਬਹੁਤ ਹੀ ਜ਼ਿਆਦਾ ਸੋਹਣਾ। ਉਹਦੇ 'ਚ ਨਾ ਮਤਲਬ ਜਿਵੇਂ ਉਹ ਡਰਾਮਾ ਨਾ ਬੇਵਫਾਈ ਦੇ ਉੱਤੇ PhD ਹੈ ਉਹ, ਅੱਛਾ। ਲਿਟਰਲੀ ਮਤਲਬ ਇਹੋ ਜਿਹੇ ਉਹਦੇ ਡਾਇਲੌਗਸ ਨੇ, ਉਹਦਾ ਬੈਕਗਰਾਊਂਡ ਮਿਊਜ਼ਿਕ ਹੈ, ਕੋਈ ਰਾਹਤ ਫਤਿਹ ਅਲੀ ਖਾਨ ਨੇ ਉਹਦਾ ਬੈਕਗਰਾਊਂਡ ਮਿਊਜ਼ਿਕ ਕੀਤਾ, ਓਕੇ। ਇੰਨਾ ਸੋਹਣਾ ਮਿਊਜ਼ਿਕ ਚੱਲਦਾ ਹੈਗਾ ਉਹ। ਜਦੋਂ ਉਹਦੇ 'ਚ ਨਾ ਇੱਦਾਂ ਹੁੰਦਾ ਕਿ ਜਿਹੜਾ ਹਸਬੈਂਡ ਹੈ ਉਹ ਆਪਦੀ ਵਾਈਫ ਨੂੰ ਬਹੁਤ ਪਿਆਰ ਕਰਦਾ ਹੈ, ਠੀਕ ਹੈ, ਉਹ ਇੰਨਾ ਕਮਾਉਂਦਾ ਨਹੀਂ ਹੈ, ਤੇ ਪਰ ਉਹ ਕਹਿੰਦਾ ਹੈਗਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੇਰੇ ਪਾਸ ਤੁਮ ਹੋ, ਓਕੇ। ਠੀਕ। ਤੇ ਉਹਦੀ ਵਾਈਫ ਨੂੰ ਥੋੜਾ ਜਿਹਾ ਹੁੰਦਾ ਹੈਗਾ ਵੀ ਨਹੀਂ ਯਾਰ ਵੀ ਹੈ ਨਾ, ਮੈਨੂੰ ਮਹਿੰਗੇ ਕੱਪੜੇ, ਮਹਿੰਗੇ ਨੈਕ ਪੀਸ, ਠੀਕ ਹੈ, ਤੇ ਮੇਰਾ ਇੱਕ ਸਟੇਟਸ ਹੋਵੇ, ਗੱਡੀਆਂ ਹੋਣ, ਇਹ ਉਹ, ਤੇ ਸ਼ੀ ਗੈਟਸ ਲਿਓਰਡ ਇਨਟੂ ਸਮਬਡੀ ਐਲਸ, ਜਿਹਦੇ ਕੋਲੇ ਕਿਸੇ ਹੋਰ ਆਦਮੀ ਕੋਲੇ ਜੇ ਇਹੋ ਜਿਹਾ ਜਿਹਦੇ ਕੋਲ ਸਟੇਟਸ ਹੁੰਦਾ, ਉਹਨੂੰ ਛੱਡ ਦਿੰਦੀ ਹੈ ਉਹ। ਓਕੇ। ਤੇ ਉਸ ਤੋਂ ਬਾਅਦ 'ਚ ਜਿਹੜਾ ਜਰਨੀ ਸ਼ੁਰੂ ਹੁੰਦੀ ਹੈ ਨਾ ਇਸ ਬੰਦੇ ਦੀ, ਬਹੁਤ ਖੂਬਸੂਰਤ, ਬਹੁਤ ਹੀ ਖੂਬਸੂਰਤ। ਇਹ ਕੱਲ ਵੀ ਕੋਈ ਤਾਰੀਫ ਕਰਕੇ ਗਿਆ ਪਾਕਿਸਤਾਨ ਡਰਾਮਾਸ ਦੀ, ਪਾਕਿਸਤਾਨੀ ਕਹਿੰਦੇ ਉਹਨਾਂ ਦੀ dramas ਮੂਵੀਜ਼ ਬਹੁਤ ਤਾਂ ਬਹੁਤ ਸੋਹਣੇ ਖਰਾਬ ਹੁੰਦੀਆਂ, ਪਰ ਉਹਨਾਂ ਦੇ ਡਰਾਮਾਸ ਬਹੁਤ ਡਰਾਮਾਸ ਬਹੁਤ ਹੁੰਦੇ ਸੋਹਣੇ ਨੇ, ਆ। ਬਹੁਤ ਹੀ ਸੋਹਣੇ। ਮੈਨੂੰ ਨਾ ਇੱਕ ਪ੍ਰੋਬਲਮ ਹੈ ਪਾਕਿਸਤਾਨੀ ਡਰਾਮਾਸ ਤੋਂ, ਉਹ ਪ੍ਰੋਬਲਮ ਇਹ ਹੈ ਵੀ ਉਹ ਰੋਂਦੇ ਬਹੁਤ ਜ਼ਿਆਦਾ ਨੇ। ਉਹ ਯਾਰ ਤੁਸੀਂ ਕੋਈ ਮਰਜ਼ੀ ਚੱਕ ਕੇ ਦੇਖ ਲਓ, ਉਹ ਬਹੁਤ ਜ਼ਿਆਦਾ ਰੋ ਰਹੇ ਹੁੰਦੇ ਨੇਗੇ। ਮੇਰੇ ਮੰਮਾ ਇੰਨੇ ਸਾਰੇ ਦੇਖਦੇ ਨੇਗੇ, ਮੈਂ ਕਹਿੰਦੀ ਯਾਰ ਮੰਮਾ ਪਲੀਜ਼, ਵੀ ਰੋਈ ਜਾ ਰਹੇ ਨੇਗੇ, ਕਿਸੇ ਟਾਈਮ ਤੇ ਹੱਸ ਕੇ ਗੱਲ ਨਹੀਂ ਕਰਦੇ, ਪਰ ਉਹ ਇੰਨੇ ਇੱਕ ਸੀਰੀਅਸ, ਇੰਟੈਂਸ ਤੇ ਐਡਿਕਟਿਵ ਨੇ, ਤੁਸੀਂ ਦੇਖਣਾ ਸ਼ੁਰੂ ਕਰ ਦਿਓ, ਤੁਸੀਂ ਨਹੀਂ ਛੱਡ ਸਕਦੇ। ਇੱਕ ਐਪੀਸੋਡ ਦੇਖੋਗੇ ਤੁਸੀਂ ਬੈਠ ਜਾਓਗੇ ਫਿਰ ਸਾਰੇ ਦੇਖਣ ਵਾਸਤੇ। ਹੁਣ ਮੈਂ ਮੇਰੇ ਪਾਸ ਤੁਮ ਹੋ ਵੀ ਜਦੋਂ ਮੈਂ ਦੇਖਿਆ, ਮੈਂ ਵੀ ਸਾਰੇ ਐਪੀਸੋਡਸ 'ਚ ਉਹਨਾਂ ਦੇ ਨਾਲ ਬਰਾਬਰ ਰੋਈ ਹੋਈ ਗਈ ਹਾਂ। ਕੋਈ ਇਹੋ ਜਿਹਾ ਨਹੀਂ ਸੀਗਾ, ਉਹ ਕੋਈ ਡਾਇਲੋਗ ਬੋਲਦੇ ਸੀ, ਉਹ ਇਹ ਜਿਹਾ ਦਿਲ ਤੇ ਵੱਜਦਾ ਸੀ ਉਹਨਾਂ ਦਾ ਡਾਇਲੋਗ, ਤੁਹਾਡਾ ਰੋਣਾ ਆਟੋਮੈਟਿਕਲੀ ਨਿਕਲੇ ਆਉਂਦਾ ਹੈਗਾ। ਬਟ ਉਹਨਾਂ ਦਾ ਪਾਕਿਸਤਾਨ ਦਾ YouTube ਤਾਂ ਇੱਧਰ ਬਲੌਕ ਹੈ ਨਾ ਆਪਣੇ, ਫਿਰ ਦੇਖਦੇ ਕਿੱਥੇ ਹੋ? ਨਹੀਂ, ਉਹਨਾਂ ਦਾ ਚੱਲ ਰਿਹਾ, ਚੱਲ ਗਿਆ? ਚੱਲ ਰਿਹਾ। ਓਕੇ। ਬਸ ਬਹੁਤ ਸਾਰੀਆਂ ਚੀਜ਼ਾਂ ਬਲੌਕ ਨੇ, ਪਰ ਆ ਚੱਲ ਰਿਹਾ ਹਜੇ। ਥੋੜਾ ਟਾਈਮ ਹੀ ਗਾ ਪਾਇਆ ਸੀ ਉਹਨਾਂ ਨੇ, ਹਾਨੀ ਆਮਿਰ ਔਰ ਦਿਲਜੀਤ ਦੇ ਟਾਈਮ ਤੇ। ਪਰ ਮੈਂ ਹਾਨੀਆ ਦੀ ਪ੍ਰੋਫਾਈਲ ਬੜੀ ਮਿਸ ਕਰਦੀ ਹਾਂ ਯਾਰ, ਸ਼ੀ ਵਾਸ ਫਨ ਔਨ ਇੰਸਟਾਗ੍ਰਾਮ, ਦੇਖ ਕੇ ਮਜ਼ਾ ਆਉਂਦਾ ਹੁੰਦਾ ਸੀਗਾ, ਉਹ ਹੁਣ ਥੋੜਾ ਮਿਸ ਕਰਦੇ ਆਂਗੇ। ਚਲੋ ਜੇ ਤੁਸੀਂ ਐਕਟਰ ਨਾ ਹੁੰਦੇ ਫਿਰ ਕੀ ਹੁੰਦਾ? ਫਿਰ ਮੈਂ ਬਸ ਕੈਨੇਡਾ ਜਾਂਦੀ, ਆਪਦੀ ਸਹੇਲੀਆਂ ਦੇ ਨਾਲ ਉੱਥੇ ਰਹਿੰਦੀ, ਮਜ਼ੇ ਨਾਲ ਪੂਰੀ ਮੌਜ ਕਰਦੀ। ਮੇਰੇ ਕੈਨੇਡਾ ਦੇ ਵਿੱਚ ਨਾ ਹਰ ਪ੍ਰੋਵਿੰਸ ਦੇ ਵਿੱਚ ਕਲੋਜ਼ ਫਰੈਂਡਸ ਨੇ, ਮਤਲਬ ਨਾਟ ਜਸਟ ਫਰੈਂਡਸ, ਪੂਰੇ ਕਲੋਜ਼ ਥਿਕ ਫਰੈਂਡਸ ਹਰ ਪ੍ਰੋਵਿੰਸ ਦੇ ਵਿੱਚ। ਤਾਂ ਫਿਰ ਮੈਨੂੰ ਕਦੇ ਕਦੇ ਆਈ ਹੁੰਦਾ ਹੈਗਾ, ਕਦੇ ਕਦੇ ਮੇਰਾ ਮਨ ਵੀ ਕਰਦਾ ਯਾਰ ਸਭ ਕੁਝ ਛੱਡ ਕੇ ਨਾ ਬਸ ਉੱਥੇ ਹੀ ਸੈਟਲ ਹੋ ਜਾਵਾਂ ਤੇ ਉੱਥੇ ਰਹਾਂ, ਕਿਉਂਕਿ ਤੁਹਾਡੇ ਦੋਸਤ ਤੁਹਾਡੇ ਨਾਲ ਹੋਣ, ਤੁਹਾਡੀ ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਹੈ। ਕਿ ਤੁਹਾਨੂੰ ਨਹੀਂ ਲੱਗਦਾ ਹੈਗਾ? है नहीं ना हमारे दोस्त ज़्यादा, हमारे दोस्त बिजनेस पार्टनर सब एक ही हो गए हम लोग। ਇਹ ਤਾਂ ਬਹੁਤ ਸੋਹਣੀ ਗੱਲ ਹੈ ਨਾ, ਫਿਰ ਤੁਸੀਂ ਆਪਦਾ ਕੰਮ ਵੀ ਇਕੱਠੇ ਕਰਨਾ ਹੈ, ਠੀਕ ਹੈ, ਬਟ ਇਹਦੀ ਇੱਕ ਮਾੜੀ ਚੀਜ਼ ਇਹ ਹੈ ਜੇ ਵਿਗਾੜ ਪੈ ਗਿਆ ਸਾਰਾ ਕੁਝ ਟੁੱਟ ਜਾਏ। ਸਹੀ ਗੱਲ ਹੈ, ਸਾਰਾ ਕੁਝ ਵਿੱਚ ਹੀ ਰਹਿ ਜਾਏ। ਸਹੀ ਕਹਿ ਰਹੇ ਹੋ, ਬਿਜ਼ਨਸ ਵੀ ਖਰਾਬ ਹੋ ਜੂ ਨਾਲ, ਦੋਸਤੀ ਦੇ ਨਾਲ ਟੱਚ ਬੜੇ ਜੋ ਕੁਝ ਨਾ ਹੋਵੇ। ਔਰ ਫ੍ਰੀ ਟਾਈਮ 'ਚ ਕਿਆ ਕਰਨਾ ਪਸੰਦ ਕਰਦੇ ਹੋ? ਵਾਕਿੰਗ, ਤਾਂ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਵਾਕਿੰਗ ਵਾਸਤੇ, ਮੈਨੂੰ ਫ੍ਰੀ ਟਾਈਮ ਹੋਊਗਾ। ਮੈਨੂੰ ਨਵੀਂ ਜਗ੍ਹਾਵਾਂ ਦੇਖਣੀਆਂ ਅੱਛੀ ਲੱਗਦੀਆਂ ਨੇ, ਠੀਕ ਹੈ। ਸੋ ਮਤਲਬ ਕੋਈ ਨਵਾਂ ਪਾਰਕ ਹੋ ਗਿਆ, ਕੋਈ ਸਾਡੇ ਘਰ ਦੇ ਕੋਲ ਨਾ ਭਾਖੜਾ ਜਾਂਦੀ ਹੈ, ਉੱਥੇ ਜਾ ਕੇ ਵਾਕ ਕਰਦੀ ਰਹਿੰਦੀ ਹਾਂ। ਸੋ ਉਸ ਤੋਂ ਇਲਾਵਾ ਮੂਵੀਜ਼ ਜਿੰਨੀ ਮਰਜ਼ੀ ਦਿਖਾ ਲਓ, ਸਾਰਾ ਮੈਂ ਨੈਟਫਲਿਕਸ ਆਲਮੋਸਟ ਖਾਲੀ ਕੀਤਾ ਪਿਆ। ਕਦੇ ਕਦੇ ਮੈਂ ਹੋ ਜਾਂਦੀ ਵੀ ਯਾਰ ਮੈਂ ਕੀ ਦੇਖਾਂ, ਮੈਂ ਆ ਵੀ ਦੇਖ ਚੁੱਕੀ। ਸੋ ਇਹ ਬਸ ਫ੍ਰੀ ਟਾਈਮ ਤੇ। ਅੱਛਾ, ਵੈਸੇ ਜਿੱਦਾਂ ਤੁਸੀਂ ਇਹ ਜਰਨੀ, ਐਕਟਿੰਗ ਵਾਲੀ ਜਰਨੀ ਚੱਲ ਰਹੀ, ਕਿੱਥੇ ਤੱਕ ਪਹੁੰਚ ਚੁੱਕੇ ਹੋ ਤੁਸੀਂ ਇਸ ਜਰਨੀ ਦੇ ਵਿੱਚ ਆਪਣੇ ਆਪ ਨੂੰ? ਜੇ 10 ਸਟੈਪ ਜਾਣਾ ਹੈ, ਕਿਹੜੇ ਸਟੈਪ ਤੇ ਵਾਲੀ? ਨਹੀਂ, ਮੈਨੂੰ ਲੱਗਦਾ ਹਾਲੇ ਤਾਂ ਮੈਂ ਅੱਧ ਤੋਂ 'ਚ ਹੀ ਆਈ ਹਾਂ, ਅੱਧ ਤੋਂ ਵੀ ਥੋੜਾ ਜਿਹਾ ਪਿੱਛੇ ਹੀ ਕਹੂੰਗੀ। ਓਕੇ। ਉਮੀਦ ਵੀ ਹੈ, ਕੋਸ਼ਿਸ਼ ਵੀ ਹੈ, ਠੀਕ ਹੈ, ਅੱਗੇ ਬਾਕੀ ਚਲੋ ਰੱਬ ਦੇ ਹੱਥ ਹੁੰਦਾ। ਮੇਰੀ ਤਾਂ ਇਹੀ
ਇੱਛਾ ਹੈ ਤੇ ਮੇਰੀ ਪੂਰੀ ਜਾਨ ਵੀ ਲੱਗੀ ਰਹੂਗੀ ਇਸ ਚੀਜ਼ ਤੇ ਕਿ ਆਈ ਵਿਲ ਐਕਟ ਟਿਲ ਮਾਈ ਲਾਸਟ ਬ੍ਰੈਥ। ਇੰਨਾ ਜ਼ਿਆਦਾ ਪਿਆਰ ਕਰਦੇ ਹੋ? ਬਹੁਤ। ਸਾਰੇ ਪ੍ਰੋਜੈਕਟਸ 'ਚੋਂ ਬੈਸਟ ਐਕਸਪੀਰੀਅੰਸ ਕਿਹੜਾ ਰਿਹਾ ਜਿਸ 'ਚ ਕੰਮ ਕਰਕੇ ਬਹੁਤ ਮਜ਼ਾ ਆਇਆ ਜਾਂ ਫਿਰ ਕੁਝ ਸਪੈਸ਼ਲ ਮੂਮੈਂਟ ਤੁਹਾਨੂੰ ਯਾਦ ਹੋਵੇ? ਸ਼ੌਂਕੀ ਸਰਦਾਰ ਬੈਸਟ ਐਕਸਪੀਰੀਅੰਸ, ਮਤਲਬ ਮਾਹੀ ਮੇਰਾ ਨਿੱਕਾ ਜਿਹਾ ਸੀਗਾ ਰੋਲ ਵਾਈਜ਼, ਠੀਕ ਹੈ, ਅਦਰਵਾਈਜ਼ ਸ਼ੌਂਕੀ ਸਰਦਾਰ ਦਾ ਐਕਸਪੀਰੀਅੰਸ ਮੈਨੂੰ ਬਹੁਤ ਸੋਹਣਾ ਲੱਗਿਆ। ਕਿਉਂ? ਮਜ਼ੇਦਾਰ ਸੀ, ਅੱਛਾ ਸੀ, ਵਾਈਬ ਡਿਫਰੈਂਟ ਸੀਗੀ ਤੇ ਬੱਬੂ ਮਾਨ ਸਰ ਦੇ ਨਾਲ ਨਾ ਮਤਲਬ ਉਹਨਾਂ ਨੇ ਫੀਲ ਹੀ ਨਹੀਂ ਹੋਣ ਦਿੱਤਾ ਹੈਗਾ ਜਮਾਂ ਵੀ ਕੁਛ ਇੱਦਾਂ ਵੀ ਬਹੁਤ ਵੱਡੇ ਸਟਾਰ ਨੇ, ਤੁਸੀਂ ਸੋਚ ਕੇ ਬੋਲਣਾ ਕਰਨਾ ਹੈ, ਬਹੁਤ ਕੰਫਰਟੇਬਲ ਜਿਹਾ ਸੀਗਾ। ਸੋ Okay. ਵਧੀਆ ਰਿਹਾ ਐਕਸਪੀਰੀਅੰਸ, ਮੈਮੋਰੇਬਲ। ਜਿਵੇਂ ਬੱਬੂ ਮਾਨ ਜੀ ਨੂੰ ਆਪਾਂ ਦੇਖਦੇ ਹਾਂ ਕਿਸੇ ਵੀਡੀਓਜ਼ 'ਚ ਕਿ ਉਹ ਆਪਣੇ ਪਿੰਡ ਦੇਸੀ ਜਿਹੇ ਤਰੀਕੇ ਨਾਲ ਰਹਿੰਦੇ ਜਮਾਂ ਆ, ਵੀ ਨੇ, ਰੀਅਲ 'ਚ ਵੀ ਨੇ। ਹਾਂ ਬਿਲਕੁਲ। ਅੱਛਾ, ਤੁਸੀਂ ਆਪਣੀ ਲਾਈਫ 'ਚ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕੀਤਾ? ਪਾਪਾ। ਪਤਾ ਹੈ ਉਹਨਾਂ ਨੂੰ? ਪਤਾ ਉਹਨਾਂ ਨੂੰ। ਕਈ ਇਹ ਵਾਰ ਤਾਂ ਐਵੇਂ ਦਾ ਪੁੱਛ ਵੀ ਰਹੇ ਕਿਉਂਕਿ ਬਹੁਤ ਲੋਕ ਦੱਸਦੇ ਨਹੀਂ। ਕਈ ਵਾਰ ਐਵੇਂ ਦਾ ਵੀ ਪਿਆਰ ਕਰਦੇ ਆਪਾਂ ਨਾ, ਆਪਾਂ ਪਿਆਰ ਕਰਦੇ ਰਹਿੰਦੇ ਬਟ ਉਹਨੂੰ ਨਹੀਂ ਪਤਾ ਦੱਸ ਨਹੀਂ ਹੁੰਦਾ। ਪਾਉਂਦੇ ਹੈਗੇ। ਨਹੀਂ ਮੈਂ ਬਹੁਤ ਓਪਨਲੀ ਤੇ ਇਹ ਇੰਟਰਵਿਊਜ਼ 'ਚ ਵੀ ਕਹਿ ਦਿੰਦੀ, ਉਹਨਾਂ ਦੇ ਸਾਹਮਣੇ ਵੀ ਕਹਿ ਦਿੰਦੀ ਹੁੰਦੀ ਹਾਂ। ਜੇ ਆਪਣੀ ਆਖਰੀ ਰਾਤ ਹੋਵੇ ਇਸ ਦੁਨੀਆ ਤੇ, ਫਿਰ ਤੁਹਾਨੂੰ ਸਭ ਤੋਂ ਜ਼ਿਆਦਾ ਦੁੱਖ ਕਿਸ ਚੀਜ਼ ਦਾ ਹੋਏਗਾ ਕਿ ਤੁਸੀਂ ਨਹੀਂ ਕੀਤੀ? ਵਿਆਹ ਨਹੀਂ ਹੋਇਆ ਮੇਰਾ। ਫਿਰ ਮੈਨੂੰ ਇਹ ਹੋਊਗਾ ਵੀ ਯਾਰ ਜੇ ਅੱਜ ਦੀ ਰਾਤ ਸਪੋਜ਼ ਕਰੋ ਮੇਰੀ ਆਖਰੀ ਰਾਤ ਵੀ, ਓਹੋ ਯਾਰ। ਚਾਹ ਹੈ ਵੀ ਆਦਾ? ਆਫਕੋਰਸ ਕਰਾਉਣਾ ਤਾਂ ਹੈਗੀ ਆਫਕੋਰਸ। ਅੱਛਾ, ਮੈਂ ਨਾ ਇੱਕ ਫਨ ਸੈਗਮੈਂਟ ਹੈ ਆਪਣਾ ਪੰਜਾਬੀ ਸਟਾਰਸ ਰੈਪਿਡ ਪਿਕਸ, ਓਕੇ। ਤੇ ਤੁਸੀਂ ਇੱਕ ਚੂਜ਼ ਕਰਨਾ ਹੈ। ਤੁਹਾਨੂੰ ਕਿਆ ਲੱਗਦਾ ਹੈ ਕਿ ਨੈਚੁਰਲ ਕੈਮਿਸਟਰੀ ਤੁਹਾਡੀ ਕਿਹੜੇ ਸਟਾਰ ਨਾਲ ਇਹਨਾਂ 'ਚੋਂ ਬਣੇਗੀ? ਕਈਆਂ ਨਾਲ ਤੁਸੀਂ ਆਲਰੇਡੀ ਕੰਮ ਕੀਤਾ ਹੋ ਸਕਦਾ ਹੈ, ਕਈਆਂ ਨਾਲ ਸ਼ਾਇਦ ਫਿਊਚਰ 'ਚ ਕਰੋਗੇ। ਇੱਕ ਚੂਜ਼ ਕਰਨਾ ਹੈ ਜਿਨ੍ਹਾਂ ਨਾਲ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੈਮਿਸਟਰੀ ਬਹੁਤ ਅੱਛੀ ਰਹੇਗੀ। ਹਾਂਜੀ। ਦਿਲਜੀਤ ਦੋਸਾਂਝ, ਐਮੀ ਵਿਰਕ, ਗੁਰਨਾਮ ਭੁੱਲਰ, ਪਰਮੀਸ਼ ਵਰਮਾ। ਤੇ ਇਮੋਸ਼ਨਲ ਬੌਂਡ? ਦਿਲਜੀਤ ਦੋਸਾਂਝ। ਤੁਹਾਡੇ 'ਚ ਇੱਕ ਚੀਜ਼ ਕਾਮਨ ਵੀ ਹੈ ਕਿ ਤੁਸੀਂ ਦੋਨੋਂ ਹੀ ਸਤਿਗੁਰੂ ਨੂੰ ਸੁਣਦੇ ਹੋ ਜਾਂ ਕਿਤੇ ਨਾ ਕਿਤੇ ਤੁਹਾਡੀ ਲਾਈਫ ਦਾ ਪਾਰਟ ਹੋ। ਉਹ ਇੱਕ ਕਨਵਰਸੇਸ਼ਨ ਸਟਾਰਟ ਹੋਣੀ ਸੌਖੀ ਹੋ ਜਾਏਗੀ। ਰਾਈਟ। ਤੇ ਜੇ ਕੋਈ ਇੰਟੈਂਸ ਫਿਲਮ ਕਰਨੀ ਹੋਏ ਤਾਂ ਤੁਹਾਨੂੰ ਕਿਆ ਲੱਗਦਾ ਕਿਹੜੇ ਐਕਟਰ ਪਰਫੈਕਟ ਹੋਣਗੇ? ਦੇਵ ਖਰੋੜ, ਬੱਬੂ ਮਾਨ, ਤਰਸੇਮ ਜੱਸੜ ਜਾਂ ਨਿੰਜਾ? ਦੇਵ ਖਰੋੜ। ਕਾਮੇਡੀ ਲਈ ਉਹ ਜੋ ਤੁਹਾਨੂੰ ਐਵੇਂ ਵੀ ਲੱਗਦਾ ਕਿ ਵਿੱਚ ਵੀ ਤੁਹਾਨੂੰ ਬਹੁਤ ਫਨ ਹੋਏਗਾ? ਬਿਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, BN ਸ਼ਰਮਾ। ਵੈਸੇ ਤਾਂ ਸੀਨੀਅਰ ਐਕਟਰਸ ਹੋ ਗਏ ਬਟ ਏਜ ਦੇ ਹਿਸਾਬ ਨਾਲ ਬਿਨੂ ਢਿੱਲੋਂ ਹੀ ਹੋਣਗੇ। ਰੋਮਾਂਟਿਕ ਲਈ ਤੁਸੀਂ ਕਿਹੜੇ ਐਕਟਰ ਨਾਲ ਕੰਮ ਕਰਨਾ ਚਾਹੋਗੇ? ਐਮੀ ਵਿਰਕ, ਗੁਰਨਾਮ ਭੁੱਲਰ, ਜੋਰਡਨ ਸੰਧੂ, ਰਣਜੀਤ ਬਾਵਾ। ਤਰਸੇਮ ਜੱਸੜ। ਓਕੇ। ਰੋਮਾਂਟਿਕ ਲਈ ਹੋਰ ਰਿਪੀਟ ਕਰ ਦਿੰਦੇ ਆ, ਠੀਕ ਹੈ? ਕੁਝ ਫਰੈਸ਼ ਗਿੱਪੀ ਗਰੇਵਾਲ, ਅਮਰਿੰਦਰ ਗਿੱਲ, ਧੀਰਜ ਕੁਮਾਰ, ਵਿਜੇ ਰੰਧਾਵਾ। ਅਮਰਿੰਦਰ ਗਿੱਲ ਐਂਡ BJ। ਫੀਮੇਲਸ ਤੁਹਾਨੂੰ ਕਿਆ ਲੱਗਦਾ ਕਿ ਅਗਰ ਇੱਕ ਪਾਵਰਫੁਲ ਵਿਮਨ ਸੈਂਟਰਿਕ ਫਿਲਮ ਹੈ ਤਾਂ ਤੁਹਾਡੀ ਜੋੜੀ ਕਿਹਦੇ ਨਾਲ ਵਧੀਆ ਲੱਗੇਗੀ? ਸਰਗੁਣ ਮਹਿਤਾ, ਸੋਨਮ ਬਾਜਵਾ, ਨੀਰੂ ਬਾਜਵਾ, ਮੈਂਡੀ ਠੱਕਰ। ਸਰਗੁਣ ਮਹਿਤਾ। ਔਰ ਇੱਕ ਅਗਰ ਮਿਊਜ਼ਿਕ ਵੀਡੀਓ ਕਰਨੀ ਹੋਏ ਤਾਂ ਕਿਹਨਾਂ ਨਾਲ ਆਈਕੋਨਿਕ ਵੀਡੀਓ ਬਣੇਗੀ? ਦਿਲਜੀਤ ਦੋਸਾਂਝ, ਪਰਮੀਸ਼ ਵਰਮਾ, ਗੁਰਨਾਮ ਭੁੱਲਰ ਜਾਂ ਅਮਰਿੰਦਰ ਗਿੱਲ? ਅਮਰਿੰਦਰ ਗਿੱਲ, ਪਰ ਮੇਰਾ ਨਾ ਰਣਜੀਤ ਬਾਵਾ ਨਾਲ ਮਿਊਜ਼ਿਕ ਵੀਡੀਓ ਕਰਨ ਦਾ ਬਹੁਤ ਮਨ ਹੈ। ਹਮਿੰਗ ਵਾਲੀ? ਉਹ ਇਸ ਲਈ ਕਿਉਂਕਿ ਨਾ ਮੈਨੂੰ ਲੱਗਦਾ ਹੈਗਾ ਕਿ ਜਿਵੇਂ ਮੈਂ 2-3 ਮਿਊਜ਼ਿਕ ਵੀਡੀਓਜ਼ ਕੀਤੇ, ਇੱਕ ਤਾਂ ਤਰਸੇਮ ਜੱਸੜ ਸਰ ਨਾਲ ਕੀਤੇ ਨੇਗੇ, ਠੀਕ ਹੈ, ਇੱਕ ਮੈਂ ਕੀਤੇ ਪਵਿੱਤਰ ਰਸੋਈ ਦੇ ਨਾਲ ਕੀਤੇ, ਇੱਕ ਅਰਜੈਂਟੀਨਾ ਦਾ ਕੀਤਾ, ਈਵਨ ਜਿਹੜਾ ਹਾਂਜੀ ਉਹਨਾਂ ਨਾਲ ਵੀ, ਤੇ ਬੱਬੂ ਮਾਨ ਸਰ ਨਾਲ ਵੀ ਜਿਹੜਾ ਕੀਤਾ, ਸਾਰਿਆਂ ਦੇ ਵਿੱਚ ਉਹਨਾਂ ਦੀ ਪੱਗ ਵਾਲੀ ਲੁੱਕ ਸੀਗੀ। ਤਾਂ ਮੈਨੂੰ ਲੱਗਦਾ ਵੀ ਮੇਰੀ ਨਾ ਉਹ ਲੁੱਕ ਉਵੇਂ ਜ਼ਿਆਦਾ ਸੂਟ ਕਰਦੀ ਹੈਗੀ ਕਿ ਮੇਰੇ ਸੂਟ ਹੋਵੇ, ਆਰਟਿਸਟ ਜਿਹੜਾ ਮੇਲ ਆਰਟਿਸਟ ਹੈ ਉਹ ਪੱਗ ਵਾਲਾ, ਸਰਦਾਰੀ ਵਾਲਾ, ਉਹ ਮੈਨੂੰ ਲੱਗਦਾ ਵੀ ਉਹ ਚੀਜ਼ ਦੇ ਵਿੱਚ ਵਧੀਆ ਲੱਗਦਾ। ਤਾਂ ਮੈਨੂੰ ਇੱਦਾਂ ਲੱਗਦਾ ਵੀ ਰਣਜੀਤ ਬਾਵਾ ਦੇ ਨਾਲ ਮਿਊਜ਼ਿਕ ਵੀਡੀਓ ਬਹੁਤ ਸੋਹਣੀ ਲੱਗੂਗੀ। ਪੱਗ ਨਾਲ ਦੀ ਚੁੰਨੀ ਹੋਵੇ। ਤੁਹਾਡੀ ਵੈਸੇ ਫੇਵਰਿਟ ਮਤਲਬ ਪਰਸਨੈਲਿਟੀ ਕਿਹੜੀ ਹੈ, ਮਤਲਬ ਸੂਟ ਵਾਲੀ ਜਾਂ ਵੈਸਟਰਨ ਵਾਲੀ? ਮੈਨੂੰ ਦੋਨੋਂ ਪਸੰਦ ਆ। ਦੋਨੋਂ? ਹਾਂ, ਵੈਸੇ ਪ੍ਰੋਫਾਈਲ ਤੇ ਮੈਂ ਦੇਖਿਆ ਸਾਰਾ ਹੀ ਕੁਝ ਵਧੀਆ ਲੱਗਦਾ ਤੁਹਾਡੇ। ਹਾਂਜੀ, ਮੈਨੂੰ ਵੈਸੇ ਮਤਲਬ ਔਨ ਕੈਮਰਾ ਫਿਲਮਸ ਵਾਸਤੇ ਮੈਨੂੰ ਸੂਟ ਵਾਲੀ ਪਰਸਨੈਲਿਟੀ ਜ਼ਿਆਦਾ ਵਧੀਆ ਲੱਗਦੀ ਹੈ, ਕਿਉਂਕਿ ਮੈਨੂੰ ਹੁੰਦਾ ਵੀ ਜੇ ਅਸੀਂ ਪੰਜਾਬੀ ਐਕਟਰ ਆ ਹੈ ਨਾ, ਤਾਂ ਉਹ ਚੀਜ਼ ਮੇਨਟੇਨਡ ਰਹੇ। ਪਰਸਨਲ ਲਾਈਫ ਦੇ ਵਿੱਚ ਮੈਨੂੰ ਥੋੜਾ ਹੁੰਦਾ ਕਿ ਵੀ ਕੈਜੂਅਲ ਆਫ ਦਾ ਵੈਸਟਰਨ ਆਊਟਫਿਟਸ ਪਾਓ, ਘੁੰਮਣ ਫਿਰਨ ਜਾਣਾ, ਉਸ ਅਕੋਰਡਿੰਗ ਠੀਕ ਲੱਗਦਾ। ਅਗਰ ਇੱਕ ਵੈਬ ਸੀਰੀਜ਼ ਜਾਂ OTT ਕੁਝ ਕਰਨਾ ਹੈ ਤਾਂ ਕਿਹਨਾਂ ਨਾਲ ਕਰਨਾ ਪਸੰਦ ਕਰੋਗੇ? ਵਾਮਿਕਾ, ਸਰਗੁਣ, ਸੋਨਮ ਜਾਂ ਨਿਮਰਤ ਖਹਿਰਾ? ਵਾਮਿਕਾ। ਕਮਰਸ਼ਲੀ ਵੈਸੇ ਤੁਹਾਨੂੰ ਮਤਲਬ ਕਿਸ 'ਚ ਜ਼ਿਆਦਾ ਮਜ਼ਾ ਆਉਂਦਾ ਹੈ, ਗਾਣਿਆਂ 'ਚ ਜਾਂ ਮੂਵੀ 'ਚ? ਮੂਵੀਜ਼, 100% ਮੂਵੀਜ਼। ਜ਼ਿਆਦਾ ਪੈਸੇ ਹੁੰਦੇ ਨੇ? ਨਹੀਂ ਪੈਸੇ ਕਮਰਸ਼ਲੀ ਦਾ ਮਤਲਬ ਇਹ ਹੈ ਜ਼ਿਆਦਾ ਪੈਸੇ? ਨਹੀਂ, ਪੈਸੇ ਤਾਂ ਹਾਲੇ ਬਲਕਿ ਥੋੜਾ ਫਿਲਮਾਂ ਦੇ ਵਿੱਚ ਘੱਟ ਨੇ। ਅੱਛਾ, ਹਾਂ, ਇਹ ਨਵੀਂ ਚੀਜ਼ ਪਤਾ ਲੱਗ ਰਹੀ ਹੈ, ਉਹ ਤਾਂ ਕਹਿ ਰਹੇ ਸੀ। ਕਿਉਂਕਿ ਤੁਸੀਂ ਨੰਬਰ ਆਫ ਡੇਜ਼ ਦੇ ਹਿਸਾਬ ਨਾਲ ਜੇ ਦੇਖੋ ਨਾ, ਕਿ ਉੱਥੇ ਤੁਸੀਂ ਇੰਨੇ ਦਿਨ ਕੰਮ ਕਰਨਾ, ਗਾਣੇ ਦੇ ਵਿੱਚ ਤੁਸੀਂ ਇੱਕ ਅੱਧੇ ਦਿਨ ਦੇ ਵਿੱਚ ਵੀ ਵਧੀਆ ਤੁਹਾਨੂੰ ਅਮਾਊਂਟ ਮਿਲ ਜਾਂਦੀ ਹੈ, ਸੋ ਉਸ ਹਿਸਾਬ ਨਾਲ। ਬਟ
ਪਿਆਰ ਮੇਰਾ ਫਿਲਮਾਂ ਨਾਲ ਹੀ ਹੈ ਜ਼ਿਆਦਾ। ਜਿਨ੍ਹਾਂ ਨਾਲ ਤੁਸੀਂ ਹੁਣ ਤੱਕ ਕੰਮ ਕੀਤਾ ਹੈ, ਸਾਰੇ ਐਕਟਰਸ ਨਾਲ ਮੇਲ, ਉਹਨਾਂ ਚੋਂ ਕਿਹੜੇ ਐਕਟਰ ਹੈ ਜਿਨ੍ਹਾਂ ਨਾਲ ਤੁਸੀਂ ਦੁਬਾਰਾ ਕੰਮ ਕਰਨਾ ਪਸੰਦ ਕਰੋਗੇ? ਬੱਬੂ ਮਾਨ ਸਰ ਨਾਲ ਵਾਪਸ ਤੋਂ ਕੰਮ ਕਰਨਾ ਪਸੰਦ ਕਰੂੰਗੀ। ਐਮੀ ਵਿਰਕ ਨਾਲ ਮੇਰਾ ਬਹੁਤ ਥੋੜ੍ਹਾ ਜਿਹਾ ਹੋਇਆ ਸੀਗਾ, ਮੈਂ ਉਹਨਾਂ ਦੀ ਫਿਲਮ ਦੇ ਵਿੱਚ ਸਪੈਸ਼ਲ ਅਪੀਅਰੈਂਸ ਤਾਂ ਕੀਤਾ ਸੀਗਾ, ਅਤੇ ਉਹਨਾਂ ਨਾਲ ਮੈਂ ਕਿਹੜੀ ਫਿਲਮ 'ਚ? ਮੌੜ ਦੇ ਵਿੱਚ, ਅਤੇ ਉਹਨਾਂ ਨਾਲ ਕਰਨਾ ਚਾਹੂੰਗੀ ਇੱਕ ਫੁੱਲ-ਫਲੈਜਡ ਵਧੀਆ ਤਰ੍ਹਾਂ, ਹੈ ਨਾ। ਸੇ ਵਧੀਆ ਕੋ ਆਰਟਿਸਟ ਰਹੇ ਨੇ, ਸਾਰਿਆਂ ਨਾਲ ਹੀ ਵਾਪਸ ਤੋਂ ਕੰਮ ਕਰ ਲਾਂਗੇ। ਔਰ ਵੈਸੇ ਕੋਈ ਡ੍ਰੀਮ ਪ੍ਰੋਜੈਕਟ ਹੈ ਕਿ ਇਸ ਡਾਇਰੈਕਟਰ ਨਾਲ ਜਾਂ ਇਸ ਐਕਟਰ ਦੇ ਨਾਲ ਸਕਰੀਨ ਸ਼ੇਅਰ ਕਰਨੀ ਹੈ ਜਾਂ ਇਹਨਾਂ ਦੇ ਅੰਡਰ ਕੰਮ ਕਰਨਾ ਹੈ? ਡ੍ਰੀਮ ਪ੍ਰੋਜੈਕਟ ਦੇ ਵਿੱਚ ਨਾ ਮੈਨੂੰ ਐਂ ਹੁੰਦਾ ਹੈਗਾ ਕਿ ਇੱਕ ਸਟੋਰੀ ਬੇਸਡ ਡ੍ਰੀਮ ਪ੍ਰੋਜੈਕਟ ਹੈ ਮੇਰਾ, ਕਿ ਮੈਨੂੰ ਫੀਮੇਲ ਸੈਂਟਰਿਕ ਕੋਈ ਸੋਹਣੀ ਜਿਹੀ ਫਿਲਮ ਕਰਨੀ ਹੈ, ਬਹੁਤ ਵਧੀਆ ਕੋਈ। ਜਿਵੇਂ ਨਾ ਮੈਨੂੰ ਅੰਮ੍ਰਿਤਾ ਪ੍ਰੀਤਮ ਦਾ ਮੈਂ ਬਾਰ-ਬਾਰ ਮੈਂਸ਼ਨ ਕਰਦੀ ਹੁੰਦੀ ਹਾਂ ਕਿ ਮੈਨੂੰ ਉਹਨਾਂ, ਜੇ ਕਦੇ ਜ਼ਿੰਦਗੀ ਦੇ ਵਿੱਚ ਕੋਈ ਮੌਕਾ ਇਹੋ ਜਿਹਾ ਮਿਲਿਆ ਅਤੇ ਉਹ ਮੇਰੇ ਕੋਲ ਆਏ, ਤਾਂ ਇਟ ਵਿਲ ਬੀ ਲਾਈਕ ਮਾਈ ਡ੍ਰੀਮ ਪ੍ਰੋਜੈਕਟ, ਜੇ ਮੈਨੂੰ ਉਹਨਾਂ ਦੀ ਬਾਇਓਪਿਕ ਦੇ ਉੱਤੇ ਕੰਮ ਕਰਨ ਨੂੰ ਮਿਲਿਆ। ਓਕੇ, एक गेम और करते हैं, द लव मैप गेम का नेम है। ਦ ਲਵ ਮੈਪ। ਓਕੇ, मैं ਤੁਹਾਨੂੰ ਇੱਕ ਵਰਡ ਬੋਲੂੰਗਾ ਹਾਂ ਤੇ ਤੁਸੀਂ 5-7-10 ਸੈਕਿੰਡ ਲੈ ਕੇ ਹਾਂ। ਦੱਸੋਗੇ। ਸੇਫ ਪਲੇਸ। ਮਾਈ ਸਿਸਟਰ ਰੂਬੀਨਾ। ਓਕੇ, ਉਹਨਾਂ ਕੋਲ ਜਾ ਕੇ ਤੁਸੀਂ ਸੇਫ ਫੀਲ ਕਰਦੇ ਹੋ। ਯਾ। ਦ ਐਂਕਰ। ਮਾਈ ਫਾਦਰ। ਤੁਹਾਨੂੰ ਪਤਾ ਹੀ ਹੁੰਦਾ ਨਾ ਕਿ ਤੁਹਾਡੇ ਸਭ ਤੋਂ ਜ਼ਿਆਦਾ ਸੋਲਿਡ ਸਪੋਰਟ ਤੁਹਾਡੀ ਫੈਮਿਲੀ ਦੇ ਵਿੱਚੋਂ ਹੀ ਤੁਹਾਨੂੰ ਮਿਲੂਗੀ। ਸੋ ਚਾਹੇ ਉਹ ਦਿਨ 'ਚ ਜਿੰਨਾ ਮਰਜ਼ੀ ਲੜਦੇ ਭਿੜਦੇ ਰਹੋ, ਕਦੇ ਤੰਗਾ ਕੀ ਯਾਰ ਕਰਦੇ ਹੋ, ਪਰ ਲੇਕਿਨ ਐਂਕਰ ਤਾਂ ਉਹੀ ਨੇਗੇ। ਮਿਰਰ। ਦ ਮਿਰਰ। ਮੇਰੀ ਫਰੈਂਡ ਹੈ ਗੱਬਰ। ਓਕੇ। ਉਹਦਾ ਨਾਮ ਗੀਤਾਂਜਲੀ, ਅਸੀਂ ਉਹਨੂੰ ਗੱਬਰ ਕਹਿ ਕੇ ਬੁਲਾਉਂਦੇ ਹਾਂ। ਠੀਕ ਹੈ। ਤੇ ਉਹ ਤੇ ਮੈਂ ਕਦੇ ਕਦੇ ਜਦੋਂ ਇਕੱਠੇ ਹੋ ਜਾਂਦੇ ਆਂਗੇ, ਫਿਰ ਅਸੀਂ ਮਤਲਬ ਹਾਂ ਇੱਕ ਦੂਜੇ ਵਰਗੀਆਂ ਹਰਕਤਾਂ ਜਿਹੀਆਂ ਬਹੁਤ ਕਰਨ ਲੱਗ ਜਾਂਦੇ। ਦ ਅਨਫਿਨਿਸ਼ਡ ਚੈਪਟਰ। ਅਨਫਿਨਿਸ਼ਡ ਚੈਪਟਰ ਨਾਮ ਨਹੀਂ ਲਊਂਗੀ। ਅਗਰ ਤੁਸੀਂ ਆਪਣੀ ਲਾਈਫ 'ਤੇ ਫਿਲਮ ਬਣਾਉਣੀ ਹੈ, ਹੁਣ ਤੱਕ ਜੋ ਵੀ ਤੁਹਾਡੀ ਜਰਨੀ ਰਹੀ ਹੈ ਜਾਂ ਤੁਹਾਡਾ ਥੋਟ ਪ੍ਰੋਸੈਸ ਹੈ, ਤਾਂ ਸਭ ਤੋਂ ਪਹਿਲੇ ਤਾਂ ਉਹ ਕਿਹੜੇ ਜਨਰ ਦੀ ਮੂਵੀ ਹੋਏਗੀ? ਸੋ ਫਾਰ ਆਈ ਥਿੰਕ ਉਹ ਡਰਾਮਾ, ਰੋਮਾਂਟਿਕ ਕਾਮੇਡੀ ਜੀ ਰਹੇਗੀ। और टाइटल क्या रहेगा ਉਹਦਾ? ਡ੍ਰੀਮ ਕੈਚਰ। ਡ੍ਰੀਮ ਕੈਚਰ। ਇਹ ਤਾਂ ਮੈਨੂੰ ਲੱਗਦਾ ਫਿਰ ਬਾਹਰ ਹੀ ਰਿਲੀਜ਼ ਹੋਏਗੀ, ਇੱਧਰ ਰਿਲੀਜ਼ ਨਹੀਂ ਹੋਣੀ ਹੈ। ਇਹਨੂੰ ਪੰਜਾਬੀ 'ਚ ਨਾਲ ਟਰਾਂਸਲੇਟ ਕਰ ਦਾਂਗੇ, ਕੀ ਬਣੂਗੀ ਟਰਾਂਸਲੇਸ਼ਨ ਨਾਲ ਪੰਜਾਬੀ? ਸੁਪਨੇ ਫੜਨ ਵਾਲਾ। ਦੇਖ ਲੈ, ਇੱਕ ਦੋ ਨੇ ਪੰਜਾਬੀ ਬੰਦਾ ਦੱਸ ਰਿਹਾ, ਸੁਪਨੇ ਫੜਨ ਵਾਲਾ ਨਹੀਂ। ਡ੍ਰੀਮ ਕੈਚਰ ਉਹ ਹੁੰਦੇ ਨਹੀਂ ਹੈਗੇ, ਘਰਾਂ ਦੇ ਵਿੱਚ ਲੱਗੇ ਹੁੰਦੇ ਨੇਗੇ, ਤੁਸੀਂ ਦੇਖੇ ਹੋਣਗੇ। ਉਸ ਹਿਸਾਬ ਨਾਲ ਮੈਂ ਹੁਣ ਅੱਛਾ, ਉਹ ਬਹੁਤ ਟਾਈਪਸ ਦੇ ਜਿਹੜੇ ਹੁੰਦੇ ਆ। हाँ ओके। अच्छा, आपको लगता है सक्सेस बनने के लिए सेल्फिश होना बहुत जरूरी है? टू सम पॉइंट यस। ਕਿਸੇ ਨਾ ਕਿਸੇ ਹੱਦ ਤੱਕ ਤਾਂ ਤੁਹਾਨੂੰ ਥੋੜ੍ਹਾ ਜਿਹਾ ਸੈਲਫਿਸ਼ ਹੋਣਾ ਪਊਗਾ, ਨਾਟ ਜਸਟ ਸਕਸੈਸਫੁਲ ਹੋਣ ਵਾਸਤੇ, ਲਾਈਫ ਦੇ ਵਿੱਚ ਵੀ। ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਪਹਿਲਾਂ ਵੀ, ਹੁਣ ਤੁਸੀਂ ਸਕਸੈਸਫੁਲ ਹੋਣਾ ਚਾਹੁੰਦੇ ਹੋ, ਠੀਕ ਹੈ, ਤੁਸੀਂ ਮਿਹਨਤ ਕਰ ਰਹੇ ਹੋ, ਤੁਹਾਨੂੰ ਆਪਦੇ ਕੰਮ ਨੂੰ ਟਾਈਮ ਦੇਣਾ ਪਊਗਾ, ਆਪਦੇ ਜੋ ਵੀ ਚਾਹੀਦਾ ਹੈ ਨਾ ਟਾਈਮ ਦੇਣ ਵਾਸਤੇ। ਅਤੇ ਉੱਧਰੋਂ ਤੁਹਾਡੇ ਫਰੈਂਡਸ ਕਹਿਣ ਵੀ ਨਹੀਂ ਨਹੀਂ ਨਹੀਂ, ਤੈਨੂੰ ਤਾਂ ਸਾਡੇ ਨਾਲ ਹੀ ਅੱਜ ਸਾਡੇ ਇਸ਼ੂਜ਼ ਰਿਸੋਲਵ ਕਰਾਉਣੇ ਪੈਣਗੇ, ਸਾਡੇ ਨਾਲ ਹੀ ਪਾਰਟੀ ਕਰਨੀ ਪਊ, ਸਾਡੇ ਨਾਲ ਹੀ ਫਿਲਮ ਦੇਖਣੀ ਜਾਣੀ ਪਊ। ਜੇ ਤੁਸੀਂ ਉਸ ਟਾਈਮ 'ਤੇ ਸੈਲਫਿਸ਼ ਨਹੀਂ ਹੋਵੋਗੇ, ਕਿਵੇਂ ਸਕਸੈਸਫੁਲ ਹੋਵੋਗੇ? ਸੋ ਬੈਲੈਂਸ ਹੁੰਦਾ ਹਰ ਇੱਕ ਚੀਜ਼ ਦਾ। ਇੰਨੇ ਵੀ ਸੈਲਫਿਸ਼ ਨਹੀਂ ਕਿ ਵੀ ਤੁਸੀਂ ਸਭ ਕੁਛ ਪਿੱਛੇ ਹੀ ਛੱਡ ਦਿਓ। ਹਰ ਕਿਸੇ ਦੀ ਸਕਸੈਸ ਦੀ ਡੈਫੀਨੇਸ਼ਨ ਅਲੱਗ ਹੁੰਦੀ ਹੈ, ਪਰ ਕੁਛ ਹੱਦ ਤੱਕ ਤਾਂ ਤੁਹਾਨੂੰ ਸੈਲਫਿਸ਼ ਹੋਣਾ ਪਊਗਾ ਨਾ। ਤੁਸੀਂ ਵੈਸੇ ਕਿਹੜੇ ਪੁਆਇੰਟ ਤੇ ਜਾ ਕੇ ਸੈਲਫਿਸ਼ ਹੋਏ? ਆਪਦੇ ਕੰਮ ਵਾਸਤੇ, ਕਿ ਠੀਕ ਹੈ, ਜਿੱਥੇ ਆਪਦੇ ਕੰਮ ਨੂੰ ਪ੍ਰਾਇਓਰਿਟੀ ਦੇਣ ਦੀ ਲੋੜ ਹੈ, ਉੱਥੇ ਤੁਸੀਂ ਹਰ ਕਿਸੇ ਨੂੰ ਐਂਟਰਟੇਨ ਨਹੀਂ ਕਰ ਸਕਦੇ ਹੈਗੇ। ਆਪਦੇ ਟਾਈਮ ਨੂੰ ਲੈ ਕੇ ਤੁਹਾਨੂੰ ਸੈਲਫਿਸ਼ ਹੋਣਾ ਪਊਗਾ ਕਿ ਆਪਦੇ ਟਾਈਮ ਨੂੰ ਵਾਈਜ਼ਲੀ, ਪ੍ਰੋਡਕਟਿਵਲੀ ਕਿਵੇਂ ਯੂਜ਼ ਕਰਨਾ। ਮੈਂ ਇਸ ਚੀਜ਼ 'ਚ ਮੈਂ ਬਹੁਤ ਸੈਲਫਿਸ਼ ਹਾਂ। ਮੈਨੂੰ ਮਤਲਬ ਇਹ ਬਹੁਤ ਹੁੰਦਾ ਹੈਗਾ ਕਿ ਮੇਰਾ ਟਾਈਮ ਨਾ ਕੋਈ ਅਨਪ੍ਰੋਡਕਟਿਵ ਚੀਜ਼ ਦੇ ਵਿੱਚ ਵੇਸਟ ਕਰੋ। ਜਨਰਲੀ ਜਦੋਂ ਮੈਂ ਕਾਫੀ ਜਿੱਦਾਂ ਇੰਟਰਵਿਊ ਸੁਣੇ ਵੀ ਹੈ, ਕਰੇ ਵੀ ਹੈ, ਦੇਖੇ ਵੀ ਹੈ, ਬਾਇਓਪਿਕ ਵੀ ਦੇਖਿਆ ਹੈ, ਹਰ ਸਕਸੈਸਫੁਲ ਬੰਦਾ ਨਾ ਕੁਛ ਨਾ ਕੁਛ ਲਾਈਫ 'ਚ ਸੈਕਰੀਫਾਈਸ ਕਰਦਾ। ਤੁਸੀਂ ਕੀਤਾ ਕੁਛ? ਕੈਨੇਡਾ ਜਾਣਾ। ਹੁਣ ਮੈਂ ਆਪਣੀ ਬੈਠੀ ਹੁੰਦੀ ਸਹੇਲੀਆਂ ਦੇ ਕੋਲੇ ਨਾ, ਅਸੀਂ ਰੋਜ਼ ਹਰ ਵੀਕਐਂਡ ਦੇ ਉੱਤੇ ਮੇਰੀ ਸਹੇਲੀਆਂ ਨਾ ਹਰ ਵੀਕਐਂਡ 'ਤੇ ਬੈਂਫ ਚਲੀਆਂ ਜਾਣਗੀਆਂ, ਠੀਕ ਹੈ। ਅੱਜ ਅਸੀਂ ਬੈਂਫ ਚੱਲੇ ਹਾਂ, ਫਿਰ ਅਗਲੇ ਵੀਕਐਂਡ ਫੋਨ ਕਰੋ, ਅੱਜ ਅਸੀਂ ਬੈਂਫ ਪਾਰਟੀ ਕਰ ਰਹੇ ਹਾਂ, ਅੱਜ ਅਸੀਂ ਹਾਈਕਿੰਗ ਕਰ ਰਹੇ ਹਾਂ। ਬੈਂਫ ਪਾਰਟੀ ਕੀ ਹੁੰਦਾ? ਮਤਲਬ ਬੈਂਫ ਜਾ ਕੇ ਉੱਥੇ ਹਾਈਕਿੰਗ ਵਗੈਰਾ ਪਾਰਟੀ ਜੋ ਵੀ ਕਰ ਰਹੇ ਹਾਂਗੇ, ਅਤੇ ਉਹ ਫਿਰ ਉਹ ਚੀਜ਼ ਮਿਸ ਕਰਦੀਆਂ ਨਾ ਵੀ ਯਾਰ ਇਹ ਸਾਰਾ ਟਾਈਮ ਇਕੱਠੇ ਹੁੰਦੀਆਂ ਨੇ, ਕੁਛ ਨਾ ਕੁਛ ਕਰਦੀ ਰਹਿੰਦੀਆਂ ਨੇ। ਫਿਰ ਤੁਸੀਂ ਵੀ ਚੜਾਉਂਦੇ ਹੋ ਨੈਕਸਟ ਡੇ ਰੀਲ ਪਾ ਕੇ ਘੈਂਟ ਜੀ? ਮੈਂ ਕੀ ਚੜਾਉਣਾ ਯਾਰ, ਇਹੀ ਸੈਕਰੀਫਾਈਸ ਕੀਤਾ। ਮਿਸ ਕਰਦੇ ਹੋ ਉਹਨਾਂ ਨੂੰ ਤੁਸੀਂ? ਫਰੈਂਡਸ ਦੀ ਨਾ ਕਈ ਵਾਰੀ ਗੱਲ ਆ ਗਈ ਵਿੱਚ, ਤੁਸੀਂ ਜ਼ਿਆਦਾ ਮਿਸ ਕਰਦੇ ਹੋ, ਮੈਨੂੰ ਦੇਖਿਆ। ਹਾਂ, ਕਿਉਂਕਿ
ਰਹੇ ਨਹੀਂ ਹੈਗੇ, ਮੇਰੇ ਕੋਲੇ ਨਹੀਂ ਨਾ ਹੈਗੇ ਹੁਣ ਇਸ ਟਾਈਮ ਦੇ ਇੰਡਸਟਰੀ 'ਚ ਨਹੀਂ ਬਣੇ ਨਵੇਂ ਫਰੈਂਡ? ਇੰਡਸਟਰੀ ਦੇ ਵਿੱਚ ਨਾ ਤੁਹਾਡੀ ਜਾਣ ਪਹਿਚਾਣ ਅੱਛੀ ਹੋ ਜਾਂਦੀ ਹੈ, ਐਕੁਆਇੰਟੈਂਸਿਸ ਹੁੰਦੇ ਨੇ, ਠੀਕ ਹੈ, ਤੁਸੀਂ ਮਿਲਦੇ ਹੋ, ਤੁਸੀਂ ਬਹੁਤ ਖੁਸ਼ੀ ਨਾਲ ਮਿਲਦੇ ਹੋ। ਕੋਈ ਬਹੁਤ ਮੈਂ ਕਹਾਂ ਵੀ ਮੇਰੀ ਬਹੁਤ ਸਟਰੋਂਗ ਫਰੈਂਡਸ਼ਿਪ ਹੈ ਕਿਸੇ ਨਾਲ, ਇੱਦਾਂ ਦਾ ਕੁਛ ਨਹੀਂ ਹੈਗਾ। ਵੈਸੇ ਲੋਕੀ ਹੈ ਐਵੇਂ ਦੇ ਜਿਵੇਂ ਦੇ ਫੇਸ ਤੇ ਹੁੰਦੇ ਇੰਡਸਟਰੀ ਦੇ ਵਿੱਚ? ਹਾਂ ਹੁਣ ਹੈਗੇ ਆ, ਮੈਂ ਤਾਂ ਉਹੀ ਹੈ ਵੀ ਹਰ ਤਰ੍ਹਾਂ ਦੇ ਲੋਕ ਮਿਲਦੇ ਤੁਹਾਨੂੰ, ਹਰ ਤਰ੍ਹਾਂ ਦੇ ਹੁੰਦੇ ਨੇਗੇ। ਕਈ ਬਹੁਤ ਅੱਛੇ ਲੋਕ ਵੀ ਨੇ, ਕਈ ਉਹੋ ਜਿਹੇ ਵੀ ਨੇਗੇ ਜਿਹੋ ਜਿਹੇ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਐਗਜ਼ਾਮਪਲ ਦੱਸੀ ਵੀ ਉਹੀ ਬਸ ਕੋਈ ਗੋਲੀਆਂ ਪਾਉਣ ਵਾਲੇ ਵੀ ਹੈਗੇ ਨੇਗੇ, ਠੀਕ ਹੈ, ਵੀ ਬਸ ਉਹੀ ਵੀ ਹਾਂ ਜੀ ਆਪਾਂ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਉਹ ਤੁਹਾਨੂੰ ਹੌਲੀ ਹੌਲੀ ਕੰਮ ਕਰਕੇ ਪਤਾ ਲੱਗ ਜਾਂਦਾ ਹੈਗਾ ਵੀ ਤੁਸੀਂ ਕਿਹੜੀ ਗੱਲ ਨੂੰ ਸੀਰੀਅਸ ਲੈਣਾ, ਕਿਹੜੀ ਗੱਲ ਨੂੰ ਨਹੀਂ ਸੀਰੀਅਸ ਲੈਣਾ। ਵੈਸੇ ਇੰਡਸਟਰੀ ਜਿੰਨੀ ਹੈਪੀ ਤੇ ਰਿਚ ਸਕਰੀਨ ਤੇ ਦਿਖਦੀ ਹੈ ਉਨੀ ਹੈ ਵਿੱਚੋਂ? ਦੇਖੋ ਸਕਰੀਨ ਦੇ ਉੱਤੇ ਅਲੱਗ ਚੀਜ਼ ਹੈ ਨਾ, ਕਿਉਂਕਿ ਉਹ ਇੱਕ ਆਊਟਪੁੱਟ ਹੈ ਜੋ ਬਹੁਤ ਮਿਹਨਤ ਦੇ ਨਾਲ ਬਣਾ ਕੇ ਤੁਹਾਡੇ ਮੂਹਰੇ ਪ੍ਰੈਜ਼ੈਂਟ ਕਰਦੇ ਆ। ਕੋਈ ਸਕਸੈਸਫੁਲ ਹੁੰਦਾ, ਕੋਈ ਨਹੀਂ ਹੁੰਦਾ। ਪਿੱਛੇ ਐਂ ਕਹਿਣਾ ਕਿ ਨਹੀਂ ਜੀ ਪਿੱਛੇ ਤਾਂ ਸਾਰਾ ਕੁਝ ਬਹੁਤ ਖਰਾਬ ਹੈ, ਬਹੁਤ ਗਲਤ ਗੱਲ ਹੈ, ਇੱਦਾਂ ਨਹੀਂ ਹੈਗਾ। ਜਿਹੜੇ ਲੋਕ ਇੰਨੀ ਮਿਹਨਤ ਕਰਕੇ ਤੁਹਾਨੂੰ ਹਰ ਹਫਤੇ ਐਂਟਰਟੇਨ ਕਰ ਰਹੇ ਨੇ, ਕਈ ਫਿਲਮਾਂ ਤੋਂ ਤੁਹਾਨੂੰ ਇੰਸਪਾਇਰ ਕਰਦੇ ਨੇ, ਇੰਨੇ ਲੋਕਾਂ ਦੀ ਰੋਜ਼ੀ ਰੋਟੀ ਜਿੱਥੋਂ ਚੱਲਦੀ ਹੈ, ਇਟਸ ਅ ਵੈਰੀ ਬਿਊਟੀਫੁਲ ਪਲੇਸ। ਹਰ ਤਰ੍ਹਾਂ ਦੇ ਲੋਕ ਹੁੰਦੇ ਨੇ, ਠੀਕ ਹੈ, ਜ਼ਰੂਰੀ ਨਹੀਂ ਹੈ ਕਿ ਵੀ ਜੇ 4 ਮਾੜੇ ਲੋਕ ਹੈਗੇ ਨੇ ਤਾਂ ਉੱਥੇ 4 ਚੰਗੇ ਲੋਕ ਨਹੀਂ ਹੋਣਗੇ, ਉਹ ਵੀ ਹੈਗੇ ਨੇ, ਠੀਕ ਹੈ। ਸੋ ਉਹ ਆਪਦਾ ਪਰਸਪੈਕਟਿਵ ਹੈ। ਮੇਰੇ ਤੋਂ ਤਾਂ ਨਹੀਂ ਐਵੇਂ ਬੋਲਿਆ ਜਾਂਦਾ ਹੈਗਾ ਕਿ ਵੀ ਜਿੱਥੋਂ ਦਾ ਤੁਸੀਂ ਖਾਓ ਤੁਸੀਂ ਉਸੇ ਚੀਜ਼ ਨੂੰ ਨਿੰਦੀ ਜਾਓ, ਠੀਕ ਹੈ, ਵੀ ਨਹੀਂ ਯਾਰ ਇੱਥੇ ਐਵੇਂ ਨਹੀਂ। ਹਰ ਤਰ੍ਹਾਂ ਦੇ ਲੋਕ ਹਰ ਜਗ੍ਹਾ ਦੇ ਵਿੱਚ ਹੁੰਦੇ ਨੇਗੇ। ਤੁਸੀਂ ਆਪਦਾ ਠੀਕ ਰਹੋਗੇ, ਤੁਹਾਡੇ ਨਾਲ ਤੁਹਾਡਾ ਰਸਤਾ, ਤੁਹਾਡੇ ਨਾਲ ਉਹੋ ਜਿਹੇ ਲੋਕ ਜੁੜਨ ਲੱਗ ਜਾਂਦੇ ਨੇ ਜੋ ਤੁਹਾਡੇ ਵਰਗੇ ਹੁੰਦੇ ਨੇ। ਕੋਈ ਐਸਾ ਬਿਲੀਫ ਹੈ ਜੋ ਤੁਹਾਡਾ ਵਿਦ ਟਾਈਮ ਚੇਂਜ ਹੋਇਆ? ਪਹਿਲਾਂ ਨਾ ਮੈਨੂੰ ਜਿਵੇਂ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਕੰਮ ਕਰਦੀ ਹੁੰਦੀ ਸੀ ਉਦੋਂ ਪਤਾ ਨਹੀਂ ਹੁੰਦਾ ਸੀਗਾ ਕਿ ਵੀ ਤੁਸੀਂ ਐਜ਼ ਐਨ ਆਰਟਿਸਟ ਆਪਦੇ ਆਪ ਨੂੰ ਕਿਵੇਂ ਪ੍ਰੈਜ਼ੈਂਟ ਕਰਨਾ ਹੈ, ਠੀਕ ਹੈ। ਅਤੇ ਹਰ ਕੋਈ ਕਹਿੰਦਾ ਹੁੰਦਾ ਸੀ ਯਾਰ ਇਹਦੇ ਫਲਾਣੇ ਆਰਟਿਸਟ ਦੇ ਨਖਰੇ ਬੜੇ ਨੇ, ਉਹ ਕਹਿੰਦੇ ਸਾਨੂੰ ਆਹ ਚਾਹੀਦਾ, ਸਾਨੂੰ ਉਹ ਚਾਹੀਦਾ, ਇਹ ਚਾਹੀਦਾ। ਮੈਂ ਵੀ ਸੋਚਦੀ ਹੁੰਦੀ ਸੀਗੀ ਵੀ ਯਾਰ ਤੁਸੀਂ ਕੰਮ ਕਰਨ ਆਏ ਹੋ, ਹੈ ਨਾ, ਕੰਮ ਕਰੋ ਚੁੱਪ ਕਰਕੇ, ਵੀ ਆਹ ਕੀ ਹੋਇਆ ਵੀ ਤੁਹਾਨੂੰ ਸਾਨੂੰ ਆਹ ਵੀ ਚਾਹੀਦਾ, ਵੀ ਉਹ ਵੀ ਚਾਹੀਦਾ, ਉਹ। ਫਿਰ ਹੌਲੀ ਹੌਲੀ ਵਿਦ ਟਾਈਮ ਇਹ ਬਿਲੀਫ ਐਵੇਂ ਚੇਂਜ ਹੋਈ ਕਿ ਇੰਨੇ ਜ਼ਿਆਦਾ ਨਖਰੇ ਵੀ ਨਾ ਕਰੋ ਕਿ ਵੀ ਤੁਸੀਂ ਇਰੀਟੇਟ ਕਰਨਾ ਸ਼ੁਰੂ ਕਰ ਦਿਓ। ਬਟ ਐਜ਼ ਐਨ ਆਰਟਿਸਟ ਤੁਹਾਨੂੰ ਆਪਦੀ ਪ੍ਰੈਸਟੀਜ ਮੇਨਟੇਨ ਕਰਕੇ ਰੱਖਣੀ ਵੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਤੁਹਾਨੂੰ ਲੋਕ ਬਹੁਤ ਜ਼ਿਆਦਾ ਫਿਰ ਐਵੇਂ ਲਾਈਟਲੀ ਲੈਣ ਲੱਗ ਜਾਂਦੇ ਨੇ। ਜੇ ਤੁਸੀਂ ਜਮਾਂ ਵੀ ਨਹੀਂ ਨਾ ਕੁਛ ਕਹੋਗੇ ਵੀ ਹੁਣ ਜਿਵੇਂ ਪਹਿਲਾਂ ਇੰਨਾ ਟਾਈਮ ਵੇਟ ਕਰਨਾ ਪੈਂਦਾ ਸੀ, ਜੇ ਹੁਣ ਤੁਸੀਂ ਨਹੀਂ ਬੋਲੋਗੇ, ਠੀਕ ਹੈ, ਵੀ ਮੈਂ ਆਪਦੇ ਟਾਈਮ 'ਤੇ ਆਈ ਹਾਂ, ਮੇਰਾ ਕੰਮ ਮੇਰੇ ਟਾਈਮ 'ਤੇ ਕਰੋ, ਤਾਂ ਉਹ ਤੁਹਾਨੂੰ ਹੋਰ ਵੇਟ ਕਰਾਉਣਗੇ। ਉਹ ਫਿਰ ਉਹੀ ਹੈ ਨਾ, ਐਡਵਾਂਟੇਜ ਚੱਕਣ ਵਾਲੀ ਗੱਲਾਂ ਹੋ ਜਾਂਦੀਆਂ ਨੇਗੀਆਂ। ਫਿਰ ਇਹ ਬਿਲੀਫ ਮੇਰਾ ਵਿਦ ਟਾਈਮ ਚੇਂਜ ਹੋਇਆ ਕਿ ਪਹਿਲਾਂ ਮੈਂ ਬਹੁਤ ਹੀ ਐਕਸਟਰਾ ਪੋਲਾਈਟ, ਐਕਸਟਰਾ ਅਕੋਮੋਡੇਟਿੰਗ, ਐਕਸਟਰਾ ਹਰ ਇੱਕ ਚੀਜ਼ ਦੇ ਵਿੱਚ ਕੋਆਪਰੇਟਿਵ ਹੁੰਦੀ ਸੀ। ਅਤੇ ਉਹ ਮੈਨੂੰ ਰਿਅਲਾਈਜ਼ ਹੋਈ ਵੀ ਠੀਕ ਹੈ, ਬਹੁਤ ਜ਼ਿਆਦਾ ਕਿਸੇ ਦੇ ਸਿਰ ਦੇ ਉੱਤੇ ਡੰਡਾ ਰੱਖਣ ਦੀ ਲੋੜ ਨਹੀਂ ਵੀ ਮੈਂ ਆਏ ਨਾ ਆਪਾਂ ਉਹੋ ਜਿਹੀ ਪੋਜੀਸ਼ਨ 'ਤੇ ਆ ਕੇ ਵੀ ਆਪਾਂ ਐਵੇਂ ਕਰੀਏ, ਠੀਕ ਹੈ। ਬਟ ਲੇਕਿਨ ਆਪਦਾ ਜੋ ਇੱਕ ਬਣਦੀ ਰਾਈਟ ਹੈਗੀ ਹੈ ਉਹ ਜ਼ਰੂਰ ਤੁਹਾਨੂੰ ਕਨਵੇ ਕਰਨੀ ਚਾਹੀਦੀ ਹੈ ਅਤੇ ਉਹਦੇ ਵਾਸਤੇ ਖੜਨਾ ਚਾਹੀਦਾ। ਨਹੀਂ ਤਾਂ ਫੋਰ ਗਰੰਟਿਡ ਲੈਣ ਲੱਗ ਜਾਂਦੇ। ਐਕਟਰ ਹੋਣ ਦੇ ਸਭ ਤੋਂ ਵਧੀਆ ਪਲੱਸ ਪੁਆਇੰਟਸ ਕਿਆ ਹੈ ਔਰ ਨੈਗੇਟਿਵ ਪੁਆਇੰਟਸ ਕਿਆ ਹੈ? ਪਲੱਸ ਪੁਆਇੰਟਸ ਜੋ ਮੈਨੂੰ ਫੀਲ ਹੁੰਦੇ ਨੇ, ਹੈ ਨਾ, ਸਾਡੀ ਜਦੋਂ ਜਿਸ ਟਾਈਮ ਦੇ ਉੱਤੇ ਸ਼ੂਟ ਹੁੰਦਾ ਨਾ, ਇਟਸ ਅ ਵੈਰੀ ਗੁੱਡ ਫੈਸਿਲਿਟੀ, ਠੀਕ ਹੈ। ਸਾਡਾ ਟਰਾਂਸਪੋਰਟ, ਸਟੇ, ਫੂਡ, ਹਰ ਇੱਕ ਚੀਜ਼ ਪ੍ਰੋਵਾਈਡਡ ਹੁੰਦੀ ਹੈ। ਤੁਹਾਨੂੰ ਕਿਸੇ ਵੀ ਹੋਰ ਇੰਡਸਟਰੀ ਦੇ ਵਿੱਚ ਇਹ ਚੀਜ਼ ਨਹੀਂ ਮਿਲੇਗੀ ਕਿ ਐਵਰੀ ਸਿੰਗਲ ਥਿੰਗ ਤੁਹਾਨੂੰ ਪ੍ਰੋਵਾਈਡਡ ਹੋਵੇ ਜਿੰਨਾ ਟਾਈਮ ਤੁਸੀਂ ਕੰਮ ਕਰ ਰਹੇ ਹੋ। ਸੋ ਦਿਸ ਇਜ਼ ਅ ਵੈਰੀ ਗੁੱਡ ਥਿੰਗ, ਠੀਕ ਹੈ। ਇੱਕ ਐਕਟਰ ਦੇ ਇਹ ਮੈਂ ਮੰਨਦੀ ਹਾਂ ਕਿ ਜਿਹਨੇ ਵੀ ਸ਼ੁਰੂ ਕੀਤਾ, ਜਿੱਥੋਂ ਵੀ ਇਹ ਕਿੰਨੇ ਸਾਲ ਦਾ ਸਿਨੇਮਾ ਚੱਲਦਾ ਆ ਰਿਹਾ, ਜਿਹਨੇ ਵੀ ਇਹ ਚੀਜ਼ਾਂ ਦੀ ਸ਼ੁਰੂਆਤ ਕੀਤੀ, ਬਹੁਤ ਅੱਛੀ ਗੱਲ ਹੈਗੀ। ਆਰਟਿਸਟ ਦੀ ਮੇਰੇ ਖਿਆਲ 'ਚ ਵੈਲਿਊ ਹੀ ਇਹਨਾਂ ਚੀਜ਼ਾਂ ਤੋਂ ਬਾਅਦ ਬਣਨੀ ਸ਼ੁਰੂ ਹੋਈ ਹੈਗੀ। ਅਤੇ ਬੈਡ ਪੁਆਇੰਟ, ਹੈ ਨਾ, ਬੈਡ ਪੁਆਇੰਟ ਇਹ ਕਿ ਕੰਮ ਕਰਦੇ ਕਰਦੇ ਨਾ ਕਰਕੇ ਥਕਾਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿ ਟਾਈਮਿੰਗ ਦਾ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ। ਦਿਨ ਰਾਤ ਦਾ ਨਹੀਂ ਕਦੇ ਕਦੇ ਪਤਾ ਲੱਗਦਾ। ਸ਼ੂਟ ਬੈਕ ਟੂ ਬੈਕ ਨੀਂਦ ਨੂੰ ਦਾ ਸਿਸਟਮ ਹਿੱਲ ਜਾਂਦਾ ਹੈ। ਖਾਣ ਪੀਣ ਦਾ ਸਿਸਟਮ ਹਾਲੇ ਆਪਾਂ ਫਿਰ ਵੀ ਮੇਨਟੇਨ ਕਰ ਲੈਂਦੇ ਹਾਂ, ਠੀਕ ਹੈ, ਕਿਉਂਕਿ ਤੁਹਾਡੇ ਕੋਲ ਇਹ ਹੁੰਦਾ ਹੈਗਾ ਵੀ ਚਲੋ ਵੀ ਮੈਂ ਆਪਦਾ ਡਾਈਟ ਆਪਦੇ ਨਾਲ ਰੱਖੀ ਹੋਈ ਹੈ, ਠੀਕ ਹੈ, ਇੱਕ ਬੰਦਾ ਨਾਲ ਰੱਖਿਆ ਹੋਇਆ, ਉਹ ਖਿਆਲ ਰੱਖ ਲਏਗਾ, ਤੁਸੀਂ ਜੋ ਕਹੋਗੇ ਤੁਹਾਨੂੰ ਮਿਲ ਜਾਏਗਾ, ਡਾਈਟ ਤੁਹਾਡੀ ਫਿਰ ਵੀ ਮੇਨਟੇਨ ਹੋ ਜਾਏਗੀ। ਨੀਂਦ ਵਾਲਾ ਸਿਸਟਮ ਬਹੁਤ ਬੁਰੀ ਤਰ੍ਹਾਂ ਕਦੇ ਕਦੇ ਖਰਾਬ ਹੋ ਜਾਂਦਾ ਹੈ। ਸੋ ਨਹੀਂ ਸਕਦੇ ਨਾ ਆਪਾਂ ਕਿਤੇ ਵੀ। ਹਾਂ ਇਹ ਵੀ ਹੈ। ਫਿਰ ਉਹ ਤੋਂ ਮੇਕਅਪ, ਹੇਅਰ, ਕਾਸਟਿਊਮ ਇਹੋ ਜਿਹਾ ਪਾਇਆ ਹੁੰਦਾ, ਉਹਨੂੰ ਪਾ ਕੇ ਵੈਸੇ ਹੀ ਨਹੀਂ ਤੁਸੀਂ ਸੋ ਸਕਦੇ ਹੈਗੇ। ਰਾਈਟ। ਵੈਸੇ ਤੁਹਾਨੂੰ ਪਸੰਦ ਹੈ ਇੱਦਾਂ ਰੈਡੀ ਹੋ ਕੇ ਰਹਿਣਾ ਹਮੇਸ਼ਾ ਜਾਂ ਨਹੀਂ? ਯਾਰ ਨਹੀਂ, ਬਹੁਤ ਔਖਾ ਲੱਗਦਾ, ਬਹੁਤ ਜ਼ਿਆਦਾ ਔਖਾ ਲੱਗਦਾ। ਮੈਨੂੰ ਤਾਂ ਐਵੇਂ ਹੁੰਦਾ ਹੈਗਾ ਵੀ ਜਿੱਥੇ ਮੇਕਅਪ ਅਵੋਇਡ ਕਰਨ ਨੂੰ ਮਿਲੇ ਕਰ ਲਓ ਅਵੋਇਡ। ਘਰੇ ਨਾ ਮੇਰੇ ਕੋਲੇ
ਜੇ ਕੋਈ ਕਹਿ ਦੇਵੇ ਮੈਨੂੰ, ਮੈਂ ਸਾਰਾ ਦਿਨ ਮੋਸਟਲੀ ਆਪਦੇ ਰੂਮ 'ਚ ਰਹਿੰਦੀ ਹਾਂ, ਅਤੇ ਮੈਨੂੰ ਮੰਮਾ ਕਹਿ ਦੇਣ ਵੀ ਨੀਚੇ ਗੈਸਟ ਆਏ ਨੇ, ਮੈਨੂੰ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ ਕਿ ਵੀ ਉਹ ਹੋ ਹੁਣ ਮੈਂ ਕਿਵੇਂ ਜਾਵਾਂ ਥੱਲੇ, ਕਿਉਂਕਿ ਮੇਰੇ ਐਂ ਬਾਲ ਖਿਲਰੇ ਹੋਏ, ਪਜਾਮਾ ਕੁਛ, ਕਦੇ ਕੋਈ ਸਵੈਟਰ ਹੁੱਡੀ ਕੋਈ ਹੋਰ ਪਾਈ ਹੋਈ ਹੈਗੀ, ਮਤਲਬ ਬਹੁਤ ਰਿਲੈਕਸਡ ਜਿਹਾ ਰਹਿਣਾ ਪਸੰਦ ਕਰਦੀ ਹਾਂ ਮੈਂ। ਇਹਦੇ ਨਾਲ ਤਾਂ ਬਹੁਤ ਲੋਕ ਰਿਲੇਟ ਕਰਨਗੇ। ਹਾਂਜੀ, ਸਾਨੂੰ ਵੀ ਇਦਾਂ ਹੀ ਹੁੰਦਾ, ਕੋਈ ਬੁਲਾਓ ਨਾ, ਹਜੇ ਨਾ ਬੁਲਾਓ, ਸਹੀ ਗੱਲ ਹੈ। ਲੋਅਰ ਟੀ-ਸ਼ਰਟ 'ਚ ਹਾਂ, ਰਹਿੰਦੇ। ਜਦੋਂ ਤਿਆਰ ਹੋ ਗਏ ਫਿਰ ਭਾਵੇਂ ਸਾਰਾ ਦਿਨ ਤੁਸੀਂ ਬਾਹਰ ਘੁਮਾ ਲਓ, ਹੁਣ ਤਿਆਰ ਹੋਏ ਹੋਏ ਆ, ਜਿੱਥੇ ਮਰਜ਼ੀ ਲੈ ਜਾਓ ਕਰ ਲਓ, ਫਿਰ ਜਦੋਂ ਇੱਕ ਵਾਰੀ ਆਪਦੇ ਕੰਫਰਟ ਜ਼ੋਨ 'ਚ ਬੈਠੇ ਉਦੋਂ ਨਾ ਕੋਈ ਮਿਲੇ ਨਾ ਹੋ ਪਲੀਜ਼। ਆਪਣੀ ਕੋਈ ਖਰਾਬ ਆਦਤ ਲੱਗਦੀ ਹੈ ਜੋ ਚੇਂਜ ਕਰਨਾ ਚਾਹੁੰਦੇ ਹੋ? ਸਵੇਰੇ ਉੱਠਣ ਵਾਲੀ ਆਦਤ, ਮਤਲਬ ਜਲਦੀ ਸਵੇਰੇ ਨਹੀਂ ਉੱਠ ਪਾਉਂਦੀ ਜਲਦੀ, ਪਰ ਇਸ ਸਾਲ ਤੋਂ ਮੈਂ ਉਹਨੂੰ ਚੇਂਜ ਕਰਨ ਲੱਗੀ ਹੋਈ ਹਾਂ। ਹੁਣ ਮੈਂ ਪਤਾ ਕਿੰਨੇ ਵਜੇ ਉੱਠ ਜਾਂਦੀ ਹਾਂ? 9:30 ਵਜੇ। ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਹੈ ਉਹ। ਸੇ ਫਿਰ 9:30 ਵਜੇ ਉੱਠ ਕੇ 10:30 ਮੇਰੀ ਪਿਲਾਟੀਜ਼ ਦੀ ਕਲਾਸ ਹੁੰਦੀ ਹੈ, ਉਹ ਮੈਨੂੰ ਮੋਟੀਵੇਸ਼ਨ ਮਿਲ ਜਾਂਦੀ ਹੈ ਵੀ ਚਲੋ ਮੈਂ ਉੱਠ ਕੇ ਜਾਣਾ। ਤੇ ਜੇ ਮੇਰੇ ਕੋਲੇ ਕੁਝ ਵੀ ਕੰਮ ਨਾ ਹੋਵੇ ਫਿਰ ਤਾਂ ਮੈਂ 12 ਵਜੇ ਤੱਕ ਸੁੱਤੀ ਰਹਿੰਦੀ ਹਾਂ। ਬਟ ਵਧੀਆ ਹੈ ਵੈਸੇ, ਤੁਸੀਂ ਇੰਨੇ ਵੱਡੇ ਐਕਟਰ ਹੋ ਕੇ ਵੀ 9:30 ਵਜੇ ਉੱਠ ਰਹੇ। ਮੈਂ 10:30 ਉੱਠਦਾ ਹਾਲੇ ਤੱਕ, ਜਿਹਨੇ ਕੁਝ ਨਹੀਂ ਕੀਤਾ। ਤੁਸੀਂ ਅੱਜ ਵੀ ਲੇਟ ਆਏ ਸੀਗੇ। ਉਹੀ ਤਾਂ ਕਹਿ ਰਿਹਾ ਮੈਂ, ਦੇਖ ਲਓ। ਕੋਈ ਗੱਲ ਨਹੀਂ, ਉਹ ਮੈਂ ਰਿਲੇਟ ਕਰ ਸਕਦੀ ਹਾਂ ਕਿ ਦੇਖੋ ਮੈਂ ਆਪ ਉਹ ਪੁਰਾਣੀ ਰਹੀ ਹਾਂ, ਕੋਈ ਗੱਲ ਨਹੀਂ, ਮੈਂ ਸਮਝ ਸਕਦੀ ਹਾਂ ਤੁਹਾਡੀ। ਕਦੇ ਵੀ ਨਹੀਂ ਉੱਠੇ ਇਦਾਂ, ਜਾਂ ਫਿਰ ਸਕੂਲ ਜਾਣ ਵੇਲੇ ਜਦੋਂ 7 ਵਜੇ ਉੱਠ ਗਏ, ਉਦੋਂ ਬਾਅਦ 'ਚ ਤਾਂ ਜ਼ਿੰਦਗੀ 'ਚ ਕਦੇ ਨਹੀਂ ਮੈਂ ਛੇਤੀ ਉੱਠ ਕੇ ਦੇਖਿਆ। ਹਾਂ, ਜਦੋਂ ਸਾਡਾ ਸ਼ੂਟ ਹੁੰਦਾ, ਅਰਲੀ ਕਾਲ ਟਾਈਮ ਹੋਵੇ, ਉਦੋਂ ਵੀ ਮੈਂ ਟਾਈਮ 'ਤੇ ਪਹੁੰਚ ਜਾਂਦੀ ਹਾਂ। ਕਾਲ ਟਾਈਮ ਸਾਡੇ ਅਰਲੀ ਹੁੰਦੇ ਨੇ 6 ਵਜੇ 7 ਵਜੇ। ਮੇਰੇ ਘਰ ਦੇ ਹੈਰਾਨ ਹੋ ਜਾਂਦੇ ਨੇ ਦੇਖ ਕੇ ਵੀ ਘਰੇ ਤਾਂ ਅਸੀਂ ਇਸ ਕੁੜੀ ਨੂੰ ਤੇ ਮੈਨੂੰ ਫੋਨ ਮਾਰ ਆ ਕੇ ਮੇਰੇ ਕੋਲ, ਦੀਦੀ ਜੀ ਉੱਠ ਜੋ, ਠੀਕ ਹੈ। ਕਦੇ ਮੇਰੇ ਮੰਮਾ ਉੱਠਦੀ ਹੈ ਕਿ ਨਹੀਂ ਉੱਠਦੀ ਹੈਗੀ, ਐਵੇਂ ਕਰਕੇ ਉਠਾਈ ਜਾਣਗੇ, ਮੈਂ ਉੱਠਦੀ ਨਹੀਂ। ਮੈਂ 12-1 ਵਜੇ ਤੱਕ ਆਰਾਮ ਨਾਲ ਉੱਠਦੀ ਹਾਂ। ਅਤੇ ਜਿਸ ਦਿਨ ਮੇਰਾ ਸ਼ੂਟ ਹੁੰਦਾ ਉਦੋਂ ਮੈਂ ਸਾਰੇ ਸੁੱਤੇ ਪਏ ਹੁੰਦੇ ਨੇ, ਮੈਂ ਆਪਦੇ ਆਰਾਮ ਨਾਲ ਪੈਕਿੰਗ ਕਰਕੇ ਬਸ ਜਾਣ ਲੱਗੇ ਕਰਦੀ ਹਾਂ, ਓਕੇ ਬਾਏ। ਹਾਲੇ ਉਹ ਆਪਦੀ ਰਜਾਈਆਂ 'ਚੋਂ ਨਿਕਲ ਰਹੇ ਹੁੰਦੇ ਨੇ, ਫਿਰ ਉਹ ਹੈਰਾਨ ਹੋ ਜਾਂਦੇ ਨੇ ਵੀ ਇਹ ਕਿਵੇਂ। ਬਟ ਇੱਦਾਂ ਹੁੰਦਾ ਤੁਹਾਡੇ ਨਾਲ ਸ਼ੂਟ 'ਤੇ ਕਿ ਮਤਲਬ ਜਨਰਲੀ, ਕਿਉਂਕਿ ਬਿਕੋਜ਼ ਮੈਂ ਵੀ ਇਸ ਇੰਡਸਟਰੀ ਦੇ ਵਿੱਚ ਕਾਫੀ ਟਾਈਮ ਲਾਇਆ ਹੈ, ਮਿਊਜ਼ਿਕ ਦੇ ਵਿੱਚ ਵੀ। ਮੈਂ ਕੋਲ ਟਾਈਮ ਰੱਖ ਲੈਂਦੇ 6 ਵਜੇ ਦਾ, ਕੈਮਰਾ ਰੋਲ ਹੁੰਦਾ 10 ਵਜੇ। ਹਾਂ, ਇਹ ਤਾਂ ਹਮੇਸ਼ਾ ਹੀ ਹੁੰਦਾ ਹੈ ਨਾ, ਹਮੇਸ਼ਾ ਹੀ ਹੁੰਦਾ। ਗੁੱਸਾ ਚੜਦਾ ਹੈ, ਖਿਝ ਚੜਦੀ ਹੈ, ਬਿਲਕੁਲ ਗੁੱਸਾ ਚੜਦਾ। ਸੋ ਮੇਰਾ ਕੀ ਰੂਲ ਹੁੰਦਾ ਹੈ, ਮੈਂ ਪਹਿਲੇ 1-2 ਦਿਨ ਤਾਂ ਜਿਹੜਾ ਕਾਲ ਟਾਈਮ ਹੈ ਨਾ, ਉਸ ਕਾਲ ਟਾਈਮ 'ਤੇ ਜਾਊਂਗੀ, ਜਾਂ ਹਾਰਡਲੀ ਉਸ ਤੋਂ 15 ਮਿੰਟ ਜਾਂ ਅੱਧਾ ਘੰਟਾ ਲੇਟ। 1-2 ਦਿਨ 'ਚ ਤੁਸੀਂ ਦੇਖ ਲੈਂਦੇ ਹੋਗੇ ਕਿਉਂਕਿ ਇਹ ਔਨ ਟਾਈਮ ਕਰ ਰਹੇ ਨੇ, ਕੈਮਰਾ ਰੋਲ ਹੋ ਰਿਹਾ ਔਨ ਟਾਈਮ, ਠੀਕ ਹੈ, ਜਾਂ ਡਿਲੇ ਹੋ ਰਿਹਾ ਤਾਂ ਕਿੰਨੇ ਕੁ ਟਾਈਮ ਤੱਕ ਡਿਲੇ ਹੋ ਰਿਹਾ। ਫਿਰ ਤੁਸੀਂ ਅੱਗੇ ਵਾਲੇ ਦਿਨ ਆਪਦੇ ਉਸ ਅਕੋਰਡਿੰਗ ਰਿਲੈਕਸ ਕਰ ਸਕਦੇ ਹੋਗੇ। ਜਦੋਂ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਹੀ 3-4 ਘੰਟੇ ਲੇਟ ਹੋ ਕੇ ਹੀ ਕੰਮ ਸ਼ੁਰੂ ਹੋਣਾ, ਫਿਰ ਤੁਸੀਂ ਵੀ ਆਪਦਾ ਘੰਟਾ 1.5 ਘੰਟਾ ਲੇਟ ਆ ਜਾਇਆ ਕਰੋ। ਵੈਸੇ ਆਪਣੇ ਆਪ ਲਈ ਬਹੁਤ ਸਟ੍ਰਿਕਟ ਹੋ, ਜਾਂ ਜੇ ਕੋਈ ਜਿਵੇਂ ਕੁਝ ਹੋ ਜੇ, ਜਾਂ ਫਿਰ ਫੋਰਗਿਵਿੰਗ ਹੋ ਕੇ ਚੱਲ ਠੀਕ ਹੈ ਹੋ ਗਿਆ? ਹਾਂ, ਜਦੋਂ ਮੇਰੇ ਤੋਂ ਕੋਈ ਗਲਤੀ ਹੋ ਜਾਂਦੀ ਹੈ, ਠੀਕ ਹੈ, ਤਾਂ ਫੋਰਗਿਵਿੰਗ ਵੀ ਹੈਗੀ ਆਪਦੇ ਆਪ ਨੂੰ ਲੈ ਕੇ ਵੀ ਠੀਕ ਹੈ ਗਲਤ ਹੋ ਗਿਆ, ਅਤੇ ਪਰ ਫਿਰ ਉਹਨੂੰ ਰਿਪੀਟ ਨਾ ਕਰਨ ਵਾਸਤੇ ਸਟ੍ਰਿਕਟ ਆ ਕਿ ਜਦੋਂ ਇੱਕ ਵਾਰੀ ਰਿਅਲਾਈਜ਼ ਹੋ ਗਿਆ ਕਿ ਯਾਰ ਆਹ ਚੀਜ਼ 'ਚ ਮੈਂ ਇੱਥੇ ਐਵੇਂ ਗਲਤ ਸੀ, ਫਿਰ ਮੈਂ ਆਪਦੇ ਆਪ ਨਾਲ ਸਟ੍ਰਿਕਟ ਹੋ ਜਾਂਦੀ ਹੈਗੀ ਕਿ ਨਹੀਂ, ਮੁੜ ਕੇ ਵਾਪਸ ਤੋਂ ਉਹ ਗਲਤੀ ਨਹੀਂ ਕਰਨੀ ਹੈਗੀ। ਔਰ ਆਪਣੀ ਕੋਈ ਹੈਬਿਟ ਜੋ ਖਰਾਬ ਲੱਗਦੀ ਸੀ ਤੇ ਚੇਂਜ ਕੀਤੀ ਹੈ? ਹਾਂ। ਕਿਵੇਂ? ਮਤਲਬ ਮੈਨੂੰ ਆਪਦੀ ਕੁਝ ਕਮੀਆਂ ਰਿਅਲਾਈਜ਼ ਹੋ ਗਈਆਂ ਸੀ ਬਹੁਤ ਪਹਿਲਾਂ, ਹੋ ਗਏ 7-8 ਸਾਲ ਆਲਮੋਸਟ, ਉਸ ਤੋਂ ਵੀ ਜ਼ਿਆਦਾ। ਇਮੈਚਿਓਰਿਟੀ ਵਾਲੀਆਂ ਕਮੀਆਂ ਸੀਗੀਆਂ ਕੁਝ, ਤੇ ਉਹ ਫਿਰ ਮੈਂ रियलाइज करके चेंज ਕੀਤੀਆਂ ਆਪਦੇ ਆਪ 'ਚ। जनरली ना कॉमन ऑडियंस को ना एक वो होता है, एक डर होता है ना, वो बताना वो एक्टर का थॉट क्या होता है उस टाइम पे। जैसे फॉर एग्जांपल आप लोग मॉल वगैरह में घूम रहे हो और कोई फैन आपको पहचान ले, हाँ, कि आपको खुशी होती है वो आपको आके सेल्फी के लिए पूछता है, या फिर आपको इरिटेटिंग लगता है? ਕੋਈ ਵੀ ਬੰਦਾ ਹੈ, ਠੀਕ ਹੈ, ਆਪਦੇ ਆਪ 'ਚ ਬਹੁਤ ਕੁਛ ਹੈ, ਸਪੈਸ਼ਲੀ ਅੱਜ ਦੇ ਟਾਈਮ ਦੇ ਵਿੱਚ, ਚਾਹੇ ਉਹ ਕੋਈ ਛੋਟੀ ਜਿਹੀ ਜੌਬ ਕਰ ਰਿਹਾ ਹੈ, ਠੀਕ ਹੈ, ਉਹ ਆਪਦੇ ਆਪ 'ਚ ਬਹੁਤ ਸੈਲਫ ਰਿਸਪੈਕਟ ਅੱਜ ਕੱਲ੍ਹ ਹਰ ਕਿਸੇ ਨੂੰ ਬਹੁਤ ਪਿਆਰੀ ਹੈ, ਹਰ ਕੋਈ ਅਵੇਅਰ ਹੈ ਇਸ ਚੀਜ਼ ਨੂੰ ਲੈ ਕੇ। ਕੋਈ ਤੁਹਾਡੇ ਕੋਲੇ ਆ ਕੇ ਆਪਦੀ ਬੇਇੱਜ਼ਤੀ ਨਹੀਂ ਕਰਾਉਣਾ ਚਾਹੁੰਦਾ ਹੈਗਾ ਵੀ ਤੁਸੀਂ ਕਹੋ ਵੀ ਫੋਟੋ ਖਿਚਾ ਲਓ, ਤੇ ਤੁਸੀਂ ਕਹੋ ਨਹੀਂ ਯਾਰ ਮੈਂ ਨਹੀਂ ਖਿਚਾਉਣੀ ਹੈਗੀ। ਹੂ ਵੁੱਡ ਲਾਈਕ ਦੈਟ? ਕਿਸੇ ਨੂੰ ਨਹੀਂ ਪਸੰਦ ਆਊਗਾ, ਹੈ ਨਾ। ਤੇ ਈਵਨ ਸਾਡੇ ਵਾਸਤੇ ਵੀ ਜਦੋਂ ਕੋਈ ਆਉਂਦਾ ਹੈ ਫੋਟੋ ਖਿਚਾਉਣ ਵਾਸਤੇ, ਉਹ ਬਹੁਤ ਖੁਸ਼ੀ ਦੀ ਗੱਲ ਹੁੰਦੀ ਹੈਗੀ ਕਿ ਯਾਰ ਉਹਨੇ ਸਾਨੂੰ ਵੈਲਿਊ ਕੀਤਾ, ਹੈ ਨਾ। ਤਾਂ ਮੈਂ ਦ ਬੈਸਟ ਦੈਟ ਆਈ ਕੈਨ ਡੂ ਆਪਦੇ ਪਾਰਟ ਦੇ ਉੱਤੇ ਕਿ ਵੀ ਮੈਂ ਵੀ ਉਹਨੂੰ ਖੁਸ਼ੀ ਨਾਲ, ਪਿਆਰ ਨਾਲ ਅਕੋਮੋਡੇਟ ਕਰਾਂ ਉਸ ਟਾਈਮ ਦੇ ਉੱਤੇ। ਬਹੁਤ ਵਾਰ ਇੱਦਾਂ ਹੁੰਦਾ, ਮੇਰੇ ਨਾਲ ਤਾਂ ਬਹੁਤ ਜ਼ਿਆਦਾਤਰ ਇੱਦਾਂ ਹੀ ਹੁੰਦਾ ਹੈਗਾ ਕਿ 4 ਜਾਣੇ ਜਿਵੇਂ ਖੜੇ ਨੇ, ਉਹ ਐਂ ਦੇਖੀ ਜਾਣਗੇ, ਇਹ ਸੋਚੀ ਜਾਣਗੇ ਯਾਰ ਕਿੱਥੇ, ਯਾਰ ਕੌਣ ਹੈ, ਯਾਰ ਕਿੱਥੇ ਦੇਖੀ ਹੈ, ਐਂ ਕਰਕੇ। ਫਿਰ ਕੱਲ੍ਹ ਪਰਸੋਂ ਹੀ ਹੋਇਆ, ਅਸੀਂ ਨਾ ਸੁਪਰ ਮਾਰਕੀਟ ਗਏ, ਸਾਡੇ ਆਪਣੇ ਪਟਿਆਲੇ, ਉੱਥੇ ਇੱਕ ਨਵਾਂ ਸਟੋਰ ਖੁੱਲ੍ਹਿਆ। ਓਕੇ। ਅਤੇ ਉੱਥੇ ਜਿਵੇਂ ਉਹਨਾਂ ਦੇ ਵਰਕਰਸ ਸੀਗੇ 4-5 ਕੁੜੀਆਂ, ਹੈ ਨਾ, ਉਹ ਇਕੱਠੇ ਕਰੀ ਜਾਣਗੇ, ਯਾਰ ਆਪਕੋ ਨਾ ਮੈਮ ਕहीं देखा है। अच्छा, मैं क्या कहाँ पे देखा है, समझ नहीं आ रहा, इंस्टाग्राम पे देखा है कि किसी गाने में देखा है, ऐसे करी जान। मैं क्या चलो ठीक है देखा है करके मैं
ਮੈਂ ਵੀ ਮੈਂ ਮਤਲਬ ਆਰਾਮ ਨਾਲ ਖੜੀ ਰਹੀ ਵੀ ਤੁਸੀਂ ਸੋਚੋ ਕੋਈ ਗੱਲ ਨਹੀਂ ਕਿਤੇ। ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ 2-4 ਕੁੜੀਆਂ ਨੂੰ ਹੋਰ ਬੁਲਾਇਆ ਆਪਦੇ ਕੋਲ, ਯਾਰ ਤੂੰ ਬਤਾ ਕਹਾਂ ਪੇ ਦੇਖਾ ਕਹਾਂ ਪੇ। ਫਿਰ ਉਹਨਾਂ ਨੂੰ ਫਾਈਨਲੀ ਰਿਅਲਾਈਜ਼ ਹੋਇਆ ਵੀ ਅੱਛਾ ਵੀ ਇਹ ਉਹ ਹੈ। ਫਿਰ ਅਸੀਂ ਪਿਕਚਰ ਕਰਾਈ, ਫਿਰ ਉੱਥੋਂ ਗਏ। ਸੋ ਮਤਲਬ ਉਹ ਅੱਛੀ ਮੂਮੈਂਟਸ ਹੁੰਦੀਆਂ ਨੇ, ਪਿਆਰੀਆਂ ਮੂਮੈਂਟਸ ਹੁੰਦੀਆਂ ਨੇ ਉਹ। ਅੱਛਾ, ਮੈਨੂੰ ਇੱਕ ਇਹ ਵੀ ਚੀਜ਼ ਦੱਸੋ, ਜਿੱਦਾਂ ਤੁਸੀਂ ਘੁੰਮ ਰਹੇ ਹੋ ਜਾਂ ਕਿਸੇ ਪਬਲਿਕ ਪਲੇਸ ਤੇ, ਤੁਸੀਂ ਵੀ ਨੋਟ ਕਰਦੇ ਹੋ ਕਿ ਯਾਰ ਕੋਈ ਸਾਨੂੰ ਦੇਖ ਰਿਹਾ ਨਹੀਂ ਦੇਖ ਰਿਹਾ? ਹਾਂ, ਕਦੇ ਕਦੇ ਹੋ ਹੀ ਜਾਂਦਾ ਨੋਟ, ਇਹ ਹੋਣ ਲੱਗ ਜਾਂਦਾ। ਹਾਂਜੀ, ਮੈਨੂੰ ਬਸ ਉਦੋਂ ਥੋੜ੍ਹੀ ਜਿਹੀ ਪ੍ਰੋਬਲਮ ਹੁੰਦੀ ਹੈ ਜਦੋਂ ਮੇਰੇ ਕੱਪੜੇ ਢੰਗ ਦੇ ਨਾ ਪਾਏ ਹੋਣ। ਜਦੋਂ ਮੈਂ ਮਤਲਬ ਬਿਲਕੁਲ ਹੀ ਐ ਪਜਾਮਾ, ਸਪੈਸ਼ਲੀ ਜਿਵੇਂ ਘਰ ਵਾਲੇ ਹਾਲਾਤਾਂ ਦੇ ਵਿੱਚ ਨਾ, ਵੀ ਬਾਲ ਬੂਲ ਇੱਧਰ ਉੱਧਰ ਖਿਲਰੇ ਪਏ ਨੇ, ਕੱਪੜੇ ਕੋਈ ਹੋਰ ਹੀ ਪਾਏ ਹੋਏ ਨੇਗੇ, ਉਦੋਂ ਹੁੰਦਾ ਵੀ ਯਾਰ ਕੋਈ ਨਾ ਹੀ ਪਹਿਚਾਣੇ ਚੰਗੀ ਗੱਲ ਹੈ। ਇੰਸਟਾਗ੍ਰਾਮ ਮੈਸੇਜ ਰੀਡ ਕਰਦੇ ਹੋ? ਹਾਂ, ਕਮੈਂਟਸ ਵੀ ਕਰਦੀ ਹਾਂ। ਕਮੈਂਟਸ ਤਾਂ ਯੂਜੂਅਲੀ ਬਹੁਤ ਸਵੀਟ ਜਿਹੇ ਪਿਆਰੇ ਪਿਆਰੇ ਹੁੰਦੇ ਨੇਗੇ। DM ਕਦੇ ਕਦੇ ਬੜੇ ਫਨੀ ਹੁੰਦੇ ਨੇ। ਇੱਕ ਮੈਂ ਤੁਹਾਨੂੰ DM ਦੀ ਕਹਾਣੀ ਦੱਸਦੀ ਹਾਂ। ਸੋ ਪਤਾ ਨਹੀਂ ਕੌਣ ਸੀਗਾ, ਹੈ ਨਾ, ਕੋਈ ਮੁੰਡਾ ਸੀ ਤੇ ਉਹਨੇ ਮੈਨੂੰ ਮੈਸੇਜ ਕਰਨੇ ਸ਼ੁਰੂ ਕੀਤੇ। ਹੁਣ ਤੁਸੀਂ ਜਦੋਂ ਤੱਕ ਤੁਸੀਂ ਐਕਸੈਪਟ ਨਹੀਂ ਕਰਦੇ, ਤੁਸੀਂ ਪੜ੍ਹ ਸਕਦੇ ਹੋ ਕਿਹੜੇ ਮੈਸੇਜ ਆਏ ਹੋਏ ਨੇ। ਯਾਰ ਉਹ ਬੰਦੇ ਦੀ ਡੈਡੀਕੇਸ਼ਨ, ਸੀਰੀਅਸਲੀ ਉਹਦੀ ਇੰਨੀ ਡੈਡੀਕੇਸ਼ਨ। ਉਹਨੇ ਸਵੇਰੇ ਉੱਠਣਾ, ਗੁੱਡ ਮਾਰਨਿੰਗ ਜੀ, ਮੈਂ ਚਾਹ ਪੀ ਲਈ, ਹੁਣ ਮੈਂ ਪਰੌਂਠਾ ਖਾ ਲਿਆ, ਠੀਕ ਹੈ, ਹੁਣ ਮੈਂ ਖੇਤਾਂ ਨੂੰ ਚੱਲਿਆ, ਤੁਸੀਂ ਆਪਦਾ ਖਿਆਲ ਰੱਖਿਓ। ਫਿਰ ਉਹਦੋਂ ਬਾਅਦ 'ਚ ਐਵਰੀ ਡੇ ਉਹਨੇ ਪੂਰਾ ਆਪਦਾ ਦੱਸਣਾ ਵੀ ਮੈਂ ਕੀ ਕਰ ਰਿਹਾ। ਫਿਰ ਅੱਜ ਮੈਂ ਮੋਹਾਲੀ ਆਇਆ ਹੋਇਆ, ਠੀਕ ਹੈ। ਫਿਰ ਉਹਨੇ ਆਪਦਾ ਨੰਬਰ ਦਿੱਤਾ, ਜੇ ਤੁਹਾਡਾ ਜੀ ਕੀਤਾ ਮੈਨੂੰ ਕਾਲ ਕਰ ਲਿਓ। ਵਨ ਸਾਈਡਡ ਲਵ ਪ੍ਰੋਪਰ। ਅੱਛਾ, ਫਿਰ ਉਸ ਤੋਂ ਬਾਅਦ ਨਾ ਉਹਦੇ ਵਿਚਾਰੇ ਦੀ ਬੱਚੀ ਸੀਗੀ, ਉਹ ਬਿਮਾਰ ਸੀ। ਆ ਵਿਚਾਰੀ ਸਾਡੀ ਬੱਚੀ ਇਹ ਬਿਮਾਰ ਹੋ ਗਈ। ਫਿਰ ਤੁਸੀਂ ਵੱਡੇ ਲੋਕ ਹੋ, ਤੁਸੀਂ ਤਾਂ ਕਿੱਥੇ ਜਵਾਬ ਦਿਓਗੇ। ਮੈਂ ਉਹਦੇ ਮੈਸੇਜ ਪੜ੍ਹੀ ਜਾ ਰਹੀ ਹਾਂ। ਮਤਲਬ ਮੈਂ ਆਪਦੇ ਨਾ ਅੱਗੇ ਕਜ਼ਨਸ ਨੂੰ ਵੀ ਭੇਜਣੇ, ਸਕਰੀਨਸ਼ਾਟ ਖਿੱਚ ਕੇ ਸ਼ੁਰੂ ਕਰਤੇ। ਮੇਰੇ ਕਜ਼ਨ ਕਹਿੰਦੇ ਵਿਚਾਰੇ ਨੂੰ ਦੁੱਖ ਹੈ, ਉਹਦੀ ਬੱਚੀ ਬਿਮਾਰ ਹੋਈ ਪਈ ਹੈ। ਤੇ ਉਦੋਂ ਹੋਇਆ ਪਿਆਰ ਮੁਕੰਮਲ ਨਹੀਂ ਹੋਇਆ? ਹੁਣ ਹੋ ਗਿਆ ਵੈਸੇ, ਇਹ ਰੀਲ ਦੇਖ ਕੇ ਖੁਸ਼ ਹੋ ਜਾਊ। ਹਾਂ, ਵੀ ਅੱਛਾ ਇਹਨੇ ਪੜ੍ਹੇ ਸਾਰੇ ਮੈਸੇजेस। ਕੋਈ ਵੀਅਰਡ ਕਮੈਂਟ? ਕਦੇ ਕੁਛ ਇਹੋ ਜਿਹਾ ਆ ਵੀ ਜਾਂਦਾ ਨਾ, ਮੈਂ ਉਹਨੂੰ ਨਾਲ ਦੀ ਨਾਲ ਡਿਲੀਟ ਕਰ ਦਿੰਦੀ ਹਾਂ। ਜ਼ਿਆਦਾ ਧਿਆਨ ਨਹੀਂ ਦਿੰਦੀ ਹੈਗੀ ਵੀਅਰਡ ਚੀਜ਼ਾਂ ਦੇ ਉੱਤੇ। ਮੈਂ ਰੀਲ ਪਾਈ, ਉਹਦੇ ਵਿੱਚ ਨਾ ਮੇਰੇ ਮੰਮਾ ਦੀ ਛੋਟੀ ਜਿਹੀ ਕਲਿੱਪ ਸੀਗੀ ਨਾਲ, ਉਹ ਜਿਹੜੀ ਸੀਗੀ, ਚਲੋ ਵੀ ਅੱਜ ਆਪਾਂ ਬਣਾਉਂਦੇ ਹਾਂ ਵਲੌਗ। ਫਿਰ ਮੰਮੀ ਪੁੱਛਦੀ ਹੈ ਵੀ ਵਲੌਗ ਉਹ ਦੁੱਧ 'ਚ ਬਣਾਇਆ ਕਿ ਸਰੋਂ ਦੇ ਤੇਲ 'ਚ। ਤਾਂ ਮੇਰੀ ਮੰਮਾ ਦੀ ਹਲਕੀ ਜਿਹੀ ਕਲਿੱਪ ਆਈ ਉਹਦੇ ਵਿੱਚ। ਕਿਸੇ ਨੇ ਨੀਚੇ ਕਮੈਂਟ ਕੀਤਾ, ਅਰੇ ਸਾਸੂ ਮਾਂ। ਫਿਰ ਮੈਂ ਉਹਨੂੰ ਰਿਪਲਾਈ ਬੈਕ ਵੀ ਕੀਤਾ, ਮੈਂ ਕਿਹਾ ਹਾਂ ਬਹੁਤ ਅੱਛੇ। कोई डाई हार्ड फैन, मतलब जिसका आप नाम लेना चाहो, जो हर रील पे लाइक कमेंट करता ही है? ਅੰਮ੍ਰਿਤਪਾਲ ਮਨੂ। ਇਹ ਮੈਂ ਕਦੇ ਵੀ ਇਹਨਾਂ ਨੂੰ ਮਿਲੀ ਨਹੀਂ ਹੈਗੀ। ਇਹ ਸ਼ਾਇਦ ਦਿੱਲੀ ਸਾਈਡ ਰਹਿੰਦੇ ਨੇ, ਜਿੰਨਾ ਕੁ ਮੇਰਾ ਆਈਡੀਆ। ਮੇਰੀ ਇੱਕ ਵਾਰੀ ਇਹਨਾਂ ਨਾਲ DM ਤੇ ਮਾੜੀ ਜਿਹੀ ਗੱਲ ਹੋਈ ਸੀ, ਉਹ ਵੀ ਇਸ ਲਈ ਬਿਕੋਜ਼ ਇਹ ਮੇਰੀ ਫਿਲਮ ਉਸ ਟਾਈਮ 'ਤੇ ਦੇਖਣ ਗਏ ਸੀਗੇ ਜਦੋਂ ਦਿੱਲੀ ਦੇ ਵਿੱਚ ਮਤਲਬ ਸਿਰਫ ਇੱਕ ਅੱਧਾ ਸ਼ੋਅ ਸੀਗਾ ਅਤੇ ਇਹਨਾਂ ਦੇ ਘਰ ਤੋਂ ਬਹੁਤ ਦੂਰ ਸੀ। ਫਿਰ ਇਹਨਾਂ ਨੇ ਮੈਨੂੰ ਸਪੈਸ਼ਲੀ ਭੇਜਿਆ ਵੀ ਮੈਂ ਇੰਨੀ ਦੂਰ ਜਾ ਕੇ ਤੁਹਾਡੀ ਫਿਲਮ ਦੇਖ ਕੇ ਆਇਆ। ਐਂਡ ਦਿਸ ਪਰਸਨ ਹਰ ਮੇਰੀ ਰੀਲ 'ਤੇ ਕਮੈਂਟ ਹੁੰਦਾ ਹੈ, ਹਰ ਮੇਰੀ YouTube ਵੀਡੀਓ 'ਤੇ ਕਮੈਂਟ ਹੁੰਦਾ ਹੈ, ਹਰ ਮੇਰੀ ਸਟੋਰੀ ਸ਼ੇਅਰ ਕੀਤੀ ਹੁੰਦੀ ਹੈ ਇਹਨਾਂ ਨੇ। ਅਤੇ ਕੰਸਿਸਟੈਂਟਲੀ ਇਹ 2-3 ਸਾਲ ਤਾਂ ਮੈਨੂੰ ਹੋ ਗਏ ਦੇਖਦੀ ਨੂੰ ਵੀ ਇਹ ਬੰਦੇ ਨੇ ਕੰਸਿਸਟੈਂਟਲੀ ਇਹ ਕੀਤਾ। ਸੋ ਆਈ ਵਾਂਟ ਟੂ ਥੈਂਕ ਦਿਸ ਪਰਸਨ, ਅੰਮ੍ਰਿਤਪਾਲ ਮਨੂ। ਤੁਸੀਂ ਵੈਸੇ ਕਿਸੇ ਨੂੰ ਸਟੋਕ ਕਰਦੇ ਹੋ ਤੇ ਫੋਲੋ ਨਹੀਂ ਕਰਦੇ? ਹਾਂ, ਹੋ ਹੀ ਜਾਂਦਾ ਹੈ। ਇਹ ਵੀ ਸੋਚਦੇ ਹੋ ਕਿ ਮਤਲਬ ਪਹਿਲੇ ਉਸ ਦਾ ਫੋਲੋ ਆਵੇ ਫਿਰ ਮੈਂ ਫੋਲੋ ਬੈਕ ਦਊਂਗੀ? ਜੀ ਆ ਜਾਂਦਾ ਹੈ ਨਾ ਕਿਸੇ ਦਾ ਫੋਲੋ, ਤਾਂ ਫਿਰ ਤੁਹਾਨੂੰ ਹੁੰਦਾ ਹੀ ਹੈ ਵੀ ਹਾਂ ਯਾਰ ਠੀਕ ਹੈ, ਫਿਰ ਰਿਸਪੌਂਸਿਬਿਲਿਟੀ ਜੀ ਬਣਦੀ ਹੈ ਵੀ ਆਪਾਂ ਵੀ ਫੋਲੋ ਬੈਕ ਕਰੀਏ। ਨਹੀਂ ਫੋਰ ਐਗਜ਼ਾਮਪਲ ਕਈ ਵਾਰੀ ਇੱਦਾਂ ਹੁੰਦਾ ਨਾ ਕਿ ਵੀ ਕਿਸੇ ਦਾ ਟੈਲੈਂਟ ਜਾਂ ਕਿਸੇ ਦਾ ਆਰਟ ਵਰਕ ਜਾਂ ਕਿਸੇ ਦੀ ਸਿੰਗਿੰਗ ਜਾਂ ਕਿਸੇ ਦੀ ਐਕਟਿੰਗ ਪਸੰਦ ਆ ਰਹੀ ਹੈ, ਆਪਾਂ ਦੇਖ ਵੀ ਰਹੇ ਹਾਂ, ਆਪਾਂ ਐਪਰੀਸ਼ੀਏਟ ਵੀ ਕਰਦੇ ਹਾਂ, ਅਸੀਂ ਚਾਹੁੰਦੇ ਵੀ ਕਨੈਕਟ ਰਹੀਏ, ਬਟ ਪਹਿਲੇ ਉਹ ਕਰੇ। ਕਦੇ ਹਾਂ ਇੱਦਾਂ ਹੋ ਜਾਂਦਾ ਤੁਹਾਨੂੰ, ਪਰ ਮੈਂ ਕਰ ਵੀ ਲੈਂਦੀ ਹੁੰਦੀ। ਕੁੜੀਆਂ ਨੂੰ ਤਾਂ ਮੈਂ ਬਹੁਤ ਈਜ਼ੀਲੀ ਕਰ ਲੈਂਦੀ ਹਾਂ, ਜਿਹੜੀ ਮੈਨੂੰ ਕੁੜੀਆਂ ਕੰਮ ਕਰ ਰਹੀਆਂ ਨੇ, ਮੈਨੂੰ ਵਧੀਆ ਲੱਗਦਾ ਜੇ ਕਿਸੇ ਦਾ ਕੰਮ, ਉਹਨਾਂ ਨੂੰ ਤਾਂ ਮੈਂ ਬਹੁਤ ਈਜ਼ੀਲੀ ਫੋਲੋ ਬੈਕ ਕਰਨ ਨਾ ਕਰਨ, ਮੈਂ ਬਹੁਤ ਈਜ਼ੀਲੀ ਫੋਲੋ ਕਰ ਲੈਂਦੀ। ਫਿਰ ਮੁੰਡਿਆਂ ਵਾਲੇ ਤੁਹਾਨੂੰ ਥੋੜ੍ਹਾ ਕੇਅਰਫੁਲ ਹੋਣਾ ਜ਼ਰੂਰੀ ਹੋ ਜਾਂਦਾ, ਤੁਹਾਨੂੰ ਹੁੰਦਾ ਵੀ ਐਵੇਂ ਕਿਤੇ ਕੁਝ ਹੋਰ ਨਾ ਸਮਝੇ, ਹੈ ਨਾ। ਜਿਵੇਂ ਇੰਨੇ ਸਾਰੇ ਲੋਕਾਂ ਨੂੰ ਤੁਸੀਂ ਮਿਲਦੇ ਹੋ ਜਿਸ ਦਿਨ ਸ਼ੂਟ ਹੈ, ਅਲੱਗ-ਅਲੱਗ ਪ੍ਰੋਫੈਸ਼ਨਸ ਦੇ, ਮਾਈਂਡ ਹੈਵੀ ਜਿਹਾ ਨਹੀਂ ਹੋ ਜਾਂਦਾ ਇੰਨੀ ਸਾਰੀ ਇਨਫੋਰਮੇਸ਼ਨ ਇੱਕੋ ਦਮ ਗੈਦਰ ਕਰਨੀ? ਐਕਟ ਵੀ ਕਰ ਰਹੇ ਹੋ ਅਤੇ ਨਾਲੇ ਬਹੁਤ ਲੋਕਾਂ ਨੂੰ ਮਿਲਦਾ ਨਾ, ਫਿਰ ਕਿਵੇਂ ਉਹਨੂੰ ਰਿਲੈਕਸ ਹੁੰਦੇ ਹੋ? ਬਸ ਫਿਰ ਐਂ ਤਾਂ ਮੇਰਾ ਫਿਕਸਡ ਜਿਹਾ ਰੂਟੀਨ ਹੁੰਦਾ। ਜਦੋਂ ਮੈਂ ਘਰੇ ਪਹੁੰਚ ਗਈ ਹੈ ਨਾ, ਇੱਕ ਵਾਰੀ ਆਪਦੀ ਫੈਮਿਲੀ ਨੂੰ ਮਿਲ ਲਈ, ਮੈਂ ਆਪਦਾ ਸੌਣ ਤੋਂ ਪਹਿਲਾਂ ਮੇਰਾ ਕੁਛ ਨਾ ਕੁਛ ਲੈਪਟਾਪ ਦੇ ਉੱਤੇ ਚੱਲ ਰਿਹਾ ਹੁੰਦਾ, ਕੋਈ ਫਿਲਮ ਜਾਂ ਕੋਈ ਵੈਬ ਸੀਰੀਜ਼, ਅਤੇ ਮੈਂ ਉਹ ਦੇਖਦੇ ਉਹ ਮੇਰੇ ਲਈ ਮਤਲਬ ਇੱਕ ਥੈਰੇਪੀ ਦੀ ਤਰ੍ਹਾਂ ਹੈ ਉਹ ਚੀਜ਼। ਉਹ ਮੇਰਾ ਦਿਨ ਦਾ ਮੈਂ ਕਹਿੰਦੀ ਹਾਂ ਸਭ ਤੋਂ ਬੈਸਟ ਮੂਮੈਂਟ ਉਹੀ ਹੁੰਦਾ
ਲਾਈਟਸ ਆਫ ਕਰਕੇ ਮੇਰੇ ਰੂਮ 'ਚ ਫੇਰੀ ਲਾਈਟਸ ਲੱਗੀਆਂ ਹੋਈਆਂ, ਐਸਟ੍ਰੋਨੌਟਸ ਲਾਈਟਸ ਲੱਗੀਆਂ ਹੋਈਆਂ, ਨਾਲ ਮੈਂ ਆਪਦਾ ਲੈਪਟਾਪ ਖੋਲ ਲੈਣਾ, ਬਸ ਉਹ ਰਿਲੈਕਸ ਕਰਕੇ ਉਹ ਦੇਖਣਾ, ਦੁਨੀਆ ਜਾਏ ਭਾੜ ਮੇ ਹਮ ਆਪਣੀ ਮਸਤੀ ਮੇ, ਬਸ ਉੱਦਾਂ ਕਰ। ਫਿਰ ਉਹ ਮੇਰੇ ਲਈ ਇੱਕ ਰਿਲੈਕਸਿੰਗ ਮੂਮੈਂਟ ਹੁੰਦਾ ਕਿ ਜੋ ਬਸ ਪਿੱਛੇ ਰਹਿ ਗਿਆ, ਬਸ ਹੁਣ ਆਪਦਾ ਰਿਲੈਕਸ ਕਰਕੇ ਸੋ ਜਾਓ। ਮਿਊਜ਼ਿਕ ਵੀ ਸੁਣਦੇ ਹੋ? ਹੁਣ ਘੱਟ ਸੁਣਨ ਲੱਗ ਗਈ, ਪਹਿਲਾਂ ਜ਼ਿਆਦਾ ਸੁਣਦੀ ਹੁੰਦੀ ਸੀ ਕਾਲਜ ਟਾਈਮ ਦੇ ਉੱਤੇ, ਹੁਣ ਨਹੀਂ ਇੰਨਾ ਸੁਣਦੀ ਹੈਗੀ। ਵਧੀਆ ਨਹੀਂ ਲੱਗਦਾ ਅੱਜ ਦੇ ਟਾਈਮ ਦਾ? ਜਾਂ ਥੋੜ੍ਹਾ ਜਿਹਾ ਤਾਂ ਹਾਂ ਮਿਊਜ਼ਿਕ ਦਾ ਵੀ ਫਰਕ ਪਿਆ, ਮਤਲਬ ਐਵੇਂ ਲੱਗਦਾ ਵੀ ਯਾਰ ਕੁਛ ਨਵਾਂ ਸੁਣਨ ਨੂੰ ਨਹੀਂ ਮਿਲ ਰਿਹਾ ਹੈਗਾ, ਉਹੀ ਗੱਲਾਂ ਨੇ, ਉਹੀ ਮਿਊਜ਼ਿਕ ਹੈ। ਕੁਛ ਅੱਜ ਦਾ ਜਿਹੜਾ ਮਿਊਜ਼ਿਕ ਹੈ ਉਹ ਅੱਛਾ ਵੀ ਹੈ ਬਹੁਤ, ਜਿਵੇਂ ਕਰਨ ਔਜਲੇ ਦੇ ਗਾਣੇ ਬਹੁਤ ਇੰਜੋਏ ਵੀ ਕਰਦੇ ਹੈ ਨਾ, ਬੀਟਸ ਕਿੰਨੀਆਂ ਸੋਹਣੀਆਂ ਨੇ, ਉਹ ਸਾਰਾ ਕੁਛ ਹੈ। ਪਰ ਨਾ ਕੋਈ ਇਹੋ ਜਿਹੀ ਚੀਜ਼ ਜਿਹੜੀ ਮਤਲਬ ਐਂ ਦਿਲ ਨੂੰ ਛੂ ਜੇ, ਬੰਦਾ ਪਾਗਲਾਂ ਵਾਂਗੂ ਔਨ ਰਿਪੀਟ ਸੁਣੀ ਜਾਵੇ, ਉਹ ਬਹੁਤ ਰੇਅਰ ਹੁੰਦੀ ਹੈ। ਲਾਸਟ ਕਿਹੜੀ ਛੂਈ ਸੀ ਕਾਲਜ ਵਾਲੇ ਟਾਈਮ ਤੇ ਜਦੋਂ ਤੁਸੀਂ ਸੁਣਦੇ ਸੀ? ਮੈਨੂੰ ਮੇਰਾ ਫੇਵਰਟ ਗਾਣਿਆਂ ਦੇ ਵਿੱਚੋਂ ਹੈ ਰੱਬੀ ਸ਼ੇਰਗਿੱਲ ਦਾ ਗਾਣਾ, ਤੇਰੇ ਬਿਨ ਸਾਨੂੰ ਸੋਹਣਿਆ ਕੋਈ ਹੋਰ ਨਹੀਂ ਓ ਲੱਭਣਾ, ਉਹ ਬਹੁਤ ਸੋਹਣਾ ਲੱਗਦਾ ਮੈਨੂੰ। ਉਹ ਹਾਂ ਕਿਸੇ ਵੀ ਟਾਈਮ ਦੇ ਉੱਤੇ ਮੈਨੂੰ ਉਹ ਗਾਣਾ ਸੁਣਨਾ ਬਹੁਤ ਪਸੰਦ ਹੈ। ਸਹੀ ਕਹਿ ਰਹੇ ਹੋ। ਵਿੱਚ ਕੋਈ ਨਿਕਲ ਵਾਲੇ ਕੇ ਆ ਜਿਹੜੇ ਜਾਵੇ ਗਾਣੇ ਨੇ ਨਾ, ਉਹ ਹੈਗੇ ਤੁਸੀਂ ਗੱਡੀ 'ਚ ਜਾਂਦੇ ਹੋਏ ਚਿਲ ਜਾ ਮਾਰਨਾ ਹੈ, ਪਾਰਟੀ ਕਰਨੀ ਹੈ, ਉਹ ਵਾਲੇ ਗਾਣੇ ਨੇਗੇ ਨੱਚਣ ਟੱਪਣ ਵਾਲੇ। ਉਹ ਕਿਤੇ ਬੈਠੇ ਬਸ ਤੁਸੀਂ ਸੁਣ ਰਹੇ ਹੋਗੇ ਤੇ ਬਸ ਸੁਣ ਕੇ ਤੁਸੀਂ ਖੋ ਗਏ ਹੋ, ਉਹ ਚੀਜ਼ ਨਹੀਂ ਹੈ। ਪਾਰਟੀਜ਼ ਕਰਨਾ ਪਸੰਦ ਹੈ ਜਾਂ ਇਕੱਲੇ ਰਹਿਣਾ? ਇਕੱਲੇ ਰਹਿਣਾ ਤਾਂ ਬਹੁਤ ਹੀ ਜ਼ਿਆਦਾ ਪਸੰਦ ਹੈ, ਵਧੀਆ ਟਾਈਮ ਸਪੈਂਡ ਕਰਦੀ ਹਾਂ ਮੈਂ ਇਕੱਲੇ ਰਹਿ ਕੇ, ਪਰ ਹਰ ਟਾਈਮ ਤੁਸੀਂ ਇਕੱਲੇ ਵੀ ਨਹੀਂ ਰਹਿ ਸਕਦੇ ਹੈਗੇ, ਠੀਕ ਹੈ। ਤਾਂ ਪਾਰਟੀ ਮਤਲਬ ਉਵੇਂ ਪਾਰਟੀ ਵਾਲੀ ਪਾਰਟੀ ਨਹੀਂ, ਪਰ ਉਹ ਹਾਊਸ ਪਾਰਟੀਜ਼, ਠੀਕ ਹੈ, ਆਪਦੇ ਦੋਸਤਾਂ ਨੂੰ ਮਿਲ ਲਏ, ਉਹਨਾਂ ਦੇ ਘਰ ਚਲੇ ਗਏ, ਇਕੱਠੇ ਕਿਤੇ ਡਿਨਰ ਕਰਨ ਚਲੇ ਗਏ, ਉਹ ਅੱਛਾ ਲੱਗਦਾ। इंडस्ट्री में भी है ऐसे दोस्त जैसे आपके कनाडा बैठे हैं? नहीं है, अजे तो नहीं है। क्यों वैसे? क्यों नहीं? अच्छे लोग ने, ਐਵੇਂ ਨਹੀਂ ਮੈਂ ਕਹੂੰਗੀ, ਪਰ ਬਣਿਆ ਹੀ ਨਹੀਂ ਕਦੇ ਉੱਦਾਂ ਦਾ ਸੁਭਾਅ ਜਿਹਾ, ਬਸ ਨਹੀਂ ਬਣਿਆ ਹੈਗਾ। ਕੰਮ ਜਦੋਂ ਵੀ ਮਿਲਦੇ ਹਾਂ ਪਿਆਰ ਨਾਲ ਮਿਲਦੇ ਹਾਂ, ਸਭ ਨੂੰ ਗੱਲਾਂ ਵੀ ਬਹੁਤ ਵਧੀਆ ਕਰ ਲੈਂਦੇ ਹਾਂ, ਬਟ ਉਹ ਪਤਾ ਹੁੰਦਾ ਨਾ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਇੱਕ ਕੰਮ ਦੇ ਪਰਪਸ ਤੋਂ ਮਿਲੇ ਹਾਂ। ਕੋਈ ਇੱਦਾਂ ਸਪੈਸ਼ਲੀ ਟਾਈਮ ਕੱਢ ਕੇ ਮੈਂ ਕਿਸੇ ਨੂੰ ਮਿਲਣ ਗਈ ਹੋਵਾਂ, ਇੱਦਾਂ ਤਾਂ ਮੈਂ ਕਦੇ ਵੀ ਨਹੀਂ ਕੀਤਾ ਹੈਗਾ। कॉमर्शियली है बस सारा कुछ है ना, मतलब यानी कॉमर्शियली कह लो या फिर बिजनेस पॉइंट ऑफ व्यू तो कह लो बस। मतलब हाँ, ਉਹ ਇੱਕ ਪ੍ਰੋਫੈਸ਼ਨਲ ਮਾਈਂਡਸੈਟ ਰਹਿੰਦਾ ਹੈਗਾ, ਫਿਰ ਤੁਹਾਡੇ ਕੋਲੇ ਗੱਲਾਂ ਵੀ ਉਹੀ ਜਿਹੀਆਂ ਹੀ ਹੁੰਦੀਆਂ ਨੇ। ਜਿਵੇਂ ਜੋ ਮੇਰੇ ਸੁਪ੍ਰੀਤ ਹੈ ਨਾ, ਜਿਹੜੇ ਮੇਰੇ ਮੈਨੇਜਰ ਨੇਗੇ, ਤੇ ਉਹਨਾਂ ਨਾਲ ਜਦੋਂ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ, ਸਾਨੂੰ ਹੋ ਗਏ 2.5 ਸਾਲ ਆਲਮੋਸਟ ਇਕੱਠੇ ਕੰਮ ਕਰਦੇ ਹੋਏ। ਸਟਾਰਟਿੰਗ ਦੇ ਵਿੱਚ ਸਾਡਾ ਰਿਲੇਸ਼ਨ ਬਹੁਤ ਪ੍ਰੋਫੈਸ਼ਨਲ ਸੀਗਾ, ਠੀਕ ਹੈ। ਮੈਂ ਉਹਨਾਂ ਨੂੰ ਕਹਿਣਾ, ਉਹਨਾਂ ਨੇ ਉਸ ਅਕੋਰਡਿੰਗ ਕੰਮ ਕਰ ਲੈਣਾ। ਕਰਦੇ ਕਰਦੇ ਅਸੀਂ ਦੋਨੋਂ ਬਹੁਤ ਕਲੋਜ਼ ਹੋ ਗਏ। ਹੁਣ ਉਹ ਆਪਦੀਆਂ ਗੱਲਾਂ ਵੀ ਮੇਰੇ ਨਾਲ ਪੂਰੀ ਸ਼ੇਅਰ ਕਰਦੀ ਹੈ, ਮੈਂ ਆਪਦੀਆਂ ਗੱਲਾਂ ਵੀ ਉਹਦੇ ਨਾਲ ਸਾਰੀਆਂ ਸ਼ੇਅਰ ਕਰਦੀ ਹਾਂ। ਅਤੇ ਉਹ ਇੱਕ ਟਾਈਮ ਹੁੰਦਾ ਹੈਗਾ, ਉਹ ਇੱਕ ਬੌਂਡ ਬਣਦੇ ਨਾ, ਉਹਨੂੰ ਤੁਹਾਨੂੰ ਬਹੁਤ ਟਰਸਟ ਅਤੇ ਬਹੁਤ ਟਾਈਮ ਦੇਣਾ ਪੈਂਦਾ, ਫਿਰ ਜਾ ਕੇ ਚੀਜ਼ਾਂ ਉੱਦਾਂ ਦੀਆਂ ਬਣਦੀਆਂ ਨੇ। ਹੁਣ ਜੋ ਤੁਸੀਂ ਕਿਸੇ ਨੂੰ ਇੱਕ ਸੈੱਟ 'ਤੇ ਮਿਲਣਾ 1 ਮਹੀਨੇ ਵਾਸਤੇ, ਤੁਸੀਂ ਉਹਨਾਂ ਨਾਲ ਉੱਥੇ ਵਧੀਆ ਮਿਲੋਗੇ, ਗੱਲਾਂ ਬਾਤਾਂ ਕਰੋਗੇ, ਬਟ ਉਹ ਸੈੱਟ ਤੋਂ ਬਾਅਦ ਕਹਾਣੀ ਖਤਮ। ਉਹਨੂੰ ਮੇਨਟੇਨ ਕਰਕੇ ਰੱਖਣਾ ਉਹ ਮੁਸ਼ਕਿਲ ਹੋ ਜਾਂਦਾ, ਫਿਰ ਇੱਕ ਨਵਾਂ ਸੈੱਟ ਆ ਜਾਂਦਾ, ਨਵੇਂ ਲੋਕ ਆ ਜਾਂਦੇ ਨੇਗੇ, ਤਾਂ ਉਹ ਚੇਂਜ ਹੁੰਦੀਆਂ ਰਹਿੰਦੀਆਂ ਚੀਜ਼ਾਂ। ਹੁਣ ਤੱਕ ਦੀ ਲਾਈਫ ਦੀ ਜਰਨੀ ਦੀ ਸਭ ਤੋਂ ਵੱਡੀ ਲਰਨਿੰਗ ਕੀ ਹੈ? ਸਾਰੇ ਦੱਸਣਗੇ ਬਟ ਇਹ ਚੀਜ਼। ਓਕੇ, ਤੁਸੀਂ ਵੀ ਸ਼ੁਰੂ ਕਰੋ। ਪਹਿਲੇ ਸ਼ਾਲੂ ਦੱਸੇਗੀ। ਪਹਿਲਾਂ ਨਾ ਮੈਂ ਛੋਟੀ ਗੱਲ ਤੇ ਅੜ ਜਾਂਦੀ ਸੀ। ਹੁਣ ਜਿਵੇਂ ਤੁਸੀਂ ਕਹਿਤਾ, ਮੰਨ ਲਓ ਕਿ XYZ ਐਕਟਰ ਵਧੀਆ ਨਹੀਂ ਹੈ, ਮੈਂ ਕਹੂੰਗੀ ਨਹੀਂ ਕਿੰਨਾ ਤਾਂ ਵਧੀਆ, ਨਹੀਂ ਤੁਸੀਂ ਇਹਦੀ ਇਹ ਮੂਵੀ ਦੇਖੋ। ਉਹ ਇੱਕ ਤੁਹਾਡਾ ਓਪੀਨੀਅਨ ਹੈ, ਤਾਂ ਇੱਕ ਜ਼ਬਰਦਸਤੀ ਦਾ ਹੀ ਓਪੀਨੀਅਨ ਦੇਈ ਜਾਣਾ, ਜਾਂ ਫਿਰ ਛੋਟੀ ਗੱਲਾਂ ਤੇ ਬਹਿਸ ਕਰੀ ਜਾਣੀ, ਤਾਂ ਉਹਦੇ ਨਾਲ ਪੀਸ ਆਫ ਮਾਈਂਡ ਬਹੁਤ ਖਰਾਬ ਹੁੰਦਾ ਹੈ। ਜਿਵੇਂ ਇਹ ਤਾਂ ਛੋਟੀ ਜਿਹੀ ਐਗਜ਼ਾਮਪਲ ਸ਼ਾਇਦ ਵਧੀਆ ਨਹੀਂ ਸੀ, ਬਟ ਆਪਾਂ ਬਹੁਤ ਆਰਗਿਊ ਕਰਦੇ ਹਾਂ ਛੋਟੀ ਗੱਲਾਂ 'ਤੇ। ਕਈ ਵਾਰ ਜਾਂ ਤਾਂ ਐਕਸੈਪਟ ਕਰ ਲਓ, ਪਤਾ ਵੀ ਹੈ ਕਿ ਗਲਤੀ ਨਹੀਂ ਹੈ ਜਾਂ ਉਹ ਬੰਦਾ ਗਲਤ ਹੈ, ਐਕਸੈਪਟ ਕਰ ਲਓ, ਆਪਣੇ ਪੀਸ ਆਫ ਮਾਈਂਡ ਲਈ ਵਧੀਆ ਹੈ। ਬਿਲਕੁਲ, ਇੰਸਟੈਡ ਕਿ ਆਪਣੇ ਆਪ ਨੂੰ ਪ੍ਰੂਵ ਕਰੀ ਜਾਓ ਕਿਸੇ ਨਾਲ। ਉਹੀ ਮਤਲਬ ਉਹ ਦੂਜੇ ਨੇ ਥੋੜ੍ਹਾ ਨਾ ਮੰਨਣਾ। ਐਗਜ਼ੈਕਟਲੀ, ਤੁਸੀਂ ਉੱਥੇ ਆਰਗਿਊ ਨਾ ਹੀ ਕਰੋ, ਕਿ ਤੁਸੀਂ ਦੂਸਰੇ ਨੂੰ ਸਮਝਾ ਨਹੀਂ ਸਕਦੇ, ਤਾਂ ਆਪ ਐਕਸੈਪਟ ਕਰ ਲਓ। ਔਰ ਉਹ ਪੀਸ ਆਫ ਮਾਈਂਡ ਬਹੁਤ ਜ਼ਰੂਰੀ। ਮੈਨੂੰ ਆਪਣੀ ਲਾਈਫ 'ਚ ਬਹੁਤ ਚੇਂਜ ਦਿਖਦਾ ਇਸ ਕਰਕੇ, ਕਿ ਪਹਿਲੇ ਮੈਂ ਬਹੁਤ ਅੜ ਜਾਂਦੀ ਸੀ ਛੋਟੀ ਜਿਹੀ ਗੱਲ 'ਤੇ, ਕਿ ਨਹੀਂ ਇਹ ਐਸੇ ਹੀ ਅੱਛਾ ਲੱਗੇਗਾ, ਔਰ ਸਾਰੀਆਂ ਚੀਜ਼ਾਂ ਚਲੀਆਂ ਜਾਂਦੀਆਂ। ਹੁਣ ਅੱਜ ਤੋਂ ਜੇ ਆਪਾਂ ਮਹੀਨਾ ਪਹਿਲੇ ਵੀ ਕੋਈ ਗੱਲ ਕਰੀਏ ਤਾਂ ਨਹੀਂ ਯਾਦ ਆਪਾਂ ਨੂੰ ਕਈ ਚੀਜ਼ਾਂ, ਬਟ ਆਪਾਂ ਉਸ ਟਾਈਮ 'ਤੇ ਇੰਨੇ ਅੜ ਜਾਂਦੇ ਹਾਂ ਕਿ ਆਪਣਾ ਵੀ ਦਿਮਾਗ ਖਰਾਬ ਕਰ ਲੈਂਦੇ ਹਾਂ, ਦੂਸਰੇ ਦਾ ਵੀ। ਰਾਈਟ। ਤਾਂ ਚੀਜ਼ਾਂ ਨੂੰ ਐਕਸੈਪਟ ਕਰਕੇ ਮੂਵ ਔਨ ਕਰਨਾ ਬਹੁਤ ਜ਼ਰੂਰੀ ਹੈ, ਔਰ ਛੋਟੀਆਂ ਚੀਜ਼ਾਂ ਜ਼ਿਆਦਾ ਇੰਪੈਕਟ ਕਰਦੀਆਂ ਇੰਸਟੈਡ ਆਫ ਵੱਡੀਆਂ। ਤਾਂ ਇਹ ਚੀਜ਼ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਇਹ ਹੈ, ਮੇਰਾ ਬੇਟਾ ਕਹੇਗਾ ਨਾ ਕਿ ਮੰਮਾ ਮੈਂ ਇਹ ਡਾਲ ਲੂੰ, ਕਈ ਵਾਰ ਕਹਿੰਦਾ ਮੈਂ ਕਿਆ ਕਾਰਟੂਨ ਜਿਹਾ ਬਣਿਆ, ਔਰੇਂਜ ਕੈਪ ਹੈ ਗੰਦੀ ਜੀ, ਐਵੇਂ ਮੇਲੇ 'ਚੋਂ ਕਿਤੇ ਮੈਂ ਲੈ ਲਈ ਸੀ ਕਿਸੇ ਟਾਈਮ 'ਤੇ, ਵੈਸੇ ਹੀ ਉਹ ਗੰਦਾ ਲੱਗਦਾ ਉਹ ਪਾ ਕੇ ਮੈਨੂੰ। ਬਟ ਫਿਰ ਮੈਂ ਸੋਚਦੀ ਹਾਂ, ਇਹਦਾ ਕਿਆ ਹੀ ਹੈ ਵੀ ਮੈਂ ਕਿਉਂ ਆਪਣਾ ਦਿਮਾਗ ਖਰਾਬ ਕਰ ਰਿਹਾ, ਉਹਨੂੰ ਵਧੀਆ ਲੱਗਦਾ ਪਾ ਲੇ, ਕੀ ਹੋ ਜਾਏਗਾ, ਕੋਈ
ਮੈਕਸ ਟੂ ਮੈਕਸ ਕੋਈ ਕਹਿ ਦੇਗਾ ਕਿ ਕੀ ਬਣਿਆ, ਦੈਨ ਵਟ। ਉਹਦੇ ਚੱਕਰ 'ਚ ਮੈਂ ਉਹਦਾ ਵੀ ਦਿਮਾਗ ਖਰਾਬ ਕਰੀ ਜਾਵਾਂ, ਇਹ ਕਿਆ ਕਰ ਰਿਹਾ, ਮੈਂ ਉਹਦੇ ਤੋਂ ਚਿੱਲਾਈ ਜਾਵਾਂ, ਆਪਣਾ ਵੀ ਦਿਮਾਗ ਖਰਾਬ ਕਰਾਂ। ਸੋ ਹੁਣ ਮੈਂ ਨਹੀਂ ਕਰਦੀ। ਜੋ ਗੰਦ ਪਾਉਂਦਾ ਮੈਂ ਉਹਨੂੰ ਰੋਕਦੀ ਵੀ ਨਹੀਂ ਵੀ ਤੂੰ ਗੰਦ ਕਿਉਂ ਪਾ ਰਿਹਾ। ਉਹਦੇ ਤੋਂ ਜ਼ਿਆਦਾ ਬੈਟਰ ਹੈ ਕਿ ਸਫਾਈ ਕਰ ਲਓ ਬਾਅਦ 'ਚੋਂ। ਤਾਂ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈ ਜੋ ਮੈਂ ਇੰਪਲੀਮੈਂਟ ਕੀਤੀਆਂ ਤੇ ਮੈਨੂੰ ਲੱਗਦਾ ਕਿ ਵਧੀਆ है। मेरे तो लास्ट पता नहीं, आई थिंक सेकंड लास्ट एक पॉडकास्ट किया है, उन्हीं की लर्निंग में से मतलब वो लर्निंग मेरे को मिली है कि जजमेंटल नहीं होना चाहिए किसी के प्रति, है ना। मतलब आप किसी को भी बोल देते हो किसी भी सिचुएशन में, ऐसे नहीं वैसे कर ले। जैसे मुझे आज भी बोल देते हैं लोग ना, जैसे फॉर एग्जांपल मैंने लास्ट कुछ पॉडकास्ट ऐसे किए जो बहुत फेमस गेस्ट नहीं थे बट वो अपने फील्ड के अंदर बहुत अच्छे थे। तो कहते कि मतलब तूने मूवी के पॉडकास्ट कर लिए हैं तो तू ऐसे गेस्ट के मत कर, तुम्हें नहीं पता, मतलब है ना। तो ऐसे जजमेंटल नहीं होना चाहिए, मुझे ऐसा लगता है। क्या सिनेरियो है, किस वजह से है। मेरे को लास्ट उसने ऐसे बताया कि जैसे फॉर एग्जांपल फिटनेस इंडस्ट्री से आते हैं जिनसे ये लर्निंग मिली मेरे को, उन्होंने कहा कि मतलब मैं आपको ऐसे ही बोल दूं कि यार आपको फिट रहना चाहिए, आपकी हेल्थ अच्छी नहीं है, बट नहीं, क्या पता आप कर रहे हो, क्या पता आप किस सिनेरियो से गुजर रहे हो। तो मेरे को लगता है कि कहते जजमेंटल नहीं होना चाहिए। कभी भी किसी को भी ऐसे कोई सजेशन क्या मतलब ऐसे बिना जाने सोचे समझे उसके 360 नहीं बोलना चाहिए कुछ भी। जैसे नहीं ठीक है, बिल्कुल सही है। क्योंकि बिकॉज नोबडी नोज कि मतलब वो किस सिनेरियो से गुजर रहा है। हाँ, कहना बहुत आसान है, ਕਿਸੇ ਵਾਸਤੇ ਵੀ ਕਹਿਣਾ ਆਪਣੇ ਲਈ ਵੀ ਬਹੁਤ ਆਸਾਨ ਹੈ, ਪਰ ਕਿਸੇ ਨੂੰ ਕਹਿੰਦਾ ਯਾਰ ਇਹਨੂੰ ਆਈ ਨਹੀਂ ਆਈ ਕਰਨਾ ਚਾਹੀਦਾ ਹੈਗਾ। ਯੂ ਨੈਵਰ ਨੋ, ਦੂਜਾ ਬੰਦਾ ਪਾਗਲ ਥੋੜੀ ਹੈ, ਉਹਨੇ ਆਪਦੇ ਹਾਲਾਤਾਂ ਦੇ ਅਕੋਰਡਿੰਗ ਸੋਚ ਕੇ ਕਰ ਰਿਹਾ ਨਾ ਉਹ ਜਿਹੜਾ ਕੁਝ ਵੀ ਕਰ ਰਿਹਾ। ਬਿਲਕੁਲ। ਮੇਰੀ ਨਾ ਇੱਕ ਲਰਨਿੰਗ ਤਾਂ ਇਹੀ ਹੈ ਜਿਹੜੀ ਤੁਸੀਂ ਦੱਸੀ। ਮੈਂ ਵੀ ਅਸੈਪਟ ਕਰਨਾ ਬਹੁਤ ਸ਼ੁਰੂ ਕਰਤਾ ਚੀਜ਼ਾਂ ਨੂੰ ਲੈ ਕੇ, ਠੀਕ ਹੈ, ਕਿ ਅਗਰ ਕੋਈ ਕਿਸੇ ਤਰ੍ਹਾਂ ਦਾ ਹੈ ਮੈਂ ਨਹੀਂ ਫਿਕਸ ਕਰ ਸਕਦੀ ਹੈਗੀ, ਠੀਕ ਹੈ। ਜੇ ਤੁਸੀਂ ਆਪਦੇ ਆਪ ਨੂੰ ਫਿਕਸ ਕਰ ਸਕਦੇ ਹੋ ਕਰੋ, ਠੀਕ ਹੈ, ਨਹੀਂ ਤਾਂ ਤੁਸੀਂ ਜਿਵੇਂ ਵੀ ਹੋ ਆਈ ਵਿਲ ਕੰਡਕਟ ਮਾਈ ਲਾਈਫ ਆਪਦੇ ਅਕੋਰਡਿੰਗ। ਮੈਨੂੰ ਤੁਹਾਨੂੰ ਆਪਦੀ ਲਾਈਫ 'ਚ ਐਂਟਰਟੇਨ ਕਰਨਾ ਹੈ, ਨਹੀਂ ਐਂਟਰਟੇਨ ਕਰਨਾ, ਮਾਈ ਚੋਇਸ, ਠੀਕ ਹੈ। ਅਤੇ ਮੈਂ ਹਰ ਇੱਕ ਗੱਲ ਦੇ ਉੱਤੇ ਹਰ ਕਿਸੇ ਨੂੰ ਨਹੀਂ ਕਹੂੰਗੀ ਵੀ ਯਾਰ ਐਂ ਕਰ ਲਓ, ਕਰ ਲਓ, ਇਹ ਕਰ ਲਓ। ਆਪਦਾ ਕਰੋ ਬਸ, ਆਪ ਤੁਸੀਂ ਅਸੈਪਟ ਕਰ ਲਓ ਜਿਵੇਂ ਦਾ ਚੀਜ਼ਾਂ ਹੈਗੀਆਂ ਨੇ ਅਤੇ ਉਵੇਂ ਖੁਸ਼ ਰਹਿਣਾ ਸ਼ੁਰੂ ਕਰੋ। ਇਹ ਚੀਜ਼ ਸਿੱਖ। ਬਟ ਲੇਕਿਨ ਜੋ ਸਭ ਤੋਂ ਵੱਡੀ ਲਰਨਿੰਗ ਜੋ ਮੈਨੂੰ ਰੀਸੈਂਟ ਰੀਅਲਾਈਜ਼ੇਸ਼ਨ ਸਭ ਤੋਂ ਜ਼ਿਆਦਾ ਹੋਈ ਹੋਈ ਹੈ, ਆਪਦੇ ਆਪ ਲਈ ਕਿਸੇ ਇੱਕ ਮੂਮੈਂਟ 'ਤੇ ਵੀ ਸਟੈਂਡ ਲੈਣ ਤੋਂ ਪਿੱਛੇ ਨਹੀਂ ਹਟਣਾ ਹੈਗਾ। ਇਹ ਚੀਜ਼ ਮੈਂ ਰਿਅਲਾਈਜ਼ ਕੀਤੀ। ਤੁਸੀਂ ਕਦੇ ਕਿਸੇ ਹੋਰ ਨੂੰ ਖੁਸ਼ ਕਰਨ ਵਾਸਤੇ ਕਿਸੇ ਦੀ ਖੁਸ਼ੀ 'ਚ ਹਾਂ ਵੀ ਕਰ ਦੋਗੇ ਨਾ, ਉਹ ਤੁਹਾਨੂੰ ਬਹੁਤ ਤਕਲੀਫ ਦਿੰਦੀ ਹੈ ਚੀਜ਼, ਬਹੁਤ ਜ਼ਿਆਦਾ ਤਕਲੀਫ ਦਿੰਦੀ ਹੈ। ਅਤੇ ਕਿਉਂਕਿ ਐਟ ਦੀ ਐਂਡ ਆਫ ਦ ਡੇ ਕੁਛ ਨਹੀਂ ਵੀ ਵਰਕਆਊਟ ਕੀਤਾ, ਆਪਦੇ ਆਪ ਨੂੰ ਕੋਸਣਾ ਸੌਖਾ ਹੈ। ਇਹ ਕਹਿਣਾ ਰਾਦਰ ਦੈਨ ਕਿ ਤੁਹਾਡੇ ਕਰਕੇ ਆਹ ਗਲਤ ਹੋਇਆ ਜੀ, ਤੁਸੀਂ ਉਦੋਂ ਐਵੇਂ ਕੀਤਾ ਸੀਗਾ ਤਾਂ ਕਰਕੇ ਆਹ ਗਲਤ ਹੋਇਆ। ਦੂਜੇ ਨੂੰ ਕੋਸ ਕੇ ਕੀ ਕਰ ਲਓਗੇ, ਠੀਕ ਹੈ। ਉਹ ਅਗਲੇ ਆਪਦੀ ਜਸਟੀਫਿਕੇਸ਼ਨਸ ਦੇਣੀਆਂ ਸ਼ੁਰੂ ਕਰ ਦੇਣਗੇ, ਅਸੀਂ ਤਾਂ ਚੰਗਾ ਸੋਚਿਆ ਸੀ, ਅਸੀਂ ਤਾਂ ਇਹ ਸੋਚਿਆ ਸੀ, ਉਹ ਸੋਚਿਆ ਸੀਗਾ। ਜਦੋਂ ਤੱਕ ਤੁਸੀਂ ਕਿਸੇ ਚੀਜ਼ ਵਾਸਤੇ ਸ਼ਿਓਰ ਨਹੀਂ ਹੈਗੇ, ਠੀਕ ਹੈ, ਜਾਂ ਤੁਸੀਂ 100% ਰੈਡੀ ਨਹੀਂ ਹੈਗੇ, ਕਿਸੇ ਦੇ ਪ੍ਰੈਸ਼ਰ 'ਚ ਕਦੇ ਵੀ ਆ ਕੇ ਕੁਛ ਨਹੀਂ ਕਰਨਾ ਚਾਹੀਦਾ ਹੈਗਾ। ਹਮੇਸ਼ਾ ਆਪਦੇ ਆਪ ਲਈ ਸਟੈਂਡ ਲਓ ਕਿ ਮੈਨੂੰ ਚੰਗਾ ਲੱਗ ਰਿਹਾ ਮੈਂ ਕਰੂੰ, ਮੈਨੂੰ ਨਹੀਂ ਚੰਗਾ ਲੱਗ ਰਿਹਾ ਮੈਂ ਨਹੀਂ ਕਰੂੰ। ਇੰਪੋਰਟੈਂਟ। ਇਹਦੇ ਲਈ ਬਹੁਤ ਵਾਰ ਨੋ ਵੀ ਕਹਿਣਾ ਪੈਂਦਾ और बहुत मुश्किल होता है, बहुत मुश्किल ਹੁੰਦਾ। वो एक इंटरव्यू में शाहिद कपूर जी ने भी बोला था। ਕਿੰਨੇ ਲੋਕਾਂ ਤੋਂ ਸੁਣੀ ਨਹੀਂ ਜਾਂਦੀ ਹੈਗੀ, ਬਹੁਤ ਲੋਕਾਂ ਨੂੰ ਇਹ ਐਕਚੁਅਲ 'ਚ ਪ੍ਰੋਬਲਮ ਹੈ ਕਿ ਉਹਨਾਂ ਤੋਂ ਨਾ ਸੁਣੀ ਨਹੀਂ ਜਾਂਦੀ ਹੈਗੀ। ਤੇ ਫਿਰ ਅੱਗੋਂ ਇਹੋ ਜਿਹੇ ਉਹਨਾਂ ਨੂੰ ਰਿਐਕਸ਼ਨਸ ਆਉਂਦੇ ਨੇ, ਇਸ ਤਰੀਕੇ ਨਾਲ ਬੋਲਦੇ ਨੇ, ਇਸ ਤਰੀਕੇ ਨਾਲ ਡਿਫੈਂਡ ਕਰਦੇ ਨੇ ਜੋ ਉਹਨਾਂ ਵਾਸਤੇ ਉਹ ਨੋਰਮਲ ਹੁੰਦੇ ਨੇਗੇ। ਬਟ ਉਹ ਅਸਲ ਦੇ ਵਿੱਚ ਰੀਜ਼ਨ ਕੀ ਹੁੰਦਾ ਵੀ ਲੋਕਾਂ ਨੂੰ, ਕਈ ਲੋਕਾਂ ਨੂੰ ਨਹੀਂ ਨਾ ਸੁਣਨੀ ਆਉਂਦੀ ਹੈ। राइट, बट वो अपने लिए, अपनी हेल्थ के लिए, अपने आगे की चीजों के लिए बेटर है एक बार बोल दोगे आप, क्योंकि एक बार सामने से बुरा लग सकता है, अदरवाइज नहीं। मैं भी एक एक्टर का इंटरव्यू देख रहा था, शायद शाहिद कपूर जी ने ही बोला था ये वाली बात कि बोल देना चाहिए, मतलब आपको नो बोलना सीखना चाहिए। क्योंकि बिकॉज हम ना इंडियन ना ऐसी मेंटालिटी के साथ अपब्रिंगिंग आती है, मतलब कि नो, हम डरते हैं नो बोलते हैं कि सामने वाला बुरा मान जाएगा। और उसके चक्कर में हम अपने आप को इंटरनली कितना पैनिक कर जाते हैं, बाद में पता नहीं लगता हमें। बहुत ज्यादा। मेरे नाल रीसेंट इदां होया भी है ना, मैं ਹਾਫ ਹਾਰਟਡਲੀ ਕੋਈ ਚੀਜ਼ ਵਾਸਤੇ ਯੈਸ ਕਰਤੀ, ਅਤੇ ਜੋ ਮੈਨੂੰ ਉਸ ਤੋਂ ਬਾਅਦ ਦੇ ਵਿੱਚ ਦੁੱਖ ਤਕਲੀਫ ਹੋਈ ਉਸ ਗੱਲ ਤੋਂ, ਉਹ ਉਸ ਤੋਂ ਬਾਅਦ 'ਚ ਮੈਂ ਰਿਅਲਾਈਜ਼ ਕੀਤਾ ਵੀ ਕਦੇ ਵੀ ਨਹੀਂ ਮੁੜ ਕੇ ਕਦੇ ਵੀ ਨਹੀਂ ਕਰਨਾ ਹੈਗਾ। ਆਪਦੇ ਆਪ ਲਈ ਹਮੇਸ਼ਾ ਸਟੈਂਡ ਲੈਣਾ। ਜਦੋਂ ਤੱਕ ਤੁਸੀਂ 100% ਨਹੀਂ ਰੈਡੀ ਹੈਗੇ, ਤੁਹਾਨੂੰ ਹਾਫ ਹਾਰਟਡਲੀ ਕਦੇ ਕੁਛ ਕਰਨ ਦੀ ਲੋੜ ਨਹੀਂ ਹੈਗੀ। ਇੱਕ ਚੀਜ਼ ਹੋਰ ਦੱਸੋ, ਮੰਨ ਲਓ ਤੁਸੀਂ ਕਿਸੇ ਤੋਂ ਨਾਰਾਜ਼ ਹੋ ਜਾਂ ਤੁਹਾਨੂੰ ਕਿਸੇ ਦੀ ਕੋਈ ਗੱਲ ਵਧੀਆ ਨਹੀਂ ਲੱਗੀ, ਤੁਸੀਂ ਕਿਆ ਜ਼ਿਆਦਾ ਪ੍ਰੈਫਰ ਕਰਦੇ ਹੋ ਵੀ ਠੀਕ ਹੈ ਛੱਡੋ ਪਰੇ, ਬੰਦੇ ਨੂੰ ਇਗਨੋਰ ਕਰੋ, ਨੈਕਸਟ ਵੀ ਮਤਲਬ ਅੰਦਰੋਂ ਦੀ ਕੱਟ ਆਫ ਕਰ ਦਿਓ, ਜਾਂ ਫਿਰ ਉਹਨੂੰ ਦੱਸੋ? ਨਹੀਂ, ਮੈਂ ਹਮੇਸ਼ਾ ਬਿਲੀਵ ਕਰਦੀ ਹਾਂ ਪਹਿਲਾਂ ਤਾਂ ਦੱਸਣ ਦੇ ਵਿੱਚ, ਠੀਕ ਹੈ, ਪਰ ਤੁਸੀਂ ਕਿਸੇ ਨੂੰ 1000 ਵਾਰ ਨਹੀਂ ਦੱਸ ਸਕਦੇ ਹੈਗੇ, ਠੀਕ ਹੈ। ਜੇ ਮੇਰਾ ਮੰਨਣਾ ਹੈ ਕਿ ਜੇ ਤੁਹਾਡੀ ਕਨਵਰਸੇਸ਼ਨ, ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਹੈ
ਹਰ ਕਿਸੇ ਨਾਲ, ਹੈ ਨਾ। ਜਦੋਂ ਤੱਕ ਤੁਹਾਡੀ ਕਮਿਊਨੀਕੇਸ਼ਨ ਸਮੂਥ ਰਹੂਗੀ ਠੀਕ ਰਹੂ, ਬਟ ਜੇ ਤੁਹਾਡੀ ਕਮਿਊਨੀਕੇਸ਼ਨ ਕਿਸੇ ਜਗ੍ਹਾ 'ਤੇ ਆ ਕੇ ਅੜ ਗਈ ਨਾ, ਜਿੱਥੋਂ ਉਹ ਅੱਗੇ ਵੱਧ ਨਹੀਂ ਰਹੀ ਹੈਗੀ, ਉਹੀ ਗੱਲਾਂ ਉਹੀ ਪੈਟਰਨ ਰਿਪੀਟ ਹੋਈ ਜਾ ਰਿਹਾ ਹੈ ਅਤੇ ਉਹਦਾ ਕੋਈ ਸੋਲਿਊਸ਼ਨ ਨਹੀਂ ਨਿਕਲ ਰਿਹਾ ਹੈਗਾ, ਉੱਥੇ ਪੈਟਰਨ 'ਤੇ ਅੜ ਗਈ। ਉੱਥੇ ਉਹ ਹੈ ਨਾ ਵੀ ਯਾਰ ਤੂੰ ਨਹੀਂ ਸਮਝਦਾ, ਮੈਂ ਨਹੀਂ ਸਮਝਦੀ, ਤੁਸੀਂ ਨਹੀਂ ਸਮਝਦੇ, ਐਂ ਨਹੀਂ ਹੋ ਰਿਹਾ ਹੈਗਾ। ਉਹ ਸਭ ਜਿੱਥੇ ਆ ਕੇ ਅੜ ਗਈ, ਜਿੱਥੇ ਉਹ ਜੇ ਉਹ ਤੁਹਾਡੇ 1000 ਵਾਰ ਟਰਾਈ ਕਰਨ ਤੋਂ ਬਾਅਦ ਵੀ ਉਹ ਅੜੀ ਹੋਈ ਹੈ, ਫਿਰ ਉੱਥੇ ਤੁਹਾਨੂੰ ਆਪਦੀ ਕਾਲ ਲੈਣੀ ਪਊਗੀ, ਠੀਕ ਹੈ। ਜਾਂ ਤੁਹਾਨੂੰ ਡਿਸਟੈਂਸ ਹੋਣਾ ਪਊਗਾ, ਜਾਂ ਤੁਹਾਨੂੰ ਅਸੈਪਟ ਕਰਨਾ ਪਊਗਾ, ਜਾਂ ਤਾਂ ਤੁਸੀਂ ਗਿਵ ਇਨ ਕਰੋ ਜਾਂ ਫਿਰ ਗੁੱਡ ਬਾਏ ਕਰੋ। ਵਨ ਮੋਰ ਥਿੰਗ, ਮੈਨੂੰ ਇਹ ਵੀ ਲੱਗਦਾ ਕਿ ਇਹ ਪਰਸਨ ਟੂ ਪਰਸਨ ਵੀ ਡਿਪੈਂਡ ਕਰੇਗੀ। ਜੇ ਪਰਸਨ ਸਾਡੇ ਕਲੋਜ਼ ਹੈ ਜਾਂ ਰਿਲੇਸ਼ਨ 'ਚ ਹੈ ਤਾਂ ਇਹ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਅਪਲਾਈ ਕਰੇਗੀ। ਅਦਰਵਾਈਜ਼ ਜੇ ਪਰਸਨ ਤੁਹਾਨੂੰ ਅੱਜ ਮਿਲਿਆ, ਕੱਲ ਮਿਲਿਆ, ਹਫਤੇ ਪਹਿਲੇ ਮਿਲਿਆ, ਉਹਨਾਂ ਤੇ ਮੈਨੂੰ ਨਹੀਂ ਲੱਗਦਾ ਤੁਸੀਂ ਟਾਈਮ ਸਪੈਂਡ ਕਰਨ ਦੀ ਲੋੜ ਹੈ। ਤੁਸੀਂ ਕਰੋਗੇ ਉੱਥੇ ਤਾਂ ਤੁਸੀਂ ਕਹੋਗੇ ਹਾਂਜੀ ਓਕੇ ਠੀਕ ਹੈ, ਲੈਟ them go, ਹਾਂ ਭਾਈ ਤੁਸੀਂ ਠੀਕ ਹੋ, ਭਾਈ ਤੁਸੀਂ ਮਾਨ ਹੋ, ਉੱਥੇ ਤੁਸੀਂ ਐਂ ਕਰੋਗੇ ਓਬਵੀਅਸਲੀ। ਤੇ ਨਾਲੇ ਲਵ ਕੀ ਹੈ ਤੁਹਾਡੇ ਲਈ? ਦੁਨੀਆ ਦੀ ਸਭ ਤੋਂ ਜ਼ਿਆਦਾ ਵੱਡੀ ਚੀਜ਼, ਸਭ ਤੋਂ ਜ਼ਿਆਦਾ ਇੰਪੋਰਟੈਂਟ ਇਮੋਸ਼ਨ, ਸਭ ਤੋਂ ਪਾਵਰਫੁਲ ਚੀਜ਼, ਉਸ ਤੋਂ ਉੱਤੇ ਕੁਛ ਵੀ ਨਹੀਂ ਹੈ। ਸੋ ਪੈਸਾ ਪੂਸਾ ਸਾਰਾ ਕੁਛ, ਐਵਰੀਥਿੰਗ ਇਜ਼ ਸੈਕੰਡਰੀ। ਤੁਸੀਂ ਜਿੰਨਾ ਮਰਜ਼ੀ ਪੈਸਾ ਕਮਾ ਲਓਗੇ, ਫਿਰ ਵੀ ਉਦੋਂ ਬਾਅਦ ਦੇ ਵਿੱਚ ਚਾਹੋਗੇ ਕਿ ਉਹਨੂੰ ਸ਼ੇਅਰ ਤਾਂ ਆਪਦੇ ਕਿਸੇ ਲਵਡ ਵਨ ਨਾਲ ਹੀ ਕਰਨਾ ਚਾਹੋਗੇ ਨਾ। ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਇਹੀ ਹੋਊਗਾ ਨਾ ਵੀ ਮੇਰੇ ਬੱਚੇ ਜਾਂ ਮੇਰਾ ਪਰਿਵਾਰ ਜਾਂ ਕੁਛ ਵੀ। ਰਾਈਟ। ਸੋ ਦੁਨੀਆ ਦਾ ਸਭ ਤੋਂ ਪਾਵਰਫੁਲ ਇਮੋਸ਼ਨ ਹੈ ਹਰ ਇੱਕ ਚੀਜ਼ ਦੇ ਪਿੱਛੇ। ਲਵ ਇਜ਼ ਦੀ ਆਂਸਰ ਟੂ ਐਵਰੀਥਿੰਗ। ਯੂਰ ਫਰਸਟ ਲਵ? ਮਾਈ ਫਾਦਰ, ਫੈਮਿਲੀ, ਫਾਦਰ ਇਹੀ ਹੁੰਦੇ ਆ। ਇਸ ਤੋਂ ਉੱਪਰ ਪਿਆਰ, ਇਸ ਤੋਂ ਜ਼ਿਆਦਾ ਉੱਪਰ ਤੇ ਰੀਅਲਿਸਟਿਕ ਪਿਆਰ ਮਿਲਣਾ ਬਹੁਤ ਬਹੁਤ ਮੁਸ਼ਕਿਲ ਹੈ। ਬਹੁਤ ਲੱਕੀ ਨੇ ਲੋਕ ਜਿਨ੍ਹਾਂ ਨੂੰ ਮਿਲ ਜਾਂਦਾ, ਨਹੀਂ ਤਾਂ ਇੰਨਾ ਰੀਅਲਿਸਟਿਕ ਫੈਮਿਲੀ ਜਿੰਨਾ ਰੀਅਲ ਤੇ ਫੈਮਿਲੀ ਜਿੰਨਾ ਸੈਕਰੀਫਾਈਸਿੰਗ ਤੇ ਅਨਕੰਡੀਸ਼ਨਲ ਪਿਆਰ ਮਿਲਣਾ ਬਹੁਤ ਔਖਾ ਹੈ। ਈਵਨ ਕਿ ਸਾਰੀਆਂ ਫੈਮਿਲੀਜ਼ ਵੀ ਸੈਕਰੀਫਾਈਸਿੰਗ ਤੇ ਅਨਕੰਡੀਸ਼ਨਲ ਨਹੀਂ ਹੁੰਦੀਆਂ। ਬਹੁਤ ਸਾਰੀ ਫੈਮਿਲੀਜ਼ ਵੀ ਬਹੁਤ ਸੈਲਫਿਸ਼ ਹੁੰਦੀਆਂ ਨੇ। ਬਟ ਲੇਕਿਨ ਫੈਮਿਲੀਜ਼ ਦੇ ਵਿੱਚ ਫਿਰ ਵੀ ਆਪਾਂ ਦੇਖਦੇ ਆਂਗੇ ਕਿ ਇੱਕ ਸਿਸਟਮ ਹੈ ਜਿੱਥੇ ਪਿਆਰ ਬਣਿਆ ਰਹਿੰਦਾ ਹੈ ਨਾ। ਹੋਰ ਰਿਸ਼ਤਿਆਂ 'ਚ ਇੰਨਾ ਨਹੀਂ ਹੈ। ਪਹਿਲੇ ਜਦੋਂ ਵਿਆਹ ਨਹੀਂ ਹੋਇਆ ਹੁੰਦਾ ਮਾਂ-ਬਾਪ ਹੁੰਦੇ ਆ ਪਿਆਰ, ਹੈ ਨਾ, ਸਭ ਤੋਂ ਜ਼ਿਆਦਾ। ਫਿਰ ਬॉयਫ੍ਰੈਂਡ ਗਰਲਫ੍ਰੈਂਡ ਹੋ ਗਏ, ਫਿਰ ਹਸਬੈਂਡ ਹੋ ਗਏ। ਹੁਣ ਸੱਚੇ ਦੱਸਾਂ ਹੁਣ ਤਾਂ ਬੱਚੇ ਹੀ, ਹੁਣ ਬੱਚਿਆਂ 'ਚੋਂ ਵੀ ਛੋਟੇ ਬੱਚੇ 'ਤੇ ਜ਼ਿਆਦਾ ਟਾਈਮ ਔਰ ਅਟੈਂਸ਼ਨ, ਹੁਣ ਵੀ ਮੇਰਾ ਅੱਧਾ ਧਿਆਨ ਉੱਧਰ ਰਹਿੰਦਾ। ਮੈਨੂੰ ਇੱਕ ਗੱਲ ਦੱਸੋ। ਹਾਂਜੀ। ਜਿੰਨਾ ਪਿਆਰ ਇੱਕ ਮਾਂ-ਬਾਪ ਆਪਣੇ ਬੱਚੇ ਨੂੰ ਕਰਦੇ ਨੇਗੇ, ਸਪੈਸ਼ਲੀ ਇੱਕ ਮਾਂ ਆਪਣੇ ਬੱਚੇ ਨੂੰ ਕਰਦੀ ਹੈ, ਉਸ ਤੋਂ ਉੱਪਰ ਦਾ ਕੋਈ ਪਿਆਰ ਹੈ ਜ਼ਿੰਦਗੀ ਦੇ ਵਿੱਚ? 101% ਕੋਈ ਗਰਲਫ੍ਰੈਂਡ ਬॉयਫ੍ਰੈਂਡ ਵਾਲਾ, ਕੋਈ ਹਸਬੈਂਡ ਵਾਈਫ ਵਾਲਾ, ਈਵਨ ਕਿ ਬੱਚਿਆਂ ਦਾ ਆਪਣੇ ਪੇਰੈਂਟਸ ਵਾਲਾ ਵੀ ਨਹੀਂ ਹੈਗਾ ਨਾ। ਸਭ ਤੋਂ ਵੱਡਾ ਇਮੋਸ਼ਨ ਜਿਹੜਾ ਪਿਆਰ ਦਾ ਨਾ, ਉਹ ਇਹੀ ਹੈਗਾ ਜਿਹੜਾ ਇੱਕ ਪੇਰੈਂਟ ਆਪਦੇ ਬੱਚੇ ਨਾਲ ਕਰਦਾ। ਯੈਸ। ਰਿਗਰੈਟ ਹੈ ਕੋਈ? ਰਿਗਰੈਟ ਸੋ ਫਾਰ ਕੋਈ ਵੱਡਾ ਰਿਗਰੈਟ ਨਹੀਂ ਹੈਗਾ। ਕੁਛ ਜੋ ਮੈਨੂੰ ਆਪਦੇ ਅੰਦਰ ਕਮੀਆਂ ਲੱਗੀਆਂ ਸੀ ਉਹਨਾਂ ਨੂੰ ਮੈਂ ਬਹੁਤ ਹੱਦ ਤੱਕ ਬਦਲਿਆ, ਅੱਗੇ ਵੀ ਬਦਲੂੰਗੀ। ਸੋ ਫਾਰ ਕੋਈ ਵੱਡਾ ਰਿਗਰੈਟ ਨਹੀਂ ਹੈ। ਲੋਸ ਫੀਲ ਹੁੰਦਾ ਹੈ, ਇੱਕ ਦੋ ਸੁਪਨਿਆਂ ਦਾ ਲੋਸ ਮਹਿਸੂਸ ਹੁੰਦਾ, ਪਰ ਉਹਦੇ 'ਚ ਵੀ ਮੈਨੂੰ ਲੱਗਦਾ ਵੀ ਮੇਰਾ ਰਿਗਰੈਟ ਨਹੀਂ ਹੈਗਾ ਉਹ। ਔਰ ਡਰ ਲੱਗਦਾ ਕਿਸੇ ਗੱਲ ਦਾ? ਬਿਲਕੁਲ। ਕਿਸ ਗੱਲ ਦਾ? ਮੇਰਾ ਨਾ ਬਹੁਤ ਸਿੰਪਲ ਜਿਹਾ ਸੁਪਨਾ ਹੈ, ਠੀਕ ਹੈ, ਅਤੇ ਜਿੰਨਾ ਸਿੰਪਲ ਹੈ ਉਨਾ ਹੀ ਜ਼ਿਆਦਾ ਦਿਲ ਦੇ ਅਜ਼ੀਜ਼ ਹੈ, ਉਨਾ ਹੀ ਜ਼ਿਆਦਾ ਡਰ ਹੈ ਉਹਨੂੰ ਲੈ ਕੇ, ਠੀਕ ਹੈ। ਕਿਉਂਕਿ ਵੀ ਮੈਂ ਕੰਮ ਕਰਾਂ ਆਪਦਾ ਖੁਸ਼ੀ ਖੁਸ਼ੀ ਜਿਵੇਂ ਹੁਣ ਤੱਕ ਕਰਦੀ ਆ ਰਹੀ ਹਾਂ ਉਵੇਂ ਲਾਈਫ ਟਾਈਮ ਕਰਾਂ, ਅਤੇ ਮੈਨੂੰ ਪਿਆਰ ਮਿਲੇ ਜੋ ਐਕਚੁਅਲੀ 'ਚ ਸੱਚਾ ਪਿਆਰ ਹੁੰਦਾ ਲਾਈਫ ਦੇ ਵਿੱਚ, ਹੈ ਨਾ। ਜਿਵੇਂ ਤੁਸੀਂ ਇਕੱਠੇ ਹੋ, ਕਿੰਨਾ ਸੋਹਣਾ ਰਿਲੇਸ਼ਨ ਹੈ। ਇੱਕ ਹੁਣ ਉਹ ਫੈਮਿਲੀ ਲਾਈਫ ਖਤਮ ਹੋਣ ਵਾਲੀ ਹੈ ਜਿਹੜੀ ਇੱਕ ਪੇਰੈਂਟਸ ਦੇ ਨਾਲ ਹੁੰਦੀ, ਹੁਣ ਆਪਦੀ ਇੱਕ ਫੈਮਿਲੀ ਸ਼ੁਰੂ ਕਰਨ ਦਾ ਟਾਈਮ ਆ ਗਿਆ ਆਲਮੋਸਟ। ਤਾਂ ਬਸ ਉਹ ਇੱਕ ਹੁੰਦਾ ਹੈਗਾ ਕਿ ਯਾਰ ਵੀ ਉਹ ਸੋਹਣੀ ਹੋਵੇ ਉਹ ਜ਼ਿੰਦਗੀ, ਹੈ ਨਾ। ਬਸ ਉਹ ਇੱਕ ਸੁਪਨਾ ਹੈ, ਉਹਦਾ ਡਰ ਵੀ ਹੈ ਜੇ ਨਾ ਹੋਇਆ, ਜੇ ਉਹੋ ਜਿਹਾ ਕੁਛ ਨਾ, ਜੋ ਸੁਪਨਾ ਦੇਖਿਆ ਕਿ ਯਾਰ ਇੰਨਾ ਪਿਓਰ ਹੋਵੇ, ਜੇ ਉਹ ਪਿਓਰਿਟੀ ਨਾ ਹੋਈ, ਸੋ ਉਹ ਰਹਿੰਦਾ ਇੱਕ ਡਰ। ਇਹ ਤਾਂ ਸੱਚੀ ਡਰ ਬਣ ਗਿਆ ਅੱਜ ਦੇ ਟਾਈਮ 'ਚ, ਕਿਉਂਕਿ ਬਿਕੋਜ਼ ਜਿਵੇਂ ਦਾ ਟਾਈਮ ਚੱਲਦਾ ਆ ਰਿਹਾ ਨਾ, ਜਿਵੇਂ ਆਪਾਂ ਦੇਖ ਰਹੇ, ਭਾਵੇਂ ਵੱਡੇ ਲੋਕੀ ਹੋਣ ਭਾਵੇਂ ਛੋਟੇ ਹੋਣ, ਜ਼ਿਆਦਾਤਰ ਵੱਡੇ 'ਚ ਹੀ ਦੇਖ ਰਹੇ ਆਪਾਂ। ਸਟਾਰਸ ਦਾ ਵੀ ਦੇਖ ਲਿਆ, ਕ੍ਰਿਕਟਰਸ ਦਾ ਵੀ ਦੇਖ ਲਿਆ, ਹੁਣ ਪੰਜਾਬੀ ਸਟਾਰਸ ਵੀ ਦੇਖ ਹੀ ਲਏ ਆਪਾਂ ਨੇ ਸਾਰੇ ਕਿਤੇ। ਮੈਰਿਜ ਮਾਰਕੀਟ ਇਜ਼ ਵੈਰੀ ਲੋ ਥੀਸ ਡੇਜ਼, ਸੋ ਉਹ ਡਰ ਰਹਿੰਦਾ ਫਿਰ ਇਸ ਚੀਜ਼ ਦਾ ਵੀ, ਹੈ ਨਾ। ਵਹੀ ਵੀ ਰਿਸ਼ਤੇ ਦੇਖੋ ਨਿਭ ਤਾਂ ਜਾਂਦੇ ਨੇ, ਹੈ ਨਾ, ਚਾਹੇ ਜੋ ਵੀ ਇਕੱਠੇ ਹੋਣ, ਪਰ ਲੇਕਿਨ ਬਹੁਤ ਘੱਟ ਲੋਕ ਹੋਣਗੇ ਮੈਰਿਡ ਵੀ ਜੋ ਆਪਦੇ ਦਿਲ 'ਤੇ ਹੱਥ ਰੱਖ ਕੇ ਕਹਿ ਸਕਦੇ ਨੇ ਵੀ ਅਸੀਂ ਖੁਸ਼ ਹਾਂ, ਸਾਨੂੰ ਪਤਾ ਵੀ ਸਾਡਾ ਜਿਹੜਾ ਬੌਂਡ ਹੈ ਉਹ ਪਿਓਰ ਹੈ। ਸੋ ਮੇਰਾ ਸੁਪਨਾ ਤੇ ਮੇਰਾ ਡਰ ਇਹੀ ਹੈ ਕਿ ਉਹ ਜਦੋਂ ਵੀ ਹੋਵੇ ਨਾ ਉਹ ਪਿਓਰ ਹੋਵੇ। अच्छा 2026 की बकेट लिस्ट क्या है आपकी?
ਸੋ ਸ਼ੁਰੂਆਤ ਤਾਂ ਮੈਂ ਉਹਦੇ ਨਾਲ ਹੀ ਕੀਤੀ ਹੈ 2026 ਦੀ ਸ਼ਾਂਭਵੀ ਦੇ ਮੰਡਲਾ ਤੋਂ ਸ਼ੁਰੂ ਹੋਈ ਹੈ, ਠੀਕ ਹੈ। ਸੋ 40 ਡੇਜ਼ ਉਹ ਚੱਲੇਗਾ। अच्छा एक टिक मार्क चल रहा ਹਾਂ, है। ਇਹ ਟਿਕ ਮਾਰਕ ਚੱਲ ਰਿਹਾ ਇੱਕ, ਠੀਕ ਹੈ। ਤੇ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਹੈਗਾ ਕਿ ਮੈਂ ਹਰ ਸਾਲ ਨਾ ਹੁਣ ਟ੍ਰਿਪ ਕੱਢਣੇ ਜ਼ਰੂਰ ਸ਼ੁਰੂ ਕਰਨੇ ਨੇ। ओके ਸੋ ਇਸ ਸਾਲ ਦੇ ਮੈਂ 2 ਟ੍ਰਿਪ ਸੋਚੇ ਹੋਏ ਨੇ, ਇੱਕ ਵਿਦਨ ਇੰਡੀਆ, ਇੱਕ ਬਾਹਰ ਦਾ। ਤਾਂ ਹੁਣ ਉਹ ਜਿਵੇਂ ਮਰਜ਼ੀ ਉਹਦੀ ਪੋਸੀਬਿਲਿਟੀ ਬਣੇ, ਜਿੰਨਾ ਮਰਜ਼ੀ ਮੈਨੂੰ ਘਰੇ ਰੌਲਾ ਪਾਉਣਾ ਪਵੇ, ਇਹ ਮੈਂ ਫੋਰ ਸ਼ੋਰ ਕਰੂੰਗੀ। ਇਹ ਮੈਂ ਸੋਚਿਆ ਹੋਇਆ ਹੈਗਾ मैं ਤੁਹਾਡੀ ਰੀਲ ਤੇ ਦੇਖਿਆ ਤੁਸੀਂ ਸੋਲੋ ਵੀ ਕਰਦੇ ਹੋ। ਸੋਲੋ ਕਰੋਗੇ ਕਿਸੇ ਦੇ ਨਾਲ ਕਰੋਗੇ? ਨਹੀਂ, ਪਿਛਲੀ ਵਾਰੀ ਜਦੋਂ ਉਹ ਮੇਰਾ ਫਰਸਟ ਟਾਈਮ ਸੀਗਾ ਸੋਲੋ ਕਰਨ ਦਾ। ਡਰ ਨਹੀਂ ਲੱਗਿਆ ਸੋਲੋ ਕਰਦੇ ਹੋਏ? ਇੰਨਾ ਕੋਈ ਡਰ ਨਹੀਂ ਲੱਗਿਆ ਹੈਗਾ। ਐਕਚੁਅਲੀ ਦੇ ਵਿੱਚ ਨਾ ਮੈਨੂੰ ਪਤਾ ਸੀ ਕਿ ਜਿੱਥੇ ਮੈਂ ਜਾ ਰਹੀ ਹਾਂ ਉੱਥੇ ਕਮਿਊਨਿਟੀ ਆਫ ਐਕਟਰਸ ਹੈਗੇ, ਮੈਂ ਉਹਨਾਂ ਚੋਂ ਕਿਸੇ ਨੂੰ ਜਾਣਦੀ ਨਹੀਂ ਸੀਗੀ, ਓਕੇ ਪਰ ਉਹ ਸਾਰੇ ਇੱਕ ਵਰਕਸ਼ਾਪ ਵਾਸਤੇ ਉੱਥੇ ਆ ਰਹੇ ਸੀਗੇ। ਤਾਂ ਉੱਥੇ ਜਾ ਕੇ ਜੋ ਤੁਹਾਨੂੰ ਪਤਾ ਕਿ ਓਕੇ ਇੱਕ ਕਮਿਊਨਿਟੀ ਦਾ ਤੁਸੀਂ ਹਿੱਸਾ ਬਣ ਜਾਓਗੇ, ਫਿਰ ਤੁਹਾਨੂੰ ਸੋਲੋ ਦਾ ਇੰਨਾ ਡਰ ਨਹੀਂ ਲੱਗਦਾ ਵੀ ਜਾ ਕੇ ਤੁਹਾਨੂੰ ਕੋਈ ਨਾ ਕੋਈ ਤਾਂ ਮਿਲ ਹੀ ਜਾਊਗਾ। ਪ੍ਰੋਪਰ ਸੋਲੋ ਵਾਲਾ ਸੋਲੋ ਤਾਂ ਮੈਂ ਵੀ ਨਹੀਂ ਕੀਤਾ ਹੈਗਾ, ਉਹ ਤਾਂ ਮੁਸ਼ਕਿਲ ਚੀਜ਼ ਹੈਗੀ ਕਰਨੀ। ਪਰ ਉਹ ਜਿਹੜੇ ਕਰਦੇ ਨੇ ਸ਼ਾਇਦ ਬਹੁਤ ਲੋਕ ਕਹਿੰਦੇ ਨੇ ਵੀ ਉਹਨਾਂ ਨੂੰ ਬਹੁਤ ਮਜ਼ਾ ਆਉਂਦਾ ਹੈ ਨਾ। बहुत ज़बरदस्त है वो तो। ਤੁਸੀਂ ਕੀਤਾ? नहीं ਬਟ ਮੈਂ ਇਮੇਜਿਨ ਕਰਤੇ ਹਾਂ, ਜੇ ਉਹਨਾਂ ਨੂੰ ਦੇਖਦੇ ਆ ਤਾਂ ਕਿੰਨੀ ਕਈ ਵੱਡੀ ਗੱਲ ਲੋਕਾਂ ਹੈ। 'ਚ ਨਾ ਸਕਿੱਲਸ ਹੁੰਦੀਆਂ ਨੇ, ਠੀਕ ਹੈ, ਵੀ ਉਹ ਕਿਤੇ ਵੀ ਇਕੱਲੇ ਵੀ ਜਾਣਗੇ, ਉਹ ਨਾਲ ਦੀ ਨਾਲ 10 ਲੋਕਾਂ ਨੂੰ ਆਪਦੇ ਨਾਲ ਜੋੜ ਲੈਣਗੇ। ਔਰ ਭਾਈ ਕੈਸੇ ਹੋ, ਕਿਆ ਚੱਲ ਰਿਹਾ यहाँ पे, क्या है वैसे। ਮਤਲਬ ਮੈਂ ਉਹ ਚੀਜ਼ 'ਚ ਇੰਨਾ ਜ਼ਿਆਦਾ ਨਹੀਂ ਅੱਗੇ ਹੈਗੀ, ਤਾਂ ਮੈਨੂੰ ਉਵੇਂ ਵਾਲਾ ਸੋਲੋ ਕਰਨ ਤੋਂ ਫਿਰ ਡਰ ਵੀ ਲੱਗਦਾ ਹੈ। ਮੈਂ ਕਿਸੇ ਨੂੰ ਕੋਸ਼ਿਸ਼ ਵੀ ਕਰੂੰਗੀ ਔਰ ਕੈਸੇ ਉਹਨੇ ਕਹਿਣਾ ਬੜੀਆ ਹੂੰ, ਤੇ ਫਿਰ ਉਦੋਂ ਬਾਅਦ 'ਚ ਅੱਗੇ ਕੀ ਕਹੂੰਗੀ ਮੈਂ, ਹੁਣ ਅੱਗੇ ਕੀ ਗੱਲ ਕਰਾਂ। ਸੋ ਜਾਂ ਤਾਂ ਕਦੇ ਇੱਕ ਵਾਰੀ ਦੇਖੀ ਜਾਊਗਾ, ਐਕਸਪੀਰੀਅੰਸ ਕਰਕੇ ਸਿੱਖ ਜਾਓਗੇ ਤੁਸੀਂ ਆਪਣੇ ਆਪ ਕੁਛ। ਥਰਡ ਕਿੰਨੀ ਹੈ ਬਕਟ ਲਿਸਟ ਦੇ ਵਿੱਚ? ਹਾਲੇ ਤੱਕ ਇਹੀ ਹੈ, ਹਾਲੇ ਤੱਕ ਇੰਨਾ ਕੀ ਸੋਚਿਆ। बुरा कब लगता है आपको? गुस्सा कब आता है आपको? ਵੀ ਰੂਡ ਹੋਵੇ ਜਦੋਂ ਕੋਈ, ਜਾਂ ਕੋਈ ਤੁਹਾਨੂੰ ਐਵੇਂ ਟੌਂਟ ਜਿਹਾ ਕਰਕੇ ਛੋਟਾ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕਰਦਾ, ਉਦੋਂ ਫਿਰ ਪੂਰਾ ਗੁੱਸਾ ਆਉਂਦਾ। ਇੰਡਸਟਰੀ 'ਚ ਕਰਦੇ ਲੋਕ ਇੱਦਾਂ? ਹਾਂ, ਕਦੇ ਕਦੇ ਕਰਦੇ ਨੇਗੇ, ਕੋਈ ਨਾ ਇੱਕ ਟੈਕਟ ਜਿਹਾ ਹੁੰਦਾ ਗਾ ਜੇ ਕਰਕੇ ਉਹ ਮਿੱਠੀਆਂ ਗੋਲੀਆਂ ਜਿਹਦੇ ਨਾਲ। ਤੇ ਫਿਰ ਵੀ ਇੱਕ ਕੰਡਕਟ ਹੁੰਦਾ, ਜੇ ਤਾਂ ਤੁਸੀਂ ਕੋਈ ਗੱਲ ਆਪਦੀ ਕੰਡਕਟ ਦੇ ਨਾਲ ਰੱਖ ਸਕਦੇ ਹੋ ਦੈਟਸ ਫਾਈਨ, ਹੈ ਨਾ। ਤੁਸੀਂ ਕ੍ਰਿਟਿਸਿਜ਼ਮ, ਮੈਂ ਕ੍ਰਿਟਿਸਿਜ਼ਮ ਝੱਲ ਸਕਦੀ ਹਾਂ, ਮੈਨੂੰ ਕ੍ਰਿਟਿਸਿਜ਼ਮ ਝੱਲਣ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਮੈਨੂੰ ਮੈਨੀਪੂਲੇਸ਼ਨ ਚੱਲਣ 'ਚ ਬਹੁਤ ਪ੍ਰੋਬਲਮ ਹੈ। ਸੋ ਜਿਹੜਾ ਕੋਈ ਮੈਨੀਪੂਲੇਟ ਕਰਦਾ ਹੈ ਜਾਂ ਰੂਡ ਹੁੰਦਾ, ਉਹ ਚੀਜ਼ ਨਹੀਂ ਮੈਂ ਚੱਲ ਸਕਦੀ। ਆਪਾਂ ਟਰਸਟ ਦੀ ਗੱਲ ਕਰ ਰਹੇ ਸੀ, ਤੁਸੀਂ ਕਹਿ ਰਹੇ ਸੀ ਕਿ ਇੱਕ ਇਨਸੀਡੈਂਟ ਇਦਾਂ ਦਾ ਹੋ ਗਿਆ ਹੈ ਨਾ, ਬੰਦੇ ਨੇ ਕਿਹਾ ਕਿ ਇਦਾਂ ਪ੍ਰੋਜੈਕਟ ਔਰ ਉਹ ਨਹੀਂ ਸੀ। ਸੋ ਇੰਡਸਟਰੀ 'ਚ ਟਰਸਟ ਕਰਨਾ ਔਖਾ ਹੈ, ਬਟ ਰੀਅਲ ਲਾਈਫ 'ਚ ਲੋਕਾਂ ਦੇ ਉੱਤੇ ਈਜ਼ੀਲੀ ਟਰਸਟ ਕਰ ਲੈਂਦੇ ਹੋ? ਨਹੀਂ, ਟਰਸਟ ਕਿਸੇ ਤੇ ਵੀ ਕਰਨਾ ਔਖਾ ਹੈ। ਟਰਸਟ ਮੰਗਦਾ ਹੈ ਟਾਈਮ ਤੇ ਸਬੂਤ, ਠੀਕ ਹੈ। ਤੇ ਉਹ ਮੈਨੂੰ ਨਾ ਇੱਕ ਵਾਰੀ ਇੱਕ ਸਾਈਕੋਲੋਜਿਸਟ ਦੱਸ ਰਹੇ ਸੀਗੇ ਵੀ ਇੱਕ ਪੀਰਾਮਿਡ ਦੀ ਤਰ੍ਹਾਂ ਟਰਸਟ, ਤੁਸੀਂ ਇਹਤੇ 5 ਲੇਅਰਸ ਬਣਾ ਦਿਓ, ਹੌਲੀ ਹੌਲੀ ਤੁਹਾਨੂੰ ਤੁਸੀਂ ਟੌਪ ਤੇ ਕਿਸੇ ਨੂੰ ਨਹੀਂ ਇੱਕਦਮ ਬਿਠਾਉਣਾ ਹੈਗਾ ਵੀ ਉਹ ਇਹ ਬੜਾ ਅੱਛਾ ਬੰਦਾ, ਇਹਨੂੰ ਟੌਪ ਤੇ ਬਿਠਾ ਦਿਓ। ਤੁਸੀਂ ਹਰ ਇੱਕ ਟਾਈਮ ਦੇ ਕੇ ਹੀ ਬੰਦੇ ਨੂੰ ਪੀਰਾਮਿਡ 'ਚ ਆਪਦੇ ਮਾਈਂਡ ਦੇ ਵਿੱਚ ਪੀਰਾਮਿਡ ਬਣਾਓ ਤੇ ਉਹਨੂੰ ਉੱਪਰ ਫੇਰ ਲੈ ਕੇ ਜਾਣਾ ਵੀ ਹਲੇ ਮੇਰਾ ਇਹਦਾ ਤੇ ਆਹ ਲੈਵਲ ਦਾ ਟਰਸਟ ਹੈ, ਫਿਰ ਇਸ ਲੈਵਲ ਦਾ, ਫਿਰ ਇਸ ਲੈਵਲ ਦਾ, ਫਿਰ ਮੈਂ ਕਹੂੰਗੀ ਵੀ। ਤੇ ਓਨੈਸਟਲੀ ਜਿਹੜਾ ਉਹ ਟੌਪ ਲੈਵਲ ਦਾ ਟਰਸਟ ਹੈ ਨਾ, ਉਹ ਬਿਨਾਂ ਪਰਮਾਤਮਾ ਤੋਂ ਕਿਸੇ ਤੇ ਨਾ ਕਰੋ, ਉਹ ਜ਼ਿਆਦਾ ਵਧੀਆ ਰਹਿੰਦਾ, ਉਹ ਸਭ ਤੋਂ ਠੀਕ ਰਹਿੰਦਾ ਹੈਗਾ। ਮਤਲਬ ਇੰਨੀ ਵੱਡੀ ਗੱਲ ਮੈਂ ਤੁਹਾਨੂੰ ਕਹੂੰਗੀ ਕਿ ਮੈਂ ਇੱਕ ਵਾਰੀ ਮੈਂ ਆਪਣੇ ਫਾਦਰ ਨੂੰ ਕਿਹਾ, ਮੈਂ ਕਿਹਾ ਪਾਪਾ ਮੈਨੂੰ ਤੁਹਾਡੇ ਤੇ ਸਭ ਤੋਂ ਜ਼ਿਆਦਾ ਯਕੀਨ ਸੀਗਾ ਕਿ ਵੀ ਹੋਰ ਕੋਈ ਮੇਰਾ ਟਰਸਟ ਤੋੜੇ ਨਾ ਤੋੜੇ, ਵੀ ਤੁਸੀਂ ਨਹੀਂ ਮੇਰਾ ਕਦੇ ਵੀ ਟਰਸਟ ਤੋੜੋਗੇ। ਮੈਨੂੰ ਪਾਪਾ ਨੇ ਵੀ ਅੱਗੋਂ ਕਿਹਾ, ਕਹਿੰਦੇ ਮੇਰੇ ਤੇ ਵੀ ਨਾ ਰੱਖ, ਤੂੰ ਸਿਰਫ ਪਰਮਾਤਮਾ ਤੇ ਯਕੀਨ ਰੱਖ। ਸੋ ਟਰਸਟ ਤਾਂ ਮਤਲਬ ਟਾਈਮ ਦੀ ਹੀ ਗੇਮ ਹੈ, ਟਾਈਮ ਐਂਡ ਐਫਰਟ ਦੀ ਸਬੂਤ ਮੰਗਦਾ ਟਰਸਟ, ਬਿਲਕੁਲ ਐਕਸ਼ਨਸ ਮੰਗਦੇ ਨੇਗੇ ਟਰਸਟ, ਹੈ ਨਾ। ਇੱਕ ਮੈਨੂੰ ਨਾ 1 ਲਾਈਨਰ ਯਾਦ ਆ ਰਿਹਾ ਇਹਦੇ ਤੇ, ਸਤਿੰਦਰ ਸਰਤਾਜ ਜੀ ਦੀ ਲਾਈਨ ਹੈ, ਬਹੁਤ ਸੋਹਣੀ। ਕਹਿੰਦੇ ਛਾਨਣੀ ਸਮੇਂ ਦੇ ਵਿੱਚੋਂ ਸਹੀ ਕਿਰਦਾਰ ਹਮੇਸ਼ਾ ਛਾਣ ਹੁੰਦਾ ਹੈ, ਸਿਰਫ ਛਾਨਣੀ ਸਮੇਂ ਦੇ ਵਿੱਚੋਂ ਸਹੀ ਕਿਰਦਾਰ ਹਮੇਸ਼ਾ ਛਾਣ ਹੁੰਦਾ ਹੈ, ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਹੈ। ਕੀ ਬਾਤ ਹੈ। ਮੈਨੂੰ ਸਤਿੰਦਰ ਸਰਤਾਜ ਜੀ ਦੀ ਇੱਕ ਲਾਈਨ ਯਾਦ ਆ ਗਈ, ਬਹੁਤ ਜ਼ਿਆਦਾ ਸੋਹਣੀ। ਕਹਿੰਦੇ ਖੁਸ਼ ਬੰਦਿਆਂ ਨੂੰ ਤਾਂ ਹਲੇ ਤੂੰ ਮਿਲਿਆ ਹੀ ਨਹੀਂ, ਜਿਨ੍ਹਾਂ ਨੂੰ ਮਿਲਿਆ ਉਹ ਤਾਂ ਵਿਚਾਰੇ ਬਸ ਕਾਮਯਾਬ ਨੇ। ਸਹੀ ਗੱਲ ਹੈ। ਤੁਸੀਂ 10 'ਚੋਂ ਜੇ ਵੈਸੇ ਨੰਬਰ ਦੇਣੇ ਹੁਣ ਕਿੰਨੇ ਖੁਸ਼ ਹੋ? 6.5। ਓਕੇ। ਕਈ ਸ਼ਾਇਦ ਨਾ ਮੈਂ ਖੁਸ਼ੀ ਨੂੰ ਕਈ ਚੀਜ਼ਾਂ ਦੇ ਨਾਲ ਐਸੋਸੀਏਟ ਕਰਕੇ ਰੱਖਿਆ ਹੋਇਆ ਹਜੇ, ਕਿ ਜੇ ਮੇਰੀ ਲਾਈਫ 'ਚ ਆਹ ਚੀਜ਼ਾਂ ਹੋ ਜਾਣ ਤਾਂ ਸ਼ਾਇਦ ਮੈਂ ਬਹੁਤ ਖੁਸ਼ ਹੋਊਂਗੀ, ਤਾਂ ਮਤਲਬ ਮੈਨੂੰ ਐਵੇਂ ਲੱਗੂਗਾ ਕਿ ਜ਼ਿੰਦਗੀ ਦਾ ਮਤਲਬ ਪੂਰਾ ਹੋ ਗਿਆ। ਓਕੇ। ਤੇ ਉਹ ਚੀਜ਼ਾਂ ਹਜੇ ਨਹੀਂ ਹੋਈਆਂ ਹੈਗੀਆਂ, ਤਾਂ ਕਰਕੇ ਸ਼ਾਇਦ ਉਹ ਖਾਲੀਪਨ ਜਿਹਾ ਲੱਗ ਰਿਹਾ ਹੈ। ਪਰ ਲੇਕਿਨ ਇਹ ਚੀਜ਼ ਨੂੰ ਮੈਂ ਚੰਗੀ ਤਰ੍ਹਾਂ ਸਮਝਦੀ ਹਾਂ ਕਿ ਜੋ ਹੈ ਉਹ ਇਹ ਮੂਮੈਂਟ ਹੈ। ਜੇ ਮੈਂ ਅੱਜ ਖੁਸ਼ ਹਾਂ ਤਾਂ ਹੀ ਕੱਲ੍ਹ ਨੂੰ, ਜੇ ਕੱਲ੍ਹ ਨੂੰ ਮੇਰੇ ਕੋਲੇ ਉਹ ਚੀਜ਼ਾਂ ਹੋਣਗੀਆਂ ਤਾਂ ਹੀ ਮੈਂ ਖੁਸ਼ ਹੋ ਪਾਊਂਗੀ, ਜੇ ਮੈਂ ਅੱਜ ਉਹਨਾਂ ਤੋਂ ਬਗੈਰ ਖੁਸ਼ ਹਾਂ। ਇਹਨੂੰ ਮੈਂ ਸਮਝ ਰਹੀ ਹਾਂ ਤੇ ਮੈਂ ਇਸ ਰਾਹ ਨੂੰ ਸਮਝ ਕੇ ਚੱਲਣ ਲੱਗੀ ਹੋਈ ਹਾਂ। ਪਰ ਐਵੇਂ ਹੁਣ ਮੈਂ ਝੂਠ ਬੋਲਾਂ ਵੀ ਨਹੀਂ ਯਾਰ, ਵੀ ਮੈਂ ਤਾਂ ਹਰ ਟਾਈਮ 'ਤੇ ਪੂਰੀ ਸੈਟਿਸਫਾਈਡ ਰਹਿੰਦੀ ਹਾਂ। ਠੀਕ ਹੈ ਕਿ ਕਿਸੇ ਦਿਨ
9 ਵਾਂਗੂ ਵੀ ਫੀਲ ਹੁੰਦਾ ਹੈ ਹਨਾ, ਹੂੰ ਕਿਸੇ ਕਿਸੇ ਦਿਨ ਨਹੀਂ ਉਦਾਂ ਲੱਗ ਰਿਹਾ ਹੁੰਦਾ, ਬਟ ਲੇਕਿਨ ਹਾਂ ਇੰਨਾ ਜ਼ਰੂਰ ਹੈ ਟਰੈਕ ਉਸੇ ਤੇ ਆ। ਹੂੰ ਤੁਸੀਂ ਕਿੰਨੇ ਖੁਸ਼ ਹੋ ਜੀ? ਮੈਂ ਵੀ ਟਰੈਕ ਤੇ ਹੀ ਹਾਂ। ਤੁਸੀਂ ਟਰੈਕ ਤੁਸੀਂ ਤੇ ਜੇ ਤਾਂ ਦੱਸੋ, ਨਹੀਂ ਜੇ ਹੋ। ਤੁਸੀਂ 10 ਚੋਂ ਨੰਬਰ ਦੇਣੇ ਹੋਣ? ਆਈ ਥਿੰਕ 9। ਵਾਓ। ਔਰ ਇੱਕ ਵੀ ਮੈਨੂੰ ਲੱਗਦਾ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਨਾ ਕਿ ਬਸ ਜੇ ਮੈਂ ਆਪਣੀ ਇਹ ਸਟਾਰਟ ਕਰ ਲਾਂ ਫਿਰ ਸ਼ੰਭਵੀ ਉਹ ਹੁਣ ਮੈਂ ਦੁਬਾਰਾ ਇੱਕ ਵਾਰੀ ਸੈਸ਼ਨ ਲੈਣਾ ਹੈ ਕਿਉਂਕਿ ਪ੍ਰੋਪਰ ਮੈਨੂੰ ਯਾਦ ਵੀ ਨਹੀਂ 1-2 ਸਟੈਪਸ। ਉਸ ਤੋਂ ਬਾਅਦ ਮਤਲਬ ਮੇਰੀ ਇਹ ਕੰਟੀਨਿਊ ਹੋ ਜਾਵੇ ਫਿਰ ਮੈਂ 10 on 10 ਆ। ਬਾਕੀ ਫਿਜ਼ੀਕਲੀ, ਮੈਂਟਲੀ, ਫਾਈਨੈਂਸ਼ੀਅਲੀ, ਫੈਮਿਲੀ ਵਾਈਜ਼ ਸਭ ਵੱਲੋਂ ਜਾਂ it's ਬਿਕੋਜ਼ like 10 ਥੋੜੀ on 10 ਉਹੀ ਹੈ ਨਾ ਕਿ ਤੁਸੀਂ ਦੇਖੋ ਲਾਈਫ ਤੇ ਆਪਾਂ ਖੁਸ਼ੀਆਂ ਨਾ 3-4 ਪਿਲਰਸ ਤੇ ਲਗਾਈਆਂ ਹੁੰਦੀਆਂ ਨੇ, ਹੈਲਥ, ਫੈਮਿਲੀ, ਮੈਰਿਜ, ਕਿਡਸ, ਕਰੀਅਰ। ਜਦੋਂ ਤੁਹਾਡੇ ਆ ਸਾਰੇ ਪਿਲਰਸ ਦੇ ਵਿੱਚ ਤੁਹਾਨੂੰ ਸੈਟਿਸਫੈਕਸ਼ਨ ਹੈਗੀ, ਤੁਸੀਂ ਕਹਿੰਦੇ ਹੋ ਮੈਂ ਪੂਰੀ ਤਰ੍ਹਾਂ ਖੁਸ਼ ਹਾਂ। ਕੋਈ ਇੱਕ ਅੱਧੀ ਚੀਜ਼ ਮਿਸਿੰਗ ਹੋਵੇ, ਤੁਹਾਨੂੰ ਲੱਗਦਾ ਵੀ ਯਾਰ ਹਲੇ ਚੀਜ਼ਾਂ ਬਾਕੀ ਨੇ, ਪਰ ਲੇਕਿਨ ਚਾਹੇ ਹੋਣ ਚਾਹੇ ਨਾ ਹੋਣ, ਖੁਸ਼ੀ ਇਸ ਤੋਂ ਵੀ ਉੱਪਰ ਦੀ ਚੀਜ਼ ਹੈ ਜੋ ਅੱਜ ਚਾਹੇ ਕੁਛ ਹੈ ਚਾਹੇ ਨਹੀਂ ਹੈ। ਖੁਸ਼ ਤੁਹਾਨੂੰ ਇੱਥੇ ਬੈਠੇ ਇਸ ਮੂਮੈਂਟ ਦੇ ਵਿੱਚ ਆਪਦੇ ਆਪ ਨਾਲ ਖੁਸ਼ ਹੋਣਾ ਜਦੋਂ ਸਿੱਖ ਜੂਗੇ, ਉਦੋਂ ਇਹ ਕਿਸੇ ਚੀਜ਼ ਦਾ ਹੋਣਾ ਨਾ ਹੋਣਾ ਮੈਟਰ ਨਹੀਂ ਕਰੂਗਾ। ਐਗਜ਼ੈਕਟਲੀ। ਐਂਡ ਉਹਦੇ ਲਈ ਹੀ ਉਹ ਜੋ ਮੈਂ ਕਹਿ ਰਹੀ ਹਾਂ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਉਹ ਬਹੁਤ ਜ਼ਰੂਰੀ ਹੈ ਉਹਦੇ ਕਿਉਂਕਿ ਜੇ ਉਹ ਹੋਏ ਨਾ ਫਿਰ ਬਾਕੀ ਚੀਜ਼ਾਂ ਜ਼ੀਰੋ ਵੀ ਹੋਣ, ਖੁਸ਼ੀ 10 on 10 ਹੀ ਰਹੇਗੀ। ਹਾਂ, ਇਹ ਚੀਜ਼ ਮੈਨੂੰ ਪਤਾ ਹੈ, ਮੈਂ ਫੀਲ ਵੀ ਕੀਤੀ ਹੈ। ਬਸ ਉਹੀ ਲਾਈਕ ਆਈ ਸੈਡ, ਯੂ ਆਲਸੋ ਸੈਡ ਕਿ ਟਰੈਕ ਤੇ ਹਾਂ ਬਸ ਛੇਤੀ ਚੱਲਣ ਵਾਲੀ ਗੱਡੀ। ਤੁਸੀਂ ਦੱਸੋ? ਜਦੋਂ ਮੈਂ ਕੰਮ ਕਰਦਾ ਰਹਿਣਾ ਮੈਂ ਖੁਸ਼ ਰਹਿਣਾ, ਬਸ ਮੈਂ ਵਰਕਹੋਲਿਕ ਹਾਂ। ਸਿੱਧੀ ਜੀ ਗੱਲ ਦੱਸਾਂ, ਜੇ ਮੇਰੇ ਕੋਲ ਕੰਮ ਨਹੀਂ ਹੈ ਮੈਂ ਖੁਸ਼ ਨਹੀਂ ਹੈ। ਮੇਰਾ ਤਾਂ ਇਹ ਫੰਡਾ। ਤੁਹਾਡੀ ਕੋਈ ਕਦਰ ਜੀ ਨਹੀਂ ਹੈਗੀ। ਤੁਹਾਡਾ ਨਾਮ ਨੂੰ ਵੀ ਨਹੀਂ ਲਿਆ ਪਤਾ ਮੈਨੂੰ। ਤੁਸੀਂ ਪੋਡਕਾਸਟ ਦੇਣਾ ਹੈ, ਲੜਾਈ ਕਰਾਣਾ ਹੈ। ਉਹਨਾਂ ਨੇ ਨਾਮ ਹੀ ਨਹੀਂ ਲਿਆ। ਉਹ ਵਿਚਾਰੇ ਦੇਖੋ, ਉਹ ਕਹਿ ਰਹੇ ਮੇਰੇ ਕੋਲ सारा कुछ है। प्रैक्टिकल उसको पता ही है, ऐसे मेरे को ऐसे एक्सप्रेस करने की जरूरत नहीं है इसको। ऐसे ਮੁੰਡੇ ਐਕਸਪ੍ਰੈਸਿਵ ਜੇ ਨਹੀਂ ਹੁੰਦੇ ਨਾ, ਕਦੇ ਵੀ ਬੋਲ ਕੇ ਵਾਲਾ ਦੱਸ ਜਾਂ ਨਹੀਂ ਸਕਦੇ। ਮਤਲਬ ਜੇ ਤੁਸੀਂ ਇਹੀ ਕਰ ਦੋ, ਇੰਨਾ ਕੁ ਦੱਸ ਦਵੋ, ਕੁੜੀਆਂ ਖੁਸ਼ ਹੋ ਜਾਂਦੀਆਂ ਨੇ। ਪਤਾ ਕਿਆ मतलब बनावटी खुशी तो वैसे ਤੁਹਾਨੂੰ बनावटी खुशी तो मजा मिलेगा। ਜੇ ਫੋਰ ਐਗਜ਼ਾਮਪਲ ਜਿੱਦਾਂ ਹੁਣ ਤੁਸੀਂ ਦੋਨਾਂ ਨੇ ਕਹਿ ਦਿੱਤਾ ਇੰਨੀ ਚੀਜ਼ਾਂ ਤੋਂ ਖੁਸ਼ੀ ਮਿਲਦੀ ਹੈ। ਹੁਣ ਜੇ ਲੋਕ ਜਾਂ ਬॉयਜ਼ ਇਹ ਦੇਖ ਕੇ ਫੋਲੋ ਕਰਨ ਲੱਗ ਜਾਣ, ਤੁਹਾਨੂੰ ਨਹੀਂ ਬਣਾਵਟੀ ਤਾਂ ਨਹੀਂ, ਦਿਲੋਂ ਹੀ ਚਾਹੀਦਾ, ਪਰ ਦਿਲੋਂ ਤੁਸੀਂ ਕਰਦੇ ਹੀ ਹੋਵੋਗੇ ਨਾ। ਉਹੀ ਤਾਂ ਨਾ, ਦਿਲੋਂ ਜੇ ਕਰ ਰਿਹਾ ਬੰਦਾ ਫਿਰ ਐਕਸਪ੍ਰੈਸ ਕਰਨ, ਮੈਨੂੰ ਨਹੀਂ ਲੱਗਦਾ ਉਹਨੂੰ, ਜਿਹੜਾ ਬੰਦਾ ਦਿਲੋਂ ਕਰ ਰਿਹਾ ਉਹਨੂੰ ਐਕਸਪ੍ਰੈਸ ਕਰਨ ਦੀ ਲੋੜ ਵੀ ਹੈ, ਜਾਂ ਐਕਸਪ੍ਰੈਸ ਕਰਨਾ ਆਵੇ ਜਾਂ ਨਾ ਆਵੇ ਮੈਟਰ ਕਰਦਾ। ਫਿਰ ਕਿਵੇਂ ਦਿਖੂਗਾ ਵੀ ਦਿਲੋਂ ਕਰ ਰਹੇ ਹੋ? ਕਿਸੇ ਤਰੀਕੇ ਨਾਲ ਤਾਂ ਦਿਖਦਾ ਨਾ। 2 ਬੱਚੇ ਕਰਤੇ। I give up. I give up. ਤੁਸੀਂ ਖੁਸ਼ ਹੋ ਨਾ, ਬਸ I give up. ਤੁਹਾਡੇ ਇਸੀ ਗੱਲ ਦੇ ਉੱਤੇ ਸ਼ਾਇਰੀ ਸੁਣਾ ਦਿੰਨੀ ਆ, ਹੈ ਨਾ ਮੈਂ, ਵੀ ਉਹ ਐਕਸਪ੍ਰੈਸ ਨਹੀਂ ਕਰ ਰਹੇ ਹੈਗੇ ਕੁਛ, ਤੇ ਗੱਲ ਕਰਨੇ ਨੂੰ ਗੱਲ ਹੀ ਨਹੀਂ ਹੈ, ਲੱਗਦਾ ਰੱਬ ਸਾਡੇ ਵੱਲ ਹੀ ਨਹੀਂ ਹੈ, ਤੇਰੀ ਮੇਰੀ ਚੁੱਪ ਨਹੀਂ ਟੁੱਟਦੀ ਤੇ ਤੂੰ ਕਹਿਣਾ ਕੋਈ ਗੱਲ ਹੀ ਨਹੀਂ ਹੈ, ਗੁੱਸਾ ਪਲ ਦੋ ਪਲ ਦਾ ਹੁੰਦਾ ਹੈ, ਪਿਆਰ ਚ ਰੋਸਾ ਚੱਲਦਾ ਹੁੰਦਾ ਹੈ, ਝਗੜੇ ਬਿਨਾਂ ਰਿਸ਼ਤਾ ਵਾਜਿਬ ਨਹੀਂ, ਪਰ ਝਗੜੇ ਦਾ ਵੀ ਕੋਈ ਹੱਲ ਤਾਂ ਹੁੰਦਾ ਹੈ, ਹੱਲ ਕਰਨੇ ਨੂੰ ਹੱਲ ਹੀ ਨਹੀਂ ਹੈ, ਕਿਉਂਕਿ ਤੂੰ ਕਹਿਣਾ ਕੋਈ ਗੱਲ ਹੀ ਨਹੀਂ ਹੈ। ਕੀ ਬਾਤ ਹੈ, ਵਾਓ। ਮੈਨੂੰ ਇਦਾਂ ਲੱਗਦਾ ਜਿਹੜੇ ਸਿਰਫ ਕੰਮ ਤੇ ਲੱਗੇ ਰਹਿੰਦੇ ਨਾ, ਉਹ ਡਰਦੇ ਆ ਕਿ ਜਦੋਂ ਆਪਣੇ ਆਪ ਨਾਲ ਬੈਠਣ ਤੋਂ ਜਾਂ ਕਿਸੇ ਹੋਰ ਨਾਲ ਬੈਠਣ ਤੋਂ। ਕਿਤੇ ਨਾ ਕਿਤੇ ਇਹ ਸੱਚ ਹੈ, ਹੁੰਦਾ ਵੀ ਹੈ ਵੀ ਉਹ ਕਈ ਲੋਕ ਨਾ ਕੰਮ ਦੇ ਵਿੱਚ ਆਪਦਾ ਐਸਕੇਪ ਲੱਭ ਲੈਂਦੇ ਨੇਗੇ। ਕਈ ਪੈਸ਼ਨੇਟਲੀ ਬਹੁਤ ਜ਼ਿਆਦਾ ਕੰਮ 'ਚ ਲੱਗੇ ਹੁੰਦੇ ਨੇ, ਕਈਆਂ ਨੂੰ ਸਿਰਫ ਐ ਹੁੰਦਾ ਹੈਗਾ ਵੀ ਯਾਰ ਹੋਰ ਕਿਤੋਂ ਵੀ ਡਿਸਅਪੁਆਇੰਟਮੈਂਟ ਹੀ ਆਈ ਜਾਂਦੀ ਹੈ, ਹੋਰ ਕਿਤੋਂ ਸਾਰੇ ਕਿਤੋਂ, ਹੈ ਨਾ, ਬਸ ਆਪਦੇ ਕੰਮ ਦੇ ਵਿੱਚ ਠੀਕ ਰਹੋ। ਇੰਨਾ ਵਾਰ ਠੀਕ ਵੀ ਹੈ ਕਿਉਂਕਿ ਕੰਮ ਡਿਸਅਪੁਆਇੰਟ ਤਾਂ ਕਦੇ ਨਹੀਂ ਕਰਦਾ, ਹੈ ਨਾ। ਤੁਹਾਡਾ ਕੰਮ ਕਦੇ ਤੁਹਾਨੂੰ ਧੋਖਾ ਨਹੀਂ ਦਿੰਦਾ, ਜਿਹੜੀ ਸਭ ਤੋਂ ਵੱਡੀ ਗੱਲ ਹੈ। ਕੰਮ ਦੀ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਹੈ, ਤੁਹਾਨੂੰ ਦੁਨੀਆ ਧੋਖੇ ਦੇ ਦੂ, ਤੁਹਾਨੂੰ ਲੋਕ ਧੋਖੇ ਦੇ ਦੇਣਗੇ, ਤੁਹਾਡਾ ਕੰਮ ਤੁਹਾਨੂੰ ਧੋਖਾ ਨਹੀਂ ਦਿੰਦਾ। ਤੁਸੀਂ ਕੰਮ ਦੀ ਕਦਰ ਕਰਦੇ ਹੋ, ਕੰਮ ਤੁਹਾਡੀ ਕਦਰ ਕਰਦਾ ਹੈ। ਸੋ ਇਹ ਬਹੁਤ ਖੂਬਸੂਰਤੀ ਹੈ ਉਸ ਚੀਜ਼ ਦੀ। ਪਰ ਲੇਕਿਨ ਇਹ ਹੈ ਵੀ ਤੁਸੀਂ ਕੰਮ ਵੀ ਤਾਂ ਆਪਦੇ ਰਿਸ਼ਤਿਆਂ 'ਚ ਖੁਸ਼ ਹੋਣ ਲਈ, ਬੈਠਣ ਲਈ, ਹੱਸਣ ਲਈ, ਉਹਨਾਂ ਨਾਲ ਆਪਦੇ ਕੰਮ ਦੀਆਂ ਗੱਲਾਂ ਸ਼ੇਅਰ ਕਰਨ ਲਈ, ਉਹਦੇ ਵਾਸਤੇ ਕਰਦੇ ਹੋ ਨਾ। ਸੋ ਰਿਸ਼ਤਿਆਂ ਤੋਂ ਉੱਤੇ ਨਹੀਂ ਹੈ ਕੰਮ, ਪਰ ਕੰਮ ਬਹੁਤ ਖੂਬਸੂਰਤ ਚੀਜ਼ ਹੈ। ਪਿਛਲੇ ਕੁਝ ਦਿਨਾਂ ਤੋਂ ਨਾ ਕਾਫੀ ਕੁੜੀਆਂ ਦੇ ਇੰਟਰਵਿਊਜ਼ ਕੀਤੇ ਆ ਫੀਮੇਲ ਗੈਸਟ ਤੇ, ਉਹਨਾਂ ਤੋਂ ਬਾਅਦ ਇੰਨੀਆਂ ਪਿਆਰੀਆਂ ਲੱਗਣ ਲੱਗ ਗਈਆਂ ਕੁੜੀਆਂ। ਐਵੇਂ ਹੋ ਗਿਆ ਇੱਕ ਕੁੜੀ ਵੀ ਹੁੰਦੀ ਤਾਂ ਵਧੀਆ ਹੁੰਦਾ। ਨਹੀਂ, ਮੈਨੂੰ ਬਹੁਤ ਇੱਦਾਂ ਹੈਗਾ ਕਿ ਜਦੋਂ ਵੀ ਬੱਚੇ ਹੋਣ, ਹੈ ਨਾ, ਵੀ ਮੇਰੇ ਤਾਂ 2 ਬੇਬੀ ਗਰਲਸ ਹੋਣ, ਮੈਨੂੰ ਬਹੁਤ ਜ਼ਿਆਦਾ ਇਹ ਮੇਰੀ ਵਿਸ਼ ਹੈ। ਰੀਜ਼ਨ ਕੁਛ? ਬਸ ਮੈਨੂੰ ਸ਼ੁਰੂ ਤੋਂ ਹੀ ਹੈਗਾ ਕਿ ਕੁੜੀਆਂ ਹੋਣ। ਕੁਛ ਤੁਹਾਨੂੰ ਹੁੰਦਾ ਨਾ, ਜਦੋਂ ਤੁਸੀਂ ਛੋਟੇ ਹੁੰਦੇ ਤੋਂ, ਹੁਣ ਤਾਂ ਚਲੋ ਬਹੁਤ ਜ਼ਿਆਦਾ ਸੋਸਾਇਟੀ ਆਪਣੀ ਚੇਂਜ ਹੋ ਗਈ ਹੈ, ਜਦੋਂ ਤੁਸੀਂ ਛੋਟੇ ਹੁੰਦੇ ਤੋਂ ਦੇਖਦੇ ਹੋਗੇ ਕਿ ਯਾਰ ਕਿਤੇ ਨਾ ਕਿਤੇ ਜਿਹੜਾ ਫਰਕ ਆ ਜਾਂਦਾ ਹੈ
ਵੀ ਜਦੋਂ ਪੇਰੈਂਟਸ ਕਰਨਾ ਚਾਹੁੰਦੇ ਵੀ ਸਾਨੂੰ ਤਾਂ ਮੁੰਡਾ ਚਾਹੀਦਾ ਸੀ, ਸਾਨੂੰ ਕੁੜੀ ਨਹੀਂ ਚਾਹੀਦੀ ਸੀ। ਸਾਡੀ ਫੈਮਿਲੀ 'ਚ ਬਹੁਤ ਵਧੀਆ ਰਿਹਾ ਹੈਗਾ, ਕੋਈ ਇਹੋ ਜਿਹਾ ਮਾਹੌਲ ਨਹੀਂ। ਪਰ ਮੈਂ ਆਪਣੇ ਆਸ-ਪਾਸ ਬਹੁਤ ਦੇਖੀਆਂ ਇਹ ਚੀਜ਼ਾਂ। ਉਦੋਂ ਅਸੀਂ ਰਹਿੰਦੇ ਵੀ ਬਰਨਾਲੇ ਹੁੰਦੇ ਸੀਗੇ, ਇੱਥੇ ਮਤਲਬ ਪਟਿਆਲਾ ਨਹੀਂ ਸ਼ਿਫਟ ਹੋਏ ਸੀ। ਤਾਂ ਛੋਟੇ ਹੁੰਦੇ ਤੋਂ ਨਾ ਮੇਰੇ ਦਿਮਾਗ ਦੇ ਵਿੱਚ ਪਤਾ ਨਹੀਂ ਇਹ ਚੀਜ਼ ਕਿਤੇ ਤਾਂ ਫੀਡ ਹੋ ਗਈ ਕਿ ਯਾਰ ਵੀ ਕਿਉਂ ਆਏ ਲੋਕ ਫਰਕ ਜਿਹਾ ਕਰੀ ਜਾਂਦੇ ਨੇ। ਹੁਣ ਤਾਂ ਬਹੁਤ ਚੇਂਜ ਹੈ, ਹੁਣ ਤਾਂ ਲੋਕ ਕੁੜੀਆਂ ਦੀ ਲੋਹੜੀ ਮਨਾਉਣ ਲੱਗ ਗਏ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ। ਪਰ ਉਦੋਂ ਤੋਂ ਮੇਰੇ ਮਾਈਂਡ ਦੇ ਵਿੱਚ ਐਂ ਆਇਆ ਹੋਇਆ ਵੀ ਮੇਰੇ ਜਿੱਦਣ ਵੀ ਬੇਬੀਜ਼ ਹੋਣ ਹੈ ਨਾ, ਤਾਂ ਉਹ 2 ਕੁੜੀਆਂ ਹੋਣ ਪਿਆਰੀਆਂ ਪਿਆਰੀਆਂ ਜੀ। ਮੈਨੂੰ ਬਹੁਤ ਜ਼ਿਆਦਾ ਹੈਗਾ ਇਸ ਚੀਜ਼ ਦਾ। ਵਾਹ ਯਾਰ, ਅੱਜ ਕੱਲ ਵੀ ਕਰਦੇ ਆ ਲੋਕੀ ਫਰਕ ਮੁੰਡੇ ਕੁੜੀ 'ਚ? ਘੱਟ ਗਿਆ ਕਾਫੀ ਜ਼ਿਆਦਾ, ਮੇ ਬੀ ਕਿਤੇ ਨਾ ਕਿਤੇ ਕਰਦੇ ਹੋਣ। ਅੱਜ ਕੱਲ੍ਹ ਕੁੜੀਆਂ ਨੂੰ ਪਿਆਰ ਫੈਮਲੀਜ਼ ਦੇ ਵਿੱਚ ਬਹੁਤ ਮਿਲਣ ਲੱਗ ਗਿਆ। ਮੈਨੂੰ ਲੱਗਦਾ ਬਹੁਤ ਫੈਮਲੀਜ਼ ਤਾਂ ਇਹੋ ਜਿਹੀਆਂ ਨੇ ਜਿਹੜੀਆਂ ਕੁੜੀਆਂ ਨੂੰ ਜ਼ਿਆਦਾ ਪਿਆਰ ਦਿੰਦੀਆਂ ਨੇ ਰਾਦਰ ਦੈਨ ਦੇਅਰ ਮੇਲ ਚਾਈਲਡ। ਹਾਂਜੀ, ਬਹੁਤ ਮੇਰੀ ਖੁਦ ਦੀ ਫੈਮਿਲੀ ਦੇ ਵਿੱਚ ਵੀ ਕਦੇ ਕਦੇ ਮੈਨੂੰ ਐਂ ਫੀਲ ਹੁੰਦਾ ਵੀ ਯਾਰ ਮੇਰੀ ਭੁਗਤ ਥੋੜੀ ਜ਼ਿਆਦਾ ਵੱਧ ਰਹੀ ਹੈ। ਕਈ ਦਿਨ ਹੁੰਦੇ ਨੇ ਜਦੋਂ ਮੈਨੂੰ ਇੱਦਾਂ ਦਾ ਲੱਗਦਾ ਹੁੰਦਾ। ਪਰ ਕਈ ਫੈਮਲੀਜ਼ ਦੇ ਵਿੱਚ ਤਾਂ ਬਹੁਤ ਪਿਆਰ ਕਰਨ ਲੱਗ ਗਏ। ਪਰ ਜਿਹੜਾ ਇੱਕ ਫਰਕ ਹੈਗਾ ਉਹ ਬਹੁਤ ਸਾਰੇ ਹੋਰ ਸੈਕਟਰਸ ਦੇ ਵਿੱਚ ਕਿਤੇ ਨਾ ਕਿਤੇ ਹਜੇ ਵੀ ਮੌਜੂਦ ਹੈ। ਸੇਫਟੀ ਪੁਆਇੰਟ ਤੋਂ ਬਹੁਤ ਜ਼ਿਆਦਾ ਮੌਜੂਦ ਹੈ। ਕਈ ਚੀਜ਼ਾਂ ਦੇ ਵਿੱਚ ਤਾਂ ਅਸੀਂ ਇਸ ਲਈ ਬਹੁਤ ਪਿੱਛੇ ਹਾਂ ਕਿਉਂਕਿ ਸੇਫ ਹੀ ਨਹੀਂ ਹੈਗੇ ਕਿੰਨੀ ਜਗ੍ਹਾਵਾਂ ਦੇ ਉੱਤੇ, ਹੈ ਨਾ। ਬਟ ਘੱਟ ਗਿਆ ਬਹੁਤ ਜ਼ਿਆਦਾ। ਹੈਗਾ ਸੀ, ਹੁੰਦਾ ਵੀ ਹੈ ਹੁਣ ਵੀ। ਬਟ ਜਦੋਂ ਦੇ ਮੈਂ ਪੋਡਕਾਸਟ ਕਰਨ ਲੱਗੀ ਹਾਂ ਨਾ, ਮੇਰੇ ਮਨ 'ਚੋਂ ਤਾਂ ਬਿਲਕੁਲ ਹੀ ਖਤਮ ਹੋ ਗਿਆ। ਜੇ ਥੋੜ੍ਹਾ ਬਹੁਤ ਲੋਕਾਂ ਦਾ ਸੋਚ ਕੇ ਹੁੰਦਾ ਵੀ ਸੀ ਨਾ, ਉਹਨਾਂ ਦੀ ਕਹਾਣੀ 'ਤੇ ਹੋ ਜਾਂਦਾ ਸੀ ਵਿਸ਼ਵਾਸ ਵੀ ਹਾਂ ਚੱਲ ਅਗਲੇ ਆਪਣੀ ਗੱਲ 'ਤੇ ਸਹੀ ਹੈ। ਹੁਣ ਨਹੀਂ ਲੱਗਦੇ ਕਿਉਂਕਿ ਕੁੜੀਆਂ ਮੈਂ ਦੇਖੀਆਂ ਇੰਨੀਆਂ ਸਕਸੈਸਫੁਲ, ਇੰਨੇ ਵਧੀਆ ਥੋਟ ਪ੍ਰੋਸੈਸ ਨਾਲ, ਇੰਨੀ ਕਲੈਰਿਟੀ ਦੇ ਨਾਲ ਆਪਣੇ ਆਪ ਨੂੰ ਮੇਨਟੇਨ ਕੀਤਾ ਹੋਇਆ, ਪ੍ਰੋਫੈਸ਼ਨਲੀ ਇੰਨੀਆਂ ਸਕਸੈਸਫੁਲ ਨੇ, ਪਰਸਨਲੀ। ਹੁਣ ਤਾਂ ਖੈਰ ਬਹੁਤ ਸਾਰੇ ਸੈਕਟਰਸ 'ਚ ਬਹੁਤ ਇੱਕ ਅੱਧਾ ਸਟੈਪ ਉੱਪਰ ਹੀ ਕਹਿ ਸਕਦੇ ਹਾਂ ਆਪਾਂ, ਨੀਚੇ ਨਹੀਂ ਕਹਿ ਸਕਦੇ। ਨਹੀਂ, ਹੁਣ ਤਾਂ ਟੱਚਵੁੱਡ ਬਹੁਤ ਵਧੀਆ ਟਾਈਮ ਚੇਂਜ ਹੋਇਆ ਹੋਇਆ ਤੇ ਸਹੀ ਡਾਇਰੈਕਸ਼ਨ 'ਚ ਚੱਲਦਾ ਰਹੇ, ਹੋਰ ਵੀ ਚੰਗੀ ਗੱਲ ਹੈ। ਵੈਸੇ ਏਦਾਂ ਵੀ ਲੱਗਦਾ ਕਿ ਮੈਂ ਕੁੜੀ ਨਾ ਹੁੰਦੀ ਮੁੰਡਾ ਹੀ ਹੁੰਦੀ ਤਾਂ ਨਹੀਂ। ਬਹੁਤ ਵਾਰ ਮੈਂ ਡਿਸਅਪੁਆਇੰਟ ਹੋਈ ਹਾਂ ਇਹਨਾਂ ਡਿਫਰੈਂਸਿਸ ਨੂੰ ਲੈ ਕੇ, ਬਹੁਤ ਚੀਜ਼ਾਂ ਦੇ ਉੱਤੇ। ਪਰ ਕਦੇ ਵੀ ਨਹੀਂ ਇੱਦਾਂ ਲੱਗਦਾ ਹੈਗਾ ਕਿ ਨਹੀਂ ਮੈਂ ਕੁੜੀ ਨਾ ਹੁੰਦੀ। ਸਭ ਤੋਂ ਵੱਡਾ ਤਾਂ ਇਸੇ ਚੀਜ਼ ਦਾ ਬੜਾ ਮਹਿਸੂਸ ਹੁੰਦਾ ਹੈਗਾ ਵੀ ਇੱਕ ਕੁੜੀ ਨੂੰ ਆਪਦਾ ਘਰ ਛੱਡ ਕੇ ਜਾਣਾ ਕਿੰਨਾ ਔਖਾ ਹੁੰਦਾ ਯਾਰ। ਕਿ ਮਤਲਬ ਸੋਚ ਕੇ ਮੈਨੂੰ ਬਹੁਤ ਡਰ ਲੱਗਦਾ ਇਸ ਚੀਜ਼ ਨੂੰ। ਤੁਸੀਂ ਜਿਵੇਂ ਗੱਲ ਸ਼ੇਅਰ ਕੀਤੀ ਹੈ ਨਾ ਵੀ ਬਹੁਤ ਪੇਨਫੁਲ ਮੂਮੈਂਟਸ ਹੁੰਦੇ ਨੇ। ਕਿ ਮਾਂ ਬਣਨਾ ਇੱਕ ਬਹੁਤ ਖੂਬਸੂਰਤ ਚੀਜ਼ ਹੈ, ਬਟ ਦ ਡਿਲੀਵਰੀ ਪ੍ਰੋਸੈਸ ਇਜ਼ ਵੈਰੀ ਪੇਨਫੁਲ। ਠੀਕ ਹੈ, ਪਰ ਇਹ ਕਦੇ ਵੀ ਨਹੀਂ ਸੋਚਿਆ ਹੈਗਾ ਕਿ ਨਹੀਂ ਯਾਰ ਵੀ ਕੁੜੀ ਨਾ ਹੁੰਦੀ। ਮੈਂ ਹਮੇਸ਼ਾ ਮੈਂ ਤਾਂ ਇਹੀ ਚਾਹੂੰਗੀ ਵੀ ਅੱਗੇ ਵੀ ਕੁੜੀ ਹੋਈ ਬਣ ਕੇ ਜੰਮਾਂ। ਅੱਛਾ, ਮੰਨ ਲਓ ਜਿਵੇਂ ਫਾਈਨੈਂਸ਼ੀਅਲੀ ਜਿੰਨਾ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਫੁੱਲਫਿਲਡ ਹੈ, ਬਿਲਕੁਲ ਸੈਟਿਸਫਾਈਡ ਹੋ, ਫਿਰ ਤੁਸੀਂ ਕਿਵੇਂ ਦੀ ਲਾਈਫ ਜੀਣਾ ਚਾਹੁੰਦੇ ਹੋ? ਕਿਆ ਇਮੈਜਿਨ ਕਰਦੇ ਹੋ? ਜਿਵੇਂ ਹੁਣ ਇਸ ਟਾਈਮ ਦੇ ਉੱਤੇ ਮੇਰੀ ਲਾਈਫ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਜਿਹੜੀ ਮਿਸਿੰਗ ਹੈ ਉਹ ਇਹ ਹੈ ਕਿ ਮੈਂ ਇਨਫ ਟਰੈਵਲ ਨਹੀਂ ਕਰ ਪਾ ਰਹੀ ਹੈਗੀ। ਠੀਕ ਹੈ, ਕੀਤਾ ਪਹਿਲਾਂ, ਪਰ ਲੇਕਿਨ ਉਨਾ ਨਹੀਂ ਜਿੰਨਾ ਮੇਰੇ ਅੰਦਰ ਇੱਕ ਇੱਛਾ ਹੈਗੀ ਹੈ ਟਰੈਵਲ ਕਰਨ ਦੀ। ਤਾਂ ਇੱਕ ਚੀਜ਼ ਜੋ ਮੈਂ ਹੁਣ ਵੀ ਚਾਹੂੰਗੀ ਕਿ ਮੈਂ ਸ਼ੁਰੂ ਕਰਾਂ, ਠੀਕ ਹੈ, ਤੇ ਰੱਬ ਸੁੱਖ ਰੱਖੇ ਫਾਈਨੈਂਸ਼ੀਅਲੀ ਐਡਾ ਸੈਟਅਪ ਹੋਵੇ ਕਿ ਕੋਈ ਸੋਚਣ ਦੀ ਲੋੜ ਹੀ ਨਹੀਂ। ਤਾਂ ਮੈਂ 100% ਇਹੀ ਚਾਹੁੰਦੀ ਹਾਂ ਕਿ ਮੈਂ ਜਿੰਨੀ ਦੁਨੀਆ ਦੇਖ ਸਕਾਂ, ਜਿੰਨਾ ਘੁੰਮ ਸਕਾਂ, ਜਿੰਨੀ ਐਡਵੈਂਚਰ ਸਪੋਰਟਸ ਕਰ ਸਕਾਂ ਉਹ ਕਰੂੰਗੀ। ਮੀਨਸ ਲਾਸਟ ਲਵ ਟਰੈਵਲ। ਹਾਂ, ਲਾਸਟ ਲਵ ਤਾਂ ਨਹੀਂ ਕਹੋਗੇ ਤੁਸੀਂ, ਮਤਲਬ ਹੈ ਪਿਆਰ ਪੂਰਾ ਟਰੈਵਲ ਨਾਲ। ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਜਦੋਂ ਤੁਸੀਂ ਐਂਟਰ ਕੀਤੇ ਮੈਨੂੰ ਥੋੜਾ ਜਿਹਾ ਝਿਜਕ ਸੀ, ਡਰ ਸੀ ਮੈਨੂੰ। ਆਈ ਥਿੰਕ ਸਟਾਰਟਿੰਗ ਦਾ ਅੱਧਾ ਘੰਟਾ ਜਿਹਾ ਹੁੰਦਾ ਹੈਗਾ, ਉਸ ਤੋਂ ਬਾਅਦ ਹੌਲੀ ਹੌਲੀ ਨਾਲੇ ਇਹ ਤਾਂ ਮੀਡੀਅਮ ਹੀ ਬਹੁਤ ਅੱਛਾ ਹੈ ਪੋਡਕਾਸਟ। ਪੋਡਕਾਸਟ ਦੇ ਥਰੂ ਤਾਂ ਤੁਸੀਂ ਬਹੁਤ ਛੇਤੀ ਕਿਸੇ ਦੇ ਨਾਲ ਘੁਲ ਮਿਲ ਜਾਂਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਥੈਂਕ ਯੂ ਟੂ ਯੂ। ਮੈਨੂੰ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਅੱਛਾ ਲੱਗਿਆ। ਠੀਕ ਹੈ, ਤੇ ਮੈਂ ਫਾਰਮੈਲਿਟੀ ਸੇਕ ਨਹੀਂ ਕਹਿ ਰਹੀ ਹੈਗੀ, ਮੈਂ ਵਧੀਆ ਇੰਜੋਏ ਕੀਤੀ ਤੁਹਾਡੇ ਨਾਲ ਗੱਲਬਾਤ। ਨਹੀਂ, ਸਾਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਸੱਚੀ। ਸਾਨੂੰ ਐਕਸਪੈਕਟਿਡ, ਮਤਲਬ ਮੈਨੂੰ ਰਾਤ ਤੱਕ ਵੀ ਐਕਸਪੈਕਟਿਡ ਨਹੀਂ ਹੋ ਰਿਹਾ ਸੀ ਕਿ ਵੀ ਅਸੀਂ ਯਾਰ ਮਤਲਬ ਇੰਨੇ ਜ਼ਿਆਦਾ ਪ੍ਰੋਜੈਕਟ ਕਰ ਚੁੱਕੇ, ਇੰਨੇ ਵੱਡੇ ਵੱਡੇ ਸਟਾਰਸ ਦੇ ਨਾਲ ਕੰਮ ਕਰ ਚੁੱਕੇ, ਬੱਬੂ ਮਾਨ, ਗਿੱਪੀ ਗਰੇਵਾਲ। ਜਦੋਂ ਮੈਂ ਰੀਲਾਂ ਸਕਰੋਲ ਕਰ ਰਿਹਾ ਸੀ ਨਾ, ਮੈਂ ਕਿਹਾ ਸੱਚੀ ਆ ਰਹੇ, ਮੈਂ ਕਿਹਾ ਆ ਜਾਣਗੇ। ਮੈਂ ਸਵੇਰੇ ਵੀ ਨਾ ਲੋਕੇਸ਼ਨ ਭੇਜ ਕੇ ਮੈਂ ਕਾਲ ਕੀਤਾ, ਮੈਂ ਕਿਹਾ ਸੱਚੀ ਆ ਰਹੇ ਹੋ ਨਾ ਅੱਜ? ਕੁਝ ਤੁਹਾਨੂੰ ਕੱਲ ਲੱਗਿਆ ਹੋਊਗਾ ਵੀ ਆ। ਤਾਂ ਕਰਦੇ ਨਹੀਂ, ਸੱਚੀ ਮਤਲਬ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ। ਥੈਂਕ ਯੂ ਸੋ ਮਚ। ਥੈਂਕ ਯੂ ਟੂ ਯੂ ਜੀ। ਥੈਂਕ ਯੂ ਸੋ ਮਚ। ਥੈਂਕ ਯੂ ਟੂ ਯੂ। ਐਂਡ ਤੱਕ ਦੇਖਣ ਲਈ ਥੈਂਕ ਯੂ ਸੋ ਮਚ। ਆਈ ਹੋਪ ਐਪੀਸੋਡ ਤੁਹਾਨੂੰ ਵਧੀਆ ਲੱਗਿਆ। ਐਂਡ ਤੁਹਾਨੂੰ ਕਿਹੜੀ ਗੱਲ ਸਭ ਤੋਂ ਜ਼ਿਆਦਾ ਵਧੀਆ ਜਾਂ ਰਿਲੇਟੇਬਲ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਐਂਡ ਇੱਦਾਂ ਦੇ ਹੋਰ ਐਪੀਸੋਡਸ ਲਈ ਡੂ ਲਾਈਕ, ਸ਼ੇਅਰ, ਸਬਸਕ੍ਰਾਈਬ, ਕਮੈਂਟ। ਥੈਂਕ ਯੂ। ਆਈਲ ਸੀ ਯੂ ਇਨ ਨੈਕਸਟ ਐਪੀਸੋਡ with another guest and another ਵਧੀਆ conversation. Thank you.